आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ये रंग एफएम। तुसी सुन रहे हो रंग एफएम। आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ये रंग एफएम। तुसी सुन रहे हो रंग एफएम। ਜੀ ਦੋਸਤੋ ਸਤਿ ਸ਼੍ਰੀ ਅਕਾਲ, ਸਲਾਮ, ਆਦਾਬ, ਨਮਸਤੇ। ਮੈਂ ਹਾਂ ਤੁਹਾਡਾ ਦੋਸਤ, ਤੁਹਾਡਾ ਹੋਸਟ ਆਰਜੇ ਸ਼ਹਿਬਾਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਇੰਟਰਵਿਊ ਦੇ ਵਿੱਚ, ਇੱਕ ਖਾਸ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਅੱਜ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਗੱਲਾਂ ਹੋਣਗੀਆਂ, ਬਹੁਤ ਸਾਰੀਆਂ ਗੁੱਝੀਆਂ ਗੱਲਾਂ ਹੋਣਗੀਆਂ, ਬਹੁਤ ਹੀ ਇੰਪੋਰਟੈਂਟ ਗੱਲਾਂ ਹੋਣਗੀਆਂ, ਕਿਉਂਕਿ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਸੁਰਿੰਦਰਪਾਲ ਸਿੰਘ ਜੀ ਕਪੂਰਥਲਾ ਤੋਂ। ਇਹ ਬਹੁਤ ਅੱਛੇ, ਬਹੁਤ ਪਿਆਰੇ ਡਾਕਟਰ ਨੇ, ਬਹੁਤ ਪਿਆਰੇ ਇਨਸਾਨ ਨੇ। ਇਹਨਾਂ ਬਾਰੇ ਮੈਂ ਤੁਹਾਨੂੰ ਹੋਰ ਅੱਗੇ ਜਾ ਕੇ ਦੱਸਾਂਗਾ, ਪਰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਤਾਂ ਕਿ ਕੋਈ ਵੀ ਜੋ ਇਸ ਵੀਡੀਓ ਨੂੰ ਸੁਣੇਗਾ ਉਹਦਾ ਭਲਾ ਹੋ ਜਾਏਗਾ। ਕਿਉਂਕਿ ਅੱਜ ਦੇ ਇਸ ਖਾਸ ਇੰਟਰਵਿਊ ਦੇ ਵਿੱਚ, ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਗੱਲਾਂ ਨੂੰ ਉਜਾਗਰ ਕਰਨ ਜਾ ਰਹੇ ਹਾਂ, ਉਹਨਾਂ ਗੱਲਾਂ ਦੇ ਹੱਲ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੀਆਂ ਸਾਡੀ ਆਮ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜਿਹੜੀਆਂ ਮੁਸ਼ਕਿਲਾਤ ਸਾਨੂੰ ਆਉਂਦੀਆਂ ਨੇ, ਜਿਹੜੀਆਂ ਪ੍ਰੋਬਲਮ ਸਾਨੂੰ ਆਉਂਦੀਆਂ ਰਹਿੰਦੀਆਂ ਨੇ, ਉਹਨਾਂ ਬਾਰੇ ਅੱਜ ਡਾਕਟਰ ਸਾਹਿਬ ਸਾਡੇ ਨਾਲ ਗੱਲ ਕਰਨਗੇ। ਤੇ ਡਾਕਟਰ ਸਾਹਿਬ ਕਪੂਰਥਲਾ ਤੋਂ ਨੇ, ਡਾਕਟਰ ਸੁਰਿੰਦਰਪਾਲ ਸਿੰਘ ਜੀ ਹੋਮਿਓਪੈਥਿਕ ਡਾਕਟਰ ਨੇ, ਪਰ ਡਾਕਟਰ ਹੋਣ ਦੇ ਨਾਲ ਨਾਲ ਬਹੁਤ ਅੱਛੇ ਫੋਟੋਗ੍ਰਾਫਰ ਨੇ, ਬਹੁਤ ਅੱਛੇ ਲੇਖਕ ਨੇ। ਲਿਟਰੇਚਰ ਦੇ ਨਾਲ, ਸਾਹਿਤ ਦੇ ਨਾਲ ਇਹਨਾਂ ਦਾ ਬਹੁਤ ਗਹਿਰਾ, ਬਹੁਤ ਗੂੜਾ ਸੰਬੰਧ ਹੈ ਤੇ ਅਧਿਆਤਮ ਦੀਆਂ ਵੀ ਬਹੁਤ ਪਿਆਰੀਆਂ, ਬਹੁਤ ਖੂਬਸੂਰਤ ਗੱਲਾਂ ਕਰਦੇ ਨੇ। ਤੇ ਇੱਕ ਡਾਕਟਰ ਹੋਣ ਦੇ ਨਾਤੇ ਕੋਸ਼ਿਸ਼ ਕਰਦੇ ਨੇ ਕਿ ਮਰੀਜ਼ ਨੂੰ ਦਵਾਈ ਤੋਂ ਥੋੜ੍ਹਾ ਜਿਹਾ ਦੂਰ ਰੱਖਿਆ ਜਾਵੇ, ਉਹਨੂੰ ਹੱਲਾਸ਼ੇਰੀ ਦੇ ਨਾਲ, ਉਹਨੂੰ ਸ਼ਾਬਾਸ਼ੀ ਦੇ ਨਾਲ, ਉਹਨੂੰ ਇੱਕ ਥਾਪੀ ਦੇਣ ਦੇ ਨਾਲ ਹੀ ਜਿਹੜਾ ਇਹ ਮਰੀਜ਼ ਹੈ ਉਹ ਠੀਕ ਹੋ ਜਾਵੇ, ਉਹਦੀ ਤਕਲੀਫ ਨੂੰ ਮੋੜ ਪੈ ਜਾਵੇ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇਹ ਰੰਗ ਐਫਐਮ ਦਾ ਇਹ ਬਹੁਤ ਪਿਆਰਾ ਪ੍ਰੋਗਰਾਮ ਹੈ ਸਤਰੰਗੇ ਪਲ, ਤੇ ਮੈਂ ਡਾਕਟਰ ਸਾਹਿਬ ਦਾ ਵੀ ਦਾ ਬਹੁਤ ਸਵਾਗਤ ਕਰਦਾ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ, ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ, ਤੁਹਾਨੂੰ ਕੀ ਕੀ ਪਸੰਦ ਹੈ? ਬਾਈ ਪ੍ਰੋਫੈਸ਼ਨ ਤਾਂ ਮੈਂ ਡਾਕਟਰ ਹੈਗਾ ਹੀ ਹਾਂ ਜੀ। ਮੇਰਾ ਤਾਂ ਡਾਕਟਰੀ ਦਾ ਪੇਸ਼ਾ ਹੈਗਾ ਜੀ। ਉਸ ਤੋਂ ਇਲਾਵਾ ਜਿਹੜਾ ਮੇਰਾ, ਜਦੋਂ ਮੈਨੂੰ ਕਿਤੇ ਟਾਈਮ ਮਿਲਦਾ, ਮੈਂ ਨੇਚਰ ਦੇ ਨਾਲ, ਕੁਦਰਤ ਦੇ ਨਾਲ ਜਿਹੜਾ ਉਹ ਥੋੜ੍ਹਾ ਜਿਹਾ ਤਾਲਮੇਲ ਰੱਖਦਾ ਵਾਂ ਜੀ। ਉਹਦੇ ਵਿੱਚ ਫੋਟੋਗ੍ਰਾਫੀ ਵੀ ਆ ਜਾਂਦੀ ਆ ਜੀ। ਤੇ ਮਿਊਜ਼ਿਕ ਆ ਜਾਂਦਾ ਵਾ। ਕੀ ਬਾਤ ਹੈ ਜੀ। ਕੁਦਰਤ ਦੀ ਕੋਈ ਵੀ ਜਿਹੜੀ ਆ ਉਹ ਮੈਨੂੰ ਚੀਜ਼ ਜਿਹੜੀ ਉਹ ਪਾਉਂਦੀ ਆ ਮਨ ਨੂੰ ਜੀ। ਉਹਦੇ ਵਿੱਚ ਫੁੱਲ, ਤਿਤਲੀਆਂ, ਪਹਾੜ, ਝਰਨੇ, ਨਦੀਆਂ, ਉਹਨਾਂ ਦਾ ਮੈਨੂੰ ਸ਼ੌਕ ਆ। ਇਸ ਕਰਕੇ ਮੈਨੂੰ ਘੁੰਮਣ ਦਾ ਵੀ ਸ਼ੌਕ ਆ ਜੀ। ਤੇ ਸੰਗੀਤ ਦਾ ਜੀ, ਫੋਟੋਗ੍ਰਾਫੀ ਦਾ ਜੀ। ਬਸ ਮੈਂ ਕੁਦਰਤੀ ਜੋ ਲਾਈਫ ਹੈਗੀ ਆ, ਜਿੱਦਾਂ ਦੀ ਇੱਕ ਬੰਦੇ ਨੂੰ ਜੀਣੀ ਚਾਹੀਦੀ ਆ, ਉਦਾਂ ਦੀ ਕੋਸ਼ਿਸ਼ ਕਰਦਾ ਜੀ। ਦੇਖੋ ਕਿੰਨੀ ਖੂਬਸੂਰਤ ਗੱਲ ਹੈ ਕਿ ਇਨਸਾਨ ਕੁਦਰਤ ਦੇ ਜਿੰਨਾ ਨੇੜੇ ਹੋਵੇ ਨਾ, ਉਹ ਕੁਦਰਤ ਨੂੰ ਓਨਾ ਹੀ ਸਮਝਦਾ ਹੈ। ਉਹਦੇ ਅੰਦਰ ਇਨਸਾਨੀਅਤ ਵੀ ਉਹਦੀ ਉਨੀ ਹੀ ਹੁੰਦੀ ਹੈ, ਉਹਦੇ ਅੰਦਰ ਕੋਮਲਤਾ ਵੀ ਉਨੀ ਹੁੰਦੀ ਹੈ, ਉਹਦੇ ਅੰਦਰ ਸੂਖਮ ਅਹਿਸਾਸ ਵੀ ਉਨੇ ਹੁੰਦੇ ਆ। ਤੇ ਇਹੀ ਸਾਡੇ ਡਾਕਟਰ ਸੁਰਿੰਦਰਪਾਲ ਸਿੰਘ ਜੀ ਦੀ ਖੂਬਸੂਰਤੀ ਹੈ, ਇਹੀ ਇਹਨਾਂ ਦੀ ਖਾਸੀਅਤ ਆ ਕਿ ਕੁਦਰਤ ਦੇ ਬਹੁਤ ਨੇੜੇ ਨੇ। ਜਿਵੇਂ ਮੈਂ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਸੀ ਕਿ ਡਾਕਟਰ ਸਾਹਿਬ ਦੇ ਅੰਦਰ ਸਿਰਫ ਇੱਕ ਡਾਕਟਰ ਦੀਆਂ ਹੀ ਖੂਬੀਆਂ ਇਕੱਲੀਆਂ ਨਹੀਂ, ਇਹਨਾਂ ਅੰਦਰ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਨੇ। ਤੇ ਦੋਸਤੋ, ਸਾਡੇ ਅੱਜ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਆਧੁਨਿਕ ਮਸ਼ੀਨੀ ਮਨੁੱਖ ਦਾ ਸੰਤਾਪ ਅਤੇ ਦੁੱਖ ਨਿਵਾਰਨ। ਕਿ ਅੱਜ ਦਾ ਜਿਹੜਾ ਮਨੁੱਖ ਹੈ, ਜਿਹੜਾ ਹੁਣ ਦੇ ਸਮੇਂ ਦਾ ਅਜੋਕਾ ਮਨੁੱਖ ਹੈ, ਮਸ਼ੀਨੀਕਰਨ ਹੋਣ ਦੇ ਨਾਲ ਨਾਲ ਉਹਦੇ ਜੀਵਨ ਵਿੱਚ ਬਹੁਤ ਸਾਰੀਆਂ ਤਕਲੀਫਾਂ, ਬਹੁਤ ਸਾਰੀਆਂ ਮੁਸ਼ਕਿਲਾਂ, ਬਹੁਤ ਸਾਰੇ ਦੁੱਖ ਆਏ ਨੇ। ਪਰ ਕੀ ਉਹਨਾਂ ਮੁਸ਼ਕਿਲਾਂ ਦਾ, ਕੀ ਉਹਨਾਂ ਤਕਲੀਫਾਂ ਦਾ ਕੋਈ ਹੱਲ ਵੀ ਹੈ? ਕੀ ਉਹਨਾਂ ਦਾ ਕੋਈ ਇਲਾਜ ਹੈ? ਇਸੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਤੁਸੀਂ ਪ੍ਰੋਗਰਾਮ ਨੂੰ ਸੁਣਨਾ ਹੈ, ਇਹਨੂੰ ਸ਼ੇਅਰ ਵੀ ਕਰਨਾ ਹੈ, ਆਪਣੇ ਦੋਸਤਾਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਜ਼ਰੂਰ ਕਰੋ। ਤੇ ਜੇ ਤੁਸੀਂ ਕੋਈ ਕਮੈਂਟ ਕਰਨਾ ਚਾਹੋ, ਕੋਈ ਸਵਾਲ ਪੁੱਛਣਾ ਚਾਹੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸਾਨੂੰ ਸਵਾਲ ਕਰਕੇ ਕੁਛ ਨਾ ਕੁਛ ਪੁੱਛ ਸਕਦੇ ਹੋ ਡਾਕਟਰ ਸਾਹਿਬ ਨੂੰ, ਤੇ ਉਹ ਕੋਸ਼ਿਸ਼ ਕਰਨਗੇ ਤੁਹਾਡੇ ਉਸ ਸਵਾਲ ਦਾ ਜਵਾਬ ਦਿੱਤਾ ਜਾਵੇ। ਸੋ ਡਾਕਟਰ ਸਾਹਿਬ, ਆਪਾਂ ਸ਼ੁਰੂ ਕਰੀਏ ਅੱਜ ਦਾ ਪ੍ਰੋਗਰਾਮ। ਤੇ ਮੇਰਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਨੂੰ ਸਵਾਲ ਇਹੀ ਹੈ ਕਿ ਪੁਰਾਣੇ ਸਰਲ ਮਨੁੱਖ ਤੇ ਅੱਜ ਕੱਲ੍ਹ ਦੇ ਆਧੁਨਿਕ ਮਨੁੱਖ 'ਚ ਕੀ ਅੰਤਰ ਹੈ, ਕੀ ਫਰਕ ਹੈ ਇਹਨਾਂ 'ਚ? ਜਿਹੜਾ ਪੁਰਾਣਾ ਮਨੁੱਖ ਸੀ ਨਾ, ਉਹ ਸੀ ਕਿ ਉਹ ਕੁਦਰਤ ਦੇ ਨਾਲ ਉਹਦਾ ਤਾਲਮੇਲ ਬਹੁਤ ਸੀ ਜੀ। ਤੇ ਉਹ ਲੋੜਾਂ ਦੇ ਆਧਾਰਿਤ ਜੀਵਨ ਸੀ ਉਹ ਜੀ। ਜੀਂਦਾ ਆਪਣਾ। ਤੇ ਉਸ ਜਿਹੜੀ ਲਾਈਫ ਆ, ਉਸ ਜ਼ਿੰਦਗੀ ਦੇ ਵਿੱਚ
ਸਾਰਾ ਹੀ ਕਹਿ ਲਓ ਮਨੁੱਖ ਜਾਂ ਸਾਰੇ ਪਰਿਵਾਰ ਜਾਂ ਸਾਰਾ ਪਸ਼ੂ ਪੰਛੀ ਜਿਹੜਾ ਉਹ ਇੱਕ ਯੂਨਿਟ ਮੰਨਿਆ ਜਾਂਦਾ ਸੀ ਕਿ ਸਾਰੇ ਆਪਣੇ ਸੀ। ਜੀ ਹੁਣ ਉਹ ਆਦਮੀ ਜਿਹੜਾ ਵਾ ਉਹ ਜਦੋਂ ਤੋਂ ਇਹਨਾਂ ਚੀਜ਼ਾਂ ਤੋਂ ਦੂਰ ਹੋਇਆ ਜੀ ਕਿ ਪਰਿਵਾਰ ਜਿਹੜੇ ਟੁੱਟੇ ਆ, ਜੰਗਲਾਂ ਤੋਂ ਝਰਨਿਆਂ ਤੋਂ ਦੂਰ ਹੋਇਆ ਬੰਦਾ ਜੀ ਔਰ ਕੁਦਰਤ ਤੋਂ ਦੂਰ ਹੋਇਆ ਤੇ ਉਹ ਇਕੱਲਾ ਰਹਿ ਗਿਆ। ਹਰ ਬੰਦਾ ਜਿਹੜਾ ਉਹ ਚਾਹੇ ਉਹਦੀ ਪੜ੍ਹਾਈ ਤਾਂ ਬਹੁਤ ਜ਼ਿਆਦਾ ਉਹਨੇ ਕਰ ਲਈ ਆ ਜਾਂ ਟੈਕਨੀਕਲੀ ਸਾਊਂਡ ਹੈਗਾ, ਸਾਰਾ ਉਹਨੂੰ ਗਿਆਨ ਵੀ ਹੈਗਾ, ਜੀ ਪਰ ਫਿਰ ਵੀ ਉਹਦਾ ਜਿਹੜਾ ਸੰਤਾਪ ਤਾਂ ਇੱਥੇ ਹੀ ਆ ਕਿ ਉਹ ਇਕੱਲਾ ਰਹਿ ਗਿਆ। ਇਕੱਲਾ ਰਹਿਣ ਦੇ ਨਾਲ ਉਹ ਜੋ ਵੀ ਉਹਦੇ ਅੰਦਰ ਹੋ ਰਿਹਾ ਉਹ ਕਿਸੇ ਨਾਲ ਵੰਡ ਨਹੀਂ ਸਕਦਾ, ਕਿਸੇ ਨੂੰ ਗੱਲ ਨਹੀਂ ਦੱਸ ਸਕਦਾ, ਕਿਉਂਕਿ ਜਿਹਨੂੰ ਦੱਸਣੀ ਆ, ਜਿਹਨੇ ਸੁਣਨੀ ਆ, ਉਹ ਵੀ ਇਦਾਂ ਦਾ ਹੀ, ਉਹ ਵੀ ਇਕੱਲਾ ਹੀ ਆ। ਜੀ ਤੇ ਇਸ ਕਰਕੇ ਜਿਹੜੀਆਂ ਉਹਦੀਆਂ ਮਾਨਸਿਕ ਜਿਹੜੇ ਕਹਿ ਲਓ ਕਿ ਤਣਾਅ ਉਹਦਾ ਵੱਧ ਗਿਆ ਵਾ ਜੀ ਤੇ ਉਹ ਉਹਦਾ ਆਊਟਲੈਟ ਜਿਹੜਾ ਉਹ ਕਿਤੇ ਉਹ ਨਹੀਂ ਬਣਦਾ ਕਿ ਉਹਨੂੰ ਕਿਤੇ ਮਿਲਦਾ ਨਹੀਂਗਾ ਕਿ ਮੈਂ ਕਿੱਥੇ ਇਹਨੂੰ ਬਾਹਰ ਕੱਢਾਂ। ਜੀ ਤੇ ਉਹ ਇਸ ਕਰਕੇ ਉਹਨੂੰ ਇਹ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹ ਜ਼ਿਆਦਾ ਲੱਗਦੀਆਂ ਵਾ। ਜੀ ਤੇ ਦੂਸਰਾ ਕਾਰਨ ਇਹ ਆ ਕਿ ਜਦੋਂ ਪਹਿਲਾ ਮਨੁੱਖ ਸੀ ਉਹ ਸਰੀਰ ਤੋਂ ਜ਼ਿਆਦਾ ਕੰਮ ਲੈਂਦਾ ਸੀ ਜੀ ਜੀ ਤੇ ਉਹ ਜਦੋਂ ਸਰੀਰ ਤੋਂ ਕੰਮ ਲੈਂਦਾ ਸੀ ਤੇ ਮਨ ਉਹਦਾ ਹਲਕਾ ਰਹਿੰਦਾ ਸੀ। ਜੀ ਤੇ ਹੁਣ ਵੀ ਆਪਾਂ ਦੇਖ ਲਈਏ ਕਿ ਜਦੋਂ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਹੋਵੇ ਤੇ ਆਪਾਂ ਬਾਹਰ ਸੈਰ ਕਰ ਨਿਕਲ ਜਾਈਏ, ਕੋਠੇ ਤੇ ਚਲ ਜਾਈਏ, ਕੁਝ ਥੋੜਾ ਬਹੁਤਾ ਲੰਮੇ ਲੰਮੇ ਸਾਹ ਲੈ ਲਈਏ ਜੀ ਤੇ ਆਪਣਾ ਮਨ ਜਿਹੜਾ ਉਸੇ ਵੇਲੇ ਹੀ ਕਹਿ ਲਓ ਕਿ ਰਿਲੈਕਸ ਹੋ ਜਾਂਦਾ ਵਾ ਜੀ ਤੇ ਤਣਾਅ ਮੁਕਤ ਹੋ ਜਾਂਦਾ। ਤੇ ਉਦੋਂ ਤਾਂ ਆਦਮੀ ਕੋਲ ਇਹ ਸੀ ਕਿ ਕੰਮ ਕਰਨਾ ਪੈਂਦਾ ਸੀ, ਹੱਥੀਂ ਕੰਮ ਕਰਨਾ ਪੈਂਦਾ ਸੀ, ਲੋਕਾਂ ਕੋਲ ਟੈਕਨੋਲੋਜੀ ਇੰਨੀ ਨਹੀਂ ਸੀ ਹੈਗੀ। ਜੀ ਟੈਕਨੋਲੋਜੀ ਤੇ ਲੋਕੀ ਕਹਿ ਲਓ ਕਿ ਨਿਰਭਰ ਨਹੀਂ ਸੀ ਹੈਗੇ। ਜੀ ਤੇ ਹੁਣ ਆਪਾਂ ਜਿਹੜਾ ਸੰਤਾਪ ਦਾ ਕਾਰਨ ਮੇਨ ਤਾਂ ਇਹ ਆ ਕਿ ਆਪਾਂ ਜਿਹੜੀ ਆ ਨਵੀਂ ਟੈਕਨੋਲੋਜੀ ਨੂੰ ਇੰਨਾ ਜ਼ਿਆਦਾ ਆਪਾਂ ਨਿਰਭਰ ਹੋ ਗਏ ਕਿ ਉਹਦੀ ਆਦਤ ਪੈ ਗਈ ਆ ਜੀ ਔਰ ਉਹਦੀ ਆਦਤ ਪੈਣ ਨਾਲ ਆਪਾਂ ਉਸ ਤੋਂ ਬਿਨਾਂ ਲੱਗਦਾ ਵਾ ਕਿ ਸਾਡਾ ਜੀਵਨ ਜਿਹੜਾ ਉਹ ਬਿਲਕੁਲ ਉਸ ਤੋਂ ਬਿਨਾਂ ਸੁੰਨਾ ਵਾ। ਹੂੰ ਤੇ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਜਿਹੜੀਆਂ ਸਾਰਾ ਕੁਝ ਹੀ ਆ ਜਾਂਦਾ, ਮੋਬਾਈਲ ਆ ਗਿਆ, ਲੈਪਟਾਪ ਆ ਗਿਆ, ਤੁਹਾਡੀ ਨਵੀਂ ਜੋ ਵੀ ਕੰਪਿਊਟਰ ਆ ਗਿਆ, ਇੰਟਰਨੈਟ ਆ ਗਿਆ, ਜੀ ਉਹ ਸਾਡਾ ਜਿਹੜਾ ਸਾਰਾ ਜੀਵਨ ਆ ਉਹ ਲੱਗਦਾ ਵਾ ਕਿ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ ਨਾ। ਬਿਲਕੁਲ ਜੀ ਬਿਲਕੁਲ ਤੇ ਉਹ ਜਿਹੜੀ ਵੀ ਇਨਫੋਰਮੇਸ਼ਨ ਆਪਾਂ ਉਹ ਆਪਾਂ ਇੰਟਰਨੈਟ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ, ਗੂਗਲ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ। ਹੂੰ ਤੇ ਪਹਿਲਾਂ ਇਹ ਹੁੰਦਾ ਸੀ ਕਿ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਸੀ ਤੇ ਘਰ ਦੇ ਵਿੱਚ ਜਾਂ ਆਂਢੀ ਗੁਆਂਢੀ ਨਾਲ ਆਪਾਂ ਗੱਲਬਾਤ ਕਰਦੇ ਸੀ ਤੇ ਉਹ ਕੋਈ ਉਹ ਤੇ ਜਿਹੜਾ ਕੋਈ ਇਲਾਜ ਦੱਸਦਾ ਸੀ ਜਾਂ ਕੋਈ ਗੱਲਬਾਤ ਕਰਦਾ ਸੀ ਤੇ ਇੱਕਦਮ ਉਹ ਗੱਲਬਾਤ ਕਰਨ ਨਾਲ ਆਪਾਂ ਹਲਕੇ ਹੋ ਜੀਦਾ ਸੀ। ਜੀ ਜੀ ਦੂਸਰਾ ਜਿਹੜਾ ਕੋਈ ਆਪਣਾ ਚਾਚਾ ਤਾਇਆ ਕੋਈ ਕਿਸੇ ਨਾਲ ਆਪਾਂ ਗੱਲ ਕਰੀਦੀ ਸੀ, ਭਰਾ ਨਾਲ ਕਰੀਦੀ ਸੀ ਤੇ ਉਹ ਆਪਾਂ ਨੂੰ ਇੱਕ ਉਹ ਹਾਲਾਸ਼ੇਰੀ ਵੀ ਦਿੰਦਾ ਸੀ ਤੇ ਉਹ ਕਹਿੰਦਾ ਸੀ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਇਹਨੂੰ, ਆਪਾਂ ਬੈਠ ਕੇ ਆਪਾਂ ਨਿਬੜ ਲਾਂਗੇ ਜਾਂ ਏਦਾਂ ਕਰ ਲਾਂਗੇ। ਹੁਣ ਉਹਦਾ ਇਹ ਆ ਕਿ ਉਹ ਸਾਰਾ ਕੁਝ ਜੋ ਵੀ ਆ ਜੀ ਉਹ ਆਪਣੇ ਅੰਦਰ ਹੀ ਰਹਿ ਜਾਂਦਾ, ਉਹ ਪਾਈਲ ਅਪ ਹੋਈ ਜਾਂਦਾ, ਜਮਾ ਹੋਈ ਜਮਾ ਜਾਂਦਾ ਹੋ ਜਾਂਦਾ ਜੀ ਤੇ ਉਹਦਾ ਕਰਕੇ ਜਿਹੜੀ ਸਟ੍ਰੈਸ ਲੈਵਲ ਜਿਹੜਾ ਨਾ ਉਹ ਖਾਸ ਤੌਰ ਤੇ ਜਿਹੜੇ ਯੰਗਸਟਰਸ ਹੈਗੇ ਆ ਜੀ ਉਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਜੀ ਤੇ ਉਹਨਾਂ ਵਿਚਾਰਿਆਂ ਨੂੰ ਕੋਈ ਨੋ ਵੇ ਆਊਟ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਿ ਇਹਨੂੰ ਬਾਹਰ ਕਿੱਦਾਂ ਕੱਢਣਾ ਵਾ ਨਾ। ਹਾਂਜੀ ਤੇ ਜੇ ਉਹ ਇਸ ਚੀਜ਼ ਨੂੰ ਸਰਚ ਵੀ ਕਰਦੇ ਆ ਤਾਂ ਇੰਟਰਨੈਟ ਤੇ ਕਰਨਗੇ ਨਾ। ਜੀ ਇੰਟਰਨੈਟ ਤੇ ਕਰਕੇ ਤਾਂ ਉਹ ਫਿਰ ਜੋ ਉਹਦਾ ਸੁਝਾਅ ਜਾਂ ਉਹਦੇ ਕਹਿ ਨੂੰ ਸੋਲੂਸ਼ਨ ਉਹਨਾਂ ਨੂੰ ਮਿਲਦਾ ਵਾ ਜੀ ਉਹ ਫਿਰ ਆ ਕੇ ਉੱਥੇ ਟੈਕਨੋਲੋਜੀ ਤੇ ਕਹਿ ਲਓ ਟਿਕ ਗਿਆ, ਟਿਕ ਗਿਆ। ਕੁਦਰਤ ਤੋਂ ਫਿਰ ਦੂਰ ਹੋ ਗਏ ਫਿਰ ਨਾ। ਜੀ, ਤੇ ਬਿਲਕੁਲ। ਪਹਿਲਾਂ ਜਿਹੜਾ ਮਨੁੱਖ ਸੀ ਉਹ ਕੁਦਰਤ ਦੇ ਨੇੜੇ ਸੀ, ਜੁਆਇੰਟ ਫੈਮਲੀਆਂ ਸੀ ਤੇ ਬੰਦਾ ਸਰੀਰਕ ਕੰਮ ਕਰਦਾ ਸੀ ਜੀ। ਤੇ ਮਾਨਸਿਕ ਤਣਾਅ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਨਹੀਂ ਹੁੰਦਾ ਜੀ। ਡਾਕਟਰ ਸਾਹਿਬ ਇਹਦਾ ਮਤਲਬ ਤੁਹਾਡੇ ਇਸ ਜਵਾਬ ਤੋਂ ਇਹ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਕਿ ਪਹਿਲਾਂ ਇਹ ਇਨਸਾਨ ਦੇ ਕੋਲ ਹੱਥੀਂ ਕੰਮ ਕਰਨ ਨੂੰ ਬਹੁਤ ਕੁਝ ਹੁੰਦਾ ਸੀ। ਬਿਲਕੁਲ, ਬਿਲਕੁਲ। ਜਿਵੇਂ ਔਰਤਾਂ ਹੁੰਦੀਆਂ ਸੀ ਕੱਪੜੇ ਹੱਥ ਨਾਲ ਹਾਂ, ਧੋਂਦੀਆਂ ਸੀ, ਬਿਲਕੁਲ, ਥਾਪੀਆਂ ਦੇ ਨਾਲ ਬਿਲਕੁਲ। ਕੱਪੜੇ ਕੁੱਟਦੀਆਂ ਹਾਂ, ਹੁੰਦੀਆਂ ਸੀ। ਬਿਲਕੁਲ, ਬਿਲਕੁਲ। ਇਹ ਘਰ ਦੇ ਵਿੱਚ ਘਰ ਕੱਚੇ ਹੁੰਦੇ ਸੀ ਵਿਹੜੇ ਹਾਂ, ਪੋਚਦੀਆਂ ਹੁੰਦੀਆਂ ਸੀ, ਉਹਨਾਂ ਨੂੰ ਮਿੱਟੀ ਹਮ। ਲਿਪਦੀਆਂ ਹੁੰਦੀਆਂ ਸੀ। ਸਾਰੇ ਕੰਮ ਜਿਵੇਂ ਇਹ ਦੁੱਧ ਰਿੜਕਣਾ ਹੋ ਗਿਆ, ਹੋਰ ਬਾਕੀ ਕੰਮ ਹੋ ਗਏ, ਪੱਠੇ ਵਗੈਰਾ ਵੱਢਣੇ ਹੋ ਗਏ, ਇਹ ਪੁਰਾਣੇ ਸਮੇਂ ਵਿੱਚ ਇਹ ਕੰਮ ਇੱਕ ਐਕਸਰਸਾਈਜ਼ ਹੁੰਦੀ ਸੀ। ਹਾਂ। ਨਲਕੇ ਗੇੜਨਾ, ਹਾਂ। ਜਿਹੜਾ ਨਲਕੇ ਗੇੜਨਾ ਵੀ ਇੱਕ ਬਹੁਤ ਵੱਡੀ ਐਕਸਰਸਾਈਜ਼ ਹੁੰਦਾ ਸੀ। ਹਮ। ਪਰ ਹੁਣ ਦੇ ਸਮੇਂ ਵਿੱਚ ਕਿਉਂਕਿ ਸਾਡੇ ਕੋਲ ਵਾਸ਼ਿੰਗ ਮਸ਼ੀਨਸ ਆ ਗਈਆਂ ਨੇ, ਹੋਰ ਬਹੁਤ ਸਾਰਾ ਮਸ਼ੀਨਰੀ ਯੁੱਗ ਆ ਹਾਂਜੀ, ਗਿਆ, ਹਾਂਜੀ। ਜਿਹਦੇ ਕਰਕੇ ਅਸੀਂ ਥੋੜੇ ਜਿਹਾ ਲਥਾਰਜਿਕ ਹੋ ਗਏ ਹਾਂ, ਹਾਂ, ਹਾਂ। ਵੇਸਲੇ ਹੋ ਗਏ ਹਾਂ ਹਾਂ, ਤੇ ਹਾਂ। ਸਾਡੇ ਅੰਦਰ ਜਿਹੜੀਆਂ ਇਹ ਬਿਮਾਰੀਆਂ ਨੇ ਉਹ ਪਣਪ ਰਹੀਆਂ ਨੇ। ਬਿਲਕੁਲ, ਤੇ ਬਿਲਕੁਲ। ਦੂਸਰੀ ਗੱਲ ਜਿਹੜੀ ਇਹ ਸਾਹਮਣੇ ਆਈ ਹੈ ਕਿ ਇਨਸਾਨ ਜਿਹੜਾ ਕੁਦਰਤ ਨਾਲੋਂ ਕੱਟਿਆ ਗਿਆ ਹੈ ਹਾਂਜੀ। ਤੇ ਉਹ ਆਪਣੇ ਦਿਲ ਦੀ ਗੱਲ ਕਿਸੇ ਹੋਰ ਸਾਥੀ ਦੇ ਨਾਲ ਸਾਂਝੀ ਨਹੀਂ ਕਰ ਨਹੀਂ ਰਿਹਾ, ਕਰ ਸਕਦਾ ਨਾ। ਜਿਸ ਕਰਕੇ ਉਹਦੇ ਅੰਦਰ ਜਿਹੜੇ ਉਹਦੇ ਜਜ਼ਬਾਤ ਹੈਗੇ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ। ਹਾਂਜੀ। ਉਹਦੇ ਜਿਹੜੇ ਅੰਦਰ ਨੈਗੇਟਿਵ ਵਿਚਾਰ ਨੇ, ਉਹਦੀਆਂ ਤਕਲੀਫਾਂ ਨੇ, ਉਹਦੀਆਂ ਮੁਸ਼ਕਲਾਂ ਨੇ, ਉਹ ਬਹੁਤ ਜ਼ਿਆਦਾ ਵੱਧ ਰਹੀਆਂ, ਇੱਕ ਨਸੂਰ ਬਣ ਰਹੀਆਂ ਨੇ। ਹਾਂ। ਜਿਸ ਦੇਖੋ ਕਰਕੇ ਅੱਜ-ਕੱਲ੍ਹ ਏਦਾਂ ਨਾ ਕਿ ਪਹਿਲਾਂ ਕਦੀ ਸੁਣਿਆ ਨਹੀਂ ਸੀ ਕਿ ਕਿਸੇ ਨੇ ਆਪਣਾ ਆਤਮ ਹੱਤਿਆ ਕੀਤੀ ਹੋਵੇ ਜੀ ਜੀ ਤੇ ਅੱਜ-ਕੱਲ੍ਹ ਇਹ ਬੜਾ ਕਾਮਨ ਹੋ ਗਿਆ ਕਿ ਅਕਸਰ ਹੀ ਜਿਹੜੇ ਆ
ਯੰਗ ਏਜ ਦੇ ਵਿੱਚ ਜਵਾਨ ਲੜਕੇ ਲੜਕੀਆਂ ਜਿਹੜੇ ਉਹ ਕੁਝ ਖਾ ਕੇ ਕੁਝ ਕਿਤੇ ਬਿਲਡਿੰਗ ਤੋਂ ਜੰਪ ਕਰਕੇ ਕਰ ਲੈਂਦੇ ਆ, ਜੀ ਕਿਉਂਕਿ ਉਹ ਵਿਚਾਰਿਆਂ ਦਾ ਜਿਹੜਾ ਤਣਾਅ ਇੰਨਾ ਵੱਧ ਚੁੱਕਾ ਹੁੰਦਾ ਵਾ ਜੀ ਕਿ ਉਹਨਾਂ ਨੂੰ ਕੁਝ ਰਸਤਾ ਤਾਂ ਲੱਭਦਾ ਨਹੀਂਗਾ, ਉਹ ਫਿਰ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਆ। ਜੀ ਤੇ ਪਹਿਲਾਂ ਇਦਾਂ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਕੇ ਹਲਕੇ ਹੋ ਜਾਂਦੇ ਸੀ ਤੇ ਉਹਦੀ ਲੋੜ ਨਹੀਂ ਸੀ ਪੈਂਦੀ। ਹਾਂਜੀ ਪਹਿਲਾਂ ਵੀ ਫੈਮਲੀਆਂ ਦੇ ਵਿੱਚ ਆਪਣਾ ਪਰਿਵਾਰਾਂ ਦੇ ਵਿੱਚ ਲੜਾਈ ਝਗੜੇ ਤਾਂ ਹੁੰਦੇ ਸੀ, ਛੋਟੇ ਮੋਟੇ ਤਰੀਕਾ ਹੁੰਦਾ ਸੀ, ਭਰਾਵਾਂ ਦਾ ਆਪਸ ਵਿੱਚ ਹੁੰਦੀ ਸੀ। ਜੀ ਜੀ ਤੇ ਉਹ ਜਦੋਂ ਈਵਨ ਜਦੋਂ ਗਾਲੀ ਗਲੋਚ ਤੱਕ ਵੀ ਉੱਤਰ ਆਉਂਦੇ ਸੀ ਤੇ ਉਹ ਸਾਰਾ ਹਲਕੇ ਹੋ ਜਾਂਦੇ ਸੀ। ਮੈਂ ਗਾਲ ਕੱਢੀ ਆ, ਦੂਜੇ ਨੇ ਮੈਨੂੰ ਕੱਢਤੀ ਆ, ਚਲੋ ਸੁਲ੍ਹਾ ਕਰਾਉਣ ਵਾਲਾ ਵੀ ਕਿਉਂ ਆ ਗਿਆ, ਹਾਂਜੀ ਜੱਫੀਆਂ ਪੈ ਜਾਂਦੀਆਂ ਸੀ। ਪੈ ਜਾਂਦੀਆਂ ਸੀ ਹੁਣ ਜੀ ਜੱਫੀਆਂ ਪੈਣ ਵਾਲਾ ਜਿਹੜਾ ਕੰਮ ਉਹ ਤੇ ਗਿਆ, ਜੀ ਹੁਣ ਤਾਂ ਹੈ ਨਹੀਂ, ਕੋਈ ਸੁਲ੍ਹਾ ਕੌਣ ਕਰਾਊਗਾ? ਸੁਲ੍ਹਾ ਜੀ ਕਰਾਉਣ ਦਾ ਟਾਈਮ ਨਹੀਂ ਕਿਸੇ ਕੋਲ, ਲੋਕ ਇੰਨੇ ਬਿਜ਼ੀ ਹੋ ਗਏ ਆ, ਬੱਚੇ ਇੰਨੇ ਬਿਜ਼ੀ ਹੋ ਗਏ ਆ, ਜੀ ਔਰ ਉਹ ਐਂਬੀਸ਼ੀਅਸ ਇੰਨੇ ਹੋ ਗਏ ਆ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡਾ ਜਿਹੜਾ ਨਾ ਇੱਕੋ ਹੀ ਆ ਐਂਬੀਸ਼ਨ ਕਿ ਪੈਸਾ ਕਮਾਉਣਾ ਵਾ ਜੀ ਤੇ ਉਹ ਆਪਣੀ ਲਾਈਫ ਜਿਹੜੀ ਆ ਕੰਫਰਟੇਬਲ ਬਣਾਉਣੀ। ਕੰਫਰਟੇਬਲ ਬਣ ਨਹੀਂ ਪਾਉਂਦੀ ਨਾ, ਕੰਫਰਟੇਬਲ ਕਿੱਦਾਂ ਬਣੂਗੀ? ਬਿਲਕੁਲ ਜੀ ਬਿਲਕੁਲ। ਹਾਂ ਤੇ ਪਹਿਲਾਂ ਡਾਕਟਰ ਸਾਹਿਬ ਇਸ ਤਰ੍ਹਾਂ ਹੁੰਦਾ ਸੀ ਮੇਰਾ ਖਿਆਲ ਕਿ ਜਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਇਕੱਠੇ ਹਾਂ ਸੰਯੁਕਤ ਬਿਲਕੁਲ। ਪਰਿਵਾਰ ਹੁੰਦੇ ਸੀ, ਜਿਹੜੇ ਪਰਿਵਾਰਾਂ ਦੇ ਵਿੱਚ ਦਾਦਾ ਦਾਦੀ ਹੁੰਦੇ ਸੀ, ਬਜ਼ੁਰਗ ਹੁੰਦੇ ਸੀ ਜਿਹੜੇ, ਹਾਂਜੀ ਉਹ ਬੱਚਿਆਂ ਦੇ ਨਾਲ ਗੱਲਾਂ ਕਰਦੇ ਹੁੰਦੇ ਸੀ, ਕਹਾਣੀਆਂ ਸੁਣਾਉਂਦੇ ਸੀ, ਉਹਨਾਂ ਦੇ ਆਪਣੀਆਂ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਹੋ ਜਾਂਦੀਆਂ ਸੀ ਬਿਲਕੁਲ ਬਿਲਕੁਲ ਤੇ ਬਿਲਕੁਲ। ਬੱਚੇ ਆਪਣੇ ਸਾਰੇ ਦਿਨ ਦੀਆਂ ਗੱਲਾਂ ਵੀ ਉਹਨਾਂ ਨੂੰ ਸੁਣਾਉਂਦੇ ਸੀ, ਸ਼ਿਕਾਇਤਾਂ ਲਾਉਂਦੇ ਸੀ, ਦਾਦੀ ਅੱਜ ਮੇਰੇ ਨਾਲ ਸਕੂਲ ਦੇ ਵਿੱਚ ਫਲਾਣੇ ਮੁੰਡੇ ਨਾਲ ਲੜਾਈ ਕੀਤੀ, ਫਲਾਣੇ ਬੱਚੇ ਨੇ ਮੈਨੂੰ ਕੁੱਟਿਆ, ਉਹਨੇ ਮੇਰੀ ਰੋਟੀ ਖੋਹਲੀ। ਬੱਚੇ ਵੀ ਆਪਣੇ ਦਿਲ ਦੀ ਗੱਲ ਜਿਹੜੀ ਆ ਆਪਣੇ ਬਜ਼ੁਰਗਾਂ ਕੋਲ ਸਾਂਝੀ ਕਰ ਲੈਂਦੇ ਬਿਲਕੁਲ ਸੀ। ਬਿਲਕੁਲ ਗੱਲ ਤੇ ਹੈ। ਹੁਣ ਕਿਉਂਕਿ ਜਿਹੜੇ ਪਰਿਵਾਰ ਆ ਵੱਖ ਹੋ ਚੁੱਕੇ ਆ, ਨਿਊਕਲੀਅਰ ਫੈਮਿਲੀਜ਼ ਆ ਗਈਆਂ, ਜਿਹਦੇ ਕਰਕੇ ਬਜ਼ੁਰਗਾਂ ਦਾ ਬੱਚਿਆਂ ਦੇ ਨਾਲ ਤੇ ਬੱਚਿਆਂ ਦਾ ਬਜ਼ੁਰਗਾਂ ਦੇ ਨਾਲ ਗੱਲ ਕਰਨ ਦਾ ਜਿਹੜਾ ਪ੍ਰਚਲਨ ਹੈ ਉਹ ਖਤਮ ਹੋ ਚੁੱਕਾ ਖਤਮ ਹੋ ਗਿਆ ਨਾ, ਲਗਭਗ। ਟਾਈਮ ਨਹੀਂ ਹੈਗਾ ਕਿਸੇ ਟਾਈਮ ਕੋਲ, ਨਹੀਂ ਹੈਗਾ ਸਾਰੇ ਕਿਸੇ ਕੋਲ, ਇਕੱਲੇ ਇਕੱਲੇ ਰਹਿ ਗਏ ਆ ਨਾ। ਜਿਸ ਕਰਕੇ ਇਹ ਮੁਸ਼ਕਲ ਆ ਰਹੀ ਹੈ ਕਿ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਹੋ ਹੀ ਨਹੀਂ ਰਹੀ। ਬਿਲਕੁਲ ਬਿਲਕੁਲ। ਤੇ ਪਹਿਲਾਂ ਦੇਖੋ ਬੱਚਾ ਹੁੰਦਾ ਸੀ ਤੇ ਉਹਦਾ ਸਿਰ ਕਿਸੇ ਨੇ ਵਾਹੁਣਾ, ਨਹਾਉਣਾ ਕਿਸੇ ਨੇ, ਕੱਪੜੇ ਹਾਂ ਕਿਸੇ ਨੇ ਜੀ ਪਾਉਣੇ, ਜੀ ਜੀ ਤੇ ਉਹ ਸਕੂਲ ਕਿਸੇ ਨੇ ਭੇਜ ਦੇਣਾ, ਛੱਡ ਕਿਸੇ ਨੇ ਆਉਣਾ, ਲੈ ਕਿਸੇ ਨੇ ਆਉਣਾ। ਤੇ ਉਹ ਜੀ ਸਾਰਿਆਂ ਦਾ ਆਪਣਾ ਹੁੰਦਾ ਸੀ ਕਿ ਇਹ ਸਾਡਾ ਪੋਤਾ ਵਾ, ਇਹ ਸਾਡਾ ਦੋਤਾ ਵਾ, ਇਹ ਮੇਰਾ ਜੀ ਭਤੀਜਾ ਵਾ, ਇਹ ਮੇਰਾ ਭਰਾ ਵਾ, ਆਪਣਾਪਨ ਹੁੰਦਾ ਸੀ। ਜੀ ਤੇ ਉਹ ਮਤਲਬ ਸਾਡਾ ਹੁੰਦਾ ਸੀ ਕਿ ਸਾਡਾ ਪਰਿਵਾਰ ਆ, ਸਾਡਾ ਪਿੰਡ ਆ, ਹੈਨਾ, ਸਾਡੀ ਫੈਮਿਲੀ ਆ ਸਾਰਾ। ਤੇ ਹੁਣ ਉਹ ਜਿੱਥੇ ਆ ਕੇ ਕਹਿ ਲਓ ਕਿ ਉਹ ਮੇਰਾ ਰਹਿ ਗਿਆ ਨਾ, ਕਿ ਮੇਰਾ ਬੇਬੀ ਔਰ ਮੇਰਾ ਹੱਬੀ, ਜਿਹੜਾ ਜੀ ਉੱਥੇ ਆ ਕੇ ਵੀ ਪ੍ਰੋਬਲਮ ਆ ਜਾਂਦੀ ਹੈ ਨਾ ਕਿ ਉਹ ਤੁਸੀਂ ਉਹ ਜਿਹੜੀ ਪੋਜੈਸ਼ਨ ਆ ਉਹ ਵੱਧ ਗਈ ਆ। ਪੋਜੈਸ਼ਨ ਜਿਹੜੀ ਆ, ਜੀ ਜਦੋਂ ਆਪਾਂ ਹੱਕ ਜਮਾਉਂਦੇ ਆ, ਉਹ ਪੋਜੈਸ਼ਨ ਵੀ ਆਊਟ ਆਫ ਫੀਅਰ ਹੀ ਆ ਨਾ ਕਿ ਮੈਂ ਇਕੱਲਾ ਵਾਂ ਤੇ ਮੇਰਾ ਇਹ ਵੀ ਮੇਰੇ ਕੋਲ ਰਵੇ ਤੇ ਮੇਰੀ ਕੇਅਰ ਕਰੇ, ਜਾਂ ਮੈਂ ਮਤਲਬ ਇਹਦੇ ਤੇ ਕਬਜ਼ਾ ਕਰਕੇ ਰੱਖਾਂ। ਜੀ ਔਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਕਬਜ਼ਾ ਕਰ ਰਹੇ ਆ ਨਾ। ਹਾਂਜੀ ਹਾਂਜੀ ਤੇ ਉਹ ਪਹਿਲਾਂ ਕਬਜ਼ੇ ਵਾਲੀ ਕੋਈ ਗੱਲ ਨਹੀਂ ਸੀ ਹੁੰਦੀ, ਸਾਰਾ ਕੁਝ ਸਾਂਝਾ ਹੀ ਹੁੰਦਾ ਸੀ ਨਾ। ਤੇ ਉਹ ਰਿਸ਼ਤੇ ਬੜੇ ਜਿਹੜੇ ਉਦੋਂ ਕਹਿ ਲਓ ਕਿ ਉਹਨਾਂ ਦਾ ਸੰਬੰਧ ਆਪਸ ਵਿੱਚ ਬੜਾ ਪ੍ਰੇਮ ਪੂਰਵਕ ਰਹਿੰਦਾ ਸੀ। ਜੀ ਤੇ ਹੁਣ ਜਿਹੜੇ ਸੰਬੰਧ ਵਾ ਉਹ ਵੀ ਤੁਸੀਂ ਦੇਖੋ ਕਿ ਮੈਂ ਤਾਂ ਮੈਨੂੰ ਜਿਹੜੀ ਸਟੱਡੀ ਮੇਰੀ ਹੈਗੀ ਆ ਕਿ 10 ਜੇ ਵਿਆਹ ਹੁੰਦੇ ਆ ਤੇ 2 ਸਾਲਾਂ ਦੇ ਵਿੱਚ, ਪਹਿਲੇ 2 ਸਾਲਾਂ 'ਚ ਜੀ ਉਹਨਾਂ 'ਚੋਂ 6 ਜਾਂ 7 ਟੁੱਟ ਟੁੱਟ ਜਾਂਦੇ ਆ, ਜਾਂਦੇ ਆ ਜੀ ਹਨਾ। ਬਿਲਕੁਲ ਤੇ ਟੁੱਟਣ ਦਾ ਕਾਰਨ ਵੀ ਇਹੋ ਹੀ ਹੈਗਾ ਕਿ ਸਟ੍ਰੈਸ ਹੀ ਹੈਗਾ, ਹਰ ਇੱਕ ਦਾ ਹੰਕਾਰ, ਆਪੋ ਆਪਣਾ ਈਗੋ ਵਧੀ ਹੋਈ ਆ, ਜੀ ਬਿਲਕੁਲ ਤੇ ਸਮਝਾਉਣ ਵਾਲਾ ਕੋਈ ਨਹੀਂ ਹੈਗਾ ਔਰ ਜੀ ਨਾ ਹੀ ਕੋਈ ਸਮਝਣ ਵਾਲਾ ਹੈਗਾ, ਜੀ ਬਿਲਕੁਲ। ਹੈਨਾ। ਇਹ ਦੋਸਤੋ ਡਾਕਟਰ ਸਾਹਿਬ ਨੇ ਕਿੰਨੀ ਪਿਆਰੀ ਕਿੰਨੀ ਗਹਿਰੀ ਗੱਲ ਕੀਤੀ ਹੈ ਕਿ ਇਨਸਾਨ ਦਾ ਕੁਦਰਤ ਦੇ ਨਾਲੋਂ ਟੁੱਟਣਾ ਹੀ ਉਹਦੀਆਂ ਮੁਸ਼ਕਲਾਂ ਦਾ ਜਿਹੜਾ ਵਧਣ ਦਾ ਕਾਰਨ, ਸਭ ਤੋਂ ਵੱਡਾ ਕਾਰਨ ਉਹਦਾ ਕੁਦਰਤ ਨਾਲੋਂ ਟੁੱਟਣਾ ਆ। ਤੇ ਆਪਣੇ ਦਿਲ ਦੀ ਗੱਲ ਕਿਸੇ ਹੋਰ ਦੇ ਨਾਲ ਸਾਂਝੀ ਨਾ ਕਰਨਾ, ਆਪਣੇ ਦਿਲ ਦੀ ਗੱਲ ਕਿਸੇ ਹੋਰ ਅੱਗੇ ਨਾ ਰੱਖਣਾ, ਇਹ ਵੀ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਆਧੁਨਿਕ ਮਨੁੱਖ ਦਾ ਜਿਹੜਾ ਸੰਤਾਪ ਆ, ਆਧੁਨਿਕ ਮਨੁੱਖ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਵੱਧ ਰਹੀਆਂ ਨੇ ਦਿਨੋਂ ਦਿਨ। ਤੇ ਡਾਕਟਰ ਸਾਹਿਬ ਕਮੈਂਟਸ ਵੱਲ ਆਪਾਂ ਆਈਏ, ਆਪਣੇ ਕਾਫੀ ਦੋਸਤ ਜੁੜ ਚੁੱਕੇ ਨੇ, ਕਮੈਂਟ ਕੀਤੇ ਨੇ ਸਾਨੂੰ। ਇਹ ਦੀਪ ਸੰਧੂ ਜੀ ਕਹਿੰਦੇ ਨੇ ਜੀ ਵੈਲਕਮ ਡਾਕਟਰ ਸਾਹਿਬ ਐਂਡ ਆਰ ਜੇ ਸ਼ਹਿਬਾਜ਼। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਦੀਪ ਮੈਡਮ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਹੋ। ਇਹ ਕੋਮਲ ਸਿੱਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਸਤਿਕਾਰਯੋਗ ਸੱਜਣਾ ਨੂੰ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ, ਬਹੁਤ ਮਿਹਰਬਾਨੀ ਕੋਮਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਨਵਨੀਤ ਕੌਰ ਕਹਿੰਦੇ ਨੇ ਜੀ ਵੇਟਿੰਗ ਫॉर ਦਾ ਸੈਸ਼ਨ ਟੂ ਬਿਗਿਨ। ਜੀ ਬਿਲਕੁਲ ਜੀ, ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਅਸੀਂ ਨਾਲ ਦੀ ਨਾਲ ਗੱਲ ਸ਼ੁਰੂ ਕਰ ਦਿੱਤੀ ਸੀ। ਸਾਨੂੰ ਵੀ ਕਾਹਲੀ ਹੈ, ਸਾਡੇ ਮਿੱਤਰਾਂ ਨੂੰ ਵੀ ਕਾਹਲੀ ਹੈ ਕਿ ਅਸੀਂ ਇਸ ਸੈਸ਼ਨ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੀਏ, ਕਿਉਂਕਿ ਬਹੁਤ ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰਾ ਵਿਸ਼ਾ ਹੈ ਅੱਜ ਦਾ। ਤੇ ਸਾਨੂੰ ਉਮੀਦ ਹੈ ਤੁਸੀਂ ਇਸ ਗੱਲਬਾਤ ਨੂੰ ਓਨਾ ਹੀ ਇਹਦੇ ਉੱਤੇ ਅਮਲ ਵੀ ਕਰੋਗੇ ਤੇ ਇਹਨੂੰ ਓਨਾ ਹੀ ਮਾਣੋਗੇ ਵੀ। ਆਸ਼ੂ ਕੁਮਰਾ ਜੀ ਨੇ ਆਪਣੀ ਹਾਜ਼ਰੀ ਲਵਾਤੀ ਹੈ, ਜੀ ਆਇਆਂ ਨੂੰ ਆਸ਼ੂ ਮੇਰੇ ਵੀਰ, ਬਹੁਤ ਮਿਹਰਬਾਨੀ ਤੁਹਾਡੀ। ਇਹ ਨਵਗੀਤ ਕੌਰ ਆਏ ਨੇ ਜੀ, ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਨਵਗੀਤ ਕੌਰ ਜੀ, ਬਹੁਤ ਮਿਹਰਬਾਨੀ। ਤੁਸੀਂ ਵੀ ਅਗਰ ਕੋਈ ਸਵਾਲ ਪੁੱਛਣਾ ਚਾਹੋ, ਤੁਹਾਡੇ ਦਿਲ ਦੇ ਅੰਦਰ ਕੋਈ ਸਵਾਲ ਹੋਵੇ, ਕੋਈ ਪ੍ਰਸ਼ਨ ਹੋਵੇ, ਜ਼ਰੂਰ ਪੁੱਛ ਸਕਦੇ ਹੋ। ਮੈਂ ਬਾਕੀ ਮਿੱਤਰਾਂ ਨੂੰ ਵੀ ਇਹ ਬੇਨਤੀ ਕਰੂੰਗਾ, ਕੋਈ ਵੀ ਸਵਾਲ ਹੋਵੇ ਤੇ ਉਹ ਜ਼ਰੂਰ ਅੱਜ ਦੇ ਵਿਸ਼ੇ ਦੇ ਨਾਲ ਜੁੜਿਆ ਹੋਇਆ ਹੋਵੇ ਤੇ ਅੱਜ ਸਾਨੂੰ ਉਹ ਪੁੱਛ ਸਕਦੇ ਨੇ। ਡਾਕਟਰ ਸਾਹਿਬ ਕੋਸ਼ਿਸ਼ ਕਰਨਗੇ ਕਿ ਉਸ ਸਵਾਲ ਦਾ ਜਵਾਬ ਦੇਣ। ਬਿਲਕੁਲ ਜੀ ਇਹ ਰੂਪ ਸੰਧੂ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਸਤਿਕਾਰਯੋਗ ਸ਼ਖਸੀਅਤਾਂ ਨੂੰ, ਜੀ ਆਇਆਂ ਨੂੰ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਨਵਗੀਤ ਕੌਰ ਕਹਿੰਦੇ ਨੇ ਜੀ ਆਇਆਂ ਨੂੰ ਡਾਕਟਰ ਸਾਹਿਬ ਜੀ ਹੋ। ਸ਼ੁਕਰੀਆ ਜੀ, ਮੈਂ ਡਾਕਟਰ ਸਾਹਿਬ ਦੀ ਤਰਫ ਤੋਂ ਵੀ ਤੁਹਾਨੂੰ ਵੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਕਰਦਾ। ਜੀ ਆਇਆਂ ਨੂੰ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਅਜਮਲ ਸ਼ਰੀਫ ਜੀ ਜੁੜੇ ਨੇ ਲਹਿੰਦੇ ਪੰਜਾਬ ਤੋਂ, ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ, ਸਲਾਮ ਆਦਾਬ। ਕੁਲਵਿੰਦਰ ਕੌਰ ਕਹਿੰਦੇ ਨੇ ਜੀ ਵੈਲਕਮ ਡਾਕਟਰ ਸਾਹਿਬ ਐਂਡ ਸ਼ਹਿਬਾਜ਼ ਜੀ। ਜੀ ਬਹੁਤ ਮਿਹਰਬਾਨੀ ਤੁਹਾਡੀ ਕੁਲਵਿੰਦਰ ਕੌਰ ਜੀ, ਜੀ ਆਇਆਂ ਨੂੰ ਜੀ ਸਾਡੇ ਪ੍ਰੋਗਰਾਮ 'ਚ ਆਉਣ ਲਈ।
ਇਹ ਡਾਕਟਰ ਜੇਸ਼ਵਰ ਸਿੰਘ ਅਰੋੜਾ ਜੀ ਜੁੜੇ ਨੇ ਸਾਡੇ ਨਾਲ, ਕਹਿੰਦੇ ਨੇ ਜੀ ਗ੍ਰੇਟ, ਥੈਂਕ ਯੂ ਜੀ। ਥੈਂਕ ਯੂ ਡਾਕਟਰ ਸਾਹਿਬ। ਇਹ ਬਹੁਤ ਮਿਹਰਬਾਨੀ। ਉਮੀਦ ਹੈ ਅੱਜ ਦੇ ਵਿਸ਼ੇ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਵੀ ਰਹੇ ਹੋ ਤੇ ਮਾਣ ਵੀ ਰਹੇ ਹੋ, ਤੁਹਾਡੇ ਕਮੈਂਟਸ ਤੋਂ ਪਤਾ ਲੱਗ ਰਿਹਾ। ਹੋਰ ਅੱਗੇ ਚੱਲਦੇ ਹਾਂ। ਅਵਤਾਰ ਸਡਿਊਰਾ ਜੀ ਕਹਿੰਦੇ ਨੇ ਜੀ ਬਹੁਤ ਖੂਬਸੂਰਤ ਉਪਰਾਲਾ। ਜੀ ਬਿਲਕੁਲ ਅਵਤਾਰ ਜੀ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਨਾ ਇੱਕ ਕੋਈ ਵਧੀਆ ਵਿਸ਼ਾ ਲੈ ਕੇ ਆਈਏ ਜਿਹਦੇ ਨਾਲ ਸਮਾਜ ਨੂੰ, ਜਿਹਦੇ ਨਾਲ ਸਾਡੇ ਦੋਸਤਾਂ ਨੂੰ, ਸਾਡੇ ਨਾਲ ਜੁੜੇ ਹੋਏ ਲੋਕਾਂ ਨੂੰ ਕੋਈ ਚੰਗੀ ਸੇਧ ਮਿਲੇ, ਉਹਨਾਂ ਦੇ ਗਿਆਨ ਵਿੱਚ ਵਾਧਾ ਹੋਵੇ, ਉਹਨਾਂ ਦਾ ਮਨ ਪ੍ਰਸੰਨ ਹੋਵੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਖੁਸ਼ੀ ਮਿਲੇ, ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਰਾਹਤ, ਕਿਸੇ ਨਾ ਕਿਸੇ ਤਰ੍ਹਾਂ ਦਾ ਸਕੂਨ ਜ਼ਰੂਰ ਮਿਲੇ। ਅਜਮਲ ਸ਼ਰੀਫ ਜੀ ਕਹਿ ਰਹੇ ਨੇ ਜੀ ਵਧੀਆ ਜੀ, ਬਹੁਤ ਮਿਹਰਬਾਨੀ ਜੀ। ਮੁਨੱਜ਼ਾ ਖਾਨ ਜੁੜੇ ਨੇ, ਕਹਿੰਦੇ ਨੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਜੀ ਆਇਆਂ ਨੂੰ, ਜੀ ਆਇਆਂ ਨੂੰ ਕਹਿ ਰਹੇ ਨੇ ਜੀ ਮੁਨੱਜ਼ਾ ਖਾਨ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਪ੍ਰੋਮਿਲਾ ਅਰੋੜਾ ਜੀ ਜੁੜੇ ਨੇ, ਕਹਿੰਦੇ ਨੇ ਜੀ ਦੋਨਾਂ ਅਜ਼ੀਜ਼ਾਂ ਨੂੰ ਜੀ ਆਇਆਂ ਨੂੰ, ਬਹੁਤ ਮਿਹਰਬਾਨੀ। ਪ੍ਰੋਮਿਲਾ ਅਰੋੜਾ ਜੀ, ਜੀ ਆਇਆਂ ਨੂੰ, ਤੁਹਾਡਾ ਵੀ ਸਵਾਗਤ ਹੈ, ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋ। ਆਸ਼ੂ ਕੁਮਰਾ ਜੀ ਡਾਕਟਰ ਸਾਹਿਬ ਨੂੰ ਜੀ ਆਇਆਂ ਕਹਿ ਰਹੇ ਨੇ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਅਮੀਰ ਪਰੇ ਜੀ ਕਹਿੰਦੇ ਨੇ ਆਈ ਹੈਵ ਵਾਚ ਡਾਕਟਰ ਸਾਹਿਬਸ ਵੀਡੀਓਜ਼ ਔਨ YouTube, ਵੈਰੀ ਯੂਜ਼ਫੁਲ। ਕਿਆ ਬਾਤ ਹੈ ਜੀ, ਦੇਖੋ ਤੁਹਾਡੇ ਡਾਕਟਰ ਸਾਹਿਬ, ਤੁਹਾਡੇ ਫੈਨ ਇੱਥੇ ਵੀ ਜੁੜ ਗਏ ਨੇ ਤੁਹਾਡੇ ਨਾਲ, ਤੇ ਉਹ ਕਹਿ ਰਹੇ ਨੇ ਕਿ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਈਆਂ ਨੇ। ਬਿਲਕੁਲ, ਮੈਂ ਵੀ ਤੁਹਾਡੀਆਂ ਕੁਝ ਵੀਡੀਓਜ਼ ਦੇਖੀਆਂ ਨੇ, ਬਹੁਤ ਹੀ ਮੋਟੀਵੇਸ਼ਨਲ ਹੁੰਦੀਆਂ ਨੇ। ਦੋਸਤੋ ਗੱਲ ਇਹੀ ਹੁੰਦੀ ਹੈ, ਹਰ ਬਿਮਾਰੀ ਦਾ ਇਲਾਜ ਹੁੰਦਾ ਆ, ਉਹਦੇ ਦੋ ਪਹਿਲੂ ਹੁੰਦੇ ਨੇ। ਸਭ ਤੋਂ ਪਹਿਲਾਂ ਤੇ ਇਨਸਾਨ ਦੇ ਅੰਦਰ ਇੱਕ ਸਪਿਰਿਟ ਹੋਣੀ ਚਾਹੀਦੀ ਕਿ ਮੈਂ ਇਸ ਬਿਮਾਰੀ ਦੇ ਨਾਲ ਲੜਨਾ ਆ, ਮੈਂ ਇਸ ਮੁਸ਼ਕਲ ਚੋਂ ਬਾਹਰ ਆਉਣਾ ਆ। ਤੇ ਦੂਸਰੀ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਡਾਕਟਰ ਕਿਸ ਤਰ੍ਹਾਂ ਦਾ ਮਿਲਦਾ ਆ, ਉਹਨਾਂ ਨੂੰ ਉਹ ਸਾਥੀ ਕਿਸ ਤਰ੍ਹਾਂ ਦਾ ਮਿਲਦਾ ਜਿਹਦੇ ਅੱਗੇ ਆਪਣੀ ਮੁਸ਼ਕਲ ਲੈ ਕੇ ਜਾਂਦੇ ਆ। ਸ਼ਹਿਬਾਜ਼ ਜੀ, ਇੱਦਾਂ ਵਾ ਕਿ ਡਾਕਟਰ ਦੇ ਜਾਣ ਤੋਂ ਪਹਿਲਾਂ ਜੀ ਜੇ ਆਪਾਂ ਕੁਛ ਇਹੋ ਜਿਹਾ ਕਰ ਲਈਏ ਕਿ ਡਾਕਟਰ ਦਾ ਕੰਮ ਜਿਹੜਾ ਉਹ ਅੱਧਾ ਰਹਿ ਜਾਵੇ, ਜੀ ਤੇ ਉਹ ਜ਼ਿਆਦਾ ਆਪਾਂ ਨੂੰ ਹੋਊਗਾ ਕਿ ਡਾਕਟਰ ਦਾ ਕੰਮ ਤਾਂ ਹੈ ਕਿ ਉਹਨਾਂ ਨੇ ਆਪਾਂ ਨੂੰ ਦਵਾਈ ਦੇ ਦੇਣੀ ਆ ਤੇ ਆਪਾਂ ਉਹ ਇਲਾਜ ਸ਼ੁਰੂ ਕਰ ਲੈਣਾ। ਜੀ ਕਿ ਉਸ ਤੋਂ ਪਹਿਲਾਂ ਜੇ ਕੁਛ ਆਪਾਂ ਨੂੰ ਇੰਨੀ ਕੁ ਸੋਝੀ ਹੋਵੇ ਜੀ ਕਿ ਆਪਾਂ ਆਪਣੇ ਆਪ ਨੂੰ ਹਲਕਾ ਕਰਕੇ ਜਾਈਏ ਕਿ ਆਪਾਂ ਸਿਰਫ ਜਿਹੜੀ ਸਰੀਰਕ ਬਿਮਾਰੀ ਆ ਜੀ ਜਾਂ ਮਾਨਸਿਕ ਬਿਮਾਰੀ ਆ, ਆਪਾਂ ਡਾਕਟਰ ਨਾਲ ਉਹੀ ਕਰੀਏ। ਜੀ ਤੇ ਕਿਉਂਕਿ ਡਾਕਟਰਾਂ ਕੋਲ ਵੀ, ਡਾਕਟਰ ਵੀ ਅੱਜ ਕੱਲ ਬਹੁਤ ਬਿਜ਼ੀ ਹੈਗੇ ਆ, ਟਾਈਮ ਨਹੀਂ ਹੈਗਾ। ਜੀ ਤੇ ਉਸ ਤੋਂ ਪਹਿਲਾਂ ਜੇ ਆਪਾਂ ਆਪਣੇ ਆਪ ਨੂੰ ਥੋੜਾ ਖਾਲੀ ਕਰਕੇ ਜਾਈਏ ਤੇ ਆਪਾਂ ਕੰਮ ਦੀ ਗੱਲ ਹੀ ਡਾਕਟਰ ਨੂੰ ਦੱਸਾਂਗੇ ਤੇ ਉਹ ਆਪਾਂ ਨੂੰ ਵਧੀਆ ਇਲਾਜ ਦੱਸੂਗਾ। ਬਿਲਕੁਲ ਜੀ ਜੇ ਆਪਾਂ ਡਾਕਟਰ ਨੂੰ ਜਾ ਕੇ ਬੋਰ ਕਰਾਂਗੇ ਤੇ ਆਪਣੀਆਂ ਗੱਲਾਂ ਸਾਰੀਆਂ ਕਰਾਂਗੇ ਤੇ ਡਾਕਟਰ ਫਿਰ ਉਹ ਉਹਨਾਂ ਧਿਆਨ ਨਹੀਂ ਦੇ ਪਾਉਂਦਾ। ਤੇ ਉਹਦੇ ਵਾਸਤੇ ਇਹ ਆ ਕਿ ਮੈਂ ਇੱਕ ਉਹ ਆਮ ਵੀ ਗੱਲ ਕਰਦਾ ਹੁੰਨਾ ਕਿ ਕੰਪਿਊਟਰ ਦਾ ਜਿੱਦਾਂ ਅੱਜ ਕੱਲ੍ਹ ਯੁੱਗ ਹੈਗਾ, ਤੁਸੀਂ ਕੰਪਿਊਟਰ ਦੇ ਅਧਿਆਪਕ ਹੋ ਤੇ ਜੀ ਤੁਸੀਂ ਕੀ ਕਰਦੇ ਹੋ ਕਿ ਤੁਹਾਡਾ ਜਦੋਂ ਲੈਪਟਾਪ ਜਾਂ ਕੰਪਿਊਟਰ ਜਿਹੜਾ ਵਾ ਉਹ ਟੈਂਪਰੇਰੀ ਫਾਈਲਾਂ ਨਾਲ ਜਦੋਂ ਭਰ ਜਾਂਦਾ ਵਾ, ਕਲੈਕਟਰ ਜਿਹੜਾ ਕਚਰਾ ਜਿਹੜਾ ਉਹ ਜ਼ਿਆਦਾ ਅਨਵਾਂਟਡ ਜਿਹੜਾ ਡਾਟਾ ਜਿਹੜਾ ਉਹ ਇਕੱਠਾ ਹੋ ਜਾਂਦਾ, ਜੀ ਤੇ ਤੁਸੀਂ ਉਹਨੂੰ ਕੀ ਕਰਦੇ ਹੋ ਕਿ ਸਿਲੈਕਟ ਆਲ ਕਰਕੇ ਤੇ ਡਿਲੀਟ ਡਿਲੀਟ ਮਾਰ ਕਰ ਦਿੰਦੇ ਦਿੰਦੇ ਹੋ ਨਾ। ਜੀ ਜੀ ਤੇ ਮਨ ਦੇ ਵੀ ਜਿਹੜੇ ਨੈਗੇਟਿਵ ਆਪਣੇ ਵਿਚਾਰ ਹੈਗੇ ਆ ਹਾਂਜੀ ਜਾਂ ਆਪਣਾ ਨੈਗੇਟਿਵ ਵਿਚਾਰਾਂ ਕਰਕੇ ਜੋ ਅੰਦਰ ਕਚਰਾ ਇਕੱਠਾ ਹੋਇਆ, ਜੀ ਤੇ ਜੇ ਆਪਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਤਾਂ ਬਹੁਤ ਹੈਗੇ ਆ, ਜੀ ਕਿ ਕਿਸੇ ਵੀ ਤਰੀਕੇ ਆਪਾਂ ਉਹਨਾਂ ਨੂੰ ਕੱਢ ਕੇ ਬਾਹਰ ਸੁੱਟ ਦਈਏ ਤੇ ਜੇ ਜਾ ਕੇ ਆਪਾਂ ਡਾਕਟਰ ਨੂੰ ਐਕਚੁਅਲ ਬਿਮਾਰੀ ਦੱਸੀਏ ਤੇ ਉਹ ਜ਼ਿਆਦਾ ਧਿਆਨ ਦੇ ਪਾਊਗਾ ਨਾ। ਬਿਲਕੁਲ ਠੀਕ ਹੈ ਜੀ। ਤੇ ਅੱਜ ਕੱਲ ਦੀਆਂ ਬਿਮਾਰੀਆਂ ਜਿਹੜੀਆਂ ਨਾ ਜੀ ਉਹ ਸਰੀਰਕ ਤੇ ਘੱਟ ਹੈਗੀਆਂ, ਜੀ ਉਹ ਅਸੀਂ ਮੈਡੀਕਲ ਇੱਕ ਟਰਮ ਯੂਜ਼ ਕਰਦੇ ਹੁੰਦੇ ਆ ਕਿ ਸਾਈਕੋਸੋਮੈਟਿਕ ਹੈਗੀਆਂ। ਜੀ ਬਿਲਕੁਲ ਜੀ ਕਿ ਸਾਈਕੋਸੋਮੈਟਿਕ ਦਾ ਮਤਲਬ ਆ ਕਿ ਉਹਨਾਂ ਦਾ origin ਜਿਹੜਾ ਵਾ, ਉਹਨਾਂ ਦੀ ਸ਼ੁਰੂਆਤ ਜਿਹੜੀ ਆ, ਸਾਈਕੋ ਮੀਨਸ ਮਾਈਂਡ, ਮਨ ਤੋਂ ਹੋਈ ਆ, ਜੀ ਤੇ ਸੋਮੈਟਿਕ ਮੀਨਸ ਬੋਡੀ। ਜੀ ਤੇ ਉਹਦੀ ਮੈਨੀਫੈਸਟੇਸ਼ਨ ਜਿਹੜੀ ਆ ਨਾ, ਉਹਦੇ ਜਿਹੜੇ ਸਿੰਪਟਮ ਆ, ਲੱਛਣ ਆ, ਉਹ ਸਰੀਰ 'ਚ ਆ ਰਹੇ ਆ। ਜੀ ਕਿ ਬੰਦੇ ਨੂੰ ਟੈਨਸ਼ਨ ਆ, ਉਹ ਕਹਿੰਦਾ ਜੀ ਮੇਰੇ ਮੋਢ ਦੁਖਦੇ ਆ, ਮੈਨੂੰ ਏਦਾਂ ਹੁੰਦਾ ਵਾ, ਮੈਨੂੰ ਨੀਂਦ ਨਹੀਂ ਆਉਂਦੀ। ਜੀ ਉਹ ਜਦੋਂ ਪਿੱਛੇ ਜਾ ਕੇ ਦੇਖੀਦਾ ਕਿ ਉਹ ਤਣਾਅ ਨਾਲ ਭਰਿਆ ਪਿਆ, ਮਾਨਸਿਕ ਤਣਾਅ ਜ਼ਿਆਦਾ ਵਾ। ਬਿਲਕੁਲ ਉਹ ਜੀ ਕਹਿੰਦਾ ਜੀ ਮੈਨੂੰ ਭੁੱਖ ਨਹੀਂ ਲੱਗਦੀ ਜਾਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਆ, ਜੀ ਜੀ ਹੈਨਾ। ਜੀ ਤੇ ਉਹ ਸਾਰਾ ਕੁਝ ਇਹੋ ਜਿਹੇ ਬਹੁਤ ਸਾਰੇ ਸਿੰਪਟਮ ਹੈਗੇ ਆ ਜਿਹੜੇ ਤੁਹਾਡੇ ਉਹ ਹੁੰਦੇ ਮਾਈਂਡ ਦੇ ਵਿੱਚ ਆ, ਜੀ ਪਰ ਉਹ ਜਦੋਂ ਆਪਣੇ ਸਿੰਪਟਮ ਆਉਂਦੇ ਉਹ ਸਰੀਰ ਨੇ ਹੀ ਦੇਣੇ ਹੁੰਦੇ ਨਾ ਸਿੰਪਟਮ। ਜੀ ਤੇ ਬਿਲਕੁਲ ਉਹ ਫਿਰ ਉਹ ਆਪਾਂ ਕੀ ਕਰ ਸਕਦੇ ਆ ਕਿ ਉਹਦੇ ਵਿੱਚ ਮਨ ਜੇ ਹਲਕਾ ਹੋਊਗਾ ਤੇ ਸਰੀਰ ਨੇ ਆਪਣੇ ਆਪ ਹੀ ਹੋ ਜਾਣਾ। ਤੇ ਜੇ ਕੁਛ ਜੇ ਡਾਕਟਰ ਜਿਹੜੇ ਆ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ, ਉਹ ਸਿਰਫ ਉਹਨੂੰ ਜੇ ਉਹਦਾ ਡਾਕਟਰ ਨੂੰ ਕਲੀਨਿਕਲੀ ਤੇ ਪੇਸ਼ੈਂਟ ਨੂੰ ਦੇਖਣਾ ਹੀ ਚਾਹੀਦਾ। ਤੇ ਜੇ ਸਿਰਫ ਉਹ ਇੰਨੀ ਗੱਲ ਸੁਣਦਾ ਕਿ ਉਹ ਮਰੀਜ਼ ਨੂੰ ਕਹਿ ਦਿੰਦਾ ਕਿ ਹਾਂਜੀ ਮੈਨੂੰ ਆਹ ਪ੍ਰੋਬਲਮ ਆ ਤੇ ਉਹਦੀ ਦਵਾਈ ਦੇ ਦਿੰਦਾ, ਤੇ ਉਹਦੀ ਸਟ੍ਰੈਸ ਜਿਹੜੀ ਉਹ ਠੀਕ ਨਹੀਂ ਹੁੰਦੀ ਨਾ। ਜੀ ਤੇ ਸਭ ਤੋਂ ਪਹਿਲਾਂ ਡਾਕਟਰ ਦਾ ਵੀ ਫਰਜ਼ ਆ ਕਿ ਉਹ ਉਹਦਾ ਦੇਖੇ ਕਿ ਇਹ ਬੰਦਾ ਸਾਈਕੋਲੋਜੀਕਲੀ ਬਿਮਾਰ ਆ ਜਾਂ ਫਿਜ਼ੀਕਲੀ ਬਿਮਾਰ ਹਾਂ, ਜੀ ਸਰੀਰਕ ਬਿਲਕੁਲ ਤੌਰ ਤੇ ਬਿਮਾਰ ਆ ਜਾਂ ਮਾਨਸਿਕ ਤੌਰ ਤੇ ਨਾ। ਜੀ ਦੋਸਤੋ, ਇਹ ਕਿੰਨੀ ਖੂਬਸੂਰਤ ਗੱਲ ਕਹੀ ਹੈ ਡਾਕਟਰ ਸਾਹਿਬ ਨੇ ਕਿ ਸਭ ਤੋਂ ਪਹਿਲਾਂ ਸਾਨੂੰ, ਯਾਨੀ ਕਿ ਜਿਹੜਾ ਮਰੀਜ਼ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਕਿਸ ਤਰ੍ਹਾਂ ਦੀ ਤਕਲੀਫ ਹੈ, ਹਾਂ ਤਾਂ ਹੀ ਡਾਕਟਰ ਨੂੰ ਇਹ ਜਿਹੜਾ ਜਲਦੀ ਉਹਨੂੰ ਅਹਿਸਾਸ ਹੋ ਜਾਊਗਾ ਕਿ ਇਸ ਬੰਦੇ ਨੂੰ ਤਕਲੀਫ ਕੀ ਹੈ, ਮਾਨਸਿਕ ਤੌਰ ਤੇ ਇਹਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਜਾਂ ਜਿਸਮਾਨੀ ਤੌਰ ਤੇ, ਸਰੀਰਕ ਤੌਰ ਤੇ ਬਿਮਾਰੀ ਕੋਈ ਲੱਗੀ ਹੋਈ ਹੈ।
ਜੇ ਇਹਨਾਂ ਗੱਲਾਂ ਦਾ ਭੇਦ ਜਿਹੜਾ ਜਲਦੀ ਪਤਾ ਲੱਗ ਜਾਵੇ, ਫਰਕ ਪਤਾ ਲੱਗ ਜਾਵੇ, ਤਾਂ ਸ਼ਾਇਦ ਮੁਸ਼ਕਲ ਨੂੰ, ਬਿਮਾਰੀ ਨੂੰ ਦੂਰ ਕਰਨਾ ਜਲਦੀ ਆਸਾਨ ਹੋ ਜਾਵੇ। ਸ਼ਹਿਬਾਜ਼ ਜੀ ਸਾਡੇ ਨਾ ਇੱਕ ਟਰਮ ਹੋਰ ਯੂਜ਼ ਕਰਦੇ ਆ ਮੈਡੀਕਲ ਜਿਹੜੀ ਆ ਸਾਇੰਸ ਦੇ ਵਿੱਚ ਜਾਂ ਡਾਕਟਰੀ ਭਾਸ਼ਾ ਦੇ ਵਿੱਚ, ਜੀ ਕਿ ਡਾਕਟਰ ਜਿਹੜਾ ਅਨਪ੍ਰੈਜੂਡਾਈਜ਼ਡ ਆਬਜ਼ਰਵਰ ਹੋਣਾ ਚਾਹੀਦਾ। ਜੀ ਅਨਪ੍ਰੈਜੂਡਾਈਜ਼ਡ ਆਬਜ਼ਰਵਰ ਆ ਕਿ ਉਹ ਪਹਿਲਾਂ ਹੀ ਬਣਾ ਕੇ ਨਾ ਬੈਠ ਜੇ ਕਿ ਇਹਨੇ ਆਹ ਬੋਲਣਾ ਵਾ ਤੇ ਇਹਨੂੰ ਮੈਂ ਆਹ ਦਵਾਈ ਦੇਣੀ ਆ। ਜੀ ਜੀ ਡਾਕਟਰ ਇੱਕ ਆਬਜ਼ਰਵਰ ਹੋਣਾ ਚਾਹੀਦਾ। ਪੇਸ਼ੈਂਟ ਆ ਕੇ ਮਰੀਜ਼ ਬਹਿ ਜਾਂਦਾ ਜੀ ਤੇ ਉਹ ਡਾਕਟਰ ਨੇ ਜੱਜ ਕਰਨਾ ਵਾ, ਉਹਨੂੰ ਦੇਖਣਾ, ਚਾਹੇ ਉਹਨੂੰ 2 ਮਿੰਟ ਹੀ ਦਿੰਦਾ ਵਾ, ਜੀ ਜੀ ਉਹਨੇ ਦੇਖਣਾ ਵਾ ਕਿ ਇਹਨੂੰ ਐਕਚੁਅਲ ਬਿਮਾਰੀ ਹੈ ਕੀ ਆ। ਜੀ ਜੇ ਡਾਕਟਰ ਨੂੰ ਇੰਨਾ ਪਤਾ ਲੱਗ ਜਾਂਦਾ ਨਾ ਕਿ ਇਹਨੂੰ ਮਾਨਸਿਕ ਬਿਮਾਰੀ ਹੈ ਜਾਂ ਸਰੀਰਕ ਆ, ਹਾਂਜੀ ਤੇ ਉਹ ਅਲੱਗ-ਅਲੱਗ ਹੋ ਗਈਆਂ ਨਾ ਦੋਨੇ। ਫਿਰ ਉਹ ਮਾਨਸਿਕ ਵਾਲੇ ਨੂੰ ਮਾਨਸਿਕ ਸੁਝਾਅ ਦਊਗਾ ਜਾਂ ਕੁਝ ਦੱਸੂਗਾ ਤੂੰ ਆਹ ਕਰ, ਸਰੀਰਕ ਵਾਲੇ ਨੂੰ ਸਰੀਰਕ ਦੇ ਤੌਰ ਤੇ ਉਹਨੂੰ ਦਵਾਈ ਦਊਗਾ ਤੇ ਉਹ ਠੀਕ ਹੋ ਜਾਂਦਾ ਨਾ। ਜੀ ਤੇ ਡਾਕਟਰ ਦਾ ਅਨਪ੍ਰੈਜੂਡਾਈਜ਼ਡ ਆਬਜ਼ਰਵਰ ਹੋਣਾ, ਕਿ ਪ੍ਰੈਜੂਡਾਈਜ਼ ਨਹੀਂ ਹੋਣਾ ਚਾਹੀਦਾ ਕਿ ਮੈਂ ਪਹਿਲਾਂ ਕਹਿ ਲਾਂ ਕਿ ਸ਼ਹਿਬਾਜ਼ ਜੀ ਬੜੇ ਵਧੀਆ ਵਾ ਜਾਂ ਬੜੇ ਮਾੜੇ ਆ ਜੀ ਤੇ ਤੁਹਾਡੇ ਬਾਰੇ ਦੇਖ ਲਵਾਂ, ਮੈਂ ਪਹਿਲਾਂ ਮੈਨੂੰ ਪਤਾ ਹੋ ਗਿਆ ਅੱਜ ਉਹਨਾਂ ਨੇ ਆਹ ਗੱਲ ਕਰਨੀ। ਨਹੀਂ, ਪਤਾ ਨਹੀਂ ਹੁੰਦਾ ਸਪੌਂਟੇਨੀਅਸਲੀ ਤੁਸੀਂ ਮੈਨੂੰ ਕੀ ਆਣ ਕੇ ਕਹਿ ਦੇਣਾ, ਜੀ ਹੈ ਨਾ। ਤੇ ਇਸ ਕਰਕੇ ਆਪਾਂ ਨੂੰ ਤੇ ਆਬਜ਼ਰਵ ਕਰਨਾ ਵਾ, ਉਹਦੀ ਗੱਲ ਸੁਣਨਾ, ਹੈ ਨਾ। ਦੂਸਰੀ ਹੈ ਕਿ ਡਾਕਟਰ ਜਿਹੜਾ ਉਹ ਸਾਡਾ ਉਹੀ ਗੱਲ ਹੈ ਕਿ ਮੈਡੀਕਲ ਹਿਸਟਰੀ ਦੇ ਵਿੱਚ ਪਹਿਲਾ ਹੈਗਾ ਕਿ ਲੈਟ ਦਾ ਪੇਸ਼ੈਂਟ ਸਪੀਕ, ਕਿ ਮਰੀਜ਼ ਨੂੰ ਜਿਹੜਾ ਨਾ ਉਹ ਬੋਲਣ ਤਾਂ ਦਿਓ। ਜੀ ਜੇ ਜੀ ਹੁਣ ਡਾਕਟਰਾਂ ਕੋਲ ਟਾਈਮ ਨਹੀਂ ਤਾਂ ਹੈਗਾ ਤੇ ਉਹ ਮਰੀਜ਼ ਨੂੰ ਬੋਲਣ ਤਾਂ ਦਿੰਦੇ ਨਹੀਂਗੇ, ਜੀ ਹੈ ਬਿਲਕੁਲ ਨਾ। ਜੀ ਤੇ ਉਹ ਦਵਾਈਆਂ ਨਾਲ ਭਰ ਦਿੰਦੇ ਆ ਤੇ ਉਹ ਗੱਲ ਬਣਦੀ ਨਹੀਂ ਕੁਝ ਵੀ ਨਾ। ਜੀ ਬਿਲਕੁਲ। ਹਾਂਜੀ ਤੇ ਇਹਦਾ ਮਤਲਬ ਇਹ ਹੈ ਕਿ ਡਾਕਟਰ ਇਹ ਪਹਿਲਾਂ ਹੀ ਇਹ ਨਾ ਸੋਚ ਕੇ ਬੈਠੇ ਕਿ ਜਿਹੜਾ ਮੇਰੇ ਕੋਲ ਮਰੀਜ਼ ਆ ਰਿਹਾ ਹੈ, ਉਹ ਇਸ ਬਿਮਾਰੀ ਤੋਂ ਪੀੜਤ ਹੋਊਗਾ ਤੇ ਉਹਨੂੰ ਆਹ ਹਾਂ ਦਵਾਈ ਦੇਣੀ ਹੈ। ਹਾਂ ਬਿਲਕੁਲ, ਉਹਨੂੰ ਪਹਿਲਾਂ ਪੂਰਾ ਤਹਿ ਤੱਕ ਜਾਣਾ ਪੈਣਾ ਹੈ। ਬਿਲਕੁਲ ਡਾਕਟਰ ਬਿਲਕੁਲ। ਨੂੰ ਪੂਰਾ ਬਿਮਾਰੀ ਮਤਲਬ ਤਹਿ ਜੇ ਤੱਕ ਜਾਣਾ ਦੇਖੋ, ਪੈਣਾ। ਜੇ ਡਾਕਟਰ ਨੂੰ ਪਤਾ ਵੀ ਆ ਕਿ ਮਲੇਰੀਆ ਦਾ ਜਾਂ ਟਾਈਫਾਇਡ ਦਾ ਜਾਂ ਇਹ ਕਿਸੇ UTI ਦਾ ਜਾਂ ਕਿਸੇ ਬਿਮਾਰੀ ਦਾ, ਜੇ ਆਪਾਂ ਖਾਸ ਨਾਮ ਹੀ ਲਈਏ ਤੇ ਵੀ ਉਹਦੇ ਆਹ ਸਿੰਪਟਮ ਆ, ਕਿਉਂਕਿ ਡਾਕਟਰ ਨੂੰ ਤੇ ਪਤਾ ਹੀ ਆ ਕਿ ਜੀ ਜਿਹੜਾ ਜੀ ਮੈਂ ਮਲੇਰੀਆ ਦੇ ਆਹ ਸਿੰਪਟਮ ਆ ਕਿ ਉਹਨੂੰ ਫੀਵਰ ਹੋਣਾ, ਕਿ ਉਹਨੂੰ ਸ਼ਿਵਰਿੰਗ ਹੋਣੀ ਆ ਤੇ ਪਿਆਸ ਲੱਗਣੀ ਆ ਤੇ ਆਹ ਹੋਣਾ ਨਾ। ਜੀ ਤੇ ਉਹਦੇ ਵਿੱਚ ਪੇਸ਼ੈਂਟ ਨੂੰ ਫਿਰ ਵੀ ਤੁਸੀਂ ਨਾ ਉਹਨੂੰ ਜੱਜ ਕਰਨਾ ਕਿ ਮਲੇਰੀਆ ਵਾਲੇ ਜੇ 10 ਮਰੀਜ਼ ਤੁਹਾਡੇ ਕੋਲ ਆਉਂਦੇ ਆ ਤੇ ਉਹਨਾਂ ਦੇ 10ਾਂ ਦੇ ਸਿੰਪਟਮ ਹੋ ਸਕਦਾ ਥੋੜੇ ਥੋੜੇ ਅਲੱਗ ਹੋਣਾ। ਹਾਂਜੀ ਤੁਸੀਂ ਇੰਡੀਵਿਜੂਅਲਾਈਜ਼ ਕਰੋ ਜੀ ਜੀ ਕਿ ਉਹਦਾ ਨਿੱਜੀ ਸਿੰਪਟਮ ਕੀ ਕਹਿੰਦੇ ਆ। ਠੀਕ ਹੈ ਜੀ ਹੁਣ ਇੱਕ ਬੰਦਾ ਮੈਨੂੰ ਮਲੇਰੀਆ ਹੋ ਜਾਂਦਾ ਤੇ ਮੈਨੂੰ ਠੰਡ ਲੱਗਦੀ ਆ, ਦੂਜੇ ਨੂੰ ਵੀ ਲੱਗਦੀ ਆ, ਹੋ ਸਕਦਾ ਤੀਜੇ ਨੂੰ ਨਾ ਲੱਗੇ, ਉਹਦੇ ਪੈਰਾਂ 'ਚੋਂ ਸੇਕ ਨਿਕਲੇ, ਹੱਥਾਂ 'ਚੋਂ ਸੇਕ ਨਿਕਲੇ, ਉਹਨੂੰ ਜੀ ਪਿਆਸ ਨਾ ਲੱਗੇ। ਲੱਛਣ ਵੱਖਰੇ ਹੋ ਜਦੋਂ ਸਕਦੇ। ਆਪਾਂ ਲੱਛਣ ਵੱਖੋ ਵੱਖਰੇ ਹੁੰਦੇ ਆ ਤੇ ਉਹਨਾਂ ਦੀ ਫਿਰ ਦਵਾਈ ਵੀ ਥੋੜੀ ਜਿਹੀ ਨਾ ਹੋਮਿਓਪੈਥੀ ਦੇ ਵਿੱਚ, ਤਾਂ ਕਿਉਂਕਿ ਮੈਂ ਹੋਮਿਓਪੈਥਿਕ ਡਾਕਟਰ ਆ ਜੀ ਤੇ ਅਸੀਂ ਹੋਮਿਓਪੈਥੀ ਦੇ ਵਿੱਚ ਇਹੋ ਕੁਛ ਹੀ ਕਰਦੇ ਆ ਕਿ ਇੰਡੀਵਿਜੂਅਲਾਈਜ਼ ਕਰਦੇ ਆ। ਜੀ ਕਿ ਚਾਹੇ ਸਾਨੂੰ ਪਤਾ ਹੋ ਕਿ ਇਸ ਬਿਮਾਰੀ ਦੇ ਕਰਕੇ ਮਰੀਜ਼ ਆਇਆ ਵਾ, ਅਸੀਂ ਇੰਡੀਵਿਜੂਅਲਾਈਜ਼ ਕਰਕੇ ਉਹਦੇ ਨਿੱਜੀ ਸਿੰਪਟਮ ਲੈ ਕੇ ਜੀ ਉਹਨਾਂ ਦੇ ਬੇਸ ਤੇ ਦਿੰਨੇ ਆ ਕਿ ਇਹ ਬੰਦਾ ਕਿੱਦਾਂ ਫੀਲ ਕਰ ਰਿਹਾ। ਕਿਸੇ ਨੂੰ ਡਰ ਲੱਗਦਾ, ਕਿਸੇ ਨੂੰ ਨੀਂਦ ਘੱਟ ਆਉਂਦੀ ਆ, ਕਿਸੇ ਨੂੰ ਜੀ ਖਿਝ ਆਉਂਦੀ ਆ, ਜੀ ਹੈਨਾ। ਤੇ ਇੰਡੀਵਿਜੂਅਲਾਈਜੇਸ਼ਨ ਜਿਹੜੀ ਆ ਨਾ ਉਹ ਬਹੁਤ ਜ਼ਰੂਰੀ ਆ। ਜੀ ਈਵਨ ਇਹ ਐਲੋਪੈਥੀ ਦਾ ਜਾਂ ਕਿਸੇ ਹੋਰ ਸਿਸਟਮ ਦੇ ਵਿੱਚ ਵੀ ਜਿਹੜੀ ਆ ਨਾ ਡਾਕਟਰ ਨੂੰ ਘੋਖ ਤਾਂ ਕਰਨੀ ਚਾਹੀਦੀ ਆ ਨਾ ਬਿਲਕੁਲ ਜੀ ਬਿਲਕੁਲ ਕਿ ਕਰਨੀ ਬਣਦੀ ਹੈ। ਇਹਨੂੰ ਹੈ ਕੀ ਆ ਨਾ। ਜੀ ਤੇ ਨਾਲੇ ਤਾਂ ਉਹ ਇਹ ਆ ਕਿ ਜਦੋਂ ਡਾਕਟਰ 2-4 ਕੁਐਸਚਨ ਉਹਨੂੰ ਪੁੱਛੂਗਾ ਤੇ ਨਾਲੇ ਪੇਸ਼ੈਂਟ ਫੀਲ ਕਰਦਾ ਕਿ ਮੈਨੂੰ ਬੜੇ ਧਿਆਨ ਨਾਲ ਦੇਖਿਆ, ਜੀ ਤੇ ਨਾਲੇ ਉਹਨੂੰ ਉਹਦੀ ਦਵਾਈ ਲੱਭਣ ਦੇ ਵਿੱਚ ਮਦਦ ਮਿਲ ਜਾਂਦੀ ਹੈ। ਜੀ ਬਿਲਕੁਲ ਜੀ। ਤੇ ਦੋਸਤੋ ਦੇਖੋ, ਇਹ ਕਿੰਨੀ ਮਹੱਤਵਪੂਰਨ ਗੱਲ ਹੈ ਕਿ ਇਹਨਾਂ ਗੱਲਾਂ ਦਾ ਜੇ ਅਸੀਂ ਆਪ ਵੀ ਧਿਆਨ ਰੱਖਾਂਗੇ ਤਾਂ ਇਹ ਹੋ ਸਕਦਾ ਮੁਸ਼ਕਲਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕੇ, ਮੁਸ਼ਕਲਾਂ 'ਚੋਂ ਬਾਹਰ ਆਇਆ ਜਾ ਸਕੇ। ਡਾਕਟਰ ਸਾਹਿਬ, ਆਪਾਂ ਕਮੈਂਟਸ ਵੱਲ ਆਉਂਦੇ ਹਾਂ। ਬਹੁਤ ਕਮੈਂਟ ਸਾਡੇ ਇਕੱਠੇ ਹੋ ਗਏ ਆ, ਇਹ ਪੜ੍ਹੀਏ ਆਪਣੇ ਸਰੋਤੇ ਕੀ ਕਹਿ ਰਹੇ ਨੇ, ਦੋਸਤ ਕੀ ਕਹਿ ਰਹੇ ਨੇ। ਮੁਨੱਜ਼ਾ ਖਾਨ ਕਹਿੰਦੇ ਨੇ ਜੀ ਬਹੁਤ ਵਧੀਆ ਵਿਸ਼ਾ ਹੈ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸ਼ੁਕਰੀਆ। ਇਹ ਥੈਂਕਸ ਫॉर ਕਮਿੰਗ, ਮੁਨੱਜ਼ਾ ਖਾਨ ਕਹਿ ਰਹੇ ਨੇ ਜੀ, ਜੀ ਆਇਆਂ ਨੂੰ ਜੀ, ਬਹੁਤ ਮਿਹਰਬਾਨੀ। ਤੁਸੀਂ ਬੁਲਾਇਆ ਆ ਗਿਆ ਜੀ। ਰਿਤੂ ਸੁਦ ਵਰਮਾ ਕਹਿੰਦੇ ਨੇ ਜੀ ਹੈਲੋ ਟੂ ਬੋਥ ਆਫ ਯੂ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਹੈਲੋ, ਜੀ ਆਇਆਂ ਨੂੰ ਜੀ, ਸਾਡੇ ਪ੍ਰੋਗਰਾਮ 'ਚ ਆਉਣ ਵਾਸਤੇ ਤੁਹਾਡਾ ਧੰਨਵਾਦ। ਤੇ ਕਹਿ ਰਹੇ ਨੇ ਜੀ ਗੁੱਡ ਟੌਪਿਕ। ਬਿਲਕੁਲ ਜੀ, ਅੱਜ ਦਾ ਟੌਪਿਕ ਜਿਹੜਾ ਬਹੁਤ ਹੀ ਵਧੀਆ ਹੈ, ਬਹੁਤ ਹੀ ਪਿਆਰਾ ਵਿਸ਼ਾ ਹੈ ਤੇ ਸਮੇਂ ਦੀ ਲੋੜ ਵੀ ਹੈ। ਜੋ ਅੱਜ ਅਸੀਂ ਵਿਸ਼ਾ ਚੁਣਿਆ, ਇਹ ਸਮੇਂ ਦੀ ਲੋੜ ਹੈ। ਤੇ ਪ੍ਰੋਮਲਾ ਅਰੋੜਾ ਕਹਿੰਦੇ ਨੇ ਦਾ ਟੌਪਿਕ ਇਜ਼ ਦਾ ਨੀਡ ਆਫ ਦਾ ਟਾਈਮ। ਜੀ ਬਿਲਕੁਲ ਜੀ, ਅੱਜ ਦੇ ਜੋ ਅਜੋਕੀ ਸਥਿਤੀ ਚੱਲ ਰਹੀ ਹੈ, ਜਿਸ ਤਰ੍ਹਾਂ ਸਾਡੇ ਵਿੱਚ ਹੋੜ ਲੱਗੀ ਹੋਈ ਹੈ, ਭੱਜਣ ਦੀ ਇੱਕ ਦੌੜ ਲੱਗੀ ਹੋਈ ਹੈ ਕਿ ਅਸੀਂ ਆਹ ਵੀ ਕੰਮ ਕਰ ਲਈਏ, ਉਹ ਵੀ ਕੰਮ ਕਰ ਲਈਏ। ਸਾਡੇ ਕੋਲ ਸਾਧਨਾਂ ਦੀ ਬਹੁਤ ਬਹੁਤਾਤ ਹੋ ਗਈ ਹੈ, ਸਾਡੇ ਕੋਲ ਸਭ ਕੁਝ ਮੌਜੂਦ ਆ, ਗੱਡੀਆਂ ਨੇ, ਕਾਰਾਂ ਨੇ, ਮਸ਼ੀਨਾਂ ਨੇ, ਟੈਕਨੋਲੋਜੀ ਹੈ, ਸਾਡੇ ਕੋਲ ਸੌਫਟਵੇਅਰਸ ਆ ਗਏ ਨੇ, ਪਰ ਉਹਦੇ ਨਾਲ ਨਾਲ ਅਸੀਂ ਇੱਕ ਜਾਲ ਵਿੱਚ ਜਕੜੇ ਵੀ ਗਏ ਹਾਂ, ਅਸੀਂ ਉਹਨਾਂ ਪਰੇਸ਼ਾਨ ਹੋ ਰਹੇ ਹਾਂ। ਆਧੁਨਿਕੀਕਰਨ ਜਿਹੜਾ ਨਾ ਉਹ ਹੋਣਾ ਮਾੜੀ ਗੱਲ ਨਹੀਂ ਹੈਗੀ ਕਿ ਹਰ ਜੀ ਚੀਜ਼ ਜਿਹੜੀ ਆ ਉਹਦਾ ਰੂਪ ਬਦਲਣਾ ਚਾਹੀਦਾ, ਨਵੀਂ ਨਕੋੜ ਹੋਣੀ ਚਾਹੀਦੀ ਆ। ਜੀ ਲਾਈਫ ਦੀ ਡੈਫੀਨੇਸ਼ਨ ਇਹ ਆ ਕਿ ਹਰ ਪਲ ਜਿਹੜਾ ਨਵਾਂ ਹੋਣਾ ਚਾਹੀਦਾ। ਜੀ ਤੇ ਆਪਾਂ ਹੁਣ ਉਹ ਜਿਹੜਾ ਕਹਿ ਲਓ ਕਿ ਸਟੋਨ ਜਿਹੜਾ ਕਾਲ ਸੀ, ਇੱਕ ਪੱਥਰ ਦਾ ਕਾਲ ਸੀ, ਜੀ ਜਾਂ ਉਹ ਪਹਿਲਾਂ ਕਿ ਜਦੋਂ ਆਦਮੀ ਜੰਗਲਾਂ 'ਚ ਰਹਿੰਦਾ ਸੀ, ਉੱਥੇ ਤਾਂ ਰਹਿ ਨਹੀਂ ਸਕਦੇ। ਜੀ ਜੀ ਆਧੁਨਿਕੀਕਰਨ ਤਾਂ ਹੋਣਾ ਹੀ ਆ, ਮਸ਼ੀਨੀਕਰਨ ਵੀ ਹੋਣਾ ਹੀ ਆ। ਜੀ ਜੀ ਤੇ ਜੀ ਉਹ ਆਪਾਂ ਇਹ ਆ ਕਿ ਮਸ਼ੀਨਾਂ ਦੇ ਜਦੋਂ ਆਪਾਂ ਦੇ ਵਿੱਚ ਰਹਿ ਕੇ ਇੱਕ ਮਸ਼ੀਨ ਹੀ ਬਣ ਜਾਂਦੇ ਆ ਨਾ, ਉਦੋਂ ਪ੍ਰੋਬਲਮ ਆਉਂਦੀ ਹੈ ਨਾ। ਜੀ ਉਦੋਂ ਆਪਾਂ ਨੂੰ ਜਿਹੜੀ ਆ ਨਾ ਉਹ ਫਿਰ ਪਤਾ ਨਹੀਂ ਲੱਗਦਾ। ਮਸ਼ੀਨਾਂ ਨੂੰ ਯੂਜ਼ ਕਰਨਾ, ਜੀ ਹੋਸ਼ ਨਾਲ ਯੂਜ਼ ਕਰਨਾ, ਕੰਪਿਊਟਰ ਨੂੰ, ਗੱਡੀਆਂ ਨੂੰ, ਤੁਸੀਂ ਆਪਣਾ ਜਿੱਥੇ ਵੀ ਤੁਸੀਂ
ਜਾਓਗੇ। ਟੈਕਨੋਲੋਜੀ ਤਾਂ ਹੈ ਹੀ ਆ ਨਾ, ਜੀ, ਜੀ। ਟੈਕਨੋਲੋਜੀ ਨੂੰ ਯੂਜ਼ ਕਰਨਾ ਜਿਹੜਾ ਹੋਸ਼ ਨਾਲ, ਜੇ ਹੂੰ। ਤੁਹਾਨੂੰ ਆਉਂਦਾ ਵਾ ਤੇ ਫਿਰ ਟੈਕਨੋਲੋਜੀ ਤੁਹਾਨੂੰ ਓਵਰਪਾਵਰ ਨਹੀਂ ਕਰੂਗੀ, ਫਿਰ ਤੁਹਾਡੇ ਤੇ ਰਾਜ ਨਹੀਂ ਕਰੂਗੀ। ਜੀ, ਤੇ ਬਿਲਕੁਲ। ਜਦੋਂ ਆਪਾਂ ਟੈਕਨੋਲੋਜੀ ਤੇ ਸਰੈਂਡਰ ਕਰ ਦਿੱਤਾ, ਆਪਣਾ ਛੱਡ ਹੀ ਦਿੱਤਾ ਕਿ ਆਪਾਂ ਹਵਾਲੇ ਹੀ ਉਸ ਚੀਜ਼ ਦੇ ਆ ਜੀ, ਕਿ ਆਪਾਂ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ ਨਾ, ਜੀ, ਫਿਰ ਆਪਾਂ ਫਸਦੇ ਹਾਂ। ਹੁਣ ਦੇਖੋ ਠੀਕ ਹੈ, ਲਾਈਟ ਚਲੇ ਜਾਂਦੀ ਹੈ, ਜੇ ਤੁਹਾਡਾ ਏਸੀ ਬੰਦ ਹੋ ਜਾਂਦਾ ਵਾ ਤੇ ਜੀ। ਤੁਹਾਡੀ ਬੋਡੀ ਦੇ ਵਿੱਚ ਇੰਨਾ ਕੁ ਤਾਂ ਹੋਣਾ ਚਾਹੀਦਾ ਕਿ ਤੁਹਾਡਾ ਪੱਖੇ ਨਾਲ ਗੁਜ਼ਾਰਾ ਹੋ ਜਾਏ, ਜਾਂ ਹੋ ਤੁਸੀਂ ਜਾਵੇ। ਉੱਤੇ ਜਾ ਕੇ ਵੀ ਸੌਂ ਸਕਦੇ ਹੋ ਤੇ ਕੋਈ ਏਡੀ ਗੱਲ ਨਹੀਂ। ਤੇ ਜੇ ਡਿਪੈਂਡੈਂਟ ਹੀ ਇੰਨੇ ਹੋ ਗਏ ਕਿ ਏਸੀ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ ਨਾ, ਜੀ, ਤੇ ਮਾਰੇ ਤਾਂ ਆਪਾਂ ਉੱਥੇ ਜਾਂਦੇ ਆ ਨਾ ਬਿਲਕੁਲ ਜੀ, ਕਿ ਬਿਲਕੁਲ। ਟੈਕਨੋਲੋਜੀ ਦੇ ਆਪਾਂ ਕਹਿ ਲਓ ਕਿ ਵਸ ਪੈ ਕੇ ਤੇ ਆਪਾਂ ਨੂੰ ਟੈਕਨੋਲੋਜੀ ਚਲਾ ਰਹੀ ਆ, ਮਸ਼ੀਨਾਂ ਚਲਾ ਰਹੀਆਂ। ਜੀ, ਜੇ ਤਾਂ ਮਸ਼ੀਨਾਂ ਇਦਾਂ ਚਲਾ ਰਹੀਆਂ ਤੇ ਫਿਰ ਆਪਾਂ ਮੁਰਦਾ ਹੀ ਆ, ਜੀ, ਤੇ ਜੇ ਆਪਣਾ ਮਸ਼ੀਨਾਂ ਯੂਜ਼ ਕਰ ਰਹੇ ਆ ਤੇ ਫਿਰ ਆਪਾਂ ਜਿਹੜਾ ਉਹ ਜਿੰਦਾ ਇਨਸਾਨ ਹੈਗੇ, ਜਿੰਦਾ ਜੀ, ਇਨਸਾਨ ਜਿਹੜਾ ਯੂਜ਼ ਕਰ ਸਕਦਾ ਟੈਕਨੋਲੋਜੀ। ਜੀ, ਲੋਕਾਂ ਨੇ ਜਦੋਂ ਮਨੁੱਖਤਾ ਜਿਹੜੀ ਉਹਦਾ ਜਨਮ ਹੋਇਆ ਵਾ, ਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਿ ਪਹੀਏ ਦੀ ਖੋਜ ਹੋਈ ਆ, ਕਿ ਗੋਲ ਚੱਕਰ ਦੀ ਖੋਜ ਹੋਈ ਆ, ਗੋਲ ਚੱਕਰ ਤੋਂ ਬਾਅਦ ਹੀ ਸਾਰਾ ਕੁਝ ਚੱਲਿਆ ਜੀ, ਕਿ ਚੱਕੀ ਚੱਲੀ ਆ, ਜਾਂ ਮਸ਼ੀਨ ਦਾ ਚੱਕਾ ਚੱਲਿਆ ਵਾ, ਤੇ ਉਸ ਤੋਂ ਬਾਅਦ ਸਾਈਕਲ ਬਣਿਆ, ਉਸ ਤੋਂ ਬਾਅਦ ਅੱਗੇ 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 ਨਾ। ਹਾਂਜੀ, ਤੇ ਉਹਦਾ ਕੋਈ ਨਹੀਂ, ਉਹ ਹੋਣਾ ਹੀ ਚਾਹੀਦਾ ਵਾ, ਬੰਦੇ ਨੂੰ ਵੀ ਅਪਡੇਟ ਹੋਣਾ ਚਾਹੀਦਾ, ਟੈਕਨੋਲੋਜੀ ਨੂੰ ਤੁਹਾਨੂੰ ਅਡਾਪਟ ਕਰਨਾ ਚਾਹੀਦਾ, ਪੈਣਾ ਵਾ। ਜੀ, ਤੇ ਪਰ ਉਹਦੇ ਤੋਂ ਬਿਨਾਂ ਵੀ ਤੁਸੀਂ ਇੱਕ ਕਰੋ ਕਿ ਹਾਂ ਇਸ ਤੋਂ ਬਿਨਾਂ ਵੀ ਮੇਰਾ ਗੁਜ਼ਾਰਾ ਹੋ ਸਕਦਾ ਵਾ। ਜੀ, ਨੋ ਡਾਊਟ ਕਿ ਮੇਰੇ ਕੋਲ ਸਾਰਾ ਕੁਝ ਹੈਗਾ, ਸਹੂਲਤਾਂ ਹੈਗੀਆਂ ਵਾ, ਜੀ, ਪਰ ਮੈਂ ਆਪਣੇ ਆਪ ਦੇ ਵਿੱਚ ਵੀ ਪੂਰਾ ਵਾਂ ਕਿ ਜੇ ਮੈਨੂੰ ਕੱਲ ਨੂੰ ਇਹ ਕੁਝ ਹਾਲਾਤ ਬਣ ਜਾਂਦੇ ਆ ਕਿ ਮੈਨੂੰ ਇਹਨਾਂ ਤੋਂ ਬਿਨਾਂ ਜੀਣਾ ਪਵੇ ਤਾਂ ਮੈਂ ਜੀ ਸਕਦਾ ਜੀ ਵਾਂ, ਸਕਦਾ ਜੀ, ਹਨਾ। ਜੀ, ਤੇ ਅੱਜ ਕੱਲ ਕੁਝ ਮੈਂ ਦੇਖਿਆ ਕਿ ਲੋਕ ਹੈਗੇ ਆ, ਉਹ ਵਿਚਾਰੇ ਇੰਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਫਿਰ ਜਿਹੜੇ ਕਹਿ ਲਓ ਕਿ ਬੌਂਦੜ ਜਾਂਦੇ ਆ ਕਿ ਹੁਣ ਵੀ ਜੇ ਲਾਈਟ ਚਲੀ ਗਈ ਆ, ਜਾਂ ਮੇਰੇ ਕੋਲ ਗੱਡੀ ਨਹੀਂ ਹੈਗੀ ਤੇ 4 ਕਦਮ ਤੁਰਨਾ ਪੈ ਜਾਵੇ ਤੇ ਤੁਹਾਡੀ ਜਾਨ ਨਿਕਲ ਜਾਂਦੀ ਹੈ, ਜੀ, ਬਿਲਕੁਲ। ਹੈਨਾ। ਮੇਰਾ ਕੋਈ ਮਿੱਤਰ ਦੱਸ ਰਿਹਾ ਸੀ ਕਿ ਬਾਹਰ ਕੋਈ ਇੱਕ ਕੰਟਰੀ ਆ, ਤੇ ਉੱਥੇ ਉਹ ਤੁਹਾਨੂੰ ਜੇ ਤੁਸੀਂ ਪੁੱਛੋ ਕਿ ਇੱਥੋਂ ਲੈ ਕੇ ਉੱਥੋਂ ਤੱਕ ਬਈ ਇਹਦਾ ਕਿੰਨਾ ਡਿਸਟੈਂਸ ਹੈਗਾ ਵਾ, ਕਿੰਨਾ ਪੈਂਡਾ ਪੈ ਜਾਂਦਾ ਵਾ, ਤੇ ਉਹ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਇੰਨੇ ਕਿਲੋਮੀਟਰ ਜਾਂ ਇੰਨਾ ਹੈਗਾ। ਜੀ, ਉਹ ਕਹਿੰਦੇ ਕਿ 10 ਮਿੰਟ ਦਾ ਰਨ ਹੈਗਾ, 10 ਰਸਤਾ ਮਿੰਟ ਦੀ ਤੁਰ ਵਾਕ ਕੇ ਹੈਗੀ ਜੀ, ਆ ਨਾ, ਜੀ, ਤੁਰ ਜੀ, ਕੇ ਜਾਣ ਦਾ। ਜੀ, ਇਹਦਾ ਮਤਲਬ ਅਗਰ ਤੁਸੀਂ ਤੁਰ ਕੇ ਜਾਓ, ਜੀ, ਜੀ, ਹਨਾ। ਬਿਲਕੁਲ ਜੀ, ਬਿਲਕੁਲ। ਤੇ ਉਹ ਚੀਜ਼ਾਂ ਜਿਹੜੀਆਂ ਨਾ ਆਪਾਂ ਛੱਡਦੇ ਜਾਂਦੇ ਆ, ਔਰ ਉਹ ਉਹਨਾਂ ਨੂੰ ਦੁਬਾਰਾ ਤੁਹਾਨੂੰ ਕਰਨਾ ਪੈਣਾ। ਜੀ, ਬਿਲਕੁਲ। ਉਹਨਾਂ ਨੂੰ ਲੈਣਾ ਪੈਣਾ ਦੁਬਾਰਾ ਨਾ। ਇਹੀ ਗੱਲ ਹੈ ਕਿ ਇਹ ਵਿਦੇਸ਼ਾਂ ਦੀ ਜੇ ਗੱਲ ਕਰੀਏ ਤੇ ਵਿਦੇਸ਼ਾਂ ਵਿੱਚ ਬਹੁਤ ਸਾਰੀ ਥਾਵਾਂ, ਜਿਵੇਂ ਜਰਮਨ ਹੋ ਗਿਆ, ਹਾਂ ਇਹ ਬਿਲਕੁਲ। ਨੀਦਰਲੈਂਡ ਹੋ ਗਿਆ, ਹਾਂ, ਇਹਨਾਂ ਥਾਵਾਂ ਦੇ ਉੱਤੇ ਵੀ ਲੋਕ ਜਿਹੜੇ ਹਾਲੇ ਆ 5 7 10 ਕਿਲੋਮੀਟਰ ਵਾਸਤੇ ਵੀ ਸਾਈਕਲ ਦੀ ਵਰਤੋਂ ਸਾਈਕਲ ਕਰਦੇ ਆ। ਸਾਈਕਲ ਆ, ਨੀਦਰਲੈਂਡ ਦੇ ਵਿੱਚ ਦੇਖੋ ਸਾਈਕਲ ਬਹੁਤ ਜ਼ਿਆਦਾ ਬਹੁਤ ਹੈਗੇ ਆ, ਜ਼ਿਆਦਾ ਨੇ ਜੀ, ਹਨਾ। ਤੇ ਉਹ ਲੋਕ ਜਿਹੜੇ ਬੜੇ ਹੈਲਦੀ ਆ, ਜੀ, ਬਿਲਕੁਲ ਜੀ। ਤੇ ਉਹ ਚੰਗੀ ਗੱਲ ਆ। ਹੁਣ ਸਪੇਨ 'ਚ ਵੀ, ਇਟਲੀ 'ਚ ਵੀ ਹਾਂ ਸਾਈਕਲਿੰਗ ਬਿਲਕੁਲ। ਲੋਕ ਕਰਦੇ ਨੇ। ਹੁਣ ਦੇਖੋ, ਹੁਣ ਇੱਧਰ ਵੀ ਉਹ ਚੀਜ਼ ਆ, ਹਲੇ ਚਲੋ ਸ਼ੌਕ ਦੇ ਤੌਰ ਤੇ ਲੋਕੀ ਚਲਾ ਰਹੇ ਆ, ਪਰ ਮੈਨੂੰ ਚੰਗਾ ਕੁਛ ਜਿਹੜਾ ਉਹ ਭਵਿੱਖ ਦਿਸਦਾ ਵਾ ਕਿ ਜੀ, ਲੋਕ ਇੱਧਰ ਪਾਸੇ ਹੋਏ ਹੋਏ ਆ, ਗਰਾਊਂਡ 'ਚ ਜਾਂਦੇ ਆ, ਸਾਈਕਲ ਚਲਾਉਂਦੇ ਆ। ਜੀ, ਥੋੜਾ ਭਾਵੇਂ ਉਹ ਅੱਕ ਕੇ ਹੀ ਆਏ ਉਧਰੋਂ, ਪਰ ਆਉਣਾ ਤਾਂ ਜਿੱਦਾਂ ਕਹਿ ਲਓ ਕਿ ਮੱਛੀ ਜਿਹੜੀ ਆ ਉਹ ਪੱਥਰ ਚੱਟ ਪੱਥਰ ਕੇ ਚੱਟ ਕੇ ਮੁੜਦੀ ਆ ਨਾ, ਜੀ, ਬਿਲਕੁਲ। ਤੇ ਉਹ ਤਾਂ ਆਉਣਾ ਪੈਣਾ, ਜੀ, ਬਿਲਕੁਲ ਜੀ। ਹੋਰ ਕੋਈ ਗੁਜ਼ਾਰਾ ਨਹੀਂ। ਬਿਲਕੁਲ ਜੀ ਡਾਕਟਰ ਸਾਹਿਬ, ਗੱਲ ਤੁਹਾਡੀ ਬਿਲਕੁਲ ਠੀਕ ਹੈ। ਕਮੈਂਟਸ ਵੱਲ ਆਈਏ। ਕੁਲਵਿੰਦਰ ਕੌਰ ਕਹਿੰਦੇ ਨੇ ਜੀ ਬਹੁਤ ਵਧੀਆ ਟਾਕ ਹੈ, ਸ਼ੁਕਰੀਆ ਜੀ। ਮੁਨੱਜ਼ਾ ਖਾਨ ਕਹਿੰਦੇ ਨੇ ਜੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਆਪਣੀ ਵਾਲ ਤੇ ਸ਼ੇਅਰ ਕਰੋ ਤਾਂ ਕਿ ਸਾਡੇ ਕਿਸੇ ਮਿੱਤਰ ਨੂੰ, ਸਾਡੇ ਕਿਸੇ ਰਿਸ਼ਤੇਦਾਰ ਨੂੰ ਠੀਕ ਹੈ ਜੀ। ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਮਿਲ ਸਕੇ, ਉਹ ਬਿਲਕੁਲ ਇਹਦੇ ਤੋਂ ਕੋਈ ਨਾ ਕੋਈ ਜਾਣਕਾਰੀ ਹਾਸਲ ਕਰ ਸਕਣ। ਬਿਲਕੁਲ ਸ਼ੁਕਰੀਆ ਜੀ। ਅਰਚਿਤ ਮਹਾਜਨ ਕਹਿੰਦੇ ਨੇ ਜੀ ਵੈਰੀ ਇਨਫੋਰਮੇਟਿਵ। ਜੀ ਸ਼ੁਕਰੀਆ ਜੀ ਅਰਚਿਤ ਜੀ, ਬਹੁਤ ਮਿਹਰਬਾਨੀ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਥੈਂਕ ਯੂ ਵੈਰੀ ਮਚ। ਇਹ ਅਜਮਲ ਸ਼ਰੀਫ ਜੀ ਕਹਿੰਦੇ ਨੇ ਜੀ ਕਰ ਦਿੱਤਾ ਜੀ ਸ਼ੇਅਰ, ਠੀਕ ਹੈ ਜੀ, ਬਹੁਤ ਮਿਹਰਬਾਨੀ, ਬਿਲਕੁਲ ਸਹੀ ਕਿਹਾ ਉਹਨਾਂ ਨੇ। ਇਹ ਰੂਪ ਸੰਧੂ ਕਹਿੰਦੇ ਨੇ ਜੀ ਸਰੀਰ ਦੀ ਤੰਦਰੁਸਤੀ ਨਾਲੋਂ ਮਨ ਦੀ ਤੰਦਰੁਸਤੀ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਬਿਲਕੁਲ ਹੀ ਹੁੰਦੀ ਹੈ, ਬਿਲਕੁਲ ਹੁੰਦੀ ਹੈ ਜੀ। ਮਨ ਜਦੋਂ ਤੰਦਰੁਸਤ ਹੋਏਗਾ ਤੇ ਸਾਡੇ ਜਿਹੜੇ ਕੰਮਕਾਰ ਹੋਣਗੇ ਉਹ ਆਪਣੇ ਆਪ ਚੰਗੇ ਹੋਣਗੇ, ਦਿਲ ਕਰੇਗਾ ਸਾਡਾ ਕੰਮ ਕਰਨ ਨੂੰ। ਸੁਖਬੀਰ ਕੌਰ ਸੰਘਾ ਕਹਿੰਦੇ ਨੇ ਜੀ ਰਾਈਟ ਜੀ, ਬਿਲਕੁਲ ਜੀ, ਬਹੁਤ ਮਿਹਰਬਾਨੀ ਤੁਹਾਡੀ। ਇਹ ਮਨਜ਼ਾ ਖਾਨ ਜੀ ਨੇ ਧੰਨਵਾਦ ਕਰ ਦਿੱਤਾ ਹੈ ਜੀ। ਕੁਲਵਿੰਦਰ ਕੌਰ ਜੀ ਕਹਿ ਰਹੇ ਨੇ ਜੀ ਗ੍ਰੇਟ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਕੁਲਵਿੰਦਰ ਕੌਰ ਜੀ। ਭੁਪਿੰਦਰਪਾਲ ਸਿੰਘ ਕਹਿੰਦੇ ਨੇ ਜੀ ਬਹੁਤ ਵਧੀਆ ਵਿਚਾਰ ਵਟਾਂਦਰਾ ਹੈ ਜੀ। ਜੀ ਭੁਪਿੰਦਰਪਾਲ ਜੀ, ਬਹੁਤ ਮਿਹਰਬਾਨੀ, ਜੀ ਆਇਆਂ ਨੂੰ ਜੀ ਸਾਡੇ ਪ੍ਰੋਗਰਾਮ 'ਚ ਤੁਸੀਂ ਆਏ ਹੋ, ਸ਼ੁਕਰੀਆ ਜੀ। ਜੀ ਜੀ ਹਾਂ, ਉਹ ਤਾਈਓ ਉਹਨਾਂ ਦੀ ਜਿਹੜੀ ਪ੍ਰੋਫਾਈਲ ਫੋਟੋ ਹੈ ਤੁਹਾਡੇ ਨਾਲ ਸ਼ਕਲ ਰਲ ਰਹੀ ਹੈ ਜੀ। ਬਹੁਤ ਮਿਹਰਬਾਨੀ ਸਰ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਦੀਪ ਸੰਧੂ ਜੀ ਨੇ ਆਪਣਾ ਲਿੰਕ ਸ਼ੇਅਰ ਕੀਤਾ ਤਾਂ ਕਿ ਵੱਧ ਤੋਂ ਵੱਧ ਦੋਸਤ ਇਸ ਪੇਜ ਨੂੰ ਲਾਈਕ ਕਰ ਸਕਣ, ਸ਼ੇਅਰ ਕਰ ਸਕਣ, ਇਸ ਵੀਡੀਓ ਨੂੰ ਸ਼ੇਅਰ ਕਰ ਸਕਣ। ਰੂਪ ਸੰਧੂ ਕਹਿੰਦੇ ਨੇ ਜੀ ਜ਼ਿੰਦਗੀ ਵਿੱਚ ਤਣਾਅ ਬਹੁਤ ਵੱਧ ਗਿਆ ਹੈ ਜਿਸ ਕਾਰਨ ਲੋਕ ਮਾਨਸਿਕ ਪੱਧਰ ਉੱਤੇ ਬਿਮਾਰ ਹੋ ਰਹੇ ਹਨ। ਜੀ ਬਿਲਕੁਲ ਜੀ, ਡਾਕਟਰ ਸਾਹਿਬ ਨੇ ਇਹੀ ਗੱਲ ਕੀਤੀ ਹੈ ਕਿ ਸਾਡੇ ਜ਼ਿੰਦਗੀ ਦੇ ਵਿੱਚ ਤਣਾਅ ਜਿਹੜਾ ਆ ਉਹ ਹਰ ਇੱਕ ਕਿਸਮ ਦਾ ਬੋਝ ਇੰਨਾ ਵੱਧ ਗਿਆ ਕਿ ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਾਂ। ਸਰੀਰਕ ਤੌਰ ਤੇ ਘੱਟ ਹੋ ਰਹੇ ਹਾਂ, ਉਹ ਬਾਅਦ ਵਿੱਚ ਹੁੰਨੇ ਆ, ਪਰ ਸਭ ਤੋਂ ਪਹਿਲਾਂ ਜਿਹੜੀ ਆ ਬਿਮਾਰੀ ਹੈ ਉਹ ਮਾਨਸਿਕ ਪੱਧਰ ਤੇ ਹੀ ਮੇਰੇ ਖਿਆਲ ਸ਼ੁਰੂ ਹੁੰਦੀ ਹੈ। ਜਦੋਂ ਕੋਈ ਇਨਸਾਨ ਇਹ ਮੰਨਣਾ ਸ਼ੁਰੂ ਕਰ ਦੇਵੇ ਹਾਏ ਮੈਂ ਬਿਮਾਰ ਹੋ ਗਿਆ, ਹਾਏ ਮੈਂ ਬਿਮਾਰ ਹੋ ਗਿਆ, ਸਮਝੋ ਉਹ ਬਿਮਾਰ ਹੋਣਾ ਸ਼ੁਰੂ ਹੋ ਗਿਆ ਹੈ।
ਉਹਨੇ ਆਪਣੇ ਉੱਤੇ ਉਸ ਕਿਸਮ ਦਾ ਜਿਹੜਾ ਬੋਝ ਆ ਉਹ ਲੈਣਾ ਸ਼ੁਰੂ ਕਰ ਦਿੱਤਾ। ਉਹ ਤਾਂ ਦੇਖੋ ਜੀ ਸ਼ਹਿਬਾਜ਼ ਜੀ, ਜਦੋਂ ਇਦਾਂ ਮਾਨਸਿਕ ਤਾਂ ਕੋਈ ਹੁੰਦਾ, ਜਿੰਨੀ ਦੇਰ ਤੱਕ ਤਾਂ ਉਹ ਬੰਦਾ ਕਹਿੰਦਾ ਕਿ ਮੈਂ ਬਿਮਾਰ ਆ, ਰੌਲਾ ਪਾਉਂਦਾ ਵਾ, ਜੀ ਉਹ ਫਿਰ ਵੀ ਠੀਕ ਆ। ਜਦੋਂ ਉਹ ਚੁੱਪ ਹੋ ਗਿਆ ਨਾ, ਜੀ ਜਦੋਂ ਉਹਨੇ ਅੰਦਰ ਅੰਦਰ ਹੀ ਆਪਣੇ ਆਪ ਨਾਲ ਲੜਨਾ ਸ਼ੁਰੂ ਕਰਤਾ, ਤੇ ਉਹ ਮਨ ਜਿਹੜਾ ਉਹਨਾਂ ਨਾਲ ਸਪਲਿਟ ਅਪ ਹੋ ਜਾਂਦਾ, ਜੀ ਤੇ ਉਹਦੇ ਵਿੱਚ ਫਿਰ ਮਾਨਸਿਕ ਬਿਮਾਰੀਆਂ ਜਿੱਦਾਂ ਸਿਜ਼ੋਫਰੇਨੀਆ ਹੋਇਆ ਜਾਂ ਮਨ ਦਾ ਟੁੱਟ ਜਾਣਾ, ਜੀ ਕਿ ਕਈ ਤਰ੍ਹਾਂ ਦੇ ਮਨ ਅੰਦਰ ਆਪਸ ਵਿੱਚ ਹੀ ਲੜੀ ਜਾਂਦੇ ਆ। ਜਦੋਂ ਆਪਸ ਵਿੱਚ ਮਨ ਫਿਰ ਸਪਲਿਟ ਹੋ ਜਾਂਦਾ, ਟੁੱਟਦਾ ਵਾ ਨਾ, ਜੀ ਤੇ ਨੁਕਸਾਨ ਉਦੋਂ ਜ਼ਿਆਦਾ ਹੁੰਦਾ, ਉਦੋਂ ਬੰਦਾ ਕਲੋਜ਼ ਹੋ ਜਾਂਦਾ, ਜੀ ਤੇ ਉਦੋਂ ਦਵਾਈਆਂ ਤੇ ਜਿਹੜੀਆਂ ਨਾ ਜਿਹੜੀਆਂ ਸਾਈਕੈਟਰੀ ਦੀਆਂ ਦਵਾਈਆਂ ਤੇ ਬੰਦਾ ਨਿਰਭਰ ਹੋ ਜਾਂਦਾ ਵਾ। ਜੀ ਜੀ ਤੇ ਉਹ ਵੀ ਕੋਈ ਪੱਕਾ ਹੱਲ ਤਾਂ ਹੈ ਨਹੀਂ, ਜਿੰਨਾ ਚਿਰ ਦਵਾਈ ਖਾਓ ਉਹਨਾਂ ਚਿਰ ਹੀ ਹੈ ਨਾ। ਉਹਨਾਂ ਚਿਰ ਹੀ। ਐਲੀਵੇਟਰਸ ਹੈਗੇ ਆ, ਬਿਲਕੁਲ ਜੀ ਮੂਡ ਐਲੀਵੇਟਰਸ ਹੈਗੇ, ਤੁਹਾਡੇ ਮੂਡ ਠੀਕ ਕਰਨ ਦੇ, ਬਿਮਾਰੀ ਜਾਂਦੀ ਨਹੀਂਗੀ। ਜੀ ਪਰ ਤੁਸੀਂ ਜੇ ਤਕੜੇ ਹੈਗੇ ਹੋ ਜੀ ਤੇ ਬਿਮਾਰੀ ਤੁਸੀਂ ਕੱਢ ਸਕਦੇ ਹੋ ਵਿਦਆਊਟ ਐਨੀ ਮੈਡੀਸਨ, ਵਿਦਆਊਟ ਐਨੀ ਪੈਥੀ, ਚਾਹੇ ਹੋਮਿਓਪੈਥੀ ਹੈ, ਚਾਹੇ ਐਲੋਪੈਥੀ ਹੈ। ਜੀ ਜੇ ਤੁਹਾਡਾ ਮਨ ਅੰਦਰੋਂ ਤਕੜਾ ਹੋਣਾ ਸ਼ੁਰੂ ਹੋ ਗਿਆ, ਤੇ ਤੁਸੀਂ ਸਾਰੀਆਂ ਦਵਾਈਆਂ ਤੋਂ, ਸਾਰੇ ਡਾਕਟਰਾਂ ਤੋਂ ਬਿਨਾਂ ਆਪ ਜਿਹੜਾ ਉਹ ਨਿਕਲ ਸਕਦੇ ਹੋ। ਔਰ ਤੁਸੀਂ ਆਪ ਅਗਰ ਇੱਕ ਵਾਰੀ ਨਿਕਲ ਗਏ, ਤੇ ਤੁਹਾਨੂੰ ਜ਼ਿੰਦਗੀ ਭਰ ਜਿਹੜਾ ਨਾ ਤੁਹਾਨੂੰ ਕਿਸੇ ਦਵਾਈ ਦੀ ਲੋੜ ਇਸ ਨਹੀਂ। ਇਸ ਚੀਜ਼ ਵਾਸਤੇ ਲੋੜ ਨਹੀਂ ਪਊਗੀ, ਜੀ ਬਿਲਕੁਲ ਜੀ ਮਾਨਸਿਕ ਬਿਮਾਰੀਆਂ ਵਾਸਤੇ ਨਾ। ਜੀ ਬਿਲਕੁਲ ਜੀ। ਹਾਂ, ਇਹ ਡਾਕਟਰ ਸਾਹਿਬ ਇੱਕ ਬ੍ਰੇਕ ਲੈਣੇ ਛੋਟਾ ਜਿਹਾ। ਬਿਲਕੁਲ ਜੀ, ਬਿਲਕੁਲ। ਇਹ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ, ਗੀਤ ਸੁਣਦੇ ਆ ਇੱਕ ਪਿਆਰਾ ਜਿਹਾ, ਤੇ ਤੁਸੀਂ ਇੰਜੋਏ ਕਰੋ ਇਸ ਗੀਤ ਨੂੰ। ਅਸੀਂ ਹੁਣੇ ਕਾਫੀ ਦੇ 2 ਘੁੱਟ ਭਰ ਕੇ ਵਾਪਸ ਆਉਣੇ। जब तेरे करीब थे कितने खुश नसीब थे, रातें सब चिरागों वाली, सारे दिन ही ईद थे। चाहते थी चांद पर दूरियों की क्या फिक्र, जैसे लफ्ज और बातें ऐसे नजदीक थे। तेरी जुदाइयों में बरसे वो नैना भी, सा दर्द मिलके जिनको रुला न पाए। तुझे भूलना तो चाहा लेकिन भुला न पाए, तुझे भूलना तो चाहा लेकिन भुला न पाए। जितना भुलाना चाहा, जितना भुलाना चाहा, तुम उतना याद आए। तुझे भूलना तो चाहा लेकिन भुला न पाए, तुझे भूलना तो चाहा लेकिन भुला न पाए। Stop it. He's my husband. जिस रात आँखें सोए सुकून से, वो रात आती क्यों नहीं। जिस रात आँखें सोए सुकून से, वो रात आती क्यों नहीं। पिछले बरस तू बाहों से जा चुकी, तो दिल से जाती क्यों नहीं। हाँ, क्यों तेरी यादों को अब तक संभाला है, तस्वीर तेरी हम क्यों जला न पाए। तुझे भूलना तो चाहा लेकिन भुला न पाए, तुझे भूलना तो चाहा लेकिन भुला न पाए। जितना भुलाना चाहा, जितना भुलाना चाहा, तुम उतना याद आए। तुझे भूलना तो चाहा। ਜੀ ਦੋਸਤੋ, ਇਸ ਖੂਬਸੂਰਤ ਗੀਤ ਤੋਂ ਬਾਅਦ ਫਿਰ ਵਾਪਸ ਆ ਗਏ ਹਾਂ। ਡਾਕਟਰ ਸਾਹਿਬ ਦੇ ਨਾਲ ਅਸੀਂ ਜੁੜ ਗਏ ਹਾਂ ਫਿਰ ਤੋਂ ਤੁਹਾਡੀਆਂ ਗੱਲਾਂ ਉਹਨਾਂ ਤੱਕ ਪਹੁੰਚਾਉਣ ਵਾਸਤੇ, ਉਹਨਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ, ਤਾਂ ਕਿ ਤੁਹਾਡਾ ਫਾਇਦਾ ਹੋ ਸਕੇ, ਵੱਧ ਤੋਂ ਵੱਧ ਤੁਸੀਂ ਇਹਦੇ ਤੋਂ ਲਾਭ ਲੈ ਸਕੋ, ਇਹਦੇ ਤੋਂ ਫਾਇਦਾ ਲੈ ਸਕੋ।
ਤੇ ਡਾਕਟਰ ਸਾਹਿਬ ਕਮੈਂਟਸ ਵਾਲਾ ਪਾਈਏ ਹਰਬੇਵ ਸਿੰਘ ਰੰਦਾਵਾ ਜੀ ਕਹਿੰਦੇ ਨੇ ਜੀ ਬਹੁਤ ਵਧੀਆ, ਸ਼ੁਕਰੀਆ ਜੀ ਆਇਆਂ ਨੂੰ, ਮਿਹਰਬਾਨੀ ਹੌਸਲਾ ਅਫਜ਼ਾਈ ਵਾਸਤੇ, ਪ੍ਰੋਗਰਾਮ ਨੂੰ ਵਧੀਆ ਕਹਿਣ ਵਾਸਤੇ। ਨਵਗੀਤ ਕੌਰ ਕਹਿੰਦੇ ਨੇ ਜੀ ਬਹੁਤ ਵਧੀਆ ਜਾਣਕਾਰੀ ਜੀ। ਨਵਗੀਤ ਕੌਰ ਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਸੇ ਅੱਛੇ ਇਨਸਾਨ ਨੂੰ, ਕਿਸੇ ਚੰਗੀ ਸ਼ਖਸੀਅਤ ਨੂੰ ਬੁਲਾ ਕੇ ਤੁਹਾਨੂੰ ਖੂਬਸੂਰਤ ਜਾਣਕਾਰੀ ਹੀ ਦਈਏ। ਇਹ ਰੂਪ ਸੰਧੂ ਕਹਿੰਦੇ ਨੇ ਜੀ ਬਹੁਤ ਲਾਭਦਾਇਕ ਵਿਚਾਰ ਚਰਚਾ ਜੀ। ਬਿਲਕੁਲ ਜੀ, ਸ਼ੁਕਰੀਆ ਬਹੁਤ ਬਹੁਤ। ਅਜਮਲ ਸ਼ਰੀਫ ਜੀ ਕਹਿ ਰਹੇ ਨੇ ਜੀ ਸੋਹਣੀ ਗੱਲਬਾਤ ਜੀ। ਮੇਰੇ ਵੀਰ ਬਹੁਤ ਮਿਹਰਬਾਨੀ ਤੁਹਾਡੀ, ਜੀ ਆਇਆਂ ਨੂੰ। ਇਹ ਨਿਰਮ ਜੋਸਨ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ, ਵੈਲਕਮ ਡਾਕਟਰ ਸੁਰਿੰਦਰਪਾਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਸਾਡੇ ਪ੍ਰੋਗਰਾਮ ਨਾਲ ਜੁੜਨ ਵਾਸਤੇ। ਐਮੂ ਗੁੱਡ ਗਰਲ ਕਹਿੰਦੇ ਨੇ ਜੀ ਵੈਲਕਮ ਜੀ ਆਇਆਂ ਨੂੰ ਜੀ, ਵੈਲਕਮ। ਇਹ ਨਿਰਮ ਜੋਸਨ ਕਹਿੰਦੇ ਨੇ ਜੀ ਬਹੁਤ ਵਧੀਆ ਗੱਲਬਾਤ, ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ। ਕੋਮਲ ਸਿੱਧੂ ਕਰ ਰਹੇ ਨੇ ਜੀ ਬਹੁਤ ਹੀ ਖੂਬਸੂਰਤ ਗੱਲਾਂ ਜੀ ਕੋਮਲ ਜੀ, ਕੋਸ਼ਿਸ਼ ਹੈ ਸਾਡੀ ਸੋਹਣੀਆਂ ਗੱਲਾਂ ਅਸੀਂ ਕਰੀਏ, ਸਟ੍ਰੈਸ ਨਾ ਦਈਏ ਆਪਣੇ ਦੋਸਤਾਂ ਨੂੰ। ਦੇਖੋ ਡਾਕਟਰ ਸਾਹਿਬ ਕਿੰਨੀ ਖੂਬਸੂਰਤੀ ਦੇ ਨਾਲ ਬਿਮਾਰੀਆਂ ਦੀਆਂ ਗੱਲਾਂ ਕਰ ਰਹੇ ਆ, ਪਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਪਾ ਰਹੇ, ਕਿਸੇ ਨੂੰ ਵੀ ਕੋਈ ਇਦਾਂ ਦੀ ਗੱਲ ਨਹੀਂ ਕਹਿ ਰਹੇ ਜਿਹਦੇ ਨਾਲ ਬੰਦੇ ਨੂੰ ਸੁਣਨ ਲੱਗਿਆ ਘਬਰਾਹਟ ਹੋ ਜਾਵੇ, ਉਹ ਕਿਹੜੀ ਬਿਮਾਰੀ ਦੀ ਗੱਲ ਹੋ ਰਹੀ ਹੈ। ਇਹੀ ਇਹਨਾਂ ਦੀ ਖੂਬਸੂਰਤੀ ਹੈ, ਇਹੀ ਇਹਨਾਂ ਦਾ ਅੰਦਾਜ਼ ਆ। ਤੇ ਸਾਡਾ ਵਿੱਚ ਇੱਕ ਹੋਰ ਦੇਖੋ, ਅਸੀਂ ਤੁਹਾਨੂੰ ਖੂਬਸੂਰਤ ਗੀਤ ਵੀ ਸੁਣਾ ਰਹੇ ਹਾਂ। ਮੇਰੇ ਖਿਆਲ ਕਮੈਂਟ ਸਾਨੂੰ ਆ ਗਏ ਹੋਣੇ ਆ ਕਿ ਗੀਤ ਬਹੁਤ ਵਧੀਆ, ਬਹੁਤ ਪਿਆਰਾ ਗੀਤ ਹੈ। ਸ਼ੁਕਰੀਆ ਜੀ ਕੋਮਲ ਜੀ, ਬਹੁਤ ਮਿਹਰਬਾਨੀ। ਜੱਜ ਰਾਮ ਕਹਿੰਦੇ ਨੇ ਜੀ ਬਹੁਤ ਵਧੀਆ ਉਪਰਾਲਾ ਜੀ, ਬਹੁਤ ਵਧੀਆ ਵਿਚਾਰ ਜੀ, ਸ਼ੁਕਰੀਆ ਜੀ। ਨਰਿੰਦਰ ਬਾਠ ਜੀ ਸਾਡੇ ਜੁੜੇ ਨੇ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਨਰਿੰਦਰ ਬਾਠ ਜੀ, ਬਹੁਤ ਮਿਹਰਬਾਨੀ ਤੁਹਾਡੀ। ਮੁਨੱਜ਼ਾ ਖਾਨ ਕਹਿੰਦੇ ਨੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ ਜੀ, ਬਿਲਕੁਲ ਸ਼ੁਕਰੀਆ ਜੀ। ਅਰਚਿਤ ਮਹਾਜਨ ਕੋਈ ਸਵਾਲ ਕਰ ਰਹੇ ਨੇ, ਕਹਿੰਦੇ ਨੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਅੱਜ ਕੱਲ੍ਹ ਦੇ ਯੰਗਸਟਰਸ ਲਈ ਕੁਝ ਟਿਪਸ ਜ਼ਰੂਰ ਦੱਸਿਓ ਜੋ ਕਿ ਸਾਨੂੰ ਅੱਜ ਕੱਲ੍ਹ ਦੇ ਬਿਜ਼ੀ ਲਾਈਫ ਸਟਾਈਲ 'ਚ ਫਾਇਦਾ ਕਰਨ ਜੀ। ਡਾਕਟਰ ਸਾਹਿਬ ਹਾਂਜੀ ਅਰਜਿਤ, ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਆਪਾਂ ਜੇ ਜਿੱਦਾਂ ਯੰਗ ਜਿਹੜੇ ਬੱਚੇ ਹੈਗੇ, ਜਿਹੜੇ ਕਾਰਪੋਰੇਟ ਸੈਕਟਰ ਦੇ ਵਿੱਚ ਹੈਗੇ, ਜਿਨ੍ਹਾਂ ਦੇ ਵਿੱਚ ਤੁਸੀਂ ਵੀ ਆ ਜਾਂਦੇ ਹੋ ਜੀ, ਤੇ ਬਿਜ਼ੀ ਜਿਹੜੇ ਹੈਗੇ ਆ, ਉਹ ਜੇ ਉਹਨਾਂ ਨੂੰ ਕੁਝ ਦੱਸੀਏ ਕਿ ਤੁਸੀਂ ਜਾ ਕੇ 1 ਘੰਟਾ ਐਕਸਰਸਾਈਜ਼ ਕਰਨੀ ਆ ਜਾਂ ਜਿਮ ਜੁਆਇਨ ਕਰਨਾ, ਜਾਂ ਉਹਨਾਂ ਦੀ ਲਾਈਫ ਜਿਹੜੀ ਇੰਨੀ ਬਿਜ਼ੀ ਆ ਕਿ ਉਹ ਨਹੀਂ ਜਾ ਸਕਦੇ, ਜਾਂ ਮੈਂ ਉਹਨਾਂ ਨੂੰ ਕੋਈ ਮੈਡੀਟੇਸ਼ਨ ਦੱਸਾਂ ਕਿ ਤੁਸੀਂ ਜਾ ਕੇ ਆਹ ਕਰੋ, ਕਿਸੇ ਆਸ਼ਰਮ 'ਚ ਜਾਓ, ਕਿਸੇ ਮੈਡੀਟੇਸ਼ਨ ਹਾਲ 'ਚ ਜਾਓ, ਨਹੀਂ ਕਰ ਸਕਦੇ। ਜੀ, ਤੇ ਉਹਦੇ ਵਾਸਤੇ ਜਿਹੜੇ ਛੋਟੇ ਟਿਪਸ ਜਿਹੜੇ ਆ 1-2 ਮੈਂ ਦੱਸ ਦਿੰਦਾ ਕਿ ਤੁਸੀਂ ਆਪਣੇ ਆਫਿਸ ਦੇ ਵਿੱਚ ਬੈਠੇ ਹੀ ਉਹ ਚੀਜ਼ਾਂ ਨੂੰ ਜਿਹੜਾ ਤੁਸੀਂ ਕਰ ਸਕਦੇ ਹੋ। ਕਿ ਸਿੰਪਲੈਸਟ ਹੈਗਾ ਕਿ 1 ਮਿੰਟ ਵਾਸਤੇ ਤੁਸੀਂ ਆਪਣਾ ਜਿਹੜਾ ਉਹ ਕੰਮ ਆ ਉਹ ਬੰਦ ਕਰਕੇ ਤੇ ਸਿਰਫ ਆਪਣਾ ਸਾਹ ਜਿਹੜਾ ਵਾ ਨਾ ਉਹਨੂੰ ਥੋੜਾ ਬਾਹਰ ਸੁੱਟਣ ਦੀ ਕੋਸ਼ਿਸ਼ ਕਰੋ। ਕਿ ਸਾਹ ਨੂੰ ਐਕਸਪੀਰੇਸ਼ਨ ਜਿਹੜੀ ਆ, ਸਾਹ ਨੂੰ ਆਪਾਂ ਜਦੋਂ ਬਾਹਰ ਕੱਢਦੇ ਆ ਉਹਦੇ ਤੇ ਧਿਆਨ ਦੇਣਾ, ਇਨਸਪੀਰੇਸ਼ਨ ਆਪਣੇ ਆਪ ਹੋ ਜੂ। ਜੀ, ਤੇ ਜਦੋਂ ਆਪਾਂ ਸਾਹ ਬਾਹਰ ਕੱਢ ਦਿੰਦੇ ਆ, ਫੇਫੜਿਆਂ ਨੇ ਆਪਣੇ ਆਪ ਹੀ ਭਰ ਜਾਣਾ ਵਾ। ਜੀ, ਤੇ ਜਦੋਂ ਆਪਾਂ ਬਾਹਰ ਕੱਢਦੇ ਆ ਸਾਹ, ਥੋੜਾ ਜਿਹਾ ਐਫਰਟ ਜ਼ੋਰ ਲਾ ਕੇ ਜਦੋਂ ਆਪਾਂ ਸਾਹ ਬਾਹਰ ਕੱਢਦੇ ਆ ਤੇ ਉਹਦੇ ਨਾਲ ਤੁਹਾਡੀ ਨੈਗੇਟਿਵਿਟੀ ਜਿਹੜੀ ਆ ਉਹ ਵੀ ਤੁਸੀਂ ਫੀਲ ਕਰੋਗੇ ਕਿ ਉਹ ਨਿਕਲ ਜਾਂਦੀ ਆ। ਤੇ ਆਕਸੀਜਨ ਜਦੋਂ ਅੰਦਰ ਜ਼ਿਆਦਾ ਜਾਂਦੀ ਆ, ਜਦੋਂ ਆਪਾਂ ਜ਼ੋਰ ਨਾਲ ਬਾਹਰ ਸੁੱਟਾਂਗੇ ਸਾਹ, ਤੇ ਆਕਸੀਜਨ ਅੰਦਰ ਵੀ ਓਨੀ ਸਪੀਡ ਨਾਲ ਹੀ ਜਾਊਗੀ ਜੀ, ਤੇ ਤੁਸੀਂ ਫੀਲ ਕਰੋਗੇ ਕਿ ਤੁਸੀਂ ਰਿਲੈਕਸ ਹੋ ਗਏ ਹੋ। ਜੀ, ਤੇ ਦੂਸਰਾ ਇਹ ਆ ਕਿ ਥੋੜਾ ਜਿਹਾ ਉੱਠ ਕੇ ਤੇ ਵਾਕ ਕਰ ਸਕਦੇ ਹੋ। ਤੇ ਆਪਾਂ ਮੋਢਿਆਂ ਨੂੰ ਤੁਸੀਂ ਹਿਲਾ ਸਕਦੇ ਹੋ, ਕੂਹਣੀਆਂ ਨੂੰ ਤੇ ਬਾਹਾਂ ਨੂੰ ਹਿਲਾ ਸਕਦੇ ਹੋ, ਨੈਕ ਨੂੰ ਜਿਹੜਾ ਉਹ ਥੋੜਾ ਪ੍ਰੈਸ਼ਰ ਦੇ ਕੇ ਤੇ ਪੁਆਇੰਟ ਜਿਹੜੇ ਧੌਣ ਦੇ ਪਿੱਛੇ ਆ ਜੀ, ਉਹਨਾਂ ਨੂੰ ਪ੍ਰੈਸ ਕਰਕੇ ਦਬਾਓ, ਤੇ ਉਹ ਤੁਹਾਡਾ ਜਿਹੜੀ ਸਟ੍ਰੈਸ ਆ ਉਹ ਸਾਰੀ ਦੀ ਸਾਰੀ ਜਿਹੜੀ ਹੈ ਨਾ ਉਹ ਸਿਰ ਦੇ ਪਿੱਛੇ ਤੇ ਸਰਵਾਈਕਲ ਰੀਜਨ ਜਿਹੜਾ ਉੱਥੇ ਇਕੱਠੀ ਹੁੰਦੀ ਆ। ਜੀ, ਤੇ ਜੇ ਆਪਾਂ ਥੋੜਾ ਜਿਹਾ ਇਸ ਰੀਜਨ ਨੂੰ ਜੇ ਦਬਾ ਦਿੰਨੇ ਆ ਆਪਣੇ ਹੱਥਾਂ ਨਾਲ, ਜੀ, ਜਾਂ ਆਪਾਂ ਆ ਜਿਹੜੀ ਚੀਜ਼ ਆ ਕਿ 2 ਉਂਗਲਾਂ ਨਾਲ ਇੱਥੋਂ ਕਰ ਦਿੰਨੇ ਆ ਜਾਂ ਇਹਨਾਂ ਨੂੰ ਦਬਾ ਦਿੰਨੇ ਆ, ਤੇ ਤੁਸੀਂ ਫੀਲ ਕਰੋਗੇ ਕਿ ਉਹ ਜਿਹੜਾ ਤੁਹਾਡਾ ਜਿਹੜਾ ਉਹ ਸਟ੍ਰੈਸ ਨਿਕਲ ਗਿਆ ਤੇ ਤੁਸੀਂ ਫਿਰ ਤੋਂ ਦੁਬਾਰਾ ਫਰੈਸ਼ ਹੋ ਗਏ ਹੋ। ਤੇ ਬੈਸਟ ਤਾਂ ਇਹੋ ਹੀ ਆ ਕਿ ਸਾਹ ਨੂੰ ਬਾਹਰ ਕੱਢੋ ਤੇ ਤੁਸੀਂ ਫੀਲ ਕਰੋਗੇ ਕਿ ਨੈਗੇਟਿਵਿਟੀ ਵੀ ਜਿਹੜੀ ਆ ਉਹ ਬਾਹਰ ਨਿਕਲ ਗਈ ਹੈ। ਤੇ ਜੇ ਤੁਸੀਂ ਥੋੜੀ ਦੇਰ 2-4 ਮਿੰਟ ਵਾਕ ਕਰ ਸਕਦੇ ਹੋ ਤੇ ਕਰ ਸਕਦੇ ਹੋ। ਤੇ ਹੋਰ ਇਹਦੀਆਂ 1-2 ਟੈਕਨੀਕ ਜਿਹੜੀਆਂ ਹੈਗੀਆਂ ਉਹ ਥੋੜੀਆਂ ਜਿਹੀਆਂ ਉਹ ਅਲੱਗ ਹੈਗੀਆਂ, ਜੀ, ਪਰ ਉਹ ਵੀ ਤੁਸੀਂ ਜੇ ਉਹ ਕਰਨੀਆਂ ਤੇ ਉਹਦੇ ਵਿੱਚ ਉਹ ਤੁਸੀਂ ਕਰ ਸਕਦੇ ਹੋ। ਜੀ, ਉਹਦੇ ਵਿੱਚ ਅਸੀਂ ਇੱਕ ਟੈਕਨੀਕ ਜਿਹੜੀ ਉਹ ਕਰਵਾਈ ਦੀ ਆ, ਪਰ ਉਹ ਤੁਸੀਂ ਇਕੱਲੇ ਵੀ ਕਰ ਸਕਦੇ ਹੋ। ਜੀ, ਉਹਦੇ 'ਚ ਜਿਬਰਿਸ਼ ਉਹਨੂੰ ਕਹਿੰਦੇ ਆ, ਜਿਬਰਿਸ਼। ਹਾਂ ਜਿਬਰਿਸ਼ ਜਿਹੜੀ ਆ ਨਾ ਜੀ, ਉਹ ਸ਼ਹਿਬਾਜ਼ੀ ਇੱਕ ਕਹਿੰਦੇ ਆ ਕਿ ਕੋਈ ਜੱਬਾਰ ਰਿਸ਼ੀ ਸੀ। ਜੀ, ਤੇ ਜੱਬਾਰ ਰਿਸ਼ੀ ਜਿਹੜਾ ਸੀ ਉਹਦੇ ਕੋਲ ਜਦੋਂ ਕੋਈ ਜਾਂਦਾ ਸੀ, ਉਹਦੇ ਜਿਹੜੇ ਡਿਸਾਈਪਲ ਸੀ, ਚੇਲੇ ਜਾਂਦੇ ਸੀ, ਤੇ ਉਹ ਕੁਛ ਉਹਨਾਂ ਦੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਨਹੀਂ ਸੀ ਦਿੰਦੇ ਹੁੰਦੇ ਰਿਸ਼ੀ ਜਿਹੜੇ ਸੀ। ਜੀ, ਕਿ ਉਹ ਜਦੋਂ ਕੋਈ ਜਾਂਦਾ ਸੀ ਤੇ ਉਹ ਊਲ ਜਲੂਲ ਬੋਲਣਾ ਸ਼ੁਰੂ ਕਰ ਦਿੰਦੇ ਸੀ। ਅੱਛਾ ਜੀ, ਤੇ ਕੋਈ ਸਵਾਲ ਨਹੀਂ ਸੀ ਦੱਸਦੇ ਤੁਹਾਨੂੰ, ਤੇ ਉਹ ਤੁਸੀਂ ਚਾਹੇ ਕੁਛ ਵੀ ਲਓ ਤੇ ਉਹਨਾਂ ਨੇ ਊਲ ਜਲੂਲ ਬੋਲਣਾ ਜਿਹਦਾ ਮਤਲਬ ਕੋਈ ਨਹੀਂ ਸੀ, ਕੋਈ ਮਤਲਬ ਨਹੀਂ ਸੀ। ਹੈਨਾ, ਤੇ ਕੋਈ ਮਤਲਬ ਨਹੀਂ ਹੁੰਦਾ। ਜੀ, ਤੇ ਉਸ ਲੋਕਾਂ ਨੇ ਜਦੋਂ ਹੌਲੀ ਦੇਖਿਆ ਕਿ ਵੀ ਉਹ ਉੱਥੇ ਜਾ ਕੇ ਬੈਠੇ ਆ ਤੇ ਉਹਨਾਂ ਨੂੰ ਵੀ ਉਸ ਚੀਜ਼ ਦਾ ਨਸ਼ਾ ਹੋਇਆ, ਤੇ ਉਹ ਲੋਕਾਂ ਨੇ ਵੀ ਬੋਲਣਾ ਸ਼ੁਰੂ ਕਰਤਾ। ਤੇ ਉਹ ਜਦੋਂ ਰਿਸ਼ੀ ਬੋਲਦਾ ਸੀ ਤੇ ਲੋਕੀ ਵੀ ਬੋਲਦੇ ਸੀ, ਤੇ ਜਦੋਂ ਵਾਪਸ ਆਉਂਦੇ ਸੀ ਤੇ ਹਲਕੇ ਹੋ ਜਾਂਦੇ ਸੀ। ਅੱਛਾ ਤੇ ਜੀ, ਉਸ ਟੈਕਨੀਕ ਤੋਂ ਇੱਕ ਜਿਹੜੀ ਆ ਵਿਧੀ ਆ ਉਹਦਾ
ਜਨਮ ਹੋਇਆ, ਜਿਹਨੂੰ ਅਸੀਂ ਜਿਬਰਿਸ਼ ਕਹਿੰਦੇ ਆ। ਜਿਬਰਿਸ਼, ਠੀਕ ਹੈ ਜੀ। ਜਿਬਰਿਸ਼ ਦੇ ਵਿੱਚ ਅਸੀਂ ਊਲ ਜ਼ਰੂਰ ਬੋਲਣਾ ਹੁੰਦਾ। ਤੁਸੀਂ ਅੱਖਾਂ ਬੰਦ ਕਰਕੇ ਜੀ ਥੋੜੀ ਦੇਰ ਲਈ ਆਪਣਾ ਨਾ ਸਪੀਡਲੀ ਬੋਲਣਾ ਹੁੰਦਾ, ਬਹੁਤ, ਜਿਹਦਾ ਮੀਨਿੰਗਲੈਸ ਸ਼ਬਦ ਬੋਲਣੇ ਹੁੰਦੇ, ਜਿਨ੍ਹਾਂ ਦਾ ਮਤਲਬ ਕੋਈ ਨਾ ਹੋਵੇ। ਜੀ, ਠੀਕ ਹੈ ਜਿੱਦਾਂ ਜੀ। ਮੈਂ ਹੁਣ ਸ਼ਬਦ ਬੋਲਣੇ ਆ ਕਿ ਮੈਂ ਜੇ ਕਹਾਂ ਕਿ ਜਲੰਧਰ, ਕਪੂਰਥਲਾ, ਪੰਜਾਬ, ਕੰਪਿਊਟਰ, ਟੇਬਲ, ਹੈ ਨਾ, ਇਹਨਾਂ ਦਾ ਜੀ ਤੇ ਮਤਲਬ ਆ। ਜੀ, ਤੇ ਜੇ ਮੈਂ ਕੋਈ ਸ਼ਬਦ ਇਦਾਂ ਦੇ ਬੋਲਣਾ ਕਿ ਜਿਨ੍ਹਾਂ ਦਾ ਕੋਈ ਮਤਲਬ ਮਤਲਬ ਨਹੀਂ ਨੂੰ ਹੈਗਾ ਨਿਕਲਦਾ। ਤੇ ਸਪੀਡ ਨਾਲ ਬੋਲਣਾ ਤੇ ਉਨੀ ਦੇਰ ਮਨ ਨਹੀਂ ਆਊਗਾ। ਜੀ, ਕਿ ਜੇ ਮੈਂ ਟੇਬਲ ਬਾਰੇ ਸੋਚਾਂ ਤੇ ਮੇਰਾ ਮਨ ਆ ਧਿਆਨ ਗਿਆ ਕਿ ਟੇਬਲ ਵੱਲ। ਟੇਬਲ ਆ। ਜੀ ਜਲੰਧਰ ਸੋਚਾਂ ਤੇ ਜਲੰਧਰ ਪਹੁੰਚ ਗਿਆ ਮੈਂ। ਜੀ ਤੇ ਜੇ ਮੈਂ ਬੋਲਾਂ ਇਦਾਂ ਦੀ ਭਾਸ਼ਾ ਕਿ ਜਿਹਦੇ ਵਿੱਚ ਮੀਨਿੰਗਲੈਸ ਸ਼ਬਦ ਹੋਣ, ਤੇ ਉਹ ਤੁਸੀਂ ਦੇਖੋਗੇ ਕਿ 2-3 ਮਿੰਟ 4 ਮਿੰਟ ਕਰਨ ਨਾਲ ਹੀ ਜੀ ਕਿ ਉਹ ਤੁਸੀਂ ਹਲਕੇ ਬੋਲੋਗੇ ਨਾ। ਜੀ ਅੱਖਾਂ ਬੰਦ ਕਰੋ ਤੇ 2-3 ਮਿੰਟ ਇਦਾਂ ਦੇ ਸ਼ਬਦ ਬੋਲੋ ਜਿਨ੍ਹਾਂ ਦਾ ਮਤਲਬ ਕੋਈ ਨਹੀਂ, ਜੀ, ਤੇ ਤੁਸੀਂ ਫੀਲ ਕਰੋਗੇ ਕਿ ਉਹ ਨਿਕਲ ਗਿਆ ਤੁਸੀਂ ਬਾਹਰ। ਬੈਸਟ ਜਿਹੜੀ ਟੈਕਨੀਕ ਉਹ ਜਿਬਰਿਸ਼ ਆ। ਠੀਕ ਹੈ ਜੀ। ਹਾਂਜੀ ਦੋਸਤੋ ਦੇਖੋ ਕਿੰਨਾ ਖੂਬਸੂਰਤ, ਕਿੰਨਾ ਸਰਲ, ਕਿੰਨਾ ਸੌਖਾ, ਕਿੰਨਾ ਸੁੰਦਰ ਤਰੀਕਾ ਆ, ਟਿਕਾਊ ਉਹ ਵੀ, ਬਿਲਕੁਲ। ਕਿ ਅਸੀਂ ਘਰ ਬੈਠੇ ਹੀ 2-4 ਮਿੰਟ ਦੇ ਵਿੱਚ ਆਪਣੇ ਆਪ ਨੂੰ ਜਿੰਨਾ ਚਿਰ ਬਿਲਕੁਲ ਤੁਸੀਂ ਰਿਲੈਕਸ। ਆਪਣੀ ਮੌਜ ਆ ਤੁਹਾਡੀ, 1 ਮਿੰਟ 2 ਮਿੰਟ 10 ਮਿੰਟ। ਜੀ ਔਰ ਜੇ ਤੁਸੀਂ ਇਕੱਲੇ ਆਪਣੇ ਕਮਰੇ 'ਚ ਹੈਗੇ ਹੋ, ਤੁਹਾਨੂੰ ਲੱਗਦਾ ਕਿ ਟੈਨਸ਼ਨ ਜ਼ਿਆਦਾ ਵਾ, ਸਟ੍ਰੈਸ ਜ਼ਿਆਦਾ ਵੱਧ ਗਈ ਆ, ਦਿਮਾਗ ਫਟਦਾ ਪਿਆ, ਵਿਚਾਰ ਜ਼ਿਆਦਾ ਆਉਂਦੇ ਪਏ ਆ, ਜੀ ਆਪਣੇ ਬੈੱਡ ਤੇ ਬੈਠੋ ਤੇ ਅੱਖਾਂ ਬੰਦ ਕਰੋ ਤੇ ਜਦੋਂ ਤੁਸੀਂ ਬੋਲੋਗੇ ਤੇ ਆਪਣੀ ਬੋਡੀ ਨੂੰ ਜਿਹੜਾ ਨਾ ਉਹ ਮੂਵ ਕਰਨ ਦੇ ਜਿੱਦਾਂ ਜੀ ਉਹ ਕਰਨੀ ਚਾਹੁੰਦੀ ਆ। ਜੀ ਤੇ 5-7 ਮਿੰਟ ਕਰਕੇ ਤੇ ਉਹ ਇੱਕਦਮ ਅੱਖਾਂ ਬੰਦ ਕਰਕੇ ਲੇਟ ਜਾਓ ਤੇ ਉਹ ਤੁਸੀਂ ਜਦੋਂ ਉੱਠੋਗੇ ਕਿ ਰੀਫਰੈਸ਼ ਉੱਠੋਗੇ, ਕਿ ਬਿਲਕੁਲ ਤਰੋ ਤਾਜ਼ਾ ਹੋ ਕੇ ਉੱਠੋਗੇ। ਜੀ ਦੇਖੋ ਕਿੰਨੀ ਖੂਬਸੂਰਤ ਵਿਧੀ ਹੈ, ਕਿੰਨਾ ਸੋਹਣਾ ਤਰੀਕਾ ਹੈ ਕਿ ਅਸੀਂ ਆਪਣੇ ਸਟ੍ਰੈਸ ਨੂੰ, ਆਪਣੀ ਟੈਨਸ਼ਨ ਨੂੰ ਇਹ ਇੱਕ ਖੂਬਸੂਰਤ ਤਰੀਕੇ ਦੇ ਨਾਲ ਵੀ ਖਤਮ ਕਰ ਸਕਦੇ ਹਾਂ। ਤੇ ਇਹੀ ਗੱਲਾਂ ਦੱਸਣ ਵਾਸਤੇ ਅਸੀਂ ਡਾਕਟਰ ਸਾਹਿਬ ਨੂੰ ਇੱਥੇ ਜਦੋਂ ਬੁਲਾਇਆ। ਆਪਾਂ ਮਾਈਂਡ 'ਚ ਹੁੰਦੇ ਆ ਨਾ, ਤੇ ਮਾਈਂਡ 'ਚ ਹੁੰਦੇ ਆ ਤੇ ਮੀਨਸ ਮਾਈਂਡ 'ਚ ਫਸੇ ਹੁੰਦੇ ਆ। ਜੀ ਤੇ ਇਹ ਜਿਹੜੀ ਟੈਕਨੀਕ ਆ ਇਹਨੂੰ ਨੋ ਮਾਈਂਡ ਕਹਿੰਦੇ ਆ। ਜੀ ਕਿ ਮਾਈਂਡ ਤੋਂ ਬਿਯੋਂਡ ਚਲੇ ਜਾਣਾ, ਮਨ ਤੋਂ ਪਾਰ ਚਲੇ ਜਾਣਾ। ਜੀ ਮਨ ਤੋਂ ਜੀ ਪਾਰ ਉਦਾਂ ਤੁਸੀਂ ਜਾ ਨਹੀਂ ਸਕਦੇ, ਜੀ ਬਿਲਕੁਲ ਹੈ ਨਾ। ਜੀ ਜੇ ਤੁਸੀਂ ਕੋਸ਼ਿਸ਼ ਵੀ ਕਰੋਗੇ ਤੇ ਮਨ 'ਚ ਹੀ ਰਹਿਣਾ ਵਾ ਨਾ। ਜੀ ਤੇ ਜਦੋਂ ਆਪਾਂ ਮਨ ਨੂੰ ਮੌਕਾ ਹੀ ਨਹੀਂ ਦੇਣਾ, ਇੱਕ ਸ਼ਬਦ ਬੋਲਣਾ ਵਾ ਤੇ ਉਸ ਤੋਂ ਪਹਿਲਾਂ ਦੂਜਾ ਸ਼ਬਦ ਉਹ ਉੱਪਰ ਚੜ ਜਾਂਦਾ ਜਦੋਂ, ਜੀ ਜੀ ਹੈ ਨਾ। ਜੇ ਮੈਂ ਫਟਾਫਟ ਬੋਲਣਾ ਗਾੜੀ ਗਲਬਾਲ ਕਿਪਨੇ ਬਲੀ ਮਤਲਬ ਇਹਦਾ ਮਤਲਬ ਕੋਈ ਨਹੀਂ ਹੈਗਾ ਨਾ। ਜੀ ਜੀ ਤੇ ਉਹ ਇੱਕ ਸ਼ਬਦ ਬੋਲਿਆ ਤੇ ਦੂਸਰਾ ਉਹਦੇ ਉੱਪਰ ਚੜ ਗਿਆ, ਤੇ ਮਨ ਕਿੱਥੋਂ ਆਇਆ? ਮਨ ਤੇ ਗੈਪ ਦੇ ਵਿੱਚ ਆਉਂਦਾ ਨਾ। ਗੈਪ ਚ ਆਉਂਦਾ ਜੀ, ਹਾਂ, ਬਿਲਕੁਲ ਇਸ ਕਰਕੇ ਇਹ ਟੈਕਨੀਕ ਜਿਹੜੀ ਆ ਅਪਣਾਈ ਜਾ ਸਕਦੀ, ਕੋਈ ਵੀ ਕਰ ਸਕਦਾ। ਜੀ। ਡਾਕਟਰ ਸਾਹਿਬ ਇਹਦਾ ਮਤਲਬ ਵੀ ਹਰ ਬਿਮਾਰੀ ਦਾ ਇਲਾਜ ਦਵਾਈ ਨਹੀਂ ਹੁੰਦਾ। ਮੈਂ ਤਾਂ ਕੋਸ਼ਿਸ਼ ਇਹੋ ਕਰਦਾ ਕਿ ਦਵਾਈ ਤੋਂ ਪਹਿਲਾਂ ਜਿਹੜਾ ਉਹ ਇਲਾਜ ਹੋ ਜਾਵੇ, ਹੋ ਬਾਰੋ ਜਾਵੇ। ਬਾਰੀ ਇਲਾਜ ਹੋ ਜਾਵੇ। ਜਿੰਨੀ ਮਿਨੀਮਮ ਦਵਾਈ ਦੀ ਲੋੜ ਆ ਨਾ। ਜੀ ਵੈਸੇ ਹੋਮਿਓਪੈਥੀ ਦੇ ਵਿੱਚ ਤਾਂ ਅਸੀਂ ਜਿਹੜਾ ਸਾਡਾ ਇੱਕ ਕਾਰਡੀਨਲ ਪ੍ਰਿੰਸੀਪਲ ਆ ਕਿ ਸਿੰਗਲ ਡੋਜ਼ ਦੇਣੀ ਹੁੰਦੀ ਹੈ, ਸਿੰਗਲ ਮੈਡੀਸਨ ਦੇਣੀ ਹੁੰਦੀ ਆ। ਜੀ ਠੀਕ ਆ, ਟ੍ਰੈਂਡ ਚੱਲਦਾ ਪਿਆ, ਜ਼ਿਆਦੀਆਂ ਦਵਾਈਆਂ ਵੀ ਦੇਈਦੀਆਂ ਜਿੱਥੇ ਲੋੜ ਪੈਂਦੀ ਆ। ਜੀ ਤੇ ਉਹ ਮੀਨਸ ਮਿਨੀਮਮ ਮੈਡੀਸਨ, ਜੀ ਔਰ ਜਿਹੜੀ ਦਵਾਈ ਹਾਰਮ ਨਾ ਕਰੇ। ਜੀ ਠੀਕ ਹੈ ਜੀ। ਬਾਕੀ ਸਿਸਟਮ ਹੀ ਆ ਜਿਹੜੇ ਉਹਨਾਂ ਦੇ ਵਿੱਚ ਵੀ ਸਿਖਾਇਆ ਤਾਂ ਇਹੋ ਜਾਂਦਾ। ਐਥੀਕਲ ਪ੍ਰੈਕਟਿਸ ਜਿਹੜੀ ਆ ਜੀ ਉਹ ਸਾਨੂੰ ਸਿਖਾਈ ਮੈਡੀਕਲ ਕਾਲਜਾਂ ਦੇ ਵਿੱਚ ਇਹੋ ਜਾਂਦੀ ਆ ਕਿ ਥੋੜੀ ਦਵਾਈ ਨਾਲ ਬਹੁਤਾ ਫਾਇਦਾ, ਬਹੁਤਾ ਫਾਇਦਾ ਹਨਾ। ਜੀ ਤੇ ਜਿਹੜੇ ਬੰਦੇ ਕੁਐਕਸ ਹੈਗੇ ਆ, ਜਾਂ ਜਿਹੜੇ ਕੁਆਲੀਫਾਈਡ ਨਹੀਂ ਹੈਗੇ, ਜੀ ਜਾਂ ਜਿਹੜੇ ਪ੍ਰੋਫੈਸ਼ਨ ਨਾਲ ਨਿਆਂ ਨਹੀਂ ਕਰਦੇ, ਜੀ। ਉਹ ਬਹੁਤੀਆਂ ਦਵਾਈਆਂ ਨਾਲ ਥੋੜਾ ਫਾਇਦਾ ਕਰਦੇ, ਕਿਉਂਕਿ ਉਹਨਾਂ ਨੇ ਬਹੁਤੀਆਂ ਦਵਾਈਆਂ ਦੇਣ ਨਾਲ ਨੁਕਸਾਨ ਜ਼ਿਆਦਾ ਹੋ ਜਾਂਦਾ, ਨੁਕਸਾਨ ਜ਼ਿਆਦਾ ਹੋ ਸਾਈਡ ਜਾਂਦਾ ਇਫੈਕਟ ਜ਼ਿਆਦਾ, ਜੀ, ਬਿਲਕੁਲ ਜੀ। ਹਨਾ। ਤੇ ਅਰਚਿਤ ਮਹਾਜਨ ਜੀ, ਮੇਰਾ ਖਿਆਲ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ। ਤੇ ਕੋਸ਼ਿਸ਼ ਕਰੋ ਕਿ ਜੇ ਤੁਹਾਨੂੰ ਰੱਬ ਨਾ ਕਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤੇ ਡਾਕਟਰ ਸਾਹਿਬ ਦੀ ਦੱਸੀ ਹੋਈ ਵਿਧੀ ਮੁਤਾਬਕ ਬੈੱਡ ਉੱਪਰ ਬੈਠ ਕੇ 1-2 ਮਿੰਟ ਲਈ ਆਪਣੇ ਧਿਆਨ ਨੂੰ ਬਾਕੀ ਚੀਜ਼ਾਂ ਤੋਂ ਹਟਾ ਕੇ ਬਿਲਕੁਲ ਇੱਕ ਖੁਸ਼ੀ ਵੱਲ ਜ਼ਰੂਰ ਆਪਣਾ ਧਿਆਨ ਲਾਓ। ਤੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਆਕਸੀਜਨ ਜ਼ਿਆਦਾ ਅੰਦਰ ਖਿੱਚਣੀ ਹੈ ਤੇ ਪੂਰੀ ਦੀ ਪੂਰੀ ਬਾਹਰ ਕਾਰਬਨ ਡਾਈਆਕਸਾਈਡ ਛੱਡਣੀ ਹੈ। ਕਿੰਨਾ ਖੂਬਸੂਰਤ ਤਰੀਕਾ ਐਕਸਪੀਰੇਸ਼ਨ ਤੇ ਜ਼ੋਰ ਆ ਜੀ, ਤੇ ਕਿੰਨਾ ਸੋਹਣਾ ਤੇ ਕਿੰਨਾ ਸੌਖਾ ਤਰੀਕਾ ਕਿ ਅਸੀਂ ਆਪਣੀ ਤਣਾਅ ਨੂੰ, ਆਪਣੀ ਟੈਨਸ਼ਨ ਨੂੰ ਖਤਮ ਕਰ ਸਕਦੇ ਹਾਂ। ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਕੁਲਵਿੰਦਰ ਕੌਰ ਕਹਿ ਰਹੇ ਨੇ ਜੀ ਬਹੁਤ ਯੂਜ਼ਫੁਲ ਚਰਚਾ ਜੀ, ਸ਼ੁਕਰੀਆ ਜੀ। ਜਸਪਿੰਦਰ ਮਠਾੜੂ ਜੀ ਜੁੜੇ ਨੇ, ਕਹਿੰਦੇ ਨੇ ਜੀ ਬਹੁਤ ਵਧੀਆ ਵਿਚਾਰ ਹਨ ਅੱਜ ਦੀ ਜਨਰੇਸ਼ਨ ਵਾਸਤੇ। ਜੀ ਬਿਲਕੁਲ ਜਸਪਿੰਦਰ ਜੀ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਡਾਕਟਰ ਸਾਹਿਬ ਦੇ ਜ਼ਰੀਏ ਵੱਧ ਤੋਂ ਵੱਧ ਗੱਲਾਂ, ਯੂਜ਼ਫੁਲ ਗੱਲਾਂ, ਸਾਰਥਕ ਗੱਲਾਂ ਜਿਹੜੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਨਰਿੰਦਰ ਬਾਠ ਜੀ ਕਹਿ ਰਹੇ ਨੇ ਕਿ ਮੈਂ ਅੱਜ ਵੀ 40 ਸਾਲ ਦੀ ਉਮਰ ਵਿੱਚ ਟੌਮ ਤੇ ਜੈਰੀ, ਚਾਰਲੀ ਚੈਪਲਨ ਤੇ ਸੰਗੀਤ ਸੁਣ ਕੇ ਮਾਨਸਿਕ ਰਾਹਤ ਮਹਿਸੂਸ ਕਰਦਾ ਹਾਂ ਜੀ। ਬਹੁਤ ਪਿਆਰੀ ਗੱਲ ਹੈ ਜੀ। ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹ ਇੱਕ ਪੈਥੀ ਆ, ਇੱਕ ਤਰੀਕਾ ਹੈਗਾ ਵਾ ਬਿਮਾਰੀਆਂ ਨੂੰ ਠੀਕ ਕਰਨ ਦਾ। ਜੀ ਕਿ ਸੰਗੀਤ ਜਿਹੜਾ ਵੀ ਤੁਹਾਨੂੰ ਸੰਗੀਤ ਪਸੰਦ ਆ, ਜੀ ਜਦੋਂ ਤੁਸੀਂ ਟੈਨਸ਼ਨ 'ਚ ਹੁੰਦੇ ਹੋ ਤੇ ਤੁਸੀਂ ਉਹ ਸੰਗੀਤ ਲਾ ਲਓ ਤੇ ਉਹ ਤੁਸੀਂ ਫੀਲ ਕਰੋਗੇ ਕਿ ਤੁਹਾਨੂੰ ਹੀਲ ਕਰ ਰਿਹਾ। ਜੀ ਬਿਲਕੁਲ। ਚਾਹੇ ਉਹ ਸੂਫੀ ਮਿਊਜ਼ਿਕ ਆ, ਚਾਹੇ ਉਹ ਸ਼ਬਦ ਆ, ਚਾਹੇ ਭਜਨ ਆ, ਚਾਹੇ ਇੰਸਟਰੂਮੈਂਟਲ ਮਿਊਜ਼ਿਕ ਆ, ਜੀ ਚਾਹੇ ਪੰਛੀਆਂ ਦੀਆਂ ਆਵਾਜ਼ਾਂ ਆ, ਤੇ ਉਹ ਤੁਸੀਂ ਲਾ ਕੇ ਤੇ ਆਪਣੀ ਪਸੰਦ ਆ, ਹਨਾ। ਜੀ ਬਿਲਕੁਲ ਤੁਸੀਂ ਜੀ ਫੀਲ ਕਰੋਗੇ ਕਿ ਬਾਅਦ 'ਚ ਉਹ ਸੁਣਨ ਤੋਂ ਬਾਅਦ ਤੁਸੀਂ ਹਲਕੇ ਹੋ ਗਏ। ਜੀ। ਨਵਗੀਤ ਕੌਰ ਕਹਿੰਦੇ ਨੇ ਜੀ ਠੀਕ ਕਿਹਾ ਡਾਕਟਰ ਸਾਹਿਬ, ਬਿਮਾਰੀ ਦਿਮਾਗ ਵਿੱਚ ਹੁੰਦੀ ਹੈ ਪਹਿਲਾਂ, ਬਾਕੀ ਬਾਅਦ ਵਿੱਚ ਉਹ ਫੈਲਦੀ ਹੈ, ਪਹਿਲਾਂ ਦਿਮਾਗ ਵਿੱਚ ਆਉਂਦੀ। ਬਿਲਕੁਲ ਠੀਕ ਹੈ ਜੀ। ਕੋਮਲ ਸਿੱਧੂ ਕਹਿ ਰਹੇ ਨੇ ਜੀ ਅੱਜ ਕੱਲ੍ਹ ਟੀਨੇਜਰ ਸਟ੍ਰੈਸ ਕਰਕੇ ਸੁਸਾਈਡ ਬਹੁਤ ਕਰਦੇ ਨਾ, ਉਹਨਾਂ ਲਈ ਕੁਝ ਪਲੀਜ਼। ਜੀ
ਸੁਸਾਈਡ ਜਿਹੜਾ ਕਰਦੇ ਆ ਨਾ ਜੀ, ਉਹ ਪਾਈਲ ਅਪ ਹੋ ਜਾਂਦੀ ਹੈ ਨਾ ਜੀ, ਜਿਹੜਾ ਉਹ ਟੈਨਸ਼ਨ ਉਹਨਾਂ ਦਾ ਆਊਟਲੈਟ ਨਿਕਲਦਾ ਨਹੀਂਗਾ, ਜੀ। ਤੇ ਤਾਂ ਹੀ ਕਰਦੇ। ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ, ਆਪਣੀ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੇ। ਤੇ ਜੇ ਉਹ ਚਲੋ ਹਰ ਜਗ੍ਹਾ ਜਿੱਦਾਂ ਹੁਣ ਮੈਟਰੋਪੋਲੀਟਨ ਸਿਟੀਜ਼ ਹੈਗੇ ਆ, ਉੱਥੇ ਜਾ ਕੇ ਆਪਾਂ ਦੇਖੀਏ ਕਿ ਜੰਗਲ ਤੋਂ ਉੱਥੇ ਦੂਰ ਆ ਬਹੁਤ ਜ਼ਿਆਦਾ, ਜੀ ਪਰ ਉਹ ਇਹ ਆ ਕਿ ਜੇ ਉਹ ਉੱਥੇ ਨਹੀਂ ਜਾ ਸਕਦੇ, ਬਾਹਰ ਪਹਾੜਾਂ ਤੇ ਨਦੀਆਂ ਤੇ ਨਹੀਂ ਜਾ ਸਕਦੇ, ਸੰਗੀਤ ਨਾਲ ਜੁੜ ਸਕਦੇ ਆ। ਜੀ ਤੇ ਸੰਗੀਤ ਨਾਲ ਜੁੜਨਾ ਵੀ ਓਨਾ ਹੀ ਲਾਹੇਵੰਦ ਹੋਊਗਾ। ਜੀ ਜਦੋਂ ਤੁਸੀਂ ਸੰਗੀਤ ਆਪਣੀ ਪਸੰਦ ਦਾ ਤੁਸੀਂ ਡਾਊਨਲੋਡ ਕਰ ਸਕਦੇ ਹੋ, ਉਹ ਸੁਣੋਗੇ ਤੇ ਹੌਲੀ ਹੌਲੀ ਸੰਗੀਤ ਜਿਹੜਾ ਵਾ ਉਹ ਤੁਹਾਨੂੰ ਹੀਲ ਕਰੂਗਾ। ਕਿ ਪਹਿਲੇ ਜ਼ਮਾਨੇ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਕੋਈ ਸੰਗੀਤজ্ঞ ਹੈ ਜਿਹੜਾ ਉਹ ਆਪਣੇ ਵਜਾਉਂਦਾ ਸੀ, ਵੀਣਾ ਵਜਾਉਂਦਾ ਸੀ ਜਾਂ ਕੋਈ ਸਿਤਾਰ ਵਜਾਉਂਦਾ ਸੀ, ਤੇ ਪਸ਼ੂ ਪੰਛੀ ਆਣ ਕੇ ਬੈਠ ਜਾਂਦੇ ਉਹ ਸੀ। ਬੈਠ ਜਾਂਦੇ ਸੀ। ਜੀ ਹੁਣ ਵੀ ਇਹ ਰਿਸਰਚ ਹੋਈ ਆ ਕਿ ਆਪਣੇ ਜਿਹੜੇ ਇੱਕ ਸੰਗੀਤজ্ঞ ਹੈਗੇ ਆ ਗਿਟਾਰ ਦੇ, ਜਿਨ੍ਹਾਂ ਦੀ ਡੈਥ ਹੋ ਚੁੱਕੀ ਆ, ਉਹਨਾਂ ਦੀ ਬੇਟੀ ਵੀ ਆ, ਮੈਨੂੰ ਯਾਦ ਨਹੀਂ ਉਹਨਾਂ ਦਾ, ਜੀ ਤੇ ਉਹਨਾਂ ਨੇ ਇੱਕ ਐਕਸਪੈਰੀਮੈਂਟ, ਇੱਕ ਪ੍ਰਯੋਗ ਕੀਤਾ ਸੀ ਕਿ ਉਹਨਾਂ ਨੇ ਉਹ ਸਿਤਾਰ ਵਜਾਈ ਸੀ, ਜੀ ਤੇ ਉਹ ਇੱਕ ਕਿਆਰੀ ਦੇ ਵਿੱਚ ਜਿਹੜੇ ਸੀ ਉਹ ਫੁੱਲ ਸੀ ਜਾਂ ਬੂਟੇ ਸੀ ਜਿਹੜੇ ਆ, ਉਹ ਉਹਨਾਂ ਨੇ ਲਾਤੇ, ਦੂਜੇ ਪਾਸੇ ਸਾਊਂਡ ਉਹਨਾਂ ਦੀ ਨਹੀਂ ਸੀ ਜਾ ਰਹੀ। ਜੀ ਤੇ ਉਹਨਾਂ ਨੇ ਕੁਝ ਦਿਨ ਲਗਾਤਾਰ ਜਦੋਂ ਸੰਗੀਤ ਆਪਣਾ ਵਜਾਇਆ, ਜਦੋਂ ਸਿਤਾਰ ਵਜਾਈ ਜਦੋਂ, ਤੇ ਉਹ ਦੇਖਿਆ ਕਿ ਜਿਹੜੇ ਪੌਦਿਆਂ ਨੂੰ ਜਿਹੜਾ ਵਾ ਉਹ ਸੰਗੀਤ ਸੁਣਦਾ ਸੀ, ਉਹ ਉਧਰ ਨੂੰ ਝੁਕੇ ਹੋਏ ਸੀ। ਚੁੱਕਿਆ ਜੀ, ਕੀ ਬਾਤ ਹੈ। ਤੇ ਈਵਨ ਜੇ ਪੌਦੇ ਜਿਹੜੇ ਆ ਇਹ ਫੀਲ ਕਰ ਸਕਦੇ ਆ, ਤੇ ਬੰਦਾ ਕਿਉਂ ਨਹੀਂ ਕਰ ਸਕਦਾ, ਇਨਸਾਨ ਕਿਉਂ ਨਹੀਂ ਕਰ ਸਕਦਾ। ਜੀ ਬਿਲਕੁਲ ਜੀ, ਤੇ ਗੱਲ ਇਹ ਤੁਹਾਡੀ ਸਹੀ ਚੀਜ਼ਾਂ ਹੈ। ਜਿਹੜੀਆਂ ਇਹ ਤੁਸੀਂ ਜੇ ਪ੍ਰੈਕਟੀਕਲੀ ਕਰਕੇ ਦੇਖੋਗੇ ਜੀ ਤੇ ਬਿਲਕੁਲ ਉਹਦੇ ਨਾਲ ਤੁਹਾਨੂੰ ਫਰਕ ਪਊਗਾ। ਜੀ। ਤੇ ਜੇ ਇਹਦਾ ਤੁਸੀਂ ਸਬਸਟੀਟਿਊਟ ਲੱਭੋਗੇ ਕਿ ਕਿਸੇ ਨੇ ਕਾਫੀ ਪੀ ਲਈ ਆ ਤੇ ਉਹ ਲੱਗੇ ਕਿ ਮੈਨੂੰ ਹਲਕਾ ਹੋ ਗਿਆ, ਉਹ ਟੈਂਪਰੇਰੀ ਫਰਕ ਪੈ ਜਾਊਗਾ। ਚਾਹ ਪੀ ਲਈ ਆ ਜਾਂ ਕਿਸੇ ਨੇ ਡਰਿੰਕ ਲੈ ਲਈ ਆ, ਜੀ ਹੈ ਨਾ, ਜਾਂ ਕੋਈ ਇਹੋ ਜਿਹਾ ਕੋਈ ਇੰਟੌਕਸੀਕੈਂਟਸ ਜਿਹੜੇ ਆ, ਸੈਡੇਟਿਵ ਟ੍ਰੈਂਕੁਲਾਈਜ਼ਰ ਲੈ ਲਏ ਆ, ਜੀ ਤੇ ਉਹ ਤੁਹਾਨੂੰ ਟੈਂਪਰੇਰੀ ਫਰਕ ਪਾਉਣਗੇ ਤੇ ਉਹ ਰਾਹਤ ਨਹੀਂ ਦੇਣਗੇ। ਰਾਹਤ ਜਾਂ ਤੁਹਾਨੂੰ ਜਿਹੜੀ ਆ ਉਹ ਤੁਹਾਡੇ ਅੰਦਰੋਂ ਹੀ ਆਵੇ ਤਾਂ ਹੀ ਹੈ ਨਾ। ਜੀ ਬਿਲਕੁਲ ਮਿਊਜ਼ਿਕ ਜਿਹੜਾ ਸਭ ਤੋਂ ਵਧੀਆ ਸੰਗੀਤ ਜਿਹੜਾ ਨਾ, ਜੇ ਤੁਸੀਂ ਵਜਾ ਸਕਦੇ ਹੋ, ਸੁਣ ਸਕਦੇ ਹੋ, ਗਾ ਸਕਦੇ ਹੋ, ਗਾ ਲੈਣਾ ਠੀਕ ਚਾਹੀਦਾ। ਹੈ। ਹਾਂ, ਗਾ ਲੈਣਾ ਚਾਹੀਦਾ ਬਿਲਕੁਲ। ਉਹ ਜਿੱਦਾਂ ਬਾਥਰੂਮ ਸਿੰਗਰ ਵਾਲੀ ਗੱਲ ਆ ਕਿ ਉਹ ਸਾਰਿਆਂ ਨੂੰ ਹੋਣਾ ਹੀ ਚਾਹੀਦਾ। ਜੀ ਤੇ ਉੱਥੇ ਜਾ ਕੇ ਆਪਣਾ ਤੁਸੀਂ ਜਿਹੜਾ ਵਾ ਇਹ ਬੇਸੁਰਾ ਸੰਗੀਤ ਹੀ ਸਹੀ ਭਾਵੇਂ ਉਹ ਤੁਸੀਂ ਕੱਢ ਸਕਦੇ ਹੋ ਨਾ, ਜੀ ਤੇ ਤੁਸੀਂ ਫੀਲ ਕਰੋਗੇ ਕਿ ਉਹ ਤੁਸੀਂ ਹਲਕੇ ਹੋ ਕੇ ਉਹਦੇ ਨਾਲ ਨਾ। ਜੀ ਡਾਕਟਰ ਸਾਹਿਬ, ਮੈਂ ਆਪਣੇ ਸਟ੍ਰੈਸ ਨੂੰ ਘੱਟ ਕਰਨ ਵਾਸਤੇ ਮੈਂ ਪਤਾ ਕੀ ਕਰਦਾ ਹੁੰਦਾ, ਹਾਂਜੀ, ਮੈਂ ਹਾਂਜੀ। ਆਪਣੇ ਬੱਚਿਆਂ ਸਾਹਮਣੇ ਨੱਚਦਾ, ਹਾਂ। ਪਰ ਇੱਕ ਬੰਦਿਆਂ ਵਾਲੇ ਤਰੀਕੇ 'ਚ ਨਹੀਂ, ਇੱਕ ਫਨੀ ਤਰੀਕੇ ਦੇ ਵਿੱਚ ਬਿਲਕੁਲ ਹੋਣਾ ਨੱਚਦਾ ਚਾਹੀਦਾ। ਬੰਦੇ ਵਾਲਾ ਤਰੀਕਾ ਹੀ ਕੋਈ ਨਹੀਂ ਹੈਗਾ। ਜੀ ਜਦੋਂ ਨੱਚਣ ਵਾਲਾ ਨਾ ਜੀ। ਜੀ, ਨੱਚਦਾ ਤੁਸੀਂ ਜਿਹੜਾ ਵੀ ਬੰਦਾ ਨੱਚਦਾ ਵਾ ਨਾ, ਜੀ। ਉਹ ਵਾਈਲਡ ਨਾਚ ਹੀ ਹੁੰਦਾ ਵਾ। ਜੀ। ਮੈਨੂੰ ਯਾਦ ਆ ਕਿ ਮੈਂ ਜਦੋਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਨਾ, ਜੀ। ਤੇ 90 ਦੀ ਗੱਲ ਆ। ਉਸ ਤੋਂ ਪਹਿਲਾਂ ਮੈਂ ਮੰਨਣ ਡੇ ਸਾਹਿਬ ਨੂੰ ਸੁਣਦਾ ਸੀ, ਤੇ ਹੂੰ, ਜਦੋਂ ਹੂੰ। ਇਹਨਾਂ ਦਾ ਮੈਂ ਸੁਣਿਆ ਤੇ ਜੀ। ਮੈਂ ਜਦੋਂ ਪੜ੍ਹਦਾ ਹੁੰਦਾ ਸੀ, ਮੈਂ ਮੰਨਾ ਡੇ ਸਾਹਿਬ ਦੀਆਂ ਜਿਹੜੀਆਂ ਸੀ ਗਾਣੇ ਆ, ਉਹ ਰਿਪੀਟ ਤੇ ਲਾ ਕੇ ਸੁਣਦਾ ਸੀ। ਅੱਜ ਵੀ ਮੈਂ ਜਿਹੜਾ ਸੰਗੀਤ ਆ ਨਾ ਜਦੋਂ ਸੁਣਦਾ, ਜੀ। ਉਹ ਰਿਪੀਟ ਤੇ ਚੱਲਦਾ ਵਾ। ਜੀ, ਇੱਕ ਠੀਕ ਹੈ। 10-10 ਵਾਰੀ ਚੱਲਦਾ ਵਾ ਨਾ। ਠੀਕ ਹੈ ਜੀ। ਤੇ ਮੈਂ ਜਦੋਂ ਨੁਸਰਤ ਸਾਹਿਬ ਦੀਆਂ ਕਵਾਲੀਆਂ ਮੈਨੂੰ ਵਧੀਆ ਲੱਗੀਆਂ, 90 ਦੀ ਗੱਲ ਆ, ਜੀ ਤੇ ਮੈਂ RCF ਦੇ ਵਿੱਚ ਥੋੜਾ ਜੌਬ ਕਰਦਾ ਸੀ, ਕੋਚ ਫੈਕਟਰੀ ਦੇ ਵਿੱਚ। ਜੀ ਤੇ ਉਹ ਮੈਨੂੰ ਇੱਕ ਡਾਕਟਰ ਸੀ ਸਾਡਾ, ਉਹ ਆਇਆ, ਕਹਿੰਦਾ ਤੁਸੀਂ ਵੀ ਨੁਸਰਤ ਸਾਹਿਬ ਨੂੰ ਸੁਣਦੇ? ਮੈਂ ਕਿਹਾ ਸੁਣਦਾ। ਕਹਿੰਦਾ ਸੁਣਦੇ ਹੀ ਹੋਗੇ, ਨੱਚਦੇ ਵੀ ਹੁੰਦੇ ਆ? ਅੱਛਾ ਜੀ, ਠੀਕ ਹੈ ਜੀ। ਮੈਂ ਕਿਹਾ ਜੀ ਹਾਂ, ਮੈਂ ਸੁਣਦਾ ਵਾਂ। ਕਹਿੰਦਾ ਨੱਚਿਆ ਵੀ ਕਰੋ। ਜੀ। ਤੇ ਉਸ ਤੋਂ ਬਾਅਦ ਮੈਂ ਵੀ ਨੱਚਣਾ ਸ਼ੁਰੂ ਕਰਤਾ, ਤੇ ਉਹਦਾ ਮਜ਼ਾ ਹੀ ਲੱਗਾ। ਇਹਦਾ ਮਤਲਬ ਬੇਪਰਵਾਹੇ ਹੋ ਕੇ ਨੱਚਣ ਦੇ ਨਾਲ ਵੀ ਜਿਹੜਾ ਬਿਲਕੁਲ, ਸਾਡਾ ਬਿਲਕੁਲ, ਟੈਨਸ਼ਨ, ਬਿਲਕੁਲ, ਸਾਡੇ ਹਾਂ, ਤਣਾਅ ਜਿਹੜਾ ਹਾਂ। ਘੱਟ ਹੁੰਦਾ। ਜੀ ਉਹ ਦੋਸਤੋ, ਆਪਣੇ ਆਪ ਦੇ ਵਿੱਚ ਹੀ ਇੱਕ ਧਿਆਨ ਆ, ਇੱਕ ਮੈਡੀਟੇਸ਼ਨ ਆ। ਜੀ ਤੇ ਦੋਸਤੋ, ਨਵੀਂ ਗੱਲ ਇੱਕ ਇਹ ਵੀ ਸਿੱਖ ਲਓ, ਇਹ ਵੀ ਯਾਦ ਰੱਖਿਓ ਕਿ ਬੇਪਰਵਾਹੇ ਨੱਚਣ ਦੇ ਨਾਲ ਵੀ ਸਾਡੀ ਜਿਹੜੀ ਆ ਟੈਨਸ਼ਨ ਆ ਉਹ ਘੱਟ ਹੁੰਦੀ ਹੈ, ਬਿਲਕੁਲ ਬਹੁਤ ਘੱਟ ਵਾਈਲਡ ਜਾਂਦੀ ਹੋ ਕੇ, ਹੈ। ਬਿਲਕੁਲ ਬਿਲਕੁਲ ਵਾਈਲਡ ਹੋ ਕੇ ਜੀ। ਹਾਂ। ਨੀਰਮ ਜੋਸਨ ਕਹਿੰਦੇ ਨੇ ਜੀ ਬਿਲਕੁਲ ਸਹੀ ਕਿਹਾ ਜੀ, ਸ਼ੁਕਰੀਆ ਜੀ। ਅਜਮਲ ਸ਼ਰੀਫ ਕਹਿੰਦੇ ਨੇ ਜੀ ਸਹੀ, ਸੁਪਰਬ, ਸ਼ੁਕਰੀਆ ਜੀ। ਨਰਿੰਦਰ ਬਾਤ ਕਹਿੰਦੇ ਨੇ ਜੀ ਮੇਰਾ ਗੀਤ ਤੁਮ ਪੁਕਾਰ ਲੋ, ਹੇਮੰਤ ਕੁਮਾਰ ਜੀ ਦਾ ਗੀਤ ਸੁਣਾਓ ਜੀ। ਜੀ ਕੋਸ਼ਿਸ਼ ਕਰਾਂਗੇ, ਜ਼ਰੂਰ ਸੁਣਾਵਾਂਗੇ ਜੀ। ਇਹ ਮਨਜ਼ਾ ਭੈਣ ਜੀ ਮਿਸ ਯੂ, ਨਰਿੰਦਰ ਬਾਟ ਕਹਿ ਰਹੇ ਜੀ। ਸ਼ੁਕਰੀਆ ਜੀ ਮੇਰੇ ਵੀਰ। ਅੱਜ ਉਹ ਇੱਥੇ ਨਹੀਂ ਨੇ, ਅੱਜ ਪ੍ਰੋਗਰਾਮ ਮੈਂ ਹੀ ਕੰਡਕਟ ਕਰ ਰਿਹਾ, ਉਹ ਸੁਣ ਰਹੇ ਨੇ ਬੈਠ ਕੇ। ਇਹ ਸੁਮਨ ਦੀਪਕ ਆਏ ਨੇ, ਕਹਿੰਦੇ ਨੇ ਰੰਗ FM ਦੀ ਬਦੌਲਤ ਹੀ ਸਾਨੂੰ ਬਹੁਤ ਕੁਝ ਨਵੀਆਂ ਗੱਲਾਂ ਸਿੱਖਣ ਅਤੇ ਨਵੀਂ ਜਾਣਕਾਰੀ ਮਿਲਦੀ ਹੈ ਜੀ। ਜੀ ਆਇਆਂ ਨੂੰ। ਸ਼ੁਕਰੀਆ ਜੀ ਸੁਮਨ ਦੀਪਕ ਜੀ, ਬਹੁਤ ਮਿਹਰਬਾਨੀ ਸਾਡੇ ਪ੍ਰੋਗਰਾਮ 'ਚ ਆਉਣ ਲਈ। ਇਹ ਅਕਸ਼ਤਾ ਬਾਨੇ ਕਹਿੰਦੇ ਨੇ ਜੀ ਐਕਸੀਲੈਂਟ, ਵੈਰੀ ਮੱਚ ਯੂਜ਼ਫੁਲ। ਜੀ ਸ਼ੁਕਰੀਆ, ਬਹੁਤ ਮਿਹਰਬਾਨੀ ਅਕਸ਼ਾ ਜੀ। ਇਹ ਨਰਿੰਦਰ ਬਾਟ ਕਹਿੰਦੇ ਨੇ ਜੀ ਕੁਦਰਤ ਨਾਲ ਛੇੜਛਾੜ ਵੀ ਦੁੱਖਾਂ ਦਾ ਕਾਰਨ ਹੈ। ਬਿਲਕੁਲ ਜੀ, ਬਿਲਕੁਲ ਅਸੀਂ ਇਹੀ ਕਾਰਨ ਆ ਜੀ। ਕੁਦਰਤ ਦਾ ਜਿੰਨਾ ਸੰਤੁਲਨ ਵਿਗਾੜਾਂਗੇ, ਕੁਦਰਤ ਨੇ ਸਾਨੂੰ ਉਹਦੀ ਸਜ਼ਾ ਤਾਂ ਦੇਣੀ ਹੈ। ਇਹ ਇੱਕ ਇਨਸਟੈਂਟ ਕਰਮਾ ਆ। ਬਿਲਕੁਲ ਬਿਲਕੁਲ। ਜਿੱਦਾਂ ਅਸੀਂ ਜੋ ਇੱਕ ਬੂਮਰੈਂਗ ਆ, ਜਿੱਦਾਂ ਦੀ ਅਸੀਂ ਆਵਾਜ਼ ਕੁਦਰਤ ਨੂੰ ਦੇਵਾਂਗੇ, ਸਾਨੂੰ ਉਸੇ ਤਰ੍ਹਾਂ ਦੀ ਆਵਾਜ਼ ਵਾਪਸ ਆਏਗੀ। ਬਿਲਕੁਲ ਠੀਕ ਕਿਹਾ ਤੁਸੀਂ ਨਰਿੰਦਰ ਜੀ। ਰਾਜ ਕਾਲੇਕਾ ਕਹਿੰਦੇ ਨੇ ਜੀ ਵੀਰ ਜੀ ਸਹੀ ਗੱਲ ਹੈ ਕਿ ਅੱਜ ਕੱਲ੍ਹ ਡਾਕਟਰ ਪੇਸ਼ੈਂਟ ਨੂੰ 5 ਮਿੰਟ ਵੀ ਨਹੀਂ ਦਿੰਦੇ ਕਿ ਉਹ ਆਪਣੀ ਗੱਲ ਰੱਖ ਸਕੇ। ਗੱਲ ਤਾਂ ਅਜੇ ਪੂਰੀ ਨਹੀਂ ਹੁੰਦੀ, ਦਵਾਈ ਵਾਲੀ ਸਲਿੱਪ ਤੁਹਾਡੇ ਹੱਥ 'ਚ ਹੁੰਦੀ ਹੈ। ਜੀ ਕਈ ਵਾਰ ਇਹੋ ਜਿਹੇ ਡਾਕਟਰ ਮਿਲ ਜਾਂਦੇ ਨੇ, ਪਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ
ਮਰੀਜ਼ ਦੀ ਤਕਲੀਫ ਨੂੰ ਸੁਣ ਲਿਆ ਜਾਵੇ ਤੇ ਉਹਨੂੰ ਉਹਦੀ ਸ਼ਹਿਬਾਜ਼ ਗੱਲ ਜੀ, ਨੂੰ ਜਿਹੜੇ ਸਾਈਕੈਟ੍ਰਿਸਟ ਆ ਜਾਂ ਸਾਈਕੋਲੋਜਿਸਟ ਆ ਨਾ, ਜੀ ਉਹ ਵਿਚਾਰਿਆਂ ਦੀ ਵੀ ਮਜਬੂਰੀ ਆ ਕਿ ਲੋਕ ਭੱਜਦੇ ਆ ਕਿਉਂਕਿ ਮਾਨਸਿਕ ਤੌਰ ਤੇ ਬਿਮਾਰ ਆ ਤੇ ਉਹਨਾਂ ਵੱਲ ਜਾਂਦੇ ਆ, ਜੀ ਤੇ ਉਹ ਪ੍ਰੋਫੈਸ਼ਨਲ ਵੀ ਚਲੋ ਹੈਗੇ ਹੀ ਆ ਸਾਰੇ, ਜੀ ਤੇ ਉਹ ਉਹਨਾਂ ਕੋਲ ਟਾਈਮ ਘੱਟ ਆ। ਉਹ ਗੱਲ ਅਗਲੇ ਦੀ ਜੇ ਸੁਣ ਵੀ ਲੈਣ ਨਾ ਜੀ ਤੇ ਉਹ ਬੜਾ ਹੱਲ ਹੋ ਜਾਵੇ, ਕਿਉਂਕਿ ਜਿਹੜਾ ਮਾਨਸਿਕ ਰੋਗੀ ਆ ਉਹਦੀ ਕੋਈ ਵੀ ਗੱਲ ਸੁਣ ਲਵੇ ਨਾ, ਕੋਈ ਜੀ ਵੀ, ਜੀ ਜੀ ਤੇ ਉਹ ਹਲਕਾ, ਵੈਸੇ ਏਦਾਂ ਤਾਂ ਹਲਕਾ ਹੋ ਜਾਂਦਾ। ਤੇ ਡਾਕਟਰ ਸੁਣ ਕੇ ਕਹਦੇ ਵੀ ਕੋਈ ਗੱਲ ਨਹੀਂ, ਤੂੰ ਠੀਕ ਹੋ ਜਾਏਗਾ, ਜੀ ਤੇ ਦਵਾਈ ਨਾਲ ਥੋੜੀ ਜਿਹੀ ਦੇ ਦੇਵੇ ਤੇ ਉਹ ਜ਼ਿਆਦਾ ਵਧੀਆ ਵਾ। ਤੇ ਹੁਣ ਡਾਕਟਰ ਸੁਣਦੇ ਘੱਟ ਆ ਤੇ ਦਵਾਈਆਂ ਤੇ ਜ਼ੋਰ ਜ਼ਿਆਦਾ ਵਾ, ਤੇ ਦਵਾਈ ਫਿਰ ਉਹ ਬੰਦੇ ਨੂੰ ਬਹੁਤਾ ਜ਼ਿਆਦਾ ਠੀਕ ਨਹੀਂ ਕਰ ਸਕਦੀ ਨਾ। ਜੀ ਬਿਲਕੁਲ ਤੇ ਓਪਨ ਹੋ ਜਾਵੇ ਜੇ ਮਰੀਜ਼, ਜਿਹੜਾ ਜੇ ਖੁੱਲ ਜਾਵੇ, ਤੇ ਐਕਚੁਅਲੀ ਤਾਂ ਮਤਲਬ ਹੈ ਜਿੱਦਾਂ ਹੁਣ ਮੇਰੇ ਕੋਲ ਕੋਈ ਮਰੀਜ਼ ਆ ਜਾਂਦਾ ਤੇ ਮੈਂ ਤਾਂ ਉਹਨੂੰ ਉਹਦੀਆਂ ਗੱਲਾਂ ਉਹਨੂੰ ਮੈਂ ਕਰਨ ਦਿੰਦਾ ਕਿ ਤੂੰ ਖੁੱਲ ਜਾ ਜਿੰਨਾ ਖੁੱਲਣਾ ਵਾ। ਜੀ ਜੀ ਤੇ ਕਦੀ ਕਦੀ ਮੈਂ ਵਿੱਚ ਬੋਲਦਾ ਤੇ ਉਹ ਆਪਣੇ ਆਪ ਹੀ ਉਹ ਹੌਲੀ ਹੌਲੀ ਫਿਰ ਫੁੱਟ ਪੈਂਦਾ, ਜਿੱਦਾਂ ਪੰਜਾਬੀ ਚ ਕਹਿੰਦੇ ਨਾ ਫੁੱਟ ਜਾਂਦਾ। ਫੁੱਟ ਜਾਂਦਾ ਫਿਰ ਉਹ ਕਈ ਰੋਣਾ ਸ਼ੁਰੂ ਕਰ ਦਿੰਦੇ ਆ, ਕਈ ਘਰ ਦੀਆਂ ਗੱਲਾਂ, ਤੇ ਮੈਂ ਸੁਣ ਸੁਣਾ ਕੇ ਤੇ ਫਿਰ ਮੈਂ ਉਹ ਦਵਾਈ ਉਹਦੀ ਸਿਲੈਕਟ ਕਰਕੇ ਤੇ ਉਹਨੂੰ ਮੈਂ ਦੇ ਦਿੰਦਾ। ਤੇ ਉਹ ਚਲੋ ਪ੍ਰਮਾਤਮਾ ਦਾ ਹੈਗਾ ਕਿ ਉਹਨੂੰ ਫਰਕ ਪੈ ਸਕਦਾ। ਫਰਕ ਪੈ ਸਕਦਾ ਜੀ, ਬਿਲਕੁਲ ਜੀ। ਹਾਂਜੀ ਤੇ ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਡਾਕਟਰ ਸਾਹਿਬ, ਮੇਰਾ ਤੁਹਾਨੂੰ ਅਗਲਾ ਸਵਾਲ ਇਹ ਹੈ ਹਾਂਜੀ ਕਿ ਪੁਰਾਣੇ ਸਮੇਂ ਵਿੱਚ ਲੋਕਾਂ ਨੂੰ, ਇਨਸਾਨ ਨੂੰ ਕਿਹੜੀਆਂ ਬਿਮਾਰੀਆਂ ਹੁੰਦੀਆਂ ਸੀ ਤੇ ਹੁਣ ਦੇ ਸਮੇਂ ਵਿੱਚ ਜਿਹੜੀਆਂ ਬਿਮਾਰੀਆਂ ਹੁੰਦੀਆਂ, ਕੀ ਫਰਕ ਹੈ ਉਹਨਾਂ ਦਾ ਕੋਈ? ਬਿਲਕੁਲ ਫਰਕ ਹੈਗਾ ਜੀ। ਪੁਰਾਣੇ ਸਮੇਂ ਦੇ ਵਿੱਚ ਸਰੀਰਕ ਬਿਮਾਰੀਆਂ ਵੀ ਜਿਹੜੀਆਂ ਨਾ, ਜੀ ਉਹ ਕਹਿ ਲਓ ਕਿ ਲੋਕ ਮਿੱਟੀ ਨਾਲ ਜੁੜੇ ਹੋਏ ਸੀ। ਉਹ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਸੀ ਕਿ ਕੋਈ ਜਿੱਦਾਂ ਜਰਾਸੀਮ ਨਾਲ ਫੈਲਣ ਵਾਲੀਆਂ ਬੈਕਟੀਰੀਅਲ ਡਿਜ਼ੀਜ਼ ਹੁੰਦੀਆਂ ਸੀ ਉਦੋਂ ਵੀ, ਉਹ ਵਾਇਰਲ ਡਿਜ਼ੀਜ਼ ਉਦੋਂ ਵੀ ਹੁੰਦੀਆਂ ਸੀ। ਤੁਸੀਂ ਸੁਣਿਆ ਹੋਣਾ ਕਿ ਪਲੇਗ ਫੈਲ ਗਈ ਇੱਕ ਵਾਰੀ, ਜੀ ਆ ਹੋ ਗਿਆ। ਜਾਂ ਲੋਕਾਂ ਨੂੰ ਕਹਿ ਲਓ ਕਿ ਮੋਹਰਾ, ਤਾਂ ਜਿਹੜਾ ਨਾ ਉਹਨੂੰ ਕਹਿੰਦੇ ਸੀ ਕਿ ਬੁਖਾਰ ਜਿਹੜਾ ਨਾ, ਉਹ ਟਾਈਫਾਇਡ ਨੂੰ ਮੋਹਰਾ ਕਹਿੰਦੇ ਸੀ ਕਿ ਮੋਹਰਾ ਜੀ ਜੀ ਬੁਖਾਰ ਹੋ ਗਿਆ। ਜੀ ਤੇ ਮਲੇਰੀਆ ਨੂੰ ਤਈਆ ਤਾਪ ਤਈਆ ਕਹਿੰਦੇ ਤਾਪ ਸੀ, ਕਹਿੰਦੇ, ਤੀਏ ਤਈਆ ਦਿਨ ਚੜ ਤਾਪ ਜਾਂਦਾ ਨਾ ਹੁੰਦਾ ਹੋ ਸੀ ਗਿਆ। ਜੀ। ਤੇ ਉਦੋਂ ਕੀ ਕਰਦੇ ਸੀ ਉਹ ਕਿ ਉਹ ਕਿਸੇ ਨੇ ਕਹਿਣਾ ਜੀ ਤੁਲਸੀ ਵਾਲੀ ਚਾਹ ਪੀ ਲਾ, ਕਿਸੇ ਨੇ ਕਹਿਣਾ ਜੀ ਗਲੋ ਘੁੱਟ ਕੇ ਪੀ ਲਾ। ਜੀ ਤੇ ਉਦੋਂ ਚਲੋ ਜਿਨ੍ਹਾਂ ਨੂੰ ਫਰਕ ਪੈ ਜਾਂਦਾ ਸੀ ਠੀਕ ਹੈ। ਤੇ ਉਦੋਂ ਕਈ ਵਾਰੀ ਇਹਨਾਂ ਬਿਮਾਰੀਆਂ ਨਾਲ ਲੋਕ ਜਿਹੜੇ ਨਾ, ਮੋਰਕਾ ਜਿਹੜਾ ਬਿਮਾਰ ਹੈਗਾ ਬੁਖਾਰ ਆ ਜਿਹਨੂੰ ਟਾਈਫਾਇਡ ਕਹਿੰਦੇ, ਉਹਦੇ ਨਾਲ ਲੋਕ ਮਰ ਜਾਂਦੇ ਸੀ ਕਿਉਂ ਐਂਟੀਬਾਇਓਟਿਕ ਪ੍ਰੋਪਰ ਨਹੀਂ ਸੀ ਮਿਲਦਾ ਉਹਨੂੰ, ਜੀ ਜੀ ਕਿ ਜਰਾਸੀਮ ਵਾਲੀ ਬਿਮਾਰੀ ਸੀ, ਬੈਕਟੀਰੀਅਲ ਡਿਜ਼ੀਜ਼ ਸੀ, ਜੀ ਤੇ ਲੋਕ ਇਹਦੇ ਨਾਲ ਹੀ ਖਤਮ ਹੋ ਜਾਂਦੇ ਸੀ। ਜੀ ਪਰ ਜੀ ਇਹ ਆ ਕਿ ਜਿਹੜੇ ਰੋਗ ਜਿਹੜੇ ਮਿੱਟੀ ਨਾਲ ਜਦੋਂ ਬੰਦਾ ਜੁੜਿਆ ਹੁੰਦਾ, ਕੋਈ ਖੇਤਾਂ 'ਚ ਕੰਮ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਤੁਰ ਰਿਹਾ, ਕੋਈ ਚੱਲ ਕੇ ਜਾ ਰਿਹਾ, ਤੇ ਉਹਦੇ ਵਿੱਚ ਲੋਕਾਂ ਦੀ ਰੈਜ਼ਿਸਟੈਂਸ ਜਿਹੜੀ ਆ ਉਹ ਬਣੀ ਹੁੰਦੀ ਸੀ ਕਿ ਛੋਟੀ ਮੋਟੀ ਪ੍ਰੋਬਲਮ ਉਹਨਾਂ ਨੂੰ ਹੁੰਦੀ ਨਹੀਂ ਸੀ। ਜੀ ਤੇ ਮੈਨੂੰ ਕਈ ਵਾਰੀ ਯਾਦ ਆਉਂਦੀ ਗੱਲ ਕਿ ਪੱਠੇ ਵੱਢਦੇ ਆ ਕਿਸੇ ਦੇ ਵੀ, ਉਹ ਜੇ ਦਾਤੀ ਲੱਗ ਜਾਣੀ ਤੇ ਉਹਨੇ ਮਿੱਟੀ ਦੇ ਵਿੱਚ ਹੀ ਰਗੜ ਲੈਣੀ, ਤੇ ਆਪਾਂ ਹੁਣ ਮਿੱਟੀ ਤੋਂ ਬਚਦੇ ਆ ਬਚਦੇ ਹਾਂ ਜੀ, ਕਿ ਬਿਲਕੁਲ ਵੀ ਮਿੱਟੀ ਨਹੀਂ ਲਾਉਣੀ ਹੈ ਨਾ, ਉਹਨੇ ਦਾਤੀ ਵੱਜਣੀ ਪੱਠਿਆਂ ਨੂੰ ਤੇ ਉਹਨੇ ਐਂ ਕਰਕੇ ਰਗੜ ਲੈਣੀ ਨਾ। ਜੀ ਬਿਲਕੁਲ ਜੀ ਤੇ ਉਹ ਇਲਾਜ ਵੀ ਇਦਾਂ ਦੇ ਘਰੇਲੂ ਹੁੰਦੇ ਸੀ ਤੇ ਲੋਕ ਕਰ ਲੈਂਦੇ ਸੀ, ਹਨਾ। ਜੀ ਬਿਲਕੁਲ ਜੀ ਤੇ ਉਹ ਜਿੱਦਾਂ ਹੁਣ ਕਿਸੇ ਨੂੰ ਸਾਡੇ ਉਹ ਮਪਸ ਹੁੰਦੀ ਹੈ ਇੱਕ ਬਿਮਾਰੀ, ਜਿਹੜੀ ਕੰਨ ਪੜੇ ਹੋ ਜਾਂਦੇ ਆ, ਕੰਨਾਂ ਤੇ ਛੋਟੇ ਛੋਟੇ ਘਨੂਏ ਜਿਹਨੂੰ ਕਨੂਏ ਕਹਿੰਦੇ ਆ। ਕਹਿੰਦੇ, ਹਾਂਜੀ ਹਾਂ ਤੇ ਉਹ ਘੁਮਿਆਰਾਂ ਕੋਲ ਜਾ ਕੇ ਤੇ ਉਹ ਮਿੱਟੀ ਲਾਉਂਦੇ ਸੀ, ਤੇ ਉਹ ਮਿੱਟੀ ਨਾਲ ਜਿਹੜੀ ਮੱਡ ਥੈਰੇਪੀ, ਜਿਹੜੀ ਅੱਜ ਕੱਲ੍ਹ ਹੁਣ ਮੱਡ ਥੈਰੇਪੀ ਬੜੀ ਕਾਸਟਲੀ ਆ, ਲੋਕ ਜਾਂਦੇ ਆ ਤੇ ਮੱਡ ਥੈਰੇਪੀ ਕਰਾਉਂਦੇ ਆ ਜੀ ਜੀ ਕਿ ਮਿੱਟੀ ਨਾਲ ਜਾਓ ਜੀ, ਮਿੱਟੀ ਨਾਲ ਲੇਪ ਕਰੋ ਜੀ, ਮਿੱਟੀ ਦੇ ਵਿੱਚ ਚਿੱਕੜ ਦੇ ਵਿੱਚ ਬੱਚਿਆਂ ਨੂੰ ਵਾੜਦੇ ਆ, ਜੀ ਜੀ ਹੈਨਾ। ਤੇ ਉਦੋਂ ਮੱਡ ਥੈਰੇਪੀ ਘੁਮਿਆਰ ਕਰ ਦਿੰਦੇ ਸੀ ਤੇ ਉਹ ਕਾਂਡਾ ਕਰ ਦੇਣਾ ਮਾੜਾ ਜਿਹਾ ਉਹਨਾਂ, ਤੇ ਉਹਨਾਂ ਨੇ ਘਰ ਆ ਜਾਣਾ। ਤੇ ਬਿਲਕੁਲ ਉਦੋਂ ਇਦਾਂ ਦੀਆਂ ਬਿਮਾਰੀਆਂ ਛੋਟੇ ਛੋਟੇ ਇਲਾਜ ਨਾਲ ਠੀਕ ਹੋ ਜਾਂਦੀਆਂ ਸੀ। ਤੇ ਹੁਣ ਦੀਆਂ ਬਿਮਾਰੀਆਂ ਜਿਹੜੀਆਂ ਸਰੀਰਕ ਬਿਮਾਰੀਆਂ ਵੀ ਜਿਹੜੀਆਂ ਨਾ, ਜੀ ਉਹ ਉਹਨਾਂ ਦਾ ਵੀ ਕਾਰਨ ਪਿੱਛੇ ਜਾ ਕੇ ਦੇਖੋ, ਤੇ ਜਦੋਂ ਉਹਨਾਂ ਲੋਕਾਂ ਨੂੰ ਕੈਂਸਰ ਘੱਟ ਹੁੰਦਾ ਸੀ। ਜੀ ਜੀ ਹੁਣ ਕੈਂਸਰ ਇੱਕ ਆਪਣੇ ਆਪ ਦੇ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਕੈਂਸਰ ਵੀ ਜਿਹੜਾ ਨਾ, ਉਹ ਆਪਣਾ ਇੱਕ ਕਹਿ ਲਓ ਕਿ ਨੈਗੇਟਿਵਿਟੀ ਕਰਕੇ, ਜਾਂ ਇੱਕ ਰੈਜ਼ੀਡਿਊ ਹੈਗਾ ਕਿ ਆਪਣੇ ਸੈੱਲ ਜਿਹੜੇ ਆ ਜੀ ਉਹ ਆਪਣਾ ਕੰਮ ਕਰਨਾ ਜਿਹੜਾ ਉਹ ਬਦਲ ਦਿੰਦੇ ਤੇ ਆਪਣੇ ਸੈੱਲਾਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੰਦੇ, ਤੇ ਜਿਹੜੇ ਖਤਰਨਾਕ ਸੈੱਲ ਆ ਉਹ ਸਾਰੇ ਸਰੀਰ ਨੂੰ ਘੇਰਾ ਪਾ ਕੇ ਤੇ ਉਹ ਕੈਂਸਰ ਦੀ ਗਰੋਥ ਹੋ ਜਾਂਦੀ ਹੈ ਨਾ। ਉਦੋਂ ਇਹ ਚੀਜ਼ਾਂ ਘੱਟ ਹੁੰਦੀਆਂ ਸੀ ਨਾ। ਜੀ ਅੱਜ ਕੱਲ੍ਹ ਦੀਆਂ ਚੀਜ਼ਾਂ ਜਿਹੜੀਆਂ ਬਿਮਾਰੀਆਂ ਵਾ, ਜੀ ਉਹਨਾਂ ਦੀ ਜਿਹੜੀ ਬਣਤਰ ਆ ਜਾਂ ਉਹਨਾਂ ਦੀ ਕਹਿ ਲਓ ਸਿੰਪਟਮ ਆਉਣੇ, ਨਿਸ਼ਾਨੀਆਂ ਆਉਣੀਆਂ, ਥੋੜਾ ਫਰਕ ਪੈ ਗਿਆ ਪਹਿਲਾਂ ਨਾਲੋਂ। ਬਿਲਕੁਲ ਜੀ ਤੇ ਲੋਕ ਤਾਂ ਮਰਦੇ ਸੀ ਉਦੋਂ ਵੀ, ਇਹ ਨਹੀਂ ਹੈਗਾ। ਜੀ ਪਰ ਅੱਜ ਕੱਲ੍ਹ ਲੋਕ ਕਿਉਂਕਿ ਸਰੀਰ ਨੂੰ ਯੂਜ਼ ਨਹੀਂ ਕਰਦੇ, ਇਸ ਕਰਕੇ ਜਿਹੜਾ ਨਾ ਉਹ ਖਤਰਾ ਥੋੜਾ ਜਿਹਾ ਜ਼ਿਆਦਾ ਜ਼ਿਆਦਾ ਹੋ ਗਿਆ ਜੀ ਹਾਂ। ਤੇ ਤੁਸੀਂ ਅੱਜ ਕੱਲ੍ਹ ਦੇਖੋ ਕਿ ਜਿਹਦਾ ਵੀ ਬਲੱਡ ਟੈਸਟ ਕਰਾਓ, ਉਹ ਕਹਿੰਦੇ ਜੀ B12 ਦੀ ਜਾਂ ਆਪਣਾ ਵਿਟਾਮਿਨ ਡੀ ਦੀ ਘਾਟ ਪਾਈ ਗਈ ਹੈ ਨਾ। ਜੀ ਜੀ ਤੇ ਉਦੋਂ ਲੋਕ ਧੁੱਪੇ ਬਹਿੰਦੇ ਸੀ, ਆਪਣਾ ਵਿਟਾਮਿਨ ਡੀ ਕੌਣ ਖਾਂਦਾ ਸੀ? ਧੁੱਪੇ ਬਹਿਣ ਨਾਲ ਉਹ ਹੈ ਕਿ ਬੋਡੀ ਸਰੀਰ ਚੋਂ ਵਿਟਾਮਿਨ ਡੀ ਆਪਣੇ ਆਪ ਬਣਾਉਂਦੀ ਸੀ। ਬਿਲਕੁਲ ਤੇ ਜੀ ਮਲਟੀਵਿਟਾਮਿਨ ਦੀਆਂ ਜਿਹੜੀਆਂ ਗੋਲੀਆਂ ਦੀ ਲੈਣ ਦੀ ਲੋੜ ਨਹੀਂ ਸੀ ਪੈਂਦੀ, ਲੋਕ ਖੁਰਾਕ ਇਦਾਂ ਦੀ ਖਾਂਦੇ ਸੀ, ਜੀ ਬਿਲਕੁਲ ਜੀ ਹਨਾ। ਸਬਜ਼ੀਆਂ, ਫਲ ਫਰੂਟ ਕੱਚੀਆਂ ਉਹ ਖਾਂਦੇ ਸੀ। ਜੀ ਤੇ ਕੀਟਨਾਸ਼ਕ ਦਵਾਈਆਂ ਜਿਹੜੀਆਂ ਉਹਨਾਂ ਦਾ ਵਰਤੋਂ ਘੱਟ ਸੀ, ਖਾਦਾਂ ਦੀ ਵਰਤੋਂ ਘੱਟ ਸੀ, ਜੀ ਇਸ ਕਰਕੇ ਬਿਮਾਰੀਆਂ ਘੱਟ ਸੀ ਉਦੋਂ। ਬਿਲਕੁਲ। ਤੇ ਦੋਸਤੋ, ਪਹਿਲਾਂ ਕੀ ਹੁੰਦਾ ਸੀਗਾ ਕਿ ਡਾਕਟਰ ਸਾਹਿਬ, ਸਾਡੇ ਖਾਣੇ ਦੇ ਵਿੱਚ ਨਿੰਮ ਦੀ ਵੀ ਵਰਤੋਂ ਹੁੰਦੀ ਸੀ, ਬਿਲਕੁਲ ਬਿਲਕੁਲ। ਦਾਤਣ ਕੀਤੀ ਨਾ ਗੱਲ। ਸਾਡੇ ਜੀਵਨ ਦੇ ਵਿੱਚ ਜਿਹੜਾ ਆ, ਇਹ ਬਿਮਾਰੀਆਂ ਦਾ ਜਿਹੜਾ ਸ਼ਹਿਬਾਜ਼ ਪਸਾਰਾ ਜਿਹੜੀ ਜ਼ਿਆਦਾ ਹੈ ਹੋ ਨਾ, ਗਿਆ। ਹੁਣ ਤੇ ਕਲੋਰੋਕੁਇਨ ਆ ਗਈ ਆ, ਜਿੱਦਾਂ ਹੁਣ ਕੋਵਿਡ ਦੇ ਵਿੱਚ ਵੀ ਕਲੋਰੋਕੁਇਨ ਦਿੰਦੇ ਆ, ਤੇ ਮਲੇਰੀਆ ਦੇ ਵਿੱਚ ਵੀ ਕਲੋਰੋਕੁਇਨ
ਜੀ ਮੈਨੂੰ ਯਾਦ ਆ ਕਿ ਅਸੀਂ ਜਦੋਂ ਛੋਟੇ ਸੀ ਤੇ ਕਲੋਰੋਕਿਨ ਵੀ ਜਿਹੜੀ ਕੁਨੀਨ ਆ ਨਾ, ਉਹਨੂੰ ਜੀ ਕੁਨੀਨ ਕਹਿੰਦੇ ਸੀ। ਕੁਨੀਨ ਕੌੜੀ ਹੁੰਦੀ ਸੀ ਕੁਨੀਨ ਬਹੁਤ, ਵੀ ਬੜੀ ਕੌੜੀ ਹੁੰਦੀ ਸੀ ਤੇ ਘੁੱਟ ਕੇ ਉਹਨੂੰ ਨਾ ਘੋਲ ਕੇ ਪਿਆਉਂਦੇ ਸੀ, ਪੀਣੀ ਬੜੀ ਔਖੀ ਹੁੰਦੀ ਸੀ ਨਾ। ਔਖੀ ਹੁੰਦੀ ਸੀ ਜੀ ਬਿਲਕੁਲ। ਤੇ ਉਹ ਹੁਣ ਤਾਂ ਹਰ ਚੀਜ਼ ਜਿਹੜੀ ਉਹ ਬਣਾ ਲਈ ਕਿ ਆਪਣੇ ਮੁਤਾਬਕ ਬਣ ਗਈ ਹੈ ਨਾ, ਜੀ ਕਿ ਸ਼ੂਗਰ ਕੋਟਡ ਬਣ ਗਈ ਹੈ ਕਿ ਨਗਾ ਲਓ ਗੋਲੀ। ਜੀ ਬਿਲਕੁਲ ਜੀ। ਮੈਨੂੰ ਯਾਦ ਹੈ ਕਿ ਜਦੋਂ ਸਾਡਾ ਕਿਤੇ ਛੋਟੇ ਹੁੰਦੇ ਢਿੱਡ ਦੁਖਦਾ ਹੁੰਦਾ ਸੀ ਤੇ ਸਾਡੇ ਘਰ ਦੇ ਸਾਨੂੰ ਪਤਾਸੇ ਤੇ ਜਾਂ ਖੰਡ ਤੇ ਇੱਕ ਦਵਾਈ ਪਾ ਕੇ ਦਿੰਦੇ ਹੁੰਦੇ ਸੀ ਦੇਸੀ, ਬਹੁਤ ਕੌੜੀ ਹੁੰਦੀ ਸੀ ਉਹ। ਛੋਟੇ ਛੋਟੇ ਦੇਸੀ ਜਿਹੇ ਨੁਸਖੇ ਹੁੰਦੇ ਸੀ, ਘਰਾਂ ਦੇ ਵਿੱਚ ਇਲਾਜ ਹੋ ਜਾਂਦੇ ਸੀ। ਕਿਤੇ ਬੱਚੇ ਦਾ ਢਿੱਡ ਦੁਖਣਾ ਤੇ ਮਾਵਾਂ ਨੇ ਕੀ ਕਰਨਾ, ਉਹਦੀ ਜਵੈਣ ਦੀ ਇੱਕ ਅੱਧ ਕੱਚੀ ਜੀ ਰੋਟੀ ਪਕਾ ਕੇ ਤੇ ਢਿੱਡ ਤੇ ਬੰਨ੍ਹ ਦੇਣੀ ਨਿਆਣੇ ਦੇ, ਤਾਂ ਕਿ ਕਵਾਸੀ ਰੋਟੀ, ਉਹਨੂੰ ਕਹਿੰਦੇ ਕਵਾਸੀ ਰੋਟੀ ਬੰਨਦੇ, ਉਹਦੇ ਨਾਲ ਜੀ ਫਰਕ ਜੀ, ਪੈ ਜਾਂਦਾ ਸੀ ਤੇ ਨਾ। ਉਹਦੇ ਨਾਲ ਹੀ ਫਰਕ ਪੈ ਜਾਂਦਾ ਮਤਲਬ ਹੁੰਦਾ ਦੇਖੋ ਸੀਗਾ। ਉਹ ਘਰ ਘਰ ਦੇ ਵਿੱਚ ਡਾਕਟਰ ਸੀ, ਦਾਦੀਆਂ ਨਾਨੀਆਂ ਜਿਹੜੀਆਂ ਸਾਡੀਆਂ ਮਾਵਾਂ ਸੀ ਨਾ, ਜੀ ਉਹ ਆਪਣੇ ਆਪ ਦੇ ਵਿੱਚ ਪੂਰੇ ਡਾਕਟਰ ਸੀ, ਜਾਣ ਦੀ ਲੋੜ ਨਹੀਂ ਸੀ ਪੈਂਦੀ ਕਿਤੇ ਜੀ ਨਾ। ਬਿਲਕੁਲ ਜੀ ਤੇ ਬਿਲਕੁਲ। ਜਦੋਂ ਕਿਸੇ ਦਾ ਕੰਨ ਦੁਖਣਾ ਤੇ ਕਹਿਣਾ ਬੱਚੇ ਦਾ ਪਿਸ਼ਾਬ ਪਾ ਦਿਓ, ਹਾਂ ਹੈ ਨਾ, ਬਿਲਕੁਲ ਕਿ ਜੀ ਉਹ ਬੂੰਦਾ ਪਾ ਦਿਓ ਤੇ ਉਹ ਸ਼ਾਇਦ ਠੀਕ ਹੋ ਜਾਂਦਾ ਸੀ ਉਹਦੇ ਜੀ ਨਾਲ ਹੀ, ਹੈ ਬਿਲਕੁਲ ਜੀ ਨਾ। ਬਿਲਕੁਲ। ਸਰੋਂ ਦਾ ਤੇ ਤੇਲ ਕੋਸਾ ਉਹਦੇ ਪਾ ਨਾਲ, ਦਿੰਦੇ ਹੁੰਦੇ ਸੀ। ਹਾਂ ਸਰੋਂ ਦਾ ਤੇਲ ਪਾ ਦਿਓ। ਉਹਦੇ ਨਾਲ ਇਹ ਸੀ ਕਿ ਜਦੋਂ ਆਪਾਂ ਦਵਾਈਆਂ ਕੈਮੀਕਲ ਦੀ ਵਰਤੋਂ, ਜਿਹੜੇ ਅੱਜ ਕੱਲ੍ਹ ਕੈਮੀਕਲ ਫਾਰਮੂਲੇ ਦਵਾਈਆਂ, ਉਹਨਾਂ ਦੀ ਵਰਤੋਂ ਘੱਟ ਕਰਦੇ ਸੀ ਤੇ ਜੋ ਛੋਟੀ ਮੋਟੀ ਚੀਜ਼ ਨਾਲ ਬਿਮਾਰੀਆਂ ਠੀਕ ਹੋ ਜਾਂਦੀਆਂ ਸੀ ਜੀ ਤੇ ਉਹ ਅੱਗੇ ਤੋਂ ਰੈਜ਼ਿਸਟੈਂਸ ਬਣੀ ਰਹਿੰਦੀ ਸੀ ਨਾ, ਬੜੀ ਸਟਰੋਂਗ ਰਹਿੰਦੀ ਸੀ। ਜੀ ਬਿਲਕੁਲ ਹੁਣ ਜੀ ਦਵਾਈਆਂ ਦੇ ਸਾਈਡ ਇਫੈਕਟ ਇੰਨੇ ਆ ਕਿ ਇੱਕ ਵਾਰੀ ਆਪਾਂ ਜਦੋਂ ਦਵਾਈਆਂ ਜਿਹੜੀਆਂ ਖਤਰਨਾਕ ਦਵਾਈਆਂ ਦਾ ਕੋਰਸ ਕਰ ਲਿਆ ਜੀ ਤੇ ਉਹਨਾਂ ਨੇ ਫਾਇਦਾ ਤਾਂ ਕਰਨਾ ਵਾ, ਨੁਕਸਾਨ ਵੀ ਨੁਕਸਾਨ ਵੀ ਛੱਡਣਾ, ਛੱਡਣਾ ਹੈ ਨਾ, ਬਿਲਕੁਲ ਰੈਜ਼ੀਡਿਊ ਛੱਡ ਜਾਣਾ ਉਹਨਾਂ ਨੇ। ਬਿਲਕੁਲ ਜੀ। ਡਾਕਟਰ ਸਾਹਿਬ ਕਮੈਂਟਸ ਵੱਲ ਆਈਏ। ਹਾਂਜੀ ਨਿਰਮ ਜੋਸਨ ਜੀ ਕਹਿੰਦੇ ਨੇ ਜੀ ਬਿਲਕੁਲ ਠੀਕ ਕਿਹਾ ਜੀ, ਮਸ਼ੀਨਾਂ ਸਾਨੂੰ ਚਲਾ ਰਹੀਆਂ ਹਨ, ਨਾ ਕਿ ਅਸੀਂ ਮਸ਼ੀਨਾਂ ਨੂੰ ਚਲਾ ਰਹੇ ਹਾਂ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਨਵਗੀਤ ਕੌਰ ਕਹਿੰਦੇ ਨੇ ਜੀ ਮਸ਼ੀਨ ਦੇ ਮਾਲਕ ਬਣੀਏ, ਨਾ ਕਿ ਮਸ਼ੀਨ ਸਾਡੀ ਮਾਲਕ ਬਣੇ। ਬਿਲਕੁਲ, ਹਾਂਜੀ ਬਿਲਕੁਲ ਠੀਕ ਹੈ ਨਿਰਮ ਜੋਸਨ ਜੀ ਤੇ ਨਵਗੀਤ ਕੌਰ ਜੀ ਦੀ ਗੱਲ ਬਿਲਕੁਲ ਦਰੁਸਤ ਹੈ, ਪਰ ਮਜਬੂਰੀ ਹੈ ਇਨਸਾਨ ਦੀ ਕਿ ਮਸ਼ੀਨਾਂ ਤੋਂ ਬਿਨਾਂ ਹਾਂ ਇਹ ਬਿਲਕੁਲ। ਹੁਣ ਮਤਲਬ ਗੁਜ਼ਾਰਾ ਵੀ ਕੋਈ ਨਹੀਂ। ਜ਼ਿੰਦਗੀ ਏਦਾਂ ਦੀ ਹੋ ਗਈ ਹੈ ਨਾ ਜੀ, ਉਹ ਕੰਮ ਕਰਨਾ ਤਾਂ ਪੈਣਾ ਹੀ ਆ। ਜੀ ਬਿਲਕੁਲ। ਮਨਜੀਤਪਾਲ ਸਿੰਘ ਜੁੜੇ ਨੇ, ਜੀ ਆਇਆਂ ਨੂੰ ਜੀ, ਕਹਿੰਦੇ ਨੇ ਜੀ ਬਹੁਤ ਵਧੀਆ ਵਿਚਾਰ ਹੈ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡੀ। ਇਹ ਨਰਿੰਦਰ ਬਾਤ ਕਹਿੰਦੇ ਨੇ ਜੀ ਪੱਖੇ ਵੀ ਫੋਨ ਦੇ ਨਾਲ ਅਟੈਚ ਹੋ ਗਏ ਨੇ ਹਾਂ ਜੀ। ਬਿਲਕੁਲ। ਦੇਖੋ ਉੱਠ ਕੇ ਸਵਿਚ ਨਾ ਦੱਬਣਾ ਪਵੇ ਤਾਂ ਤੁਸੀਂ ਜੀ ਉੱਥੇ ਹੀ ਕਰ ਲਓ, ਬਿਲਕੁਲ ਹੈ ਜੀ ਨਾ। ਤੇ ਕਿੰਨਾ ਦੇਖੋ ਕਿੰਨੇ ਸੋਲ ਹੋ ਗਏ ਆਪਾਂ, ਸੋਲ ਹੋਣ ਦਾ ਕਾਰਨ ਹੀ ਆਪਾਂ ਫਸੇ ਹੋਏ ਆ ਨਾ ਜੀ। ਸਾਰੇ। ਤੇ ਕਿੱਥੇ ਸਾਰੀ ਰਾਤ ਸਵਾਣੀਆਂ ਜਿਹੜੀਆਂ ਆਪਣੇ ਨਿਆਣਿਆਂ ਨੂੰ ਪੱਖੀਆਂ ਚੱਲਦੀਆਂ ਹੁੰਦੀ ਸੀ, ਪੱਖੀਆਂ ਗੁੱਟਾਂ ਦੀ ਚੱਲਦੀਆਂ ਸੀ। ਐਕਸਰਸਾਈਜ਼ ਹੋ ਜਾਂਦੀ ਸੀ, ਮੈਨੂੰ ਯਾਦ ਆ ਕਿ ਜਦੋਂ ਗਰਮੀ ਜ਼ਿਆਦਾ ਲੱਗਦੀ ਸੀ ਤੇ ਅਸੀਂ ਪੱਗ ਗਿੱਲੀ ਕਰਕੇ ਤੇ ਉੱਤੇ ਪਾ ਉੱਤੇ ਲੈ ਲੈਂਦੇ ਲੈਂਦੇ ਸੀ ਸੀ। ਨਾ, ਜੀ ਤੇ ਜੀ ਉਹ ਨੀਂਦ ਨੂੰ ਆ ਜਾਂਦੀ ਸੀ ਆਪੇ। ਜੀ। ਇਹ ਰੂਪ ਸੰਧੂ ਕਹਿੰਦੇ ਨੇ ਜੀ ਕਾਸ਼ ਸਾਰੇ ਡਾਕਟਰ ਤੁਹਾਡੇ ਵਰਗੇ ਹੁੰਦੇ, ਪਰ ਅਫਸੋਸ ਅਜਿਹਾ ਨਹੀਂ ਹੈ। ਬਹੁਤ ਹੈਰਾਨੀ ਹੋਈ ਸੀ ਜਦੋਂ ਕਰੋਨਾ ਦੇ ਸਮੇਂ ਕਈ ਡਾਕਟਰਾਂ ਨੇ ਆਪਣੀ ਫੀਸ ਘਟਾਉਣ ਦੀ ਬਜਾਏ ਵਧਾ ਦਿੱਤੀ ਸੀ। ਬਿਲਕੁਲ ਬਿਲਕੁਲ ਉਹਨਾਂ ਮਰੀਜ਼ਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਿਲਕੁਲ 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 ਜੀ। ਇਹ ਦੌਰ ਦੀ ਗੱਲ ਹੈ, ਸਮੇਂ ਦੀ ਗੱਲ ਹੁੰਦੀ ਹੈ। ਇਹ ਕਈ ਵਾਰੀ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਇਨਸਾਨ ਆਪਣੇ ਫਾਇਦੇ ਨੂੰ ਜ਼ਿਆਦਾ ਮਹੱਤਤਾ ਦੇ ਦਿੰਦਾ ਹੈ। ਇਹ ਕੋਈ ਰੁਲਦਾ ਹੈ ਤੇ ਚਾਹੇ ਰੁਲ ਜਾਵੇ। ਪਰ ਸਾਡੇ ਡਾਕਟਰ ਸਾਹਿਬ ਜਿਹੜੇ ਬਹੁਤ ਅੱਛੇ, ਇਹਨਾਂ ਦੇ ਵਿਚਾਰਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇਹਨਾਂ ਦੇ ਖਿਆਲਾਤ ਕਿੰਨੇ ਖੂਬਸੂਰਤ ਨੇ, ਕਿੰਨੇ ਸੋਹਣੇ ਨੇ। ਨਰਿੰਦਰ ਬਾਠ ਕਹਿੰਦੇ ਨੇ ਜੀ ਗੁਰੂ ਨਾਨਕ ਜੀ ਵੀ ਭਾਈ ਮਰਦਾਨੇ ਜੀ ਕੋਲੋਂ ਰਬਾਬ ਸੁਣ ਕੇ ਮਾਨਸਿਕ ਰਾਹਤ ਬਿਲਕੁਲ ਮਹਿਸੂਸ ਕਰਦੇ ਬਿਲਕੁਲ ਸੀ। ਜੀ, ਬਿਲਕੁਲ ਜੀ, ਡਾਕਟਰ ਜਿਹੜਾ ਸਾਹਿਬ ਨੇ ਗੱਲ ਕੀਤੀ ਹੈ ਕਿ ਸੰਗੀਤ ਵੀ ਜਿਹੜਾ ਇਨਸਾਨ ਨੂੰ ਬਹੁਤ ਸਾਰੀ ਖੁਸ਼ੀ ਦਿੰਦਾ ਗੁਰਬਾਣੀ ਹੈ। ਜਿਹੜੀ ਹੈ ਜੀ, ਦੇਖੋ ਸੰਗੀਤ 'ਚ ਹੈਗੀ, ਰਾਗਾਂ 'ਚ ਹੈਗੀ ਆ। ਜੀ ਤੇ ਤੁਸੀਂ ਕੀਰਤਨ ਸੁਣੋ, ਸ਼ਬਦ ਸੁਣੋ, ਕਵਾਲੀਆਂ ਸੁਣੋ, ਮਿਊਜ਼ਿਕ ਸੁਣੋ, ਸੂਫੀ ਕੋਈ ਵੀ ਆ ਤੇ ਉਹ ਤੁਹਾਨੂੰ ਰਾਹਤ ਦਿੰਦਾ ਹੀ ਹੈ ਨਾ। ਜੀ। ਸਿੰਘ ਕਹਿ ਰਹੇ ਨੇ ਜੀ ਵਧੀਆ ਵਿਸ਼ਾ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਰਾਜੇਸ਼ਵਰ ਸਿੰਘ ਅਰੋੜਾ ਜੀ ਕਹਿੰਦੇ ਨੇ ਜੀ ਵੈਰੀ ਨਾਈਸ Song। ਦੇਖੋ ਜੀ, ਥੈਂਕ ਯੂ ਮੈਂ ਰਾਜ ਪਹਿਲਾਂ ਸਾਹਿਬ, ਕਿਹਾ ਸੀ ਡਾਕਟਰ ਸਾਹਿਬ ਨੂੰ ਗੀਤ ਵੀ ਪਸੰਦ ਆਇਆ ਹੋਣਾ। ਥੈਂਕ ਯੂ ਰਾਜ ਸਾਹਿਬ, ਸ਼ੁਕਰੀਆ ਜੀ, ਮਿਹਰਬਾਨੀ। ਇਹ ਸਿਊ ਧਾਲੀਵਾਲ ਕਹਿੰਦੇ ਨੇ ਜੀ ਸੋ ਨਾਈਸ Song। ਇਹ ਥੈਂਕ ਯੂ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ। ਦੀਪ ਸੰਧੂ ਕਹਿੰਦੇ ਨੇ ਅਜਮਲ ਵੀਰ ਦਾ ਮੱਗ ਲੈ ਕੇ ਆਇਓ, ਸ਼ਹਿਬਾਜ਼ ਨਾਰਾਜ਼ ਹੋਣਗੇ ਨਹੀਂ। ਸਾਡੇ ਕੋਲ ਹੀ ਪਿਆ ਜੀ ਮੱਗ, ਅਸੀਂ ਦੇਖੋ ਇੱਕ ਘੋਟੀ ਭਰਿਆ ਹਾਲੇ ਕਾਫੀ ਦਾ, ਤੇ ਜੇ ਇਹ ਆਉਣਗੇ ਤੇ ਜ਼ਰੂਰ ਇਹਨਾਂ ਨੂੰ ਵੀ ਕਾਫੀ ਅਸੀਂ ਜ਼ਰੂਰ ਪਿਲਾਵਾਂਗੇ। ਨਿਰਮ ਜੋਸਨ ਜੀ ਵੀ ਕਹਿ ਰਹੇ ਨੇ ਜੀ ਲਵਲੀ Song। ਸ਼ੁਕਰੀਆ ਜੀ ਨਿਰਮ ਜੋਸਨ ਜੀ। ਇਹ ਆਸ਼ੂ ਕੁਮਰਾ ਕਹਿੰਦੇ ਨੇ ਜੀ ਡਾਕਟਰ ਸਾਹਿਬ ਇਹੋ ਜਿਹਾ ਕੀ ਕੀਤਾ ਜਾਵੇ ਕਿ ਸਮਾਜ ਇਹਨਾਂ ਸਮੱਸਿਆਵਾਂ ਵਿੱਚੋਂ ਬਾਹਰ ਆ ਸਕੇ। ਆਸ਼ੂ ਜੀ ਏਦਾਂ ਵਾ ਕਿ ਸਮਾਜ ਦੀ ਤੇ ਆਪਾਂ ਨੂੰ ਸੁਧਾਰ ਨਹੀਂ ਕਰ ਸਕਦੇ, ਜੋ ਵੀ ਕੁਝ ਕਰਨਾ ਉਹ ਆਪਣੇ ਨਾਲ ਹੀ ਕਰਨਾ ਪੈਣਾ ਵਾ। ਕਿ ਸਮਾਜ ਨੂੰ ਸਾਰੇ ਨੂੰ ਬਦਲਣ ਦੀ ਜਿਹੜੀ ਕੋਸ਼ਿਸ਼ ਆ, ਉਹ ਤਾਂ ਫਿਰ ਜ਼ਿੰਦਗੀ ਬੀਤ ਜਾਂਦੀ ਆ ਤੇ ਉਹ ਬਦਲਦਾ ਨਹੀਂ ਹੈਗਾ। ਜੋ ਵੀ ਰੈਕਟੀਫਿਕੇਸ਼ਨ ਕਰਨੀ ਆ, ਜੋ ਵੀ ਆਪਣੇ ਰੈਮਡੀਅਲ ਮੇਜਰਸ ਆ, ਜੋ ਆਪਣੇ ਆਪ ਨੂੰ ਸੋਧਣਾ ਵਾ, ਜੀ ਉਹ ਤੁਸੀਂ ਆਪਣੇ ਆਪ ਨੂੰ ਸੋਧੋ ਤੇ ਆਪਣੇ ਆਪ ਨੂੰ ਕੁਦਰਤੀ ਲਾਈਫ ਜਿਹੜੀ ਆ ਉਹ ਜੀਓ। ਜੀ ਤੇ ਖੁਰਾਕ ਵੀ ਉਦਾਂ ਦੀ ਕਿ ਜਿਹੜੀ ਤੁਹਾਨੂੰ ਈਜ਼ੀਲੀ ਪਚ ਸਕੇ, ਤੇ ਕੰਮਕਾਰ ਵੀ ਤੁਸੀਂ ਕਰੋ ਸਾਰੇ। ਇਹ ਨਹੀਂ ਹੈਗਾ ਕਿ ਕੰਮਕਾਰ ਨਹੀਂ ਕਰਨੇ, ਜੀ ਪਰ ਆਪਣੇ ਆਪ ਨੂੰ ਸੋਧਣਾ ਜਿਹੜਾ ਨਾ, ਉਹੋ ਹੀ ਮੈਡੀਟੇਸ਼ਨ ਆ, ਉਹੋ ਹੀ ਧਿਆਨ ਆ, ਔਰ ਉਹੋ ਹੀ ਜੀਵਨ ਹੈਗਾ ਨਾ। ਜੀ ਹੁਣ ਗੁਰੂਆਂ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਣੇ ਆਪ ਨੂੰ ਸੋਧ ਲਿਆ ਸੀ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਦੇਖੋ ਕਿ 4 ਵਾਰੀ ਜਿਹੜਾ ਦੁਨੀਆ ਦਾ ਚੱਕਰ ਲਾਇਆ ਸੀ, ਉਹਨਾਂ ਉਦਾਸੀਆਂ ਦੀਆਂ ਕੀਤੀਆਂ ਸੀ। ਜਿਹੜੀਆਂ ਉਦਾਸੀਆਂ ਸੀ ਜੀ ਤੇ ਉਹ ਪੈਦਲ ਗਏ ਸੀ। ਤੇ ਹੁਣ ਜੇ ਕਰਾਮਾਤੀ ਜੇ ਕੁਝ ਵੀ ਐਕਸਪਲੇਨ ਉਹਨਾਂ ਨੂੰ ਕਰੇ ਐਕਸਪਲੇਨ, ਤੇ ਉਹ ਕਹਿਣਗੇ ਜੀ ਉਹ ਕੁਝ ਕਿਤਾਬਾਂ 'ਚ ਲਿਖਿਆ ਹੋਇਆ ਕਿ ਉਦਾਂ ਇੱਕਦਮ ਉਹਨਾਂ ਨੇ ਅੱਖਾਂ ਮੀਟੀਆਂ ਤੇ ਪਹੁੰਚ ਗਏ। ਨਹੀਂ, ਉਹ ਪੈਦਲ ਗਏ ਸੀ, ਪ੍ਰੈਕਟੀਕਲ ਸੀ। ਪ੍ਰੈਕਟੀਕਲ ਸੀ। ਸਾਰੇ ਸੰਤ ਜਿਹੜੇ ਆ ਉਹ ਪ੍ਰੈਕਟੀਕਲ ਹੋਏ, ਉਹਨਾਂ ਨੇ ਕਰਕੇ ਦਿਖਾਇਆ ਵਾ ਨਾ। ਜੀ ਬਿਲਕੁਲ ਜੀ। ਤੇ ਆਪਾਂ ਵੀ ਜੇ ਕੁਝ ਕਰਾਂਗੇ ਆਪਣੇ ਜਿਉਣ ਵਾਸਤੇ,
ਜੀ ਤੇ ਉਹ ਜ਼ਿਆਦਾ ਵਧੀਆ। ਸਾਡੇ ਇੱਕ ਸਾਇੰਸ ਦੇ ਵਿੱਚ ਇੱਕ ਲਾ ਹੈਗਾ ਜੀ, ਜੀ ਸਟਰਗਲ ਫਾਰ ਐਗਜ਼ਿਸਟੈਂਸ, ਜੀ ਕਿ ਜੀਣ ਵਾਸਤੇ ਤੁਹਾਨੂੰ ਨਾ ਉਹ ਕੁਝ ਸਟਰਗਲ ਕਰਨਾ ਕਰਨਾ ਪੈਣਾ ਪੈਣਾ ਹੈ ਨਾ, ਕੋਡ ਕਰਨਾ ਪੈਣਾ ਨਾ। ਜੀ ਤੇ ਸਰਵਾਈਵਲ ਜਿਹੜੀ ਆ ਉਹ ਤਾਂ ਹੀ ਹੈਗੀ ਆ। ਜੀ ਤੇ ਉਹਦੇ ਵਿੱਚ ਇਹ ਆ ਜਾਂਦਾ ਕਿ ਸਰਵਾਈਵਲ ਆਫ ਦਾ ਫਿਟੈਸਟ, ਜੀ ਜਿਹੜਾ ਫਿੱਟ ਹੈਗਾ ਵਾ ਉਹੀ ਜੀਊਗਾ, ਜਿਹੜਾ ਫਿੱਟ ਨਹੀਂ ਹੈਗਾ ਉਹ ਖਤਮ ਹੋ ਜਾਊਗਾ। ਸਮਾਜ ਦੇ ਵਿੱਚ ਵੀ ਜੇ ਤੁਸੀਂ ਸਟਰੋਂਗ ਹੈਗੇ ਹੋ ਜੀ ਤੇ ਤੁਸੀਂ ਜੀ ਸਕਦੇ ਹੋ, ਤੇ ਨਹੀਂ ਤਾਂ ਫਿਰ ਤੁਹਾਨੂੰ ਸਮਾਜ ਵੀ ਜੀਣ ਨਹੀਂ ਦਊਗਾ ਤੇ ਦੁਨੀਆਦਾਰੀ ਵੀ ਤੁਹਾਨੂੰ ਜੀਣ ਨਹੀਂ ਦਊਗੀ। ਜੀ ਉਹਦੇ ਵਿੱਚ ਆਪਣੇ ਆਪ ਨੂੰ ਤਗੜੇ ਕਰਨਾ ਹੀ ਪੈਣਾ। ਜੀ ਬਿਲਕੁਲ ਜੀ। ਸਾਡੇ ਨਾਲ ਮਨਪ੍ਰੀਤ ਕੌਰ ਜੀ ਜੁੜੇ ਨੇ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਬਹੁਤ ਮਿਹਰਬਾਨੀ। ਇਹ ਡਾਕਟਰ ਸਾਹਿਬ ਇੱਕ ਬ੍ਰੇਕ ਲਈਏ, ਇਹ ਆਪਣੇ ਦੋਸਤਾਂ ਨੂੰ ਇੱਕ ਗੀਤ ਸੁਣਾ ਦਈਏ, ਤਦ ਤੱਕ ਆਪਾਂ ਵੀ ਥੋੜਾ ਜਿਹਾ ਰੈਸਟ ਕਰ ਲਈਏ, ਸਾਹ ਲੈ ਲਈਏ ਜੀ। ਦੋਸਤੋ ਇਹ ਟਾਈਮ ਹੋ ਗਿਆ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਵਿੱਚ ਸੁਣੋ ਇੱਕ ਗੀਤ, ਤੇ ਗੀਤ ਤੋਂ ਬਾਅਦ ਫਿਰ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਸਾਰਿਆਂ ਦੇ ਨਾਲ। ਲੋ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ। ਜੀ ਦੋਸਤੋ ਆ ਗਏ ਜੀ ਵਾਪਸ ਇਸ ਖੂਬਸੂਰਤ ਗੀਤ ਤੋਂ ਬਾਅਦ। ਨਛੱਤਰ ਗਿੱਲ ਜੀ ਦਾ ਬਹੁਤ ਪਿਆਰਾ ਗੀਤ ਹੈ, ਮੇਰੀ ਜਾਨ ਤੇ ਬਣੀ ਹੈ, ਸਾਡੀ ਜਾਨ ਤੇ ਬਣੀ ਹੈ, ਤੇਰਾ ਹਾਸਾ ਹੋ ਗਿਆ, ਬਹੁਤ ਪਿਆਰਾ ਗੀਤ ਹੈ। ਇਹ ਕਮੈਂਟਸ ਵੱਲ ਆਈਏ, ਕਮੈਂਟਸ ਬਹੁਤ ਇਕੱਠੇ ਹੋ ਗਏ ਨੇ। ਡਾਕਟਰ ਸਾਹਿਬ ਐਮੂ ਗੁੱਡ ਗੱਲ ਕਹਿੰਦੇ ਨੇ ਜੀ, ਮੈਨੂੰ 1 ਹਫ਼ਤੇ ਤੋਂ ਜ਼ਿਆਦਾ ਹੋ ਗਿਆ ਸਟਮਕ ਇਨਫੈਕਸ਼ਨ ਹੋਈ ਪਈ ਹੈ ਤੇ ਛੋਟੀ ਅੰਤੜੀ 'ਚ ਜ਼ਖਮ। ਮੈਂ ਕੁਝ ਨਹੀਂ ਖਾ ਰਹੀ ਸੀ ਪਰ ਅੱਜ ਇਨਫੈਕਸ਼ਨ ਠੀਕ ਹੈ ਕੁਝ ਹੱਦ ਤੱਕ, ਪਰ ਬੀਪੀ 2 ਦਿਨ ਤੋਂ ਲਗਭਗ 86-70 ਰਹਿੰਦਾ, ਘੱਟ ਹੈ ਇਹਦਾ ਮਤਲਬ ਬੀਪੀ, ਚੱਲਿਆ ਫਿਰਿਆ ਵੀ ਨਹੀਂ ਜਾ ਰਿਹਾ। ਮੈਂ ਕਿਹੋ ਜਿਹੀ ਡਾਈਟ ਲਵਾਂ ਜਿਸ ਨਾਲ ਜਲਦੀ ਰਿਕਵਰ ਹੋ ਜਾਵਾਂ? ਮੈਂ ਹੁਣ ਹੋਰ ਦਵਾਈਆਂ ਨਹੀਂ ਖਾਣਾ ਚਾਹੁੰਦੀ। ਇਹ ਅਮਨ ਜੀ ਸਾਨੂੰ ਪੁੱਛ ਰਹੇ ਨੇ ਜੀ। ਹਾਂਜੀ ਅਮਨ ਜੀ, ਇੱਦਾਂ ਵਾ ਕਿ ਪੇਟ ਦੀ ਜਦੋਂ ਵੀ ਕੋਈ ਬਿਮਾਰੀ ਆਉਣੀ ਹੈ ਨਾ ਤਾਂ ਉਹਦੇ ਨਾਲ ਕਮਜ਼ੋਰੀ ਜਿਹੜੀ ਉਹ ਆ ਹੀ ਜਾਣੀ ਆ, ਕਿਉਂਕਿ ਖੁਰਾਕ 'ਚੋਂ ਆਪਾਂ ਨੂੰ ਤੱਤ ਨਹੀਂ ਮਿਲਦੇ ਜੀ ਤੇ ਉਹ ਜੋ ਵੀ ਕੁਝ ਕਰਨਾ ਉਹ ਪੇਟ ਨੇ ਹੀ ਕਰਨਾ ਹੁੰਦਾ। ਮੈਦੇ ਦੇ ਵਿੱਚ ਪਚਦਾ ਵਾ, ਫਿਰ ਖੂਨ ਦੇ ਵਿੱਚ ਜਾਂਦਾ, ਲੀਵਰ ਦੇ ਵਿੱਚ ਜਾਂਦਾ, ਤੇ ਜੇ ਪੇਟ ਦੀ ਪ੍ਰੋਬਲਮ ਆ ਗਈ ਆ ਤੇ ਕਮਜ਼ੋਰੀ ਤਾਂ ਆਉਣੀ ਆਉਣੀ ਆ ਜੀ। ਤੇ ਜੇ ਤੁਸੀਂ ਕਹਿ ਰਹੇ ਹੋ ਕਿ ਹੁਣ ਤੁਸੀਂ ਉਹ ਠੀਕ ਹੋ ਗਈ ਇਨਫੈਕਸ਼ਨ ਤੁਹਾਡੀ ਤੇ ਰਿਕਵਰੀ ਹੋ ਰਹੀ ਆ, ਤੇ ਉਹਨੂੰ ਜੇ ਆਪਾਂ ਸਪੀਡਲੀ ਕਰਨਾ ਵਾ ਤੇ ਉਹਦਾ ਬੈਸਟ ਵੇ ਇਹ ਆ ਕਿ ਪਾਣੀ ਇੱਕ ਤਾਂ ਜ਼ਿਆਦਾ ਪੀਓ ਜੀ
ਤੇ ਦੂਸਰਾ ਫਲ ਫਰੂਟ ਸਬਜ਼ੀਆਂ ਸਲਾਦ ਇਹ ਜ਼ਿਆਦਾ ਲਓ। ਜੀ ਦਵਾਈਆਂ ਜਿਹੜੀਆਂ ਉਹਨਾਂ ਦਾ ਸਾਈਡ ਇਫੈਕਟ ਵੀ ਜਿਹੜਾ ਵਾ ਉਹ ਆਪਾਂ ਤਾਂ ਹੀ ਜਾਣਾ ਕਿ ਜਿਹੜੇ ਟੌਕਸਿਨ ਰਿਲੀਜ਼ ਹੁੰਦੇ ਦਵਾਈਆਂ ਦਾ ਜਿਹੜਾ ਰੈਜ਼ੀਡਿਊ ਰਹਿ ਜਾਂਦਾ ਵਾ ਜੀ ਉਹ ਵੀ ਜੇ ਆਪਾਂ ਪਾਣੀ ਜ਼ਿਆਦਾ ਪੀਵਾਂਗੇ ਨਾ ਤੇ ਉਹ ਐਕਸਕ੍ਰੀਟ ਹੋ ਜਾਂਦਾ, ਉਹ ਬਾਹਰ ਨਿਕਲ ਜਾਂਦਾ ਵਾ ਨਾ। ਜੀ ਤੇ ਉਹ 1-2 ਦਿਨਾਂ 'ਚ ਤੁਸੀਂ ਆਪੇ ਫੀਲ ਕਰੋਗੇ ਕਿ ਫਰੂਟ ਜ਼ਿਆਦਾ ਲਓ। ਫਰੂਟ ਜਿਹੜੇ ਆ ਕੋਸ਼ਿਸ਼ ਕਰੋ ਦੁਪਹਿਰ ਤੋਂ ਪਹਿਲਾਂ, ਤੇ ਸਬਜ਼ੀਆਂ ਜੇ ਤੁਸੀਂ ਵਾਸ਼ ਕਰਕੇ ਚੰਗੀ ਤਰ੍ਹਾਂ ਦੁਪਹਿਰ ਤੋਂ ਬਾਅਦ ਖਾ ਸਕਦੇ ਹੋ, ਕੱਚੀਆਂ ਜਾਂ ਥੋੜ੍ਹੀਆਂ ਬੋਇਲ ਕਰਕੇ। ਜੀ ਤੇ ਇੱਕਦਮ ਤੁਹਾਨੂੰ એનર્ਜੀ ਮਿਲੂਗੀ ਜੀ ਤੇ ਉਹ ਜਲਦੀ ਤੁਸੀਂ ਫੀਲ ਕਰੋਗੇ ਕਿ ਉਹ ਠੀਕ ਹੋ ਗਿਆ। ਜੀ ਬਿਲਕੁਲ ਜੀ। ਹਾਂਜੀ ਹਾਂਜੀ। ਤੇ ਅੱਜ ਕੱਲ ਦੇ ਬੱਚੇ ਇਹ ਵੀ ਆ ਕਿ ਫਾਸਟ ਫੂਡ ਖਾਂਦੇ, ਮੈਗੀ ਵਗੈਰਾ ਬਣਾ ਕੇ ਖਾਂਦੇ ਆ, 1 ਮਿੰਟ ਨਹੀਂ ਲਾਉਂਦੇ ਉਹ ਇਹ ਫਾਸਟ ਫੂਡ ਬਣਾਉਣ ਨੂੰ, ਸ਼ਹਿਬਾਜ਼ ਤਿਆਰ ਏਦਾਂ ਨਾ ਕਰਨ ਕਿ ਮੈਗੀ ਇਹ ਜਿਹੜੀ ਆ ਉਹ ਜਿਹੜਾ ਵੀ ਮੈਦੇ ਤੋਂ ਚੀਜ਼ਾਂ ਬਣਦੀਆਂ ਨਾ ਜੀ, ਜੀ ਉਹ ਛੋਟੀ ਜਿੱਦਾਂ ਇਹਨਾਂ ਨੇ ਅੰਮੂ ਜੀ ਨੇ ਗੱਲ ਕੀਤੀ ਆ ਕਿ ਛੋਟੀ ਆਂਤੜੀ ਦੇ ਵਿੱਚ ਜਾ ਕੇ ਜਿਹੜਾ ਨਾ ਉਹ ਜਦੋਂ ਮੈਦਾ ਜਿਹੜਾ ਨਾ ਉਹ ਜਿਹੜੇ ਪਾਊਚ ਹੁੰਦੇ ਆ ਆਂਤੜੀਆਂ ਦੇ ਜਿਹੜੇ ਆ ਨਾ, ਆਂਤੜੀ ਸਿੱਧੀ ਕੋਈ ਪਾਈਪ ਨਹੀਂ ਹੈਗੀ, ਉਹਨਾਂ ਦੇ ਜੀ ਪਾਊਚ ਬਣੇ ਹੋਏ ਆ ਜੀ ਜੀ ਕਿ ਉਹ ਜਿੱਦਾਂ ਨਾ ਕਹਿ ਲਓ ਕਿ ਉਹ ਮੈਦਾ ਏਦਾਂ ਕਰਕੇ ਬਣੇ ਹੋਏ, ਉੱਥੇ ਜਾ ਕੇ ਉਹ ਜਦੋਂ ਜੰਮ ਜਾਂਦਾ ਜੰਮ ਮੈਦਾ ਜਾਂਦਾ ਜੀ ਤੇ ਫਿਰ ਉਹ ਜਿਹੜਾ ਐਕਸਚੇਂਜ ਨਹੀਂ ਹੁੰਦਾ, ਜਿਹੜਾ ਨਾ ਜੋ ਬਾਹਰ ਜਾਣਾ ਚਾਹੀਦਾ ਤੱਤ ਜਿਹੜੇ ਆ ਖੂਨ ਦੇ ਵਿੱਚ ਉਹ ਜਾ ਨਹੀਂ ਪਾਉਂਦੇ ਜੀ ਤੇ ਉਹ ਕਬਜ਼ ਹੋ ਜਾਂਦੀ ਆ। ਕਬਜ਼ ਹੋਣ ਨਾਲ ਹੀ ਮੇਨ ਬਿਮਾਰੀਆਂ ਆਉਂਦੀਆਂ ਤੇ ਬਾਉਲ ਮੂਵਮੈਂਟ ਜਿਹੜੀ ਆ, ਜੀ ਆਂਤੜੀਆਂ ਦੀ ਮੂਵਮੈਂਟ ਜਿਹੜੀ ਉਹ ਜਦੋਂ ਡਿਸਟਰਬ ਹੁੰਦੀ ਆ ਜੀ ਤੇ ਉਦੋਂ ਫਿਰ ਪੇਟ ਖਰਾਬ ਹੁੰਦਾ। ਉਸ ਤੋਂ ਅੱਗੇ ਫਿਰ ਕਈ ਕੁਝ ਹੋ ਸਕਦਾ, ਪੋਸੀਬਿਲਿਟੀ ਹੈਗੀ ਆ, ਪਰ ਇਹ ਆ ਕਿ ਜੇ ਤੁਹਾਡਾ ਪੇਟ ਸਾਫ਼ ਹੋ ਜਾਂਦਾ ਵਾ ਜੀ ਤੇ ਉਹ ਠੀਕ ਆ। ਪੇਟ ਸਾਫ਼ ਕਰਨ ਦਾ ਤਾਂ ਜਿਹੜਾ ਉਹ ਇਹੋ ਹੀ ਆ ਕਿ ਫਰੂਟ ਜ਼ਿਆਦਾ, ਸਬਜ਼ੀਆਂ ਸਲਾਦ ਜ਼ਿਆਦਾ। ਜੀ ਤੇ ਜੇ ਕੋਈ ਤੁਸੀਂ ਹੋਰ ਲੈਣਾ ਵਾ, ਹੋਰ ਤੁਸੀਂ ਜਿੱਦਾਂ ਅੰਮੂ ਜੀ ਨੇ ਪੁੱਛਿਆ ਕਿ ਵੀਕਨੈਸ ਲੱਗਦੀ ਆ, ਜੀ ਉਹਦਾ ਇੰਸਟੈਂਟ ਇੱਕ ਮੈਂ ਟੋਟਕਾ ਜਿਹਾ ਦੱਸ ਦਿੰਦਾ ਵਾ ਤੇ ਉਹ ਇਹ ਆ ਕਿ 2 ਮੁਨੱਕੇ ਲੈ ਕੇ ਨਾ ਤੇ ਰਾਤ ਨੂੰ ਭਿਉਂ ਦੇਣੇ ਆ ਜੀ ਤੇ ਸਵੇਰੇ ਉੱਠ ਕੇ ਤੁਸੀਂ ਉਹ ਮੁਨੱਕੇ ਵੀ ਉਹ ਖਾ ਲੈਣੇ ਆ ਤੇ ਪਾਣੀ ਵੀ ਪੀ ਲੈਣਾ ਕਿ ਤੁਸੀਂ ਫੀਲ ਕਰੋਗੇ ਕਿ 1-2 ਦਿਨਾਂ 'ਚ ਉਹ ਠੀਕ ਹੋ ਗਿਆ ਤੇ ਤੁਸੀਂ ਇਹਨੂੰ ਹਫ਼ਤਾ ਲੈ ਸਕਦੇ ਹੋ। ਜਦੋਂ ਵੀ ਕਿਸੇ ਨੂੰ ਕਮਜ਼ੋਰੀ ਲੱਗੇ ਤੇ ਉਹ ਤੁਸੀਂ 2 ਮੁਨੱਕੇ ਜੀ ਉਹ ਰਾਤ ਨੂੰ ਭਿਉਂ ਲੈਣੇ, ਸਵੇਰੇ ਖਾਲੀ ਪੇਟ ਮੁਨੱਕੇ ਵੀ ਖਾ ਲਓ ਤੇ ਪਾਣੀ ਵੀ ਪੀ ਲਓ। ਠੀਕ ਹੈ ਜੀ, ਬਹੁਤ ਮਿਹਰਬਾਨੀ। ਅਮੂ ਗੁੱਡਗਲ ਜੀ, ਮੇਰੇ ਖਿਆਲ ਤੁਹਾਨੂੰ ਤੁਹਾਡਾ ਇਲਾਜ ਜਿਹੜਾ ਹੈ ਉਹ ਪਤਾ ਲੱਗ ਗਿਆ ਹੋਣਾ ਤੇ ਸਾਡੀ ਦੁਆ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਠੀਕ ਹੋਵੋ ਤੇ ਇਸ ਟੋਟਕੇ ਦੇ ਨਾਲ ਤੁਹਾਨੂੰ ਅਸਰ ਵੀ ਹੋਵੇ। ਮੈਨੂੰ ਇੱਕ ਟੋਟਕੇ ਤੋਂ ਸ਼ਹਿਬਾਜ਼ ਇੱਕ ਹੋਰ ਯਾਦ ਆਇਆ ਜਿਹੜਾ ਕਿ ਇਸ ਟੌਪਿਕ ਤੋਂ ਹਟ ਕੇ ਹੈਗਾ ਵਾ, ਪਰ ਮੈਨੂੰ ਉਹ ਸਵੇਰ ਦਾ ਹੀ ਥੋੜਾ ਮਨ ਦੇ ਵਿੱਚ ਹੈਗਾ ਸੀ ਕਿ ਜੇ ਮੈਨੂੰ ਟਾਈਮ ਮਿਲਿਆ ਜੀ ਤੇ ਮੈਂ ਦੱਸੂਗਾ ਜੀ ਕਿ ਜਿੱਦਾਂ ਅੱਜ ਕੱਲ੍ਹ ਕੋਵਿਡ ਚੱਲ ਰਿਹਾ ਵਾ ਨਾ, ਜੀ ਤੇ ਠੀਕ ਆ ਕੋਵਿਡ ਦੇ ਵਿੱਚ ਵਾਇਰਲ ਡਿਜ਼ੀਜ਼ ਹੈਗੀ ਆ, ਸਾਰਾ ਕੁਝ ਹੋ ਜਾਂਦਾ ਵਾ, ਕਿਸੇ ਕਿਸੇ ਦੀ ਜਿਹੜਾ ਵਿਚਾਰੇ ਦੀ ਜਿਹਦੀ ਉਹ ਹੁੰਦਾ ਵਾ ਆਈ ਹੁੰਦੀ ਆ ਕਿ ਉਹਦੀ ਡੈਥ ਵੀ ਹੋ ਜਾਂਦੀ ਆ। ਜੀ ਤੇ ਉਹਦੇ ਵਿੱਚ ਜਦੋਂ ਲੱਗੇ ਕਿ ਤੁਹਾਨੂੰ ਕੋਵਿਡ ਜਿਹੜਾ ਵਾ ਜਾਂ ਇਹ ਵਾਇਰਸ ਜਿਹੜਾ ਛਾਤੀ 'ਚ ਚਲੇਗਾ, ਜਦੋਂ ਫੇਫੜਿਆਂ 'ਚ ਜਾਂਦਾ ਇਹ ਸੋਜ ਕਰਦਾ, ਜੀ ਸੋਜ ਕਰਨ ਤੋਂ ਬਾਅਦ ਜਿੱਥੇ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਤੁਹਾਡੀ ਬਾਹਰ ਜਾਂਦੀ ਆ ਤੇ ਆਕਸੀਜਨ ਅੰਦਰ ਆਉਂਦੀ ਆ, ਉੱਥੇ ਜਦੋਂ ਹੋ ਜਾਂਦਾ ਤੇ ਕੋਵਿਡ ਜਿਹੜਾ ਨਾ ਉਹ ਨੁਕਸਾਨ ਕਰ ਜਾਂਦਾ। ਜੀ ਤੇ ਹੋਮਿਓਪੈਥੀ ਦੀ ਇੱਕ ਦਵਾਈ ਜਿਹੜੀ ਆ, ਮੈਂ ਟੋਟਕੇ ਦੇ ਤੌਰ ਤੇ ਦੱਸਣਾ ਚਾਹੂੰਗਾ, ਕੋਈ ਨੁਕਸਾਨ ਨਹੀਂ ਹੈਗਾ, ਜੀ ਉਹ ਤੁਹਾਡੇ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਇਹ ਚੱਲਦਾ ਪਿਆ, ਪਤਾ ਨਹੀਂ ਕਿੰਨਾ ਚਿਰ ਚੱਲੇ, ਜੀ ਕਿ ਸਾਡੀ ਇੱਕ ਦਵਾਈ ਹੈ, ਉਹਨੂੰ ਕਹਿੰਦੇ, ਉਹਨੂੰ ਆਕਸੀਜਨ ਦਾ ਸਿਲੰਡਰ ਵੀ ਅਸੀਂ ਕਹਿ ਦਿੰਦੇ ਆ ਜੀ ਕਿ ਬਿਲਕੁਲ ਜਦੋਂ ਆਪਾਂ ਨੂੰ ਕੋਵਿਡ ਦੇ ਵਿੱਚ ਆਕਸੀਮੀਟਰ ਤੇ ਲਾ ਦਿੰਦੇ ਆ ਕਿ ਆਕਸੀਜਨ ਲੈਵਲ ਘਟ ਗਿਆ ਵਾ ਜੀ ਤੇ ਫਿਰ ਵੈਂਟੀਲੇਟਰ ਤੇ ਲਾ ਦਿੰਦੇ ਆ ਨਾ। ਜੀ ਜੀ ਵੈਂਟੀਲੇਟਰ ਦੇ ਵਿੱਚ ਤੁਹਾਨੂੰ ਰੈਗੂਲੇਟਡ ਜਿਹੜੀ ਆਕਸੀਜਨ ਦਿੰਦੇ ਆ ਕਿ ਆਕਸੀਜਨ ਰੈਗੂਲੇਟ ਕਰਕੇ ਦਿੰਦੇ ਆ ਕਿ ਜਿੰਨੀ ਚਾਹੀਦੀ ਆ। ਜੀ ਤੇ ਜੇ ਉਹਦੇ ਨਾਲ ਨਾਲ ਤੁਸੀਂ ਹੋਮਿਓਪੈਥੀ ਦੀ ਇੱਕ ਦਵਾਈ ਜਿਹੜੀ ਆ ਉਹਨੂੰ ਕਾਰਬੋਵੈਜ ਕਹਿੰਦੇ ਆ, ਬੀਓ CARBOVEG ਜੀ ਤੇ ਕਾਰਬੋਵੈਜ ਜਿਹੜੀ ਆ 30 ਪੋਟੈਂਸੀ ਦੇ ਵਿੱਚ ਜੀ ਉਹ ਲਓ ਤੇ ਉਹਦੇ ਨਾਲ ਫਾਇਦਾ ਹੋ ਸਕਦਾ। ਅਦਰਵਾਈਜ਼ ਵੀ ਜੇ ਕਿਸੇ ਨੂੰ ਸਾਹ ਦੀ ਕੋਈ ਪ੍ਰੋਬਲਮ ਆ ਜੀ ਤੇ ਡਾਕਟਰ ਦੇ ਜਾਣ ਤੋਂ ਪਹਿਲਾਂ ਕਾਰਬੋਵੈਜ ਲੈ ਲਵੇ ਤੇ ਉਹਦਾ ਆਕਸੀਜਨ ਲੈਵਲ ਜਿਹੜਾ ਉਹ ਠੀਕ ਹੋਊਗਾ ਤੇ ਐਮਰਜੈਂਸੀ ਡਰੱਗ ਇਹਨੂੰ ਕਹਿ ਸਕਦੇ ਆ। ਜੀ ਬਿਲਕੁਲ ਜੀ। ਹਾਂਜੀ, ਇਹ ਕਮੈਂਟਸ ਵਾਲਾ ਇਹ ਮਹਿੰਦਰ ਮਹਾਜਨ ਜੀ ਕਹਿੰਦੇ ਨੇ ਜੀ ਬਹੁਤ ਵਧੀਆ ਤੁਸੀਂ ਅੱਜ ਦਾ ਵਿਸ਼ਾ ਚੁਣਿਆ ਹੈ ਥੈਂਕ ਯੂ ਮਾਈ ਤੇ ਸਾਹਿਬ, ਥੈਂਕ ਯੂ ਜੀ, ਬਹੁਤ thank you। ਅੱਛੀ ਤੁਹਾਡੀ ਪ੍ਰੈਜੈਂਟੇਸ਼ਨ ਹੈ, ਬਹੁਤ ਅੱਛੀ ਤਰ੍ਹਾਂ ਤੁਸੀਂ ਜਵਾਬ ਦੇ ਰਹੇ ਹੋ ਸਵਾਲਾਂ ਦੇ। ਸ਼ੁਕਰੀਆ ਮਾਹਿਰ ਸ਼ੁਕਰੀਆ ਜੀ ਮਹਾਜਨ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਅਜਮਲ ਸ਼ਰੀਫ ਜੀ ਨੇ ਮਨਪ੍ਰੀਤ ਕੌਰ ਜੀ ਨੂੰ ਰਿਪਲਾਈ ਕੀਤਾ ਵੈਲਕਮ। ਕੁਝ ਕਮੈਂਟਸ ਜਿਹੜੇ ਆ ਨਾ ਚਲੇ ਗਏ ਕਿਉਂਕਿ ਕਾਫੀ ਸਾਰੇ ਕਮੈਂਟਸ ਆਏ ਨੇ। ਮਨਪ੍ਰੀਤ ਕੌਰ ਜੀ ਨੇ ਕਮੈਂਟ ਕੀਤਾ ਸੀ ਕਿ ਮੈਂ ਅਜਮਲ ਸ਼ਰੀਫ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਲਿੰਕ ਮੇਰੇ ਨਾਲ ਸਾਂਝਾ ਕੀਤਾ ਇਸ ਪ੍ਰੋਗਰਾਮ ਦਾ। ਥੈਂਕ ਯੂ। ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਜੀ, ਅਜਮਲ ਜੀ ਦਾ ਵੀ ਤੇ ਮਨਪ੍ਰੀਤ ਕੌਰ ਜੀ ਦਾ ਵੀ। ਇਹ ਜਗ ਸੁਪਨਾ ਤੋਂ ਗੁਰਜੰਟ ਸਿੰਘ ਮਾਨ ਵੀਰ ਜੀ ਆਏ ਨੇ, ਬਹੁਤ ਦਿਨਾਂ ਬਾਅਦ ਆਏ ਨੇ। ਜੀ ਆਇਆਂ ਨੂੰ ਮੇਰੇ ਵੀਰ, ਕਹਿੰਦੇ ਨੇ ਜੀ ਬਹੁਤ ਵਧੀਆ ਜੀ ਵੀਰ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇਹ ਨਰਿੰਦਰ ਬਾਟ ਕਹਿੰਦੇ ਨੇ ਜੀ ਯੋਗਾ ਬਾਰੇ ਵੀ ਦੱਸੋ, ਕੀ ਫਾਇਦਾ ਕੀ ਸਾਈਡ ਇਫੈਕਟ ਨੇ। ਜੀ ਡਾਕਟਰ ਸਾਹਿਬ ਇਹਦੇ ਬਾਰੇ। ਯੋਗਾ ਦੇ ਵਿੱਚ ਤਾਂ ਚਲੋ ਸਾਰੇ ਜਾਣਦੇ ਹੀ ਆ ਜੀ, ਯੋਗ ਦਾ ਮਤਲਬ ਇਹ ਆਸਣ ਨਹੀਂ ਹੁੰਦਾ ਜੀ ਕਿ ਯੋਗਾ ਆਪਾਂ ਬਣਾਤਾ, ਐਕਚੁਅਲੀ ਯੋਗ ਸ਼ਬਦ ਆਏ ਜੀ ਹੈ ਨਾ। ਯੋਗਾ ਤਾਂ ਇੰਗਲਿਸ਼ ਦਾ ਵਰਡ ਬਣਾਤਾ YOG ਯੋਗਾ। ਜੀ ਜੀ ਤੇ ਯੋਗ ਦਾ ਮਤਲਬ ਆ ਕਿ ਜੋੜਨਾ, ਆਪਣੇ ਆਪ ਨਾਲ ਜੁੜਨਾ। ਹੁਣ ਜੀ। ਆਪਾਂ ਆਪਣੇ ਆਪ ਨਾਲ ਟੁੱਟੇ ਹੋਏ ਆ ਜੀ ਜੀ ਹੈ ਨਾ, ਤਾਂ ਹੀ ਤੇ ਜਿਹੜਾ ਅਜੋਕਾ ਮਨੁੱਖ ਜਿਹੜਾ ਵਾ ਉਹ ਪਰੇਸ਼ਾਨ ਹੈ। ਆਪਾਂ ਕਹਿ ਲਓ ਉਹਦੀ ਤਰਾਸਦੀ ਇਹ ਆ ਕਿ ਆਪਾਂ ਆਪਣੇ ਨਾਲ ਟੁੱਟ ਗਏ ਆ। ਜੀ ਤੇ ਯੋਗ ਦਾ ਮਤਲਬ ਆ ਕਿ ਆਪਾਂ ਆਪਣੇ ਨਾਲ ਜਦੋਂ ਜੁੜ ਜਾਂਦੇ ਆ ਤੇ ਉਹ ਯੋਗ ਹੋ ਗਿਆ। ਉਸ ਤੋਂ ਅੱਗੇ ਆਸਣਾਂ ਦੀ ਗੱਲ ਆ ਜੀ ਕਿ
ਜਿੰਨੇ ਵੀ ਆਸਣ ਜਿਹੜੇ ਆ ਗ੍ਰੰਥਾਂ ਦੇ ਵਿੱਚ ਲਿਖੇ ਆ ਜਾਂ ਤੁਸੀਂ ਕਰੋਗੇ ਜੀ। ਤੇ ਉਹਦੇ ਨਾਲ ਤੁਹਾਡੀ ਜਿਹੜੀ ਫਲੈਕਸੀਬਿਲਿਟੀ ਵੱਧਦੀ ਆ, ਲਚਕ ਵੱਧਦੀ ਹੈ ਜੋੜਾਂ ਦੇ ਵਿੱਚ, ਜੀ। ਤੇ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ, ਤੁਹਾਡੀ ਸਟ੍ਰੈਸ ਵੀ ਘਟਦੀ, ਕਿਉਂਕਿ ਤੁਸੀਂ ਯੋਗ ਜਦੋਂ ਕਰਦੇ ਹੋ, ਯੋਗਾ ਕਰਦੇ ਹੋ ਜੀ। ਤੇ ਬਾਡੀ ਦਾ ਜਿਹੜਾ ਮਸਲ ਆ ਉਹ ਸਟ੍ਰੈਚ ਹੁੰਦੇ ਆ, ਤੇ ਟੈਨਸ਼ਨ ਜਿਹੜੀ ਆ ਉਹਦਾ ਕਰਕੇ ਨਿਊਰੋ ਮਸਕੂਲਰ ਸਿਸਟਮ ਜਿਹੜਾ ਨਰਵਸ ਸਿਸਟਮ ਆ ਜੀ। ਤੇ ਨਰਵਸ ਦਾ ਜਿਹਨੂੰ ਤੰਤਰ ਕਹਿ ਦਿੰਦੇ, ਤੇ ਮਸਲ ਸਿਸਟਮ ਜਿਹੜਾ ਉਹ ਸਫਰ ਕਰਦਾ, ਤੇ ਯੋਗਾ ਕਰਨ ਨਾਲ ਨਿਊਰੋ ਮਸਕੂਲਰ ਸਿਸਟਮ ਜਿਹੜਾ ਤੁਹਾਡਾ ਸਟਰੋਂਗ ਹੁੰਦਾ। ਜੀ। ਤੇ ਜੇ ਯੋਗਾ ਦੇ ਨਾਲ ਪ੍ਰਾਣਾਯਾਮ ਜਿਹੜਾ ਵਾ ਉਹ ਕੀਤਾ ਜਾਵੇ, ਜੀ। ਸਾਰੀਆਂ ਕੁਝ ਕਿਰਿਆਵਾਂ ਕੀਤੀਆਂ ਜਾਣ ਤੇ ਉਹ ਡਬਲ ਫਾਇਦਾ ਹੋ ਜਾਂਦਾ। ਜੀ ਬਿਲਕੁਲ ਜੀ, ਬਹੁਤ ਅੱਛੀ ਗੱਲ ਹੈ ਡਾਕਟਰ ਸਾਹਿਬ। ਇਹ ਕੁਲਵਿੰਦਰ ਕੌਰ ਜੀ ਕਹਿੰਦੇ ਨੇ ਜੀ ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਨੇ ਦਿੱਤੀ ਹੈ ਸ਼ੁਕਰੀਆ ਜੀ। ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ ਤੁਹਾਡਾ। ਇਹ ਗੁਰਿੰਦਰ ਸਿੰਘ ਜੀ ਨੇ ਬਹੁਤ ਸਾਰਾ ਪਿਆਰ ਭੇਜਿਆ ਜੀ, ਸ਼ੁਕਰੀਆ ਜੀ ਮੇਰੇ ਵੀਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਇਹ ਪ੍ਰਭਜੋਤ ਬਰਾੜ ਕਹਿੰਦੇ ਨੇ ਜੀ ਵੈਰੀ ਨਾਈਸ ਸ਼ਹਿਬਾਜ਼ ਵੀਰ ਜੀ ਐਂਡ ਵੈਲਕਮ ਟੂ ਡਾਕਟਰ ਸਾਹਿਬ। ਸ਼ੁਕਰੀਆ ਜੀ ਬਰਾੜ ਸਾਹਿਬ, ਸ਼ੁਕਰੀਆ। ਬਹੁਤ ਮਿਹਰਬਾਨੀ ਜੀ ਬਰਾੜ ਸਾਹਿਬ। ਇਹ ਅਜਮਲ ਸ਼ਰੀਫ ਕਹਿੰਦੇ ਨੇ ਜੀ ਵਾਕ ਦਾ ਤੇ ਜਵਾਬ ਨਹੀਂ, ਨਹਿਰ ਤੇ ਵਾਕ ਕਰਨਾ ਹੋਰ ਵੀ ਵਧੀਆ ਹੁੰਦਾ ਹੈ ਬਿਲਕੁਲ ਜੀ। ਬਿਲਕੁਲ। ਇਹਨਾਂ ਨੂੰ ਨਹਿਰ ਤੇ ਜਾ ਕੇ ਸੈਰ ਕਰਨ ਦਾ ਬਹੁਤ ਸ਼ੌਕ ਹੈ ਜੀ। ਅਸੀਂ ਛੋਟੇ ਹੁੰਦੇ ਨਹਿਰ ਤੇ ਰਹੇ ਆ, ਤੇ ਉਹ ਸਾਨੂੰ ਪਤਾ ਵਾ ਕਿ ਨਹਿਰਾਂ ਤੇ ਸੂਇਆਂ ਤੇ ਜਿਹੜਾ ਉਹ ਕਿੰਨਾ ਵਧੀਆ ਮਾਹੌਲ ਹੁੰਦਾ, ਪਟੜੀਆਂ ਹੁੰਦੀਆਂ ਕੱਚੀਆਂ, ਤੇ ਉੱਥੇ ਜਿਹੜਾ ਉਹ ਬਹੁਤ ਵਧੀਆ ਮਾਹੌਲ ਹੁੰਦਾ ਉੱਥੇ ਤਾਂ। ਜੀ ਬਹੁਤ ਮਿਹਰਬਾਨੀ ਜੀ। ਇਹ ਰੂਪ ਸੰਧੂ ਕਹਿੰਦੇ ਨੇ ਜੀ ਤਣਾਅ ਵਿੱਚੋਂ ਨਿਕਲਣ ਲਈ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਆਪ ਨੂੰ ਉਸ ਕੰਮ ਵਿੱਚ ਲਗਾ ਦੇਣਾ ਚਾਹੀਦਾ ਹੈ ਜੋ ਸਾਡਾ ਪਸੰਦੀਦਾ ਕੰਮ ਹੋਵੇ, ਜਿਸ ਨੂੰ ਕਰਨ ਨਾਲ ਸਾਨੂੰ ਖੁਸ਼ੀ ਮਿਲੇ। ਸਭ ਤੋਂ ਬੈਸਟ ਇਹੋ ਹੀ ਹੈ ਜੀ, ਜਿਹੜਾ ਤੁਹਾਡਾ ਪਸੰਦੀਦਾ ਕੰਮ ਆ, ਵਰਕ ਮੈਡੀਟੇਸ਼ਨ ਇਹਨੂੰ ਹੀ ਕਹਿੰਦੇ ਆ, ਕਿ ਜੇ ਤੁਸੀਂ ਕੰਮ ਜਿਹੜਾ ਉਹ ਤੁਹਾਨੂੰ ਜਿਹੜਾ ਪਸੰਦ ਆ, ਜੇ ਤੁਸੀਂ ਉਹੀ ਕਰਦੇ ਹੋ ਤੇ ਤੁਹਾਨੂੰ ਕੋਈ ਐਕਸਟਰਾ ਮੈਡੀਟੇਸ਼ਨ, ਐਕਸਟਰਾ ਧਿਆਨ, ਐਕਸਟਰਾ ਗੁਰੂ ਅਪਣਾਉਣ ਦੀ ਲੋੜ ਹੀ ਕੋਈ ਨਹੀਂ ਜੀ। ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਹੀ ਤੁਹਾਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਵੇ ਜੀ। ਤੇ ਉਹ ਵਰਕ ਮੈਡੀਟੇਸ਼ਨ ਹੋਗੀ ਜੀ ਬਿਲਕੁਲ। ਆਪਣੀ ਕੰਮ ਹੀ ਪੂਜਾ ਹੈ ਜੀ, ਇਹਦਾ ਮਤਲਬ ਆਪਣੇ ਸ਼ੌਕ ਦੇ ਨਾਲ ਵੀ ਅਸੀਂ ਆਪਣੇ ਤਣਾਅ ਨੂੰ ਕਰ ਸਕਦੇ। ਤੁਸੀਂ ਆਪ ਆਪਣੇ ਹੀਲਰ ਹੋ ਨਾ, ਦੂਜੇ ਦੀ ਲੋੜ ਹੀ ਨਹੀਂ ਹੈਗੀ। ਠੀਕ ਹੈ ਜੀ। ਮਨਜ਼ਾ ਖਾਨ ਕਹਿੰਦੇ ਨੇ ਜੀ ਵਾਹ, ਫਸਟ ਟਾਈਮ ਸੁਣੀ ਇਹ ਟੈਕਨੀਕ ਜਿਹੜੀ ਤੁਸੀਂ ਉਹ ਬੈਠ ਕੇ ਤੇ ਊੜ ਬਤੂੜ ਬੋਲਣ ਵਾਲੀ ਜਿਹੜੇ ਦੱਸੇ ਸੀ। ਜੀ ਜੀ, ਸ਼ੁਕਰੀਆ ਜੀ ਮਨਜ਼ਾ ਜੀ, ਥੈਂਕ ਯੂ। ਕੁਲਵਿੰਦਰ ਕੌਰ ਕਹਿੰਦੇ ਨੇ ਜੀ ਟੈਨਸ਼ਨ ਫਰੀ ਹੋਣ ਵਾਸਤੇ ਟਿਪਸ ਦਿਓ। ਲਓ ਜੀ ਦੱਸੋ ਜੀ, ਟੈਨਸ਼ਨ ਫਰੀ ਹੋਣ ਲਈ ਕੀ ਟਿਪਸ ਇਹ ਨੇ? ਸਾਰੇ ਟਿਪਸ ਹੀ ਮੈਂ ਜਿਹੜੇ ਦੇ ਰਿਹਾ ਟੈਨਸ਼ਨ ਫਰੀ ਹੋਣ ਵਾਸਤੇ, ਜਿਹੜੇ ਆ ਕਿ ਸਾਹ ਦੀ ਕਿਰਿਆ ਹੋਈ, ਯੋਗਾ ਹੋਇਆ, ਪ੍ਰਾਣਾਯਾਮ ਹੋਇਆ, ਜਿਬਰਿਸ਼ ਹੋਈ, ਜੀ। ਵਾਕ ਹੋਈ, ਐਕਸਰਸਾਈਜ਼ ਹੋਈ, ਜੀ। ਹੈ ਨਾ, ਬਾਡੀ ਨੂੰ ਯੂਜ਼ ਕਰੋ ਤੇ ਮਨ ਜਿਹੜਾ ਹਲਕਾ ਹੋ ਜੂਗੇ। ਸਾਰੇ ਕੋਈ ਵੀ ਟੈਕਨੀਕ ਜਿਹਦੇ ਵਿੱਚ ਸਰੀਰ ਨੂੰ ਵਰਤਿਆ ਜਾਵੇ ਜੀ। ਤੇ ਮਨ ਆਪਣੇ ਹਲਕਾ ਹੋ ਜਾਣਾ। ਮਨ ਨੂੰ ਤੁਸੀਂ ਹਲਕਾ ਇਦਾਂ ਨਹੀਂ ਕਰ ਸਕਦੇ, ਜੀ। ਹਾਂ, ਕੁਝ ਉਹਦੇ ਵਿੱਚੋਂ ਕੱਢਣਾ ਹੀ ਪੈਣਾ ਨਾ। ਜੀ। ਹੁਣ ਦੇਖੋ, ਜਦੋਂ ਆਪਾਂ ਨੂੰ ਕਿਤੇ ਲੱਗਦਾ ਕਿ ਦੁੱਖ ਬਹੁਤ ਹੋ ਗਿਆ ਨਾ, ਜੀ। ਤੇ ਉਹ ਆਪਾਂ ਨੂੰ ਲੱਗਦਾ ਕਿ ਉਲਟੀ ਆਉਂਦੀ ਆ, ਜਿੱਦਾਂ ਮਤਲਬ ਸਰੀਰ ਬਾਹਰ ਕੱਢਣਾ ਚਾਹੁੰਦਾ ਵਾ, ਜੀ। ਹੈ ਨਾ, ਜਾਂ ਰੋਣਾ ਆਉਂਦਾ ਵਾ। ਜੀ ਬਿਲਕੁਲ। ਦੁੱਖ ਬਹੁਤ ਨਾ, ਉਹ ਇਹ ਆ ਕਿ ਜੇ ਤੁਹਾਨੂੰ ਦੁੱਖ ਬਹੁਤ ਜ਼ਿਆਦਾ ਵੱਧ ਗਿਆ ਤੇ ਰੋ ਲੈਣਾ ਵੀ ਇੱਕ ਜਿਹੜੀ ਨਾ ਉਹ ਇੱਕ ਥੈਰੇਪੀ ਮੰਨੀ ਗਈ ਇਲਾਜ ਹੈ। ਜਿਹੜੀ ਨਾ ਵੀਪਿੰਗ ਜਿਹੜੀ ਥੈਰੇਪੀ ਜਿਹੜੀ ਨਾ ਜੀ। ਕਰਾਈਂਗ ਜਿਹੜੀ, ਉਹ ਜਿੱਦਾਂ ਕਿ ਲਾਫਿੰਗ ਕਲੱਬ ਸੀ, ਅੱਜ ਕੱਲ ਉਹ ਇੱਕ ਵੀਪਿੰਗ ਕਲੱਬ ਜਿਹੜੇ ਉਹ ਵੀ ਬਣਨੇ ਸ਼ੁਰੂ ਹੋ ਗਏ ਆ, ਕਿ ਲੋਕਾਂ ਨੂੰ ਰਵਾਇਆ ਜਾਂਦਾ ਉੱਥੇ, ਅੱਛਾ ਜੀ। ਯਾਦ ਕਰਾ ਕੇ ਕਿ ਦੇਖ ਤੇਰਾ ਫਲਾਣਾ ਮਰ ਗਿਆ ਹੀ, ਉਹਨੂੰ ਕਰਾ ਕੇ ਉਹਨੂੰ ਕੀਤਾ ਜਾਂਦਾ, ਤੇ ਉਹ ਬੰਦੇ ਉਹ ਫੁੱਟ ਪੈਂਦੇ ਉੱਥੇ। ਜੀ। ਔਰ ਵੀਪਿੰਗ ਜਿਹੜੀ ਥੈਰੇਪੀ ਆ, ਉਹ ਲਾਫਿੰਗ ਜਿਹੜੀ ਥੈਰੇਪੀ, ਉਹਦੇ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਆ। ਜੀ। ਲਾਫਿੰਗ ਦੇ ਵਿੱਚ ਤਾਂ ਆਪਾਂ ਨਕਲੀ ਹੱਸ ਸਕਦੇ ਹਾਂ, ਜਿੱਦਾਂ ਕਲੱਬਾਂ ਦੇ ਵਿੱਚ ਦੇਖਿਆ, ਪਾਰਕਾਂ ਦੇ ਵਿੱਚ, ਕਿ ਲੋਕ ਹਾ ਕਰਦੇ 2-4 ਵਾਰੀ ਜੀ। ਤਾੜੀਆਂ ਮਾਰ ਲੀਆਂ। ਤੇ ਵੀਪਿੰਗ ਜਿਹੜਾ ਉਹ ਨਕਲੀ ਤਾਂ ਹੋ ਨਹੀਂ ਸਕਦਾ, ਲਾਫਿੰਗ ਨਕਲੀ ਹੋ ਸਕਦਾ, ਹਾਸਾ ਨਕਲੀ ਹੋ ਸਕਦਾ, ਰੋਣਾ ਨਕਲੀ ਨਹੀਂ ਹੋ ਵੀਪਿੰਗ ਸਕਦਾ। ਉਹ ਤੁਹਾਡਾ ਆਉਣਾ ਹੀ ਆ। ਜੀ। ਔਰ ਜਿਹੜੇ ਉਹ ਲੋਕ ਕਰਵਾਉਂਦੇ ਆ, ਜਿਹੜੀ ਕਰਾਈਮ ਥੈਰੇਪੀ ਜਾਂ ਵੀਪਿੰਗ ਥੈਰੇਪੀ ਆ, ਜੀ। ਔਰ ਉਹ ਤੁਹਾਨੂੰ ਪਿੱਛੇ ਲੈ ਜਾਂਦੇ ਆ, ਤੁਹਾਡੇ ਵਿੱਚ ਅੰਦਰ ਖੁੱਭ ਜਾਂਦੇ ਆ, ਤੇ ਤੁਹਾਨੂੰ ਇੰਨਾ ਦੁਖੀ ਕਰ ਦਿੰਦੇ ਆ ਕਿ ਤੁਹਾਡਾ ਛੁਪਿਆ ਹੋਇਆ ਦੁੱਖ ਬਾਹਰ ਆ ਜਾਂਦਾ, ਤੇ ਤੁਸੀਂ ਫੁੱਟ ਪੈਂਦੇ ਹੋ। ਜਦੋਂ ਤੁਸੀਂ ਫੁੱਟ ਪੈਂਦੇ ਹੋ ਤੇ ਉਹ ਇਹ ਇੱਕ ਨੂੰ ਦੇਖ ਕੇ ਦੂਜਾ ਰੋਂਦਾ ਵਾ, ਤੇ ਫਿਰ ਤੁਸੀਂ ਜਦੋਂ ਤੁਹਾਡਾ ਦਿਲ ਨਹੀਂ ਕਰੂਗਾ ਕਿਸੇ ਨਾਲ ਗੱਲ ਕਰਨਾ, ਤੁਸੀਂ ਹਲਕੇ ਹੋ ਕੇ ਘਰ ਆ ਜਾਓ। ਜੀ, ਮੇਰੇ ਖਿਆਲ ਇਸੇ ਕਰਕੇ ਡਾਕਟਰ ਸਾਹਿਬ ਰਾਜਸਥਾਨ ਦੇ ਵਿੱਚ ਰੁਦਾਲੀ ਦਾ ਜਿਹੜਾ ਪ੍ਰਚਲਨ ਹੈਗਾ ਆ, ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਉਹ ਰੁਦਾਲੀ ਜਿਹੜੀਆਂ ਆਉਂਦੀਆਂ ਨੇ ਔਰਤਾਂ, ਉਹ ਪ੍ਰੋਫੈਸ਼ਨਲ ਹਾਇਰ ਕੀਤੀਆਂ ਹੁੰਦੀਆਂ, ਉਹ ਉੱਚੀ ਉੱਚੀ ਪਿੱਟਦੀਆਂ, ਰੋਂਦੀਆਂ, ਤਾਂ ਕਿ ਜਿਹੜੇ ਉੱਥੇ ਜਿੰਨੇ ਲੋਕ ਇਕੱਠੇ ਹੋਏ ਆ ਉਸ ਮੌਕੇ ਦੇ ਉੱਤੇ, ਮੌਤ ਦੇ ਉੱਤੇ, ਉਹ ਸਾਰੇ ਆਪਣਾ ਦੁੱਖ ਰੋ ਲੈਣ, ਉਹਨਾਂ ਦਾ ਮਨ ਹਲਕਾ ਹੋ ਜਾਵੇ, ਕੋਈ ਆਪਣੇ ਮਨ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਲੈ ਕੇ ਜਾਵੇ, ਮੇਰੇ ਖਿਆਲ ਦੇ ਨਾਲ। ਹਾਂ ਸ਼ਹਿਬਾਜ਼ ਜੀ, ਜਦੋਂ ਪਿੰਡਾਂ 'ਚ ਅਸੀਂ ਰਹੀਦਾ ਸੀ, ਉਹ ਯਾਦ ਆ ਕਿ ਜਦੋਂ ਕੋਈ ਮਰ ਜਾਂਦਾ ਸੀ, ਚਾਹੇ ਬਜ਼ੁਰਗ ਹੀ ਮਰ ਜਾਂਦਾ ਸੀ, ਮਕਾਣਾ ਆਉਂਦੀਆਂ ਸੀ ਵੱਲੋਂ, ਔਰ ਮਕਾਣਾ ਦੇ ਨਾਲ ਇੱਕ ਰਵਾਉਣ ਵਾਲੀ ਇੱਕ ਜਨਾਨੀ ਨੈਣ ਲੈ ਕੇ ਆਉਂਦੇ ਸੀ, ਉਹ ਦੋਨਾਂ ਨੂੰ ਨਾ ਰਵਾਉਂਦੀ ਹੁੰਦੀ ਸੀ ਸਾਹਮਣੇ, ਤੇ ਉਹ ਪੱਟਾਂ ਤੇ ਹੱਥ ਮਾਰ ਕੇ ਸ਼ੇਰਾ ਕਰਕੇ ਉਹਨਾਂ ਨੇ ਰੋਣਾ, ਤੇ ਉਹ ਰੋ ਕੇ ਤੇ ਹਲਕੀਆਂ, ਚਾਹੇ ਕੁਛ ਨਕਲੀ ਵੀ ਕਰਦੀਆਂ ਹੋਣਗੀਆਂ, ਪਰ ਉਹ ਜਿਹਨੂੰ ਰੋਣਾ ਨਹੀਂ ਸੀ ਆਉਂਦਾ, ਜਿਹਨੂੰ ਪਿੱਟਣਾ ਨਹੀਂ ਸੀ ਆਉਂਦਾ, ਨੈਣ ਉਹਨੂੰ ਬਾਹਰ ਕੱਢ ਦਿੰਦੀ ਸੀ ਉਸ ਟੀਮ ਚੋਂ। ਅੱਛਾ ਜੀ। ਉਹ ਨੈਣ ਉਹਨੂੰ ਬਾਹਰ ਕੱਢ ਦਿੰਦੀ ਸੀ ਕਿ ਚੱਲ ਤੂੰ ਪਿੱਛੇ ਹੋ ਜਾ, ਤੈਨੂੰ ਰੋਣਾ ਨਹੀਂ ਆਉਂਦਾ, ਤੇ ਉਹ ਰਵਾਇਆ ਜਾਂਦਾ ਸੀ। ਉਹ ਵੀਪਿੰਗ ਥੈਰੇਪੀ ਦਾ ਇੱਕ ਜਿਹੜਾ ਪ੍ਰਚਲਨ ਉਹ ਪਹਿਲਾਂ ਵੀ ਚੱਲਦਾ ਸੀ। ਬਿਲਕੁਲ ਜੀ। ਇਹ ਮੁਨੱਜ਼ਾ ਖਾਨ ਕਹਿੰਦੇ ਨੇ ਜੀ ਬਹੁਤ ਵਧੀਆ ਸੁਝਾਅ, ਥੈਂਕਸ ਡਾਕਟਰ ਸਾਹਿਬ, ਸ਼ੁਕਰੀਆ ਜੀ। ਮਨਜੀਤ ਮਠਾੜੂ ਸਾਡੇ ਨਾਲ ਜੁੜੇ ਨੇ ਜੀ, ਕਹਿੰਦੇ ਨੇ ਜੀ ਬਹੁਤ ਵਧੀਆ, ਸ਼ੁਕਰੀਆ ਜੀ ਮਨਜੀਤ ਜੀ ਸਾਡੇ ਨਾਲ ਜੁੜਨ ਵਾਸਤੇ। ਨਿਰਮ ਜੋਸਨ ਕਹਿ ਰਹੇ ਨੇ ਜੀ ਗੁੱਡ ਟਿਪਸ,
ਗ੍ਰੇਟ ਸ਼ੋ ਸ਼ਹਿਬਾਜ਼ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਧੰਨਵਾਦ। ਡਾਕਟਰ ਸਾਹਿਬ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮਨਪ੍ਰੀਤ ਜੀ ਨੇ ਵੀ ਕਹਿ ਦਿੱਤਾ ਜੀ, ਵਧੀਆ ਜੀ, ਥੈਂਕ ਯੂ ਜੀ ਮੰਤਰੀ ਜੀ। ਸ਼ੁਕਰੀਆ ਜੀ। ਨਿਰਮ ਜੋਸਨ ਕਹਿੰਦੇ ਨੇ ਪਰ ਆਮ ਕਰਕੇ ਡਾਕਟਰ ਦਵਾਈਆਂ ਦਾ ਢੇਰ ਦੇ ਦਿੰਦੇ ਹਨ ਜੀ। ਚਲੋ ਇਹ ਵੀ ਚੱਲਦਾ ਜੀ, ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ, ਅੱਜ ਤੁਹਾਡੇ ਸਨਮੁਖ ਉਹ ਡਾਕਟਰ ਸਾਹਿਬ ਹੋਏ ਨੇ ਜਿਹੜੇ ਤੁਹਾਨੂੰ ਦਵਾਈਆਂ ਘੱਟ ਦੇ ਰਹੇ ਨੇ, ਤੁਹਾਨੂੰ ਸਲਾਹਾਂ ਸੁਝਾਅ ਜ਼ਿਆਦਾ ਦੇ ਰਹੇ ਨੇ ਔਰ ਕਾਰਗਰ ਸੁਝਾਅ ਨੇ। ਇਹ ਨਰਿੰਦਰ ਬਾਟ ਕਹਿੰਦੇ ਨੇ ਗੈਸ ਡਕਾਰ ਸ਼ੱਕ ਨਿਰੋਗ ਦੇ ਲੱਛਣ, ਨੌ ਵਧਣੇ, ਨੀਂਦ ਆਉਣੀ ਵੀ ਨਿਰੋਗਤਾ ਹੈ। ਉਹਦੇ ਵਿੱਚ ਤੁਸੀਂ ਇੱਕ ਛੱਡ ਗਿਆ, ਚਲੋ ਮੈਂ ਨਹੀਂ ਗੱਲ ਕਰਦਾ, ਸਮਝ ਜਾਂਦੇ ਸਾਰੇ ਵੀ ਠੀਕ ਆ, ਉਹ ਵੀ ਚੰਗੀ ਗੱਲ ਆ ਜੀ। ਜੀ ਸੋਨੂ ਵਰਮਾ ਕਹਿ ਰਹੇ ਨੇ ਜੀ ਸਰ ਬਿਲਕੁਲ ਸਹੀ ਕਿਹਾ ਜੀ, ਮਿਊਜ਼ਿਕ ਇੱਕ ਬਹੁਤ ਵਧੀਆ ਸਾਧਨ ਹੈ ਟੈਨਸ਼ਨ ਫ੍ਰੀ ਹੋਣ ਦਾ ਜੀ। ਜੀ ਬਿਲਕੁਲ ਜੀ, ਡਾਕਟਰ ਸਾਹਿਬ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਸੰਗੀਤ ਸਭ ਤੋਂ ਕਾਰਗਰ ਤਰੀਕਾ ਹੈ ਜਿਹਦੇ ਨਾਲ ਅਸੀਂ ਉੱਤਮ ਹੈ, ਸਭ ਤੋਂ ਉੱਤਮ ਹੈ। ਇਹ ਹਰਜਿੰਦਰ ਸਿੰਘ ਜੁੜੇ ਨੇ, ਕਹਿੰਦੇ ਨੇ ਜੀ ਸਕੂਲਾਂ ਵਿੱਚ ਇੱਕ ਖਰੂਦ ਪੀਰੀਅਡ ਹੋਣਾ ਚਾਹੀਦਾ ਜੀ। ਬਿਲਕੁਲ ਹੋਣਾ ਡਾਕਟਰ ਚਾਹੀਦਾ ਸਾਹਿਬ ਜੀ। ਇਹ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਦੇਖਿਆ ਗਿਆ ਵਾ ਕਿ ਪ੍ਰਚਲਨ ਹੋ ਗਿਆ ਕਿ ਉੱਥੇ ਇੱਕ ਡਿਪਾਰਟਮੈਂਟ ਬਣ ਗਿਆ ਵਾ ਜੀ ਕਿ ਇੱਕ ਵੈਲਨੈਸ, ਇੱਕ ਕਹਿ ਲਓ ਕਿ ਉਹਨਾਂ ਦਾ ਇੱਕ ਗਰੁੱਪ ਬਣ ਗਿਆ ਵਾ। ਤੇ ਔਰ ਇੱਕ ਉਹਨਾਂ ਨੇ ਰੂਮ ਆ ਜਿੱਦਾਂ ਕਾਮਨ ਰੂਮ ਆਪਣੇ ਹੁੰਦਾ ਵਾ, ਉਹ ਇੱਕ ਕਮਰਾ ਵਾ ਕਿ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਨਾ ਸ਼ਰਾਬਪੁਣਾ ਜਿਹੜਾ ਉਹ ਕੱਢ ਸਕਦੇ ਹੋ। ਉੱਥੇ ਜਾ ਕੇ ਕਈ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਆਪਣੇ ਬੌਸ ਦੀ ਜਿਹੜੀ ਉਹਨਾਂ ਨੇ ਫੋਟੋ ਜਾਂ ਉਹ ਲਾਈ ਹੁੰਦੀ ਹੈ ਕਬੂਤ ਜਿਹਾ ਬਣਾ ਕੇ, ਤੇ ਉਹਨੂੰ ਤੁਸੀਂ ਗਾਲਾਂ ਕੱਢ ਸਕਦੇ ਹੋ, ਕਿੱਕਾਂ ਮਾਰ ਸਕਦੇ ਹੋ, ਘਸੁੰਨ ਮਾਰ ਸਕਦੇ ਹੋ, ਕਿ ਜਿਹਦੇ ਨਾਲ ਤੁਹਾਨੂੰ ਔਖੇ ਹੋ ਤੁਸੀਂ ਉਹਦਾ ਨਾਂ ਲੈ ਕੇ ਉਹਨੂੰ ਕੁੱਟ ਸਕਦੇ ਹੋ। ਉਹਨੂੰ ਐਕਚੁਅਲ ਦੇ ਵਿੱਚ ਤੇ ਕੁੱਟਣਾ ਮੁਸ਼ਕਲ ਆ, ਮੁਸ਼ਕਲ ਹੈ ਨਾ, ਕਿਉਂਕਿ ਉਹਦੀ ਤੁਹਾਨੂੰ ਸੁਣਨੀ ਪੈਣੀ, ਬੌਸ ਤੇ ਬੌਸ ਜੀ, ਬਿਲਕੁਲ ਜੀ, ਤੇ ਉਹ ਤੁਸੀਂ ਕਰ ਸਕਦੇ ਹੋ। ਇਹ ਬਿਲਕੁਲ ਵਧੀਆ ਤਰੀਕਾ ਹੈਗਾ ਜੀ। ਇਹ ਨਰਿੰਦਰ ਬਾਠ ਜੀ ਛੇੜ ਰਹੇ ਅਜਮਲ ਸ਼ਰੀਫ ਜੀ ਨੂੰ, ਕਹਿੰਦੇ ਨੇ ਅਜਮਲ ਨੂੰ ਰਾਹਤ ਨਹਿਰ ਤੇ ਮਿਲਦੀ ਨਹੀਂ 15 ਸਾਲ ਹੋ ਗਏ ਜੀ, ਕਿਉਂਕਿ ਨਹਿਰ ਤੇ ਬਹੁਤ ਘੁੰਮਦੇ ਨੇ। ਇਹ ਰੂਪ ਸੰਧੂ ਕਹਿੰਦੇ ਨੇ ਕਿਸੇ ਨੂੰ ਵੀ ਕੁਝ ਬੋਲਣ ਤੋਂ ਪਹਿਲਾਂ ਸੋਚ ਕੇ ਬੋਲਣਾ ਚਾਹੀਦਾ, ਕਿਉਂਕਿ ਸਾਡੇ ਬੋਲ ਕਈ ਵਾਰ ਦੂਜਿਆਂ ਨੂੰ ਲੰਮੇ ਸਮੇਂ ਤੱਕ ਪਰੇਸ਼ਾਨੀ ਦੇ ਜਾਂਦੇ ਹਨ। ਬਿਲਕੁਲ ਜੀ, ਗੱਲ ਤੁਹਾਡੀ ਸਹੀ ਹੈ, ਸੋਚ ਕੇ ਬੋਲਣਾ ਚੰਗੀ ਗੱਲ ਹੁੰਦੀ ਹੈ। ਜ਼ੁਬਾਨ ਤੋਂ ਨਿਕਲਿਆ ਇੱਕ ਵਾਰੀ ਲਫ਼ਜ਼ ਜਿਹੜਾ ਵਾਪਸ ਨਹੀਂ ਆਉਂਦਾ। ਗੁਰਜੰਟ ਚਾਹਲ ਜੀ ਜੁੜੇ ਨੇ, ਕਹਿੰਦੇ ਨੇ ਜੀ ਬਹੁਤ ਵਧੀਆ ਜਾਣਕਾਰੀ ਜੀ, ਸ਼ੁਕਰੀਆ ਜੀ। ਨਿਰਮ ਜੋਸਨ ਕਹਿੰਦੇ ਨੇ ਜੀ ਤੁਸੀਂ ਬਹੁਤ ਵਧੀਆ ਟਿਪਸ ਦਿੱਤੇ ਹਨ ਡਾਕਟਰ ਸਾਹਿਬ, ਸ਼ੁਕਰੀਆ। ਇਹ ਸੋਹਣੀ ਗੱਲਬਾਤ ਕਹਿ ਰਹੇ ਨੇ ਜੀ ਅਜਮਲ ਸ਼ਰੀਫ ਜੀ, ਬਹੁਤ ਮਿਹਰਬਾਨੀ ਜੀ। ਨਿਰਮ ਜੋਸਨ ਕਹਿੰਦੇ ਨੇ ਮੈਂ ਜ਼ਿਆਦਾਤਰ ਹੋਮੋਪੈਥਿਕ ਦਵਾਈ ਹੀ ਲੈਂਦੀ ਹਾਂ ਜੀ, ਇਟ ਰੀਅਲੀ ਵਰਕਸ। ਹਾਂਜੀ ਬਿਲਕੁਲ ਜੀ, ਹੋਮੋਪੈਥਿਕ ਦਵਾਈ ਜਿਹੜੀ ਉਹ ਮਨ ਨੂੰ ਪਹਿਲਾਂ ਠੀਕ ਕਰਦੀ ਹੈ ਜੀ, ਸਰੀਰ ਨੂੰ ਤੇ ਕਰਦੀ ਹੈ ਜੀ। ਸਿੰਘ ਕਹਿ ਰਹੇ ਨੇ ਜੀ ਸਟ੍ਰੈਸ ਘੱਟ ਕਰਨ ਲਈ ਸਾਨੂੰ ਐਨੀਮਲਸ ਪੈਟਸ ਵਗੈਰਾ ਨਾਲ ਸਾਂਝ ਪਾ ਲੈਣੀ ਚਾਹੀਦੀ ਹੈ, ਇਹ ਤੁਹਾਨੂੰ ਇੱਕ ਵਾਰੀ ਖੁਸ਼ੀ ਮਿਲੂਗੀ ਜੋ ਕਿਤੋਂ ਨਹੀਂ ਖਰੀਦੀ ਜਾ ਸਕਦੀ। ਬਿਲਕੁਲ ਅੱਜ ਕੱਲ੍ਹ ਤੇ ਉਹ ਬਾਹਰ ਇਹ ਹੈ ਕਿ ਜਿਨ੍ਹਾਂ ਦੇ ਜਿਹੜੇ ਗੋਰੇ ਲੋਕ ਕੀ ਕਰਦੇ ਆ ਕਿ ਜਦੋਂ ਉਹਨਾਂ ਦੇ ਬੱਚੇ ਵਿਆਹੇ ਜਾਂਦੇ ਆ ਨਾ, ਤੇ ਜਿਹੜੇ ਸਾਈਕੋਲੋਜਿਸਟ ਆ ਉਹ ਉਹਨਾਂ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਕੋਈ ਕੁੱਤਾ ਬਿੱਲੀ ਪਾਲ ਲਓ, ਤੇ ਉਹ ਤੁਹਾਡਾ ਜਿਹੜਾ ਉਹ ਤੁਸੀਂ ਜਦੋਂ ਮਹਿਸੂਸ ਕਰੋਗੇ ਕਿ ਉਹ ਦੁਬਾਰਾ ਫਿਰ ਤੁਹਾਡੇ ਬੱਚਿਆਂ ਦਾ ਰੂਪ ਹੀ ਲੈ ਲੈਂਦੇ ਆ ਜੀ। ਬਿਲਕੁਲ, ਪੈਟ ਜਿਹੜਾ ਤੁਹਾਨੂੰ ਪਿਆਰ ਦਿੰਦਾ ਜੀ। ਇਹ ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ ਮੇਰਾ, ਕੀ ਅੱਜ ਦੇ ਮਨੁੱਖ ਦੀਆਂ ਬਿਮਾਰੀਆਂ ਦਾ ਇਲਾਜ ਸਿਰਫ ਦਵਾਈਆਂ ਹੀ ਆ? ਜਿਹੜੀਆਂ ਤਾਂ ਜੀ ਦੇਖੋ ਝੂਠੀਆਂ ਬਿਮਾਰੀਆਂ ਵਾ ਨਾ, ਜਿਹੜੀਆਂ ਸੂਡੋ ਡਿਜ਼ੀਜ਼ ਆ ਨਾ, ਜਿਹੜੀਆਂ ਜੀ ਉਹਨਾਂ ਦਾ ਤੇ ਦਵਾਈਆਂ ਦੇ ਨਾਲ ਕੋਈ ਵੀ ਸੰਬੰਧ ਨਹੀਂ, ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ। ਜਦੋਂ ਹੁਣ ਕੋਈ ਬੰਦਾ ਆਪਣੇ ਆਪ ਨੂੰ ਬਿਮਾਰ ਸਮਝ ਲੈਂਦਾ ਕਿ ਮੈਂ ਬਿਮਾਰ ਹੋ ਗਿਆ, ਦੇਖੋ ਮੈਨੂੰ ਆਹ ਹੋ ਰਿਹਾ ਹੈ ਨਾ, ਤੇ ਸਾਈਕੋਲੋਜੀਕਲੀ ਬੰਦਾ ਉਹ ਡਾਊਨ ਚਲੇ ਜਾਂਦਾ ਵਾ, ਔਰ ਉਹ ਡਾਕਟਰ ਜੇ ਉਹਨੂੰ ਕਲੀਨਿਕਲੀ ਦੇਖਦਾ ਵਾ ਤੇ ਉਹਨੂੰ ਬਿਮਾਰੀ ਨਹੀਂ ਨਿਕਲਦੀ, ਟੈਸਟਾਂ ਦੇ ਵਿੱਚ ਉਹਦੇ ਕੁਝ ਆਉਂਦਾ ਨਹੀਂਗਾ ਜੀ, ਪਰ ਉਹ ਬੰਦਾ ਕਹਿੰਦਾ ਕਿ ਮੈਂ ਦੇਖੋ ਜੀ ਮੇਰੇ ਅੰਦਰ ਇੱਕ ਹਉਮਾ ਹੁੰਦਾ, ਮੈਨੂੰ ਇੱਕ ਗੋਲਾ ਬਣ ਗਿਆ, ਮੈਨੂੰ ਮੇਰੇ ਅੰਦਰ ਕੈਂਸਰ ਬਣ ਗਿਆ ਵਾ। ਔਰ ਉਹਨੇ ਜਿਹੜੀ ਵੀ ਕੋਈ ਉਹਦੀ ਉਹਨੇ ਕਿਤੇ ਨੌਲੇਜ ਲਈ ਆ, ਗੂਗਲ ਤੋਂ ਲਈ ਆ, ਜਾਂ ਉਹਦਾ ਮਾਹੌਲ ਇੱਕ ਫੈਮਿਲੀ ਦੇ ਵਿੱਚ ਇਦਾਂ ਦਾ ਵਾ ਕਿ ਜਿੱਥੇ ਉਹਨੂੰ ਤੰਗ ਕੀਤਾ ਜਾ ਰਿਹਾ ਵਾ, ਤੇ ਉਹ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦਾ ਵਾ, ਤੇ ਉਹਦੀ ਜਿਹੜੀ ਬਿਮਾਰੀ ਆ ਉਹ ਝੂਠੀ ਹੋਊਗੀ। ਉਹਦੇ ਤੇ ਦਵਾਈਆਂ ਦੀ ਲੋੜ ਨਹੀਂ ਹੈਗੀ, ਉਹਦੇ ਵਿੱਚ ਤੁਹਾਨੂੰ ਜਿਹੜੀਆਂ ਸਾਈਕੋਟ੍ਰੋਪਿਕ ਡਰੱਗਸ ਜਿਹਨੂੰ ਕਹਿੰਦੇ ਆ ਕਿ ਸਾਈਕੈਟਰੀ ਦੀਆਂ, ਮਾਨਸਿਕ ਰੋਗਾਂ ਦੀਆਂ ਜਿਹੜੀਆਂ ਉਹਦੀ ਦਵਾਈਆਂ ਦੀ ਲੋੜ ਨਹੀਂ ਪੈਂਦੀ। ਉਹ ਤੁਸੀਂ ਆਪ ਕੋਸ਼ਿਸ਼ ਕਰਕੇ ਜੋ ਮੈਂ ਪਹਿਲਾਂ ਥੋੜਾ ਬਹੁਤਾ ਦੱਸਿਆ, ਟਿਪਸ ਦੱਸੇ ਆ, ਉਹ ਨਿਕਲ ਸਕਦੇ ਹੋ। ਜਾਂ ਕੋਈ ਇਹੋ ਜਿਹਾ ਮਿੱਤਰ ਲੱਭੋ, ਜਾਂ ਕੋਈ ਇਹੋ ਜਿਹਾ ਲੱਭੋ ਜਿਹੜਾ ਤੁਹਾਨੂੰ ਉਸ ਚੀਜ਼ ਚੋਂ ਬਾਹਰ ਕੱਢ ਸਕੇ, ਜਾਂ ਕੋਈ ਡਾਕਟਰ ਲੱਭੋ ਇਦਾਂ ਦਾ ਕਿ ਜਿਹੜਾ ਦਵਾਈਆਂ ਤੋਂ ਬਿਨਾਂ ਤੁਹਾਡਾ ਇਲਾਜ ਕਰ ਸਕੇ। ਹਾਂ, ਜਿਹੜੀਆਂ ਬਿਮਾਰੀਆਂ ਦਾ ਹੈਗਾ ਕਿ ਮੈਡੀਕਲ ਜਿਹੜੀ ਕਿ ਸਾਇੰਸ ਦੇ ਵਿੱਚ ਇਲਾਜ ਹੈਗਾ ਜਾਂ ਡਾਇਗਨੋਸ ਹੋ ਚੁੱਕਾ ਵਾ, ਉਹਨਾਂ ਦੀ ਤੁਹਾਨੂੰ ਦਵਾਈਆਂ ਲੈਣੀਆਂ ਹੀ ਚਾਹੀਦੀਆਂ। ਉਹਨਾਂ ਦੇ ਫਿਰ ਉੱਥੇ ਟੋਟਕੇ ਨਹੀਂ ਕੰਮ ਕਰਨਗੇ। ਟੋਟਕੇ ਇਨੀਸ਼ੀਅਲ ਸਟੇਜ ਦੇ ਵਿੱਚ, ਸ਼ੁਰੂਆਤੀ ਦੌਰ ਦੇ ਵਿੱਚ ਤੇ ਟੋਟਕੇ ਹੈਗੇ ਆ। ਅਦਰਵਾਈਜ਼ ਮੈਂ ਕੁਆਲੀਫਾਈਡ ਡਾਕਟਰ ਹੋਣ ਦੇ ਨਾਤੇ ਮੈਂ ਇਹ ਕਹੂੰਗਾ ਕਿ ਤੁਸੀਂ ਕੁਆਲੀਫਾਈਡ ਡਾਕਟਰ ਕੋਲ ਜਾਓ। ਸਿਸਟਮ ਕੋਈ ਵੀ ਆ ਉਹ ਮਾੜਾ ਨਹੀਂ ਹੈਗਾ, ਐਲੋਪੈਥੀ, ਹੋਮਿਓਪੈਥੀ, ਆਯੁਰਵੇਦਾ, ਸਰਜਰੀ, ਉਹਨਾਂ ਸਾਰਿਆਂ ਦੇ ਆਪੋ ਆਪਣੇ ਫਾਇਦੇ ਆ। ਤੇ ਜਿੱਥੇ ਲੋੜ ਪੈਂਦੀ ਆ, ਮੇਰੀਆਂ ਵੀ ਸਰਜਰੀਜ਼ ਹੋਈਆਂ, ਉਹ ਸਰਜਰੀ ਹੀ ਹੈਲਪ ਕਰਦੀ ਆ। ਮੈਂ ਹੋਮਿਓਪੈਥ ਹੋਣ ਤੇ ਇਹ ਨਹੀਂ ਕਹੂੰਗਾ ਕਿ ਮੈਂ ਸਾਰਾ ਕੁਝ ਹੋਮਿਓਪੈਥੀ ਨਾਲ ਹੀ ਕਰ ਸਕਦਾ, ਨਾ, ਬਿਲਕੁਲ ਨਹੀਂ। ਸਾਰੀਆਂ ਸਿਸਟਮ ਵਧੀਆ ਵੀ ਆ, ਸਾਰੇ ਸਿਸਟਮ, ਔਰ ਉਹਨਾਂ ਦੇ ਕੁਝ ਲਿਮਿਟੇਸ਼ਨ ਵੀ ਹੈਗੀਆਂ, ਉਹਨਾਂ ਦੇ ਕੁਝ ਊਣਤਾਈਆਂ ਵੀ ਹੈਗੀਆਂ। ਤੇ ਇਸ ਕਰਕੇ ਆਪਾਂ ਨੂੰ ਦੇਖਣਾ ਪੈਣਾ ਕਿ ਕਿਹੜੀ ਬਿਮਾਰੀ ਆ ਔਰ ਕਿਹੜੀ ਪੈਥੀ ਨਾਲ ਇਲਾਜ ਹੁੰਦਾ, ਉਹ ਕਰ ਲੈਣਾ ਚਾਹੀਦਾ। ਬਿਲਕੁਲ ਜੀ। ਤੇ ਮੈਨੂੰ ਉਮੀਦ ਹੈ ਕਿ ਇਹਨਾਂ ਨੂੰ, ਨਿਰਮ ਜੋਸਨ ਜੀ ਨੂੰ
ਇਸ ਗੱਲ ਦਾ ਜਵਾਬ ਮਿਲ ਗਿਆ ਹੋਊਗਾ। ਡਾਕਟਰ ਸਾਹਿਬ ਇੱਕ ਥਾਂ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਜੇ ਬੰਦੇ ਨੂੰ ਬਹੁਤ ਗੁੱਸਾ ਆਉਂਦਾ ਹੈ ਨਾ, ਹਾਂਜੀ। ਬਹੁਤ ਗੁੱਸਾ ਆ ਗਿਆ, ਉਹਦੇ ਕੋਲ ਗੁੱਸਾ ਕੱਢਣਾ ਹੱਲ ਨਹੀਂ। ਉਹ ਘਰ ਦੇ ਵਿੱਚ ਜੇ ਕੋਈ ਕੱਚ ਦੀਆਂ ਬੋਤਲਾਂ, ਪੁਰਾਣੇ ਕੋਈ ਕੱਪ ਹੈਗੇ ਆ, ਪੁਰਾਣਾ ਕੋਈ ਕੱਚ ਦਾ ਸਮਾਨ ਜਿਹੜਾ ਉਹਨੂੰ ਨਹੀਂ ਚਾਹੀਦਾ, ਉਹ ਇੱਕ ਬੈਗ ਵਿੱਚ ਪਾ ਕੇ ਇਕੱਲੀ ਕਿਸੇ ਥਾਂ ਤੇ ਲੈ ਜਾਵੇ ਤੇ ਕੰਧ ਜਾਂ ਪੱਥਰ ਦੇ ਵਿੱਚ ਜ਼ੋਰ-ਜ਼ੋਰ ਦੇ ਨਾਲ ਮਾਰੇ ਤੇ ਜੇ ਲੋੜ ਪੈਂਦੀ ਹੈ ਤੇ ਉੱਚੀ-ਉੱਚੀ ਚੀਕ ਵੀ ਮਾਰ ਲਵੇ। ਬਿਲਕੁਲ ਬਿਲਕੁਲ। ਆਪਣੀ ਫਰਸਟ੍ਰੇਸ਼ਨ ਨੂੰ ਕੱਢਣ ਦਾ ਇੱਕ ਹਾਂ, ਤਰੀਕਾ ਹੈਗਾ ਹੈ। ਇਹਦੇ ਵਿੱਚ ਕਈ ਕੁਛ ਹੈਗਾ ਜੀ। ਈਵਨ ਬਾਹਰਲੇ ਜਿਹੜੇ ਸਾਈਕੋਲੋਜਿਸਟ ਆ ਜਾਂ ਸਾਈਕੈਟਰਿਸਟ ਆ, ਉਹ ਦੱਸਦੇ ਆ ਕਿ ਤੁਸੀਂ ਬਾਹਰ ਓਪਨ ਚੱਲ ਜਾਓ, ਚੀਕਾਂ ਮਾਰੋ, ਜੀ, ਚੀਕੋ ਚਲਾਓ, ਜੋ ਤੁਹਾਡਾ ਮਨ ਚ ਆਉਂਦਾ ਉਹ ਗਾਲਾਂ ਕੱਢੋ ਤੁਸੀਂ, ਹੈ ਨਾ। ਮਤਲਬ ਕੰਧਾਂ ਦੇ ਵਿੱਚ ਤੁਸੀਂ ਹੱਥ ਮਾਰ ਸਕਦੇ ਹੋ। ਜੀ, ਇਹ ਸਾਰੀਆਂ, ਇਹਦੇ ਵਿੱਚ ਬੜੇ ਤਰੀਕੇ ਹੈਗੇ ਜਿਹਦੇ ਨਾਲ ਤੁਸੀਂ ਕਰ ਸਕਦੇ ਹੋ। ਜੀ, ਤੇ ਉਹਦੇ ਵਿੱਚ ਜੇ ਤੁਸੀਂ ਗੇਮ ਖੇਲਣ ਲੱਗ ਜਾਓ, ਜਿੱਦਾਂ ਲੋਕੀ ਪਹਿਲਾਂ ਸੀ ਕਿ ਖਿੱਦੋ ਖੁੰਡੀ ਖੇਡਦੇ ਸੀ, ਜੀ। ਹੈ ਨਾ, ਵੀ ਉਹ ਖਿੱਦੋ ਬਣਾਉਣਾ ਪਹਿਲਾਂ, ਫਿਰ ਉਹ ਖੁੰਡੀਆਂ ਲੈ ਕੇ ਤੇ ਖੇਲਣੀਆਂ ਤੇ ਬਾਂਦਰ ਜੋਰ ਕੀਲਾ ਦੀ ਵੀ ਖੇਡਦੇ ਮਾਰਦੇ ਹੁੰਦੇ ਸੀ। ਬਾਂਦਰ ਜੀ, ਜੀ, ਕੀਲਾ, ਹੈ ਨਾ। ਜੀ, ਜੀ, ਤੇ ਜੱਟ ਜਦੋਂ ਲੈ ਕੇ ਜਾਂਦਾ ਸੀ ਬਲਦਾਂ ਨੂੰ ਤੇ ਪੁਰਾਣੀ ਕੋਲ ਹੁੰਦੀ ਸੀ ਤੇ ਗਾਲਾਂ ਗੂਲਾਂ ਕੱਢਦਾ ਜਾਂਦਾ ਸੀ, ਹਨਾ। ਜੀ, ਜੀ, ਹਾਂਜੀ, ਤੇ ਉਹ ਗਾਲਾਂ ਗੂਲਾਂ ਕੱਢਣ ਨਾਲ ਜਿਹੜਾ ਉਹ ਸਾਰਾ ਕੁਛ ਮਨ ਹਲਕਾ ਹੋ ਜਾਂਦਾ। ਗਾਲਾਂ ਕੱਢਣੀਆਂ ਕੋਈ ਆਪਾਂ ਇਹਨੂੰ ਨੈਗੇਟਿਵ ਨਹੀਂ ਹੈਗਾ। ਗਾਲਾਂ ਜਿਹੜਾ ਬੰਦਾ ਕੱਢਦਾ ਵਾ, ਚਾਹੇ ਉਹ ਜੀ। ਸ਼ਰਾਬ ਪੀ ਕੇ ਕੱਢਦਾ, ਤੁਸੀਂ ਦੇਖੋਗੇ ਕਿ ਉਹ ਬੰਦਾ ਉਹ ਠੀਕ ਹੀ ਹੁੰਦਾ, ਕੋਈ ਮਾੜਾ ਨਹੀਂ ਹੁੰਦਾ, ਉਹ ਕੋਈ ਬੁਰਾ ਕਰਮ ਨਹੀਂ ਹੁੰਦਾ, ਸਿਰਫ ਉਹ ਗਾਲਾਂ ਹੀ ਕੱਢਦਾ ਗਾਲਾਂ ਹੁੰਦਾ ਕੱਢਦਾ, ਆਪਣੀ ਤੇ ਫਰਸਟ੍ਰੇਸ਼ਨ ਕੱਢ ਉਹ ਰਿਹਾ। ਫਰਸਟ੍ਰੇਸ਼ਨ ਕੱਢ ਰਿਹਾ ਹੁੰਦਾ ਵਾ ਨਾ। ਜੀ, ਬਿਲਕੁਲ। ਹਾਂਜੀ। ਕਮਰਦੀਪ ਥਿੰਦ ਜੀ ਜੁੜੇ ਨੇ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ, ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ, ਕਮਰਦੀਪ ਸਤਿ ਜੀ, ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਨਰਿੰਦਰ ਬਾਟ ਕਹਿੰਦੇ ਨੇ ਜੀ, ਸ਼ਾਬਾਸ਼ ਜੀ, ਕਮਾਲ ਦੀ ਗੱਲਬਾਤ। ਸ਼ੁਕਰੀਆ ਮੇਰੇ ਵੀਰ, ਬਹੁਤ ਮਿਹਰਬਾਨੀ। ਤੇ ਕਮਰਦੀਪ ਥਿੰਦ ਵੀ ਕਹਿ ਰਹੇ ਨੇ ਜੀ, ਇਹ ਬਹੁਤ ਵਧੀਆ ਗੱਲਬਾਤ, ਸ਼ੁਕਰੀਆ ਜੀ। ਤੇ ਅਜਮਲ ਸ਼ਰੀਫ ਜੀ ਨੇ ਢੇਰ ਸਾਰਾ ਪਿਆਰ ਭੇਜਿਆ, ਸੁਪਰ ਕਿਹਾ ਸਾਡੀ ਗੱਲ ਨੂੰ, ਸ਼ੁਕਰੀਆ। ਮਨਪ੍ਰੀਤ ਕੌਰ ਵੀ ਕਹਿ ਰਹੇ ਨੇ ਜੀ, ਵਧੀਆ ਗੱਲਬਾਤ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ। ਤੇ ਮਨਜ਼ਾ ਖਾਨ ਕਹਿ ਰਹੇ ਨੇ ਜੀ, ਬਹੁਤ ਵਧੀਆ ਟਿਪਸ ਡਾਕਟਰ ਸਾਹਿਬ ਜੀ, ਸ਼ੁਕਰੀਆ ਜੀ। ਕਮਰਦੀਪ ਥਿੰਦ ਕਹਿੰਦੇ ਨੇ ਜੀ, ਜਾਣਕਾਰੀ 'ਚ ਵਾਧਾ ਕਰਨ ਲਈ ਧੰਨਵਾਦ ਜੀ। ਜੀ ਬਿਲਕੁਲ ਜੀ, ਬਹੁਤ ਮਿਹਰਬਾਨੀ ਤੁਹਾਡੀ। ਸੰਜੀਵ ਵਰਮਾ ਜੁੜੇ ਨੇ, ਕਹਿੰਦੇ ਹੈਲੋ ਅੰਕਲ ਜੀ, ਲਵ ਯੂਰ ਥਾਟਸ ਐਂਡ ਦ ਵੇ ਯੂ ਪੁੱਟ them, just keep the great work going। ਹੈਲੋ ਸੰਜੂ, ਠੀਕ ਜੀ ਹੈ ਜੀ, ਬਹੁਤ ਠੀਕ ਹੈ, ਮਿਹਰਬਾਨੀ, thank you, ਸ਼ੁਕਰੀਆ ਜੀ thank you। ਸੰਜੀਵ ਵਰਮਾ ਜੀ। ਇਹ ਅਜਮਲ ਸ਼ਰੀਫ ਕਹਿੰਦੇ ਨੇ, ਸ਼ਹਿਬਾਜ਼ ਭਾਈ, ਬਹੁਤ ਵਧੀਆ ਪ੍ਰੋਗਰਾਮ ਅੱਜ ਦਾ। ਜੀ ਤੁਹਾਡੀਆਂ ਦੁਆਵਾਂ ਨੇ, ਤੁਹਾਡਾ ਪਿਆਰ ਹੈ, ਤੁਹਾਡਾ ਸਤਿਕਾਰ ਹੈ, ਤੁਸੀਂ ਇੰਨਾ ਵਕਤ ਦੇ ਰਹੇ ਹੋ। ਇਹ ਤੁਹਾਡੀ ਕੰਨਾਂ ਦੀ, ਤੁਹਾਡੀ ਅੱਖਾਂ ਦੀ ਖੂਬਸੂਰਤੀ ਹੈ ਕਿ ਤੁਸੀਂ ਸਾਨੂੰ, ਸਾਡੇ ਪ੍ਰੋਗਰਾਮ ਨੂੰ ਵਧੀਆ ਕਹਿੰਦੇ ਇਹ ਹੋ। ਤਾਂ ਤੁਸੀਂ ਏਦਾਂ ਦਿੰਦੇ ਰਹੋਗੇ ਤਾਂ ਫਿਰ ਮੈਨੂੰ ਆਉਣਾ ਪੈਣਾ ਜੀ ਸ਼ਹਿਬਾਜ਼ ਜੀ ਦੇ ਸੱਦੇ ਤੇ। ਜਦੋਂ ਜੀ ਕਹੋਗੇ ਮੈਂ ਹਾਜ਼ਰ ਹੋ ਜਾਣਾ ਕੋਈ। ਬਹੁਤ ਮਿਹਰਬਾਨੀ ਜੀ, ਜ਼ਰੂਰ ਬੁਲਾਵਾਂਗੇ ਜੀ। ਇਹ ਨਰਿੰਦਰ ਬਾਟ ਕਹਿੰਦੇ ਨੇ ਜੀ, ਕਿਤਾਬੀ ਗਿਆਨ ਨਾਲੋਂ ਪ੍ਰੈਕਟੀਕਲ ਬਹੁਤ ਜ਼ਰੂਰੀ ਹੈ ਬਿਲਕੁਲ ਜੀ। ਪ੍ਰੈਕਟੀਕਲੀ ਚਾਹੀਦਾ ਜੀ। ਜੀ ਗੀਤ ਨੂੰ ਵੀ ਨਰਿੰਦਰ ਬਾਟ ਜੀ ਨੇ ਬਹੁਤ ਸੋਹਣਾ ਕਿਹਾ ਜੀ। ਅਜਮਲ ਸ਼ਰੀਫ ਜੀ ਕਹਿ ਰਹੇ ਨੇ, ਬਹੁਤ ਸੋਹਣਾ ਗੀਤ। ਤੇ ਗੁਰਜੰਟ ਸਿੰਘ ਮਾਨ ਕਹਿ ਰਹੇ ਨੇ ਜੀ, ਸਿਹਤ ਤੇਜ਼ਾਬੀ ਬਹੁਤ ਜ਼ਰੂਰੀ ਹੈ। ਬਿਲਕੁਲ, ਸਿਹਤ ਦੇ ਨਾਲ ਹੀ ਸਭ ਕੁਝ ਹੈ ਜੀ। ਸਿਹਤ ਹੀ ਸਾਡਾ ਖਜ਼ਾਨਾ ਹੁੰਦਾ, ਜਿੰਨਾ ਚਿਰ ਸਿਹਤ ਨਹੀਂ ਠੀਕ, ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ। ਰੂਪ ਸੰਧੂ ਕਹਿੰਦੇ ਨੇ, ਸ਼ਹਿਬਾਜ਼ ਜੀ, ਅੱਜ ਤਾਂ ਗੀਤ ਹੋਣਾ ਚਾਹੀਦਾ ਸੀ, ਖਾਓ ਪੀਓ ਤੇ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁਖਾਇਓ ਨਾ। ਬਿਲਕੁਲ ਜੀ। ਬਿਲਕੁਲ ਜੀ। ਇਹ ਕਈ ਵਾਰੀ ਕੀ ਹੁੰਦਾ, ਰੂਪ ਸੰਧੂ ਜੀ, ਸਾਡਾ ਧਿਆਨ ਜ਼ਿਆਦਾ ਗੱਲਬਾਤ ਵੱਲ ਹੋ ਜਾਂਦਾ। ਗੀਤ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ, ਤੁਹਾਨੂੰ ਫਰੈਸ਼ ਕਰਨ ਵਾਸਤੇ, ਕਈ ਵਾਰੀ ਮੈਂ ਰੈਲੇਵੈਂਟ ਗੀਤ ਨਾਲ ਜਿਹੜੇ ਢੁਕਵੇਂ ਗੀਤ ਨਹੀਂ ਚਲਾਉਂਦਾ। ਤੇ ਬਸ ਇੱਕ ਉਹ ਸਾਡਾ ਇੱਕ ਤਰੀਕਾ ਹੁੰਦਾ ਕਿ ਇੱਕ ਬ੍ਰੇਕ ਆ ਜਾਵੇ, ਇੱਕ ਖੜੋਤ ਆ ਜਾਵੇ ਪ੍ਰੋਗਰਾਮ ਦੇ ਵਿੱਚ, ਛੋਟੀ ਜਿਹੀ ਬ੍ਰੇਕ ਮਿਲ ਜਾਵੇ ਤੇ ਥੋੜਾ ਮੂਡ ਫਰੈਸ਼ ਹੋ ਜਾਵੇ, ਤੁਹਾਡਾ ਵੀ ਤੇ ਸਾਡਾ ਵੀ। ਸ਼ੁਕਰੀਆ, ਮੈਂ ਅੱਗੇ ਤੋਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੂੰਗਾ। ਨਿਰਮ ਜੋਸਨ ਕਹਿੰਦੇ ਨੇ ਜੀ, ਬਿਲਕੁਲ ਸਹੀ ਜੀ। ਇਹ ਜੈਮਲ ਸਿੰਘ ਕਹਿੰਦੇ ਨੇ ਜੀ, ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ, ਸ਼ਹਿਬਾਜ਼ ਜੀ ਤੇ ਡਾਕਟਰ ਜੀ ਇਹ ਵਧਾਈ ਦੇ ਪਾਤਰ ਧੰਨਵਾਦ ਹਨ। ਜੀ, ਧੰਨਵਾਦ। ਧੰਨਵਾਦ ਜੀ ਜੈਮਲ ਸਿੰਘ ਜੀ, ਬਹੁਤ ਮਿਹਰਬਾਨੀ ਤੁਹਾਡੀ। ਨਿਰਮ ਜੋਸਨ ਕਹਿੰਦੇ ਨੇ ਜੀ, ਰੀਅਲੀ ਅਮੇਜ਼ਿੰਗ ਇੰਟਰਵਿਊ ਸੈਸ਼ਨ, ਸੈਲੂਟ ਟੂ ਬੋਥ ਆਫ ਯੂ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਮਿਹਰਬਾਨੀ। ਮੁਨੱਜ਼ਾ ਖਾਨ ਕਹਿੰਦੇ ਨੇ ਜੀ, ਬਹੁਤ ਵਧੀਆ ਟੋਟਕਾ ਡਾਕਟਰ ਸਾਹਿਬ। ਸ਼ੁਕਰੀਆ ਜੀ ਮਨੋਜ ਜੀ ਬਿਲਕੁਲ ਜੀ। ਗਗਨ ਜੱਗੀ ਆਏ ਨੇ ਜੀ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ, ਬਹੁਤ ਵਧੀਆ ਜਾਣਕਾਰੀ ਕਹਿ ਰਹੇ ਨੇ ਜੀ। ਸ਼ੁਕਰੀਆ ਗਗਨ ਜੱਗੀ ਜੀ, ਤੁਹਾਡਾ ਵੀ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ। ਇਹ ਨਰਿੰਦਰ ਬਾਟ ਦੇਖੋ ਕਿੰਨੀ ਪਿਆਰੀ ਗੱਲ ਕਰ ਰਹੇ ਨੇ, ਕਹਿੰਦੇ ਨੇ ਜੀ, ਖੇਡਾਂ ਵੀ ਨਿਰੋਗਤਾ ਦਾ ਰਾਜ਼ ਸੀ। ਬਿਲਕੁਲ। ਖੇਡਾਂ ਜਿਹੜੀਆਂ ਨਾ ਜੀ, ਉਹ ਜਿਹੜੀਆਂ ਪੇਂਡੂ ਖੇਡਾਂ ਹੁੰਦੀਆਂ ਸੀ, ਫੁੱਟਬਾਲ ਆ, ਕਬੱਡੀ ਆ, ਪੋਲ ਆ। ਜੀ। ਉਹ ਮੈਨੂੰ ਯਾਦ ਆ ਕਿ ਅਸੀਂ ਪੜ੍ਹਦੇ ਹੁੰਦੇ ਸੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਤੇ ਅਸੀਂ ਉਹ ਸਪੋਰਟਸਮੈਨ ਦੇਖਣੇ ਤੇ ਪੋਲ ਵਾਟ ਉਦੋਂ ਕਰਦੇ ਹੁੰਦੇ ਸੀ ਸਾਡੇ ਜੀ। ਸਕੂਲ ਦੇ ਮੁੰਡੇ, ਤੇ ਅਸੀਂ ਉਹ ਡਾਂਗ ਜੀ ਲੈ ਕੇ ਤੇ ਉਹ ਟੱਪੀ ਜਾਣਾ ਹਾਂਜੀ। ਤੇ ਉਹ ਦੇਖਣਾ ਕਿ ਕਬੱਡੀ ਖੇਡਦੇ ਆ। ਅਸੀਂ ਉਹ ਦੋ ਚਾਰ ਜਣਿਆਂ ਨੇ ਉਹ ਕੱਛੇ ਪਾ ਕੇ ਤੇ ਉਹਦੀ ਕਬੱਡੀ ਖੇਡਣੀ ਤੇ ਖਾੜਾ ਗੁੱਡੀ ਜਾਣਾ, ਜੀ, ਕਈ ਜੀ। ਲੈ ਕੇ। ਉਹ ਖਾੜਾ ਗੁੱਡਣਾ ਹੀ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵਰਜਿਸ਼ ਹੁੰਦਾ ਸੀ, ਪ੍ਰੈਕਟਿਸ ਹੋ ਜਾਂਦੀ ਜਾਂਦੀ ਸੀ। ਨਾ। ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਤੁਹਾਡਾ ਜਿਹੜਾ ਕਸਰਤ ਹੋ ਹੀ ਜਾਂਦੀ ਸੀ ਨਾ। ਜੀ। ਅਜਮਲ ਸ਼ਰੀਫ ਕਹਿੰਦੇ ਨੇ ਜੀ, ਬਹੁਤ ਵਧੀਆ ਟੋਟਕਾ ਜੀ, ਸ਼ੁਕਰੀਆ ਜੀ। ਇਹ ਸਰਬਜੀਤ ਸਿੰਘ ਕਹਿੰਦੇ ਨੇ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ ਸਰਬਜੀਤ ਵੀਰ ਜੀ, ਬਹੁਤ ਮਿਹਰਬਾਨੀ। ਅਜਮਲ ਸ਼ਰੀਫ ਕਹਿੰਦੇ ਨੇ ਜੀ, ਬਿਲਕੁਲ ਸਹੀ, ਬਿਲਕੁਲ ਠੀਕ ਹੈ ਜੀ, ਮਿਹਰਬਾਨੀ। ਇਹ ਗਗਨ ਜੱਗੀ ਕਹਿ ਰਹੇ ਨੇ, ਸਰ ਕੀ ਇਹ ਮਿਥ ਸਹੀ ਹੈ ਜੀ, ਜੋ ਹੋਮੋਪੈਥੀ ਮੈਡੀਸਨ ਕਿਸੇ ਵੀ ਤਰ੍ਹਾਂ ਦੀ ਲੈ ਰਹੇ ਹੋਣ, ਉਹ ਕੋਵਿਡ ਵੈਕਸੀਨੇਸ਼ਨ ਨਾ ਕਰਵਾਉਣ? ਨਹੀਂ, ਇਹ ਕੁਛ ਨਹੀਂ, ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਜੀ। ਕੋਵਿਡ ਵੈਕਸੀਨੇਸ਼ਨ ਦਾ ਜਿਹੜਾ ਵੈਕਸੀਨੇਸ਼ਨ ਇਟਸੈਲਫ ਜਿਹੜਾ ਨਾ, ਉਹ ਇੱਕ ਅਲੱਗ ਵਿਸ਼ਾ ਹੈਗਾ। ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਹੂੰਗਾ ਕਿ ਉਹ ਲੈਣੀ ਚਾਹੀਦੀ ਹੈ ਜਾਂ ਨਹੀਂ। ਮੈਂ ਤੇ ਜੇ ਐਜ਼ ਕਾਮਨ ਮੈਨ ਤੇ ਕਹੂੰਗਾ ਕਿ ਉਹ ਵੈਕਸੀਨੇਸ਼ਨ ਜਿਹੜੀ ਹੈ, ਜੇ ਉਹ ਰਿਕਮੈਂਡਡ ਹੈਗੀ, ਤੁਹਾਨੂੰ ਲਗਵਾ ਲੈਣੀ ਲਵਾ ਲੈਣੀ ਚਾਹੀਦੀ ਚਾਹੀਦੀ ਹੈ। ਜੀ, ਹਾਂ, ਜੀ। ਉਹਦੇ ਵਿੱਚ ਨਾ ਵਾਲੀ ਕੋਈ ਗੱਲ ਨਹੀਂ ਹੈਗੀ।
ਜੀ ਸਰਬਜੀਤ ਸਿੰਘ ਕਹਿੰਦੇ ਨੇ ਕਾਰਬੋ ਵੈਜ ਦੱਸਣ ਲਈ ਆਪ ਜੀ ਦਾ ਧੰਨਵਾਦ। ਸ਼ੁਕਰੀਆ ਜੀ। ਸਾਨੂੰ ਆਸ ਆ ਕਿ ਤੁਸੀਂ ਜੇ ਕਿਤੇ ਲੋੜ ਪੈਂਦੀ ਹੈ ਤੇ ਸਾਡੀ ਕਿਸੇ ਨਾ ਕਿਸੇ ਡਾਕਟਰ ਸਾਹਿਬ ਦੀ ਦੱਸੀ ਹੋਈ ਕੋਈ ਨਾ ਕੋਈ ਟੈਕਨੀਕ, ਕੋਈ ਨਾ ਕੋਈ ਜਿਹੜਾ ਬਿਲਕੁਲ ਜੀ, ਟੋਟਕਾ ਹੈ ਬਿਲਕੁਲ ਜ਼ਰੂਰ ਜੀ, ਅਜ਼ਮਾ ਸਕਦੇ ਹੋ। ਮੈਂ ਹਾਜ਼ਰ ਹਾਂ ਜੀ। ਮਨਪ੍ਰੀਤ ਕੌਰ ਕਹਿੰਦੇ ਨੇ ਜੀ ਵਧੀਆ ਜਾਣਕਾਰੀ, ਸ਼ੁਕਰੀਆ ਜੀ। ਐਮੋ ਗੁੱਡਗਲ ਕਹਿੰਦੇ ਨੇ ਜੀ ਥੈਂਕ ਯੂ ਜੀ, ਮੈਂ ਪਾਣੀ ਜ਼ਿਆਦਾ ਪੀਊਂਗੀ ਹੁਣ ਤੋਂ। ਹਾਂਜੀ, ਫਲ ਫਰੂਟ ਵੀ ਖਾਓ ਜੀ, ਸਬਜ਼ੀਆਂ ਵੀ ਖਾਓ। ਜੀ ਫਾਸਟ ਫੂਡ ਤੋਂ ਪਰਹੇਜ਼ ਹਾਂ, ਕਰੋ, ਬਿਲਕੁਲ ਹੈਵੀ ਜੀ। ਖਾਣੇ ਤੋਂ ਪਰਹੇਜ਼ ਕਰ ਲਓ। ਹਾਂਜੀ, ਹਰਜਿੰਦਰ ਸਿੰਘ ਕਹਿੰਦੇ ਨੇ ਜੀ ਨਾਈਸ ਸ਼ਹਿਬਾਜ਼ ਜੀ ਐਂਡ ਡਾਕਟਰ ਸੁਰਿੰਦਰਪਾਲ ਜੀ ਥੈਂਕਸ। ਸ਼ੁਕਰੀਆ ਜੀ ਮੇਰੇ ਵੀਰ, ਬਹੁਤ ਮਿਹਰਬਾਨੀ। ਸਿਮਰਜੀਤ ਗਰੇਵਾਲ ਕਹਿੰਦੇ ਨੇ ਜੀ ਵਧੀਆ ਜਾਣਕਾਰੀ। ਰਮਨ ਔਲਖ ਕਹਿ ਰਹੇ ਨੇ ਜੀ ਪਿਆਰ ਸਤਿਕਾਰ ਬਾਬਿਓ। ਥੈਂਕ ਯੂ ਜੀ ਰਮਨ ਜੀ। ਬਹੁਤ ਮਿਹਰਬਾਨੀ ਰਮਨ ਜੀ ਔਰ ਪ੍ਰੋਗਰਾਮ ਵਿੱਚ ਆਉਣ ਲਈ, ਜੁੜਨ ਲਈ। ਰੂਪ ਸੰਧੂ ਕਹਿੰਦੇ ਨੇ ਜੀ ਇਸ ਬਹੁਤ ਲਾਭਦਾਇਕ ਜਾਣਕਾਰੀ ਨੂੰ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਹਿਬਾਜ਼ ਜੀ ਅਤੇ ਡਾਕਟਰ ਸਾਹਿਬ। ਥੈਂਕ ਯੂ ਜੀ। ਥੈਂਕ ਯੂ ਜੀ। ਸੁਖਮਿੰਦਰ ਕੌਰ ਜੋੜੇ ਨੇ ਕਹਿੰਦੇ ਜੀ ਸਾਰੇ ਡਾਕਟਰ ਸੇਮ ਨਹੀਂ ਹੁੰਦੇ। ਜੀ ਬਿਲਕੁਲ ਜੀ, ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਤੇ ਸਿਮਰਜੀਤ ਗਰੇਵਾਲ ਕਹਿੰਦੇ ਨੇ ਜੀ ਵਧੀਆ ਪ੍ਰੋਗਰਾਮ ਸ਼ਹਿਬਾਜ਼ ਵੀਰੇ, ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ। ਜੀ ਬਿਲਕੁਲ ਜੀ, ਸਾਡੀ ਕੋਸ਼ਿਸ਼ ਹੈ ਕਿ ਡਾਕਟਰ ਸਾਹਿਬ ਦੇ ਜ਼ਰੀਏ ਤੁਹਾਡੇ ਤੱਕ ਵਧੀਆ ਇੱਕ ਸਟੀਕ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਪਹੁੰਚਾਈ ਜਾ ਸਕੇ। ਬਹੁਤ ਬਸ ਜੀ, ਹੁਣ ਸ਼ੁਕਰੀਆ ਗੱਲ ਜਿਹੜੀ ਤੁਹਾਡਾ ਤੁਸੀਂ ਮੈਨੂੰ ਸਾਰੇ ਸਵਾਲ ਪੁੱਛ ਲਿਆ, ਮੈਂ ਹੁਣ ਗੱਲ ਤੁਹਾਡੇ ਤੇ ਲੈ ਕੇ ਆਉਣਾ ਵਾ ਜੀ। ਤੇ ਸਾਰੇ ਆਪਣੇ ਜਿਹੜੇ ਆ ਵਿਊਅਰਸ ਆ, ਦੇਖ ਰਹੇ ਦਰਸ਼ਕ ਆ, ਜੀ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਗੱਲਬਾਤ ਕਰਦਾ। ਮੈਨੂੰ ਤੁਹਾਡੀ ਗੱਲਬਾਤ ਦੇ ਵਿੱਚ ਮੈਂ ਜਦੋਂ ਤੁਹਾਡਾ ਪ੍ਰੋਗਰਾਮ ਦੇਖਦਾ, ਜੀ ਉਹ ਤੁਹਾਨੂੰ ਦੋਨਾਂ ਨੂੰ ਦੇਖਦਾ ਇੰਨੇ ਖੁਸ਼, ਤੇ ਮੈਨੂੰ ਉਹ ਪੰਜਾਬੀ ਦਾ ਇੱਕ ਹੁੰਦਾ ਕਿ ਗੁਗਲੂ ਮੁਗਲੂ ਦੋਨੇ ਲੱਗਦੇ ਹੋ। ਠੀਕ ਹੈ ਜੀ। ਤੇ ਉਹ ਮੈਨੂੰ ਉਹਦੇ ਵਿੱਚ ਤੁਹਾਨੂੰ ਦੇਖ ਕੇ ਜਦੋਂ ਤੁਸੀਂ ਹੱਸਦੇ ਹੋ, ਆਪਸ ਵਿੱਚ ਗੱਲਾਂ ਕਰਦੇ ਹੋ, ਜੀ ਤੇ ਆਪਣਾ ਮਨੋਜਾ ਜੀ ਤੁਸੀਂ ਜਦੋਂ ਬੈਠ ਕੇ ਗੱਲਬਾਤ ਕਰਦੇ ਹੋ, ਤੇ ਮੈਨੂੰ ਵੀ ਉਹ 'ਚ ਊਰਜਾ ਮਿਲਦੀ। ਇਦਾਂ ਹੀ ਹੋਣਾ ਚਾਹੀਦਾ ਪਰਿਵਾਰਾਂ ਦੇ ਵਿੱਚ। ਜੀ ਤੇ ਹਾਸੇ ਖੇਡ ਦੇ ਵਿੱਚ ਖੇਲ ਮੈਂ ਆਪਾਂ ਕਹਿੰਦੇ ਆ ਕਿ ਸਾਡੇ ਇੱਕ ਕੋਟੇਸ਼ਨ ਹੈਗੀ ਆ ਕਿ ਖੇਲ ਮੈਂ ਜੋ ਵੀ ਹੋਣਾ ਚਾਹੀਦਾ, ਉਹ ਧਿਆਨ ਜਿਹੜਾ ਜਾਂ ਗੱਲਾਂ ਬਾਤਾਂ ਜਾਂ ਪਰਿਵਾਰ ਆ ਜਾਂ ਉਹ ਖੇਲ ਦੇ ਵਿੱਚ ਮੈਨੂੰ ਵੀ ਤੁਹਾਡੇ ਤੋਂ ਇੱਕ ਊਰਜਾ ਮਿਲਦੀ ਦੇਖ ਕੇ। ਤੁਹਾਨੂੰ ਜਦੋਂ ਪ੍ਰੋਗਰਾਮ ਕਰਦੇ ਹੋ ਵਧੀਆ ਲੱਗਦਾ ਜੀ। ਸ਼ੁਕਰੀਆ ਜੀ। ਇਹ ਡਾਕਟਰ ਸਾਹਿਬ ਮੇਰੇ ਇੱਕ ਮਿੱਤਰ ਸੀਗੇ, ਉਹਨਾਂ ਦੀ ਡੈਥ ਹੋ ਗਈ ਕੋਵਿਡ ਦੇ ਨਾਲ ਹਾਂਜੀ, ਹਾਂਜੀ, ਇਹ ਹਾਂਜੀ। 4 ਮਹੀਨੇ ਪਹਿਲਾਂ। ਹਾਂਜੀ, ਰਾਜਦੀਪ ਸੀ ਉਹਨਾਂ ਦਾ ਨਾਮ। ਹਾਂਜੀ। ਮੈਂ ਇੱਕ ਵਾਰੀ ਵੈਸੇ ਹੀ ਮਜ਼ਾਕ 'ਚ ਪੁੱਛਿਆ, ਮੈਂ ਕਿਹਾ ਭਾਜੀ ਮੈਨੂੰ ਇਹ ਦੱਸੋ ਯਾਰ ਟੈਨਸ਼ਨ ਨੂੰ ਖਤਮ ਕਰਨ ਦਾ ਕੋਈ ਤਰੀਕਾ ਹੈ? ਉਹਨਾਂ ਨੇ 2-3 ਤਰੀਕੇ ਦੱਸੇ ਮੈਨੂੰ। ਯਾਰ ਦੋਸਤਾਂ ਨਾਲ ਗੱਲ ਕਰ ਲਿਆ ਕਰ, ਟੈਨਸ਼ਨ ਖਤਮ ਹੋ ਜੂਗੀ, ਤੇ ਬਹੁਤਾ ਨਾ ਸੋਚਿਆ ਕਰ, ਕੋਈ ਗੱਲ ਨਹੀਂ, ਐਵੇਂ ਨਹੀਂ ਦਿਲ ਨੂੰ ਗੱਲ ਲਾਈ ਦੀ ਹੁੰਦੀ, ਤੇ ਥੋੜਾ ਘੁੰਮ ਆਇਆ ਕਰ, ਗੀਤ ਗੂਤ ਸੁਣ ਲਿਆ ਕਰ, ਨਿਆਣਿਆਂ ਨਾਲ ਖੇਡ ਲਿਆ ਕਰ। ਮੈਂ ਕਿਹਾ ਠੀਕ ਹੈ। ਬਾਅਦ 'ਚ ਹੌਲੀ ਜੀ ਕਹਿੰਦੇ ਘਰ ਵਾਲੀ ਨੂੰ ਵੀ ਕੁੱਟ ਲਿਆ ਕਰ, ਕੋਈ ਗੱਲ ਨਹੀਂ। ਤੇ ਕਿਉਂਕਿ ਇਹ ਪ੍ਰੋਗਰਾਮ ਜਿਸ ਤਰ੍ਹਾਂ ਦਾ ਚੱਲ ਰਿਹਾ, ਟੈਨਸ਼ਨ ਘੱਟ ਕਰਨ ਦੀ ਗੱਲ ਚੱਲ ਰਹੀ ਹੈ, ਤੇ ਮੈਨੂੰ ਉਹਨਾਂ ਦੀ ਗੱਲ ਇੱਕਦਮ ਯਾਦ ਆ ਗਈ। ਯਾਦ ਹੈ ਜੋੜੀਆਂ ਚੱਕ ਥੋੜੀਆਂ, ਤੇ ਉਹ ਤੁਹਾਡੀ ਜੋੜੀ ਜਿਹੜੀ ਉਹ ਇਦਾਂ ਦੀ ਆ ਕਿ ਜਿੱਦਾਂ ਕਹਿ ਲਓ ਕਿ ਸਵਰਗ ਤੋਂ ਉਤਰੀ ਹੋਈ ਆ, ਤੇ ਉਹ ਫਿਰ ਮੈਨੂੰ ਵਧੀਆ ਲੱਗਦਾ। ਚਲੋ ਇਦਾਂ ਦਾ ਹੀ ਹੋਣਾ ਚਾਹੀਦਾ। ਲੜਾਈ ਝਗੜਾ ਤੇ ਚੱਲਦਾ ਨਾਲ ਦੀ ਨਾਲ, ਉਹ ਤੇ ਹਰ ਪਰਿਵਾਰ 'ਚ ਹੁੰਦਾ ਹੀ ਹੈ। ਬਹੁਤ ਮਿਹਰਬਾਨੀ। ਬ੍ਰੇਕ ਲਈਏ ਇੱਕ ਛੋਟਾ ਜਿਹਾ, ਗੀਤ ਸੁਣ ਲਈਏ ਜੀ, ਇੱਕ ਪਿਆਰਾ ਜਿਹਾ ਗੀਤ ਸੁਣ ਲਈਏ, ਤੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲੇਗਾ ਹੋਰ ਅੱਗੇ। ਗੀਤ ਤੋਂ ਬਾਅਦ ਫਿਰ ਅਸੀਂ ਹਾਜ਼ਰ ਹੋਵਾਂਗੇ। ਤਦ ਤੱਕ ਸੁਣੋ ਇਹ ਖੂਬਸੂਰਤ ਗੀਤ। ਝੂਠਾ ਜਗਰੈਨ ਬਸੇਰਾ, ਸਾਚਾ ਦਰਦ ਮੇਰਾ, ਮ੍ਰਿਗ ਤ੍ਰਿਸ਼ਨਾ ਸਾ ਮੋਹ ਪਿਆ, ਨਾਤਾ ਮੇਰਾ ਤੇਰਾ, नैना जो सांझ ख्वाब देखते थे, नैना बिछड़ के आज रो दिए हैं यूं, नैना जो मिलके रात जागते थे, नैना शहर में पल के मीचते हैं यूं, जुदा हुए कदम जिन्होंने ली थी ये कसम, मिलके चलेंगे हरदम, अब बांटते हैं ये गम, भीगे नैना जो खिड़कियों से झांकते थे, नैना घुटन में बंद हो गए हैं। सांस है
सी क्यों रुआ सा ये मेरी जान है क्यों निराशा से है आस हारी हुई क्यों सवालों का उठा सा दिल में तूफान है नैना थे आसमान के सितारे नैना ग्रहण में आज टूटते हैं यूं नैना कभी जो धूप सेकते थे नैना ठहर के छाँव ढूंढते हैं यूं जुदा हुए कदम जिन्होंने ली थी ये कसम मिलके चलेंगे हरदम अब बांटते हैं ये गम भीगे नैना। ਜੀ ਦੋਸਤੋ ਆ ਗਏ ਹਾਂ ਜੀ ਵਾਪਸ ਇਸ ਖੂਬਸੂਰਤ ਗੀਤ ਤੋਂ ਬਾਅਦ ਫਿਰ ਜੁੜ ਗਏ ਹਾਂ ਡਾਕਟਰ ਸਾਹਿਬ ਤੋਂ ਹੱਲੇ ਕਾਫੀ ਗੱਲਾਂ ਪੁੱਛਣੀਆਂ ਨੇ ਬਹੁਤ ਸਾਰੇ ਸਵਾਲ ਬਾਕੀ ਨੇ ਸਾਡੇ ਤੇ ਉਮੀਦ ਹੈ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਇਹਦੇ ਤੋਂ ਕੁਝ ਨਾ ਕੁਝ ਸਿੱਖ ਰਹੇ ਹੋ। ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਹੈ ਕਿ ਮਾਨਸਿਕ ਰੋਗ ਕਿਉਂ ਸਰੀਰ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਆ? ਮਾਨਸਿਕ ਰੋਗ ਸ਼ਹਿਬਾਜ਼ੀ ਇਦਾਂ ਵਾ ਕਿ ਉਹਦੇ ਵਿੱਚ ਤੁਹਾਡਾ ਸਾਰਾ ਹੀ ਸਿਸਟਮ ਜਿਹੜਾ ਨਾ ਜੀ ਕਹਿ ਲਓ ਕਿ ਉਹ ਬੁੱਝ ਜਾਂਦਾ ਜਾਂ ਬੈਟਰੀਆਂ ਡਾਊਨ ਹੋ ਜਾਂਦੀਆਂ ਜਾਂ ਜਿਹੜੇ એનર્ਜੀ ਦੇ ਚੈਨਲ ਆ ਉਹ ਸਾਰੇ ਜਿਹੜੇ ਬੰਦ ਹੋ ਜਾਂਦੇ ਆ ਜੀ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਵਾ ਜੀ ਕਿ ਮਨ ਦੇ ਅੰਦਰ ਹੀ ਜਿੱਦਾਂ ਕਹਿ ਲਓ ਕਿ ਉਹ ਲੜਾਈ ਆਪਸ ਵਿੱਚ ਚੱਲੀ ਜਾਂਦੀ ਆ ਜੀ ਤੇ ਜਿਹੜੀਆਂ ਸਰੀਰਕ ਬਿਮਾਰੀਆਂ ਵਾ ਉਹ ਨੁਕਸਾਨ ਤਾਂ ਉਹਨਾਂ ਦਾ ਵਿਜ਼ੀਬਲ ਹੁੰਦਾ ਇਹਨਾਂ ਦਾ ਇਨਵਿਜ਼ੀਬਲ ਆ ਇਹਨਾਂ ਦਾ ਅਦਿੱਖ ਹੁੰਦਾ ਨਜ਼ਰ ਨਹੀਂ ਆਉਂਦਾ ਜੀ ਕਿਉਂਕਿ ਸਾਰਾ ਹੀ ਤੁਹਾਡਾ ਇਮਿਊਨ ਸਿਸਟਮ ਡਾਊਨ ਚਲੇ ਜਾਂਦਾ ਜੀ ਹੈ ਨਾ ਤੇ ਸਟ੍ਰੈਸ ਇੰਨੀ ਵੱਧ ਜਾਂਦੀ ਆ ਕਿ ਤੁਹਾਡਾ ਸਾਰਾ ਹਰ ਚੀਜ਼ ਜਿਹੜੀ ਆ ਨਾ ਉਹ ਦਬ ਜਾਂਦੀ ਆ ਸਾਰੇ ਹੀ ਆਰਗਨ ਜਿਹੜੇ ਆ ਉਹ ਕਹਿ ਲਓ ਕਿ ਉਹ ਆਪਣੇ ਫੰਕਸ਼ਨ ਜਿਹੜੇ ਆ ਨਾ ਉਹ ਉਹਨਾਂ ਡਿਫਰੈਂਟ ਉਹਨਾਂ ਦਾ ਬਿਹੇਵੀਅਰ ਉਹਨਾਂ ਦਾ ਬਦਲ ਜਾਂਦਾ ਸਾਰਿਆਂ ਦਾ ਜੀ ਤੇ ਜਿਹੜੇ ਕਿ ਹਾਰਮੋਨ ਕਦੀ ਪੈਦਾ ਨਹੀਂ ਹੋਏ ਹੁੰਦੇ ਜਿਹੜੇ ਨੈਗੇਟਿਵ ਆ ਜਾਂ ਮਾੜੇ ਹਾਰਮੋਨ ਉਹ ਪੈਦਾ ਹੋ ਜਾਂਦੇ ਆ ਬਲੱਡ ਦੇ ਵਿੱਚ ਟੌਕਸਿਨ ਜਿਹੜੇ ਆ ਉਹ ਬਲੱਡ ਸਟਰੀਮ ਦੇ ਵਿੱਚ ਖੂਨ ਦਾ ਜਿਹੜਾ ਵਹਾਅ ਉਹਦੇ ਵਿੱਚ ਟੌਕਸਿਨ ਜ਼ਹਿਰੀਲਾ ਮਾਦਾ ਜਿਹੜਾ ਉਹ ਜਮ੍ਹਾਂ ਹੋ ਜਾਂਦਾ ਵਾ ਤੇ ਉਹਨਾਂ ਦੇ ਇੱਕ ਤਾਂ ਇਨਸਟੈਂਟ ਜਿਹੜੇ ਆ ਉਸ ਵੇਲੇ ਹੀ ਤੁਹਾਨੂੰ ਜਿਹੜੇ ਨਿਸ਼ਾਨੀਆਂ ਲੱਗਣਗੀਆਂ ਇੱਕ ਹੁੰਦਾ ਕਿ ਕਾਫੀ ਦੇਰ ਬਾਅਦ ਤੁਹਾਨੂੰ ਜਿਹੜੇ ਨਾ ਉਹ ਡਿਪੋਜ਼ਿਟ ਹੋਏ ਜਿਹੜੇ ਨਾ ਅੰਦਰ ਜੀ ਜ਼ਹਿਰੀਲਾ ਮਾਦਾ ਵਾ ਉਹ ਤੁਹਾਨੂੰ ਕਾਫੀ ਦੇਰ ਬਾਅਦ ਵੀ ਉਹ ਅਸਰ ਕਰਦਾ ਰਹਿੰਦਾ ਇਸ ਕਰਕੇ ਮਾਨਸਿਕ ਬਿਮਾਰੀਆਂ ਦਾ ਜਿਹੜਾ ਨਾ ਉਹ ਨੁਕਸਾਨ ਬਹੁਤ ਹੀ ਜ਼ਿਆਦਾ ਵਾ ਔਰ ਡੂੰਘਾ ਵਾ ਔਰ ਸਰੀਰਕ ਬਿਮਾਰੀਆਂ ਦਾ ਥੋੜਾ ਜਿਹਾ ਘੱਟ ਆ ਔਰ ਨਜ਼ਰ ਆਉਂਦਾ ਨਾ ਜੀ ਬਿਲਕੁਲ ਜੀ। ਤੇ कमेंट्स वाला आइए अजमल शरीफ एक शेर लिख रहे हैं कहते कि इश्क रवां की नहीं है और हम हैं दोस्तों इस बेवफा का शहर है और हम हैं दोस्तों। शुक्रिया जी बहुत मेहरबानी बहुत प्यारा थोड़ा कमेंट है बहुत प्यारा शेर है। उस तो बाद डॉक्टर साहब मेरा थोड़ा अगला सवाल ये है कि असी दोबारा तो मुड़ तो सेहतमंद हो सकते हैं फिर तो? ਨਹੀਂ ਆਪਾਂ ਸਿਹਤਮੰਦ ਹੈਗੇ ਆ ਉਹ ਤਾਂ ਮੰਨ ਲਿਆ ਆਪਾਂ ਕਿ ਬਿਮਾਰ ਹੋ ਗਏ ਨਾ ਮਾਨਸਿਕ ਉਹਦਾ ਉਹੀ ਆ ਕਿ ਸਿਹਤਮੰਦ ਹੀ ਹੈਗੇ ਆਪਾਂ ਜੀ ਤੇ ਉਹਦੇ ਵਿੱਚ ਉਹੀ ਗੱਲ ਆ ਗਈ ਬਾਰ-ਬਾਰ ਕਿ ਜੇ ਆਪਾਂ ਆਪਣੀ ਖੁਰਾਕ ਵੱਲ ਥੋੜਾ ਜਿਹਾ ਧਿਆਨ ਦੇ ਦਈਏ ਜੀ ਕਿ ਖੁਰਾਕ ਆਪਣੀ ਸਹੀ ਹੈਗੀ ਆ ਤੇ ਆਪਣਾ ਆਲਾ ਦੁਆਲਾ ਸਹੀ ਹੈਗਾ ਵਾ ਜੀ ਤੇ ਆਪਾਂ ਖਾਲੀ ਕਿਵੇਂ ਹੋਣਾ ਵਾ ਨਿਰਵਿਚਾਰ ਕਿਵੇਂ ਹੋਣਾ ਵਾ ਜੀ ਆਪਣੇ ਜਿਹੜੇ ਅਨਵਾਂਟਡ ਜਿਹੜੇ ਆ ਤੁਹਾਡੇ ਥਾਟਸ ਹੈਗੇ ਆ ਜਿਹੜੇ ਨਹੀਂ ਚਾਹੀਦੀਆਂ ਚੀਜ਼ਾਂ ਜੀ ਉਹਨਾਂ ਨੂੰ ਬਾਹਰ ਕਿੱਦਾਂ ਕੱਢਣਾ ਹੁਣ ਘਰ ਦੇ ਵਿੱਚ ਸਫਾਈ ਕਰਦੇ ਆ ਰੋਜ਼ ਤੇ ਮਨ ਦੀ ਸਫਾਈ ਤੇ ਪੋਸੀਬਲ ਨਹੀਂ ਹੈਗੀ ਨਾ ਨਹੀਂ ਹੈਗੀ ਜੀ ਬਿਲਕੁਲ ਤੇ ਉਹ ਕਿਸੇ ਨੇ ਕੁਝ ਕਿਹਾ ਕਿਸੇ ਦੇ ਬੌਸ ਨੇ ਕੁਝ ਕਿਹਾ ਕਿਸੇ ਦੀ ਸਹੁਰੇ ਨੇ ਕੁਝ ਕਿਹਾ ਕਿਸੇ ਦੇ ਪਿਓ ਨੇ ਕਿਸੇ ਦੇ ਵੱਡੇ ਭਰਾ ਨੇ ਕੁਝ ਕਿਹਾ ਤੇ ਉਹ ਆਪਾਂ ਉਹਦੇ ਸਾਹਮਣੇ ਬੋਲ ਤਾਂ ਸਕਦੇ ਨਹੀਂਗੇ ਜੀ ਉਹ ਇਕੱਠਾ ਕਰਕੇ ਰੱਖ ਲੈਂਦੇ ਆ ਜੀ ਉਹਨਾਂ ਨੂੰ ਬਾਹਰ ਕੱਢਣਾ ਜਿਹੜਾ ਵਾ ਜੇ ਉਹ ਕੱਢਦੇ ਰਹੀਏ ਨਾਲ ਦੀ ਨਾਲ ਜੀ ਉਹ ਤੁਸੀਂ ਦੱਸਿਆ ਕਿ ਲੜਾਈਆਂ ਝਗੜੇ ਜਿਹੜੇ ਮਾੜੇ ਮੋਟੇ ਜਿਹੇ ਹੁੰਦੇ ਰਹਿਣ ਜਿਸ ਪਰਿਵਾਰ ਦੇ ਵਿੱਚ ਹੁੰਦੇ ਆ ਉਸ ਪਰਿਵਾਰ ਦੇ ਵਿੱਚ ਕੋਈ ਸੀਰੀਅਸ ਪ੍ਰੋਬਲਮ ਨਹੀਂ ਹੁੰਦੀ ਨਹੀਂ ਹੁੰਦੀ ਜੀ ਹੋਮਿਓਪੈਥੀ ਦੇ ਵਿੱਚ ਅਸੀਂ ਦੋ ਤਰ੍ਹਾਂ ਦਾ ਨਾ ਤਿੰਨ ਤਰ੍ਹਾਂ ਦਾ ਮਿਆਜ਼ਮ ਹੁੰਦਾ ਇੱਕ ਹੁੰਦਾ ਸੋਰਿਕ ਇੱਕ ਸਾਈਕੋਟਿਕ ਇੱਕ ਹੁੰਦਾ ਸਿਫਲਿਟਿਕ ਅੱਛਾ ਜੀ ਸੋਰਿਕ ਬੰਦਾ ਜਿਹੜਾ ਨਾ ਉਹਨੂੰ ਕੁਝ ਵੀ ਨਾ ਹੋਵੇ ਤੇ ਰੌਲਾ ਬੜਾ ਪਾਉਂਦਾ ਵਾ ਕਿ ਆਹ ਜੀ। ਚੱਕ ਲਓ ਮੈਨੂੰ ਮੈਂ ਮਰ ਚੱਲਿਆ ਏਦਾਂ ਹੋ ਗਿਆ ਮੈਨੂੰ ਢਿੱਡ ਪੀੜ ਹੋ ਗਈ ਮੈਨੂੰ ਬੁਖਾਰ ਹੋ ਗਿਆ ਜੀ ਤੇ ਉਹ ਸਮਝ ਲਓ ਕਿ ਰੌਲਾ ਪਾ ਕੇ ਆਪਣਾ ਇਲਾਜ ਨਾਲ ਹੀ ਕਰ ਰਿਹਾ ਹੁੰਦਾ ਜੀ ਜਿਹੜਾ ਬਿਲਕੁਲ ਸਾਈਕੋਟਿਕ ਬੰਦਾ ਉਹ ਖੁੱਲਦਾ ਨਹੀਂ ਰਿਜ਼ਰਵ ਨੇਚਰ ਦਾ ਹੁੰਦਾ ਵਾ ਜੀ ਹੈ ਨਾ ਉਹ ਬੰਦਾ ਕਲੋਜ਼ਡ ਹੁੰਦਾ ਵਾ ਤੇ ਉਹਨੇ ਖੁੱਲਣਾ ਨਹੀਂਗਾ ਤੇ ਉਹ ਬੰਦਾ ਜਿਹੜਾ ਨਾ ਉਹ ਆਪਣੇ ਅੰਦਰ ਡਿਪੋਜ਼ਿਟ ਜਿਹੜੇ ਉਹ ਰੱਖ ਲੈਂਦਾ ਵਾ ਉਹ ਅੰਦਰ ਕਚਰਾ ਰੱਖੀ ਜਾਂਦਾ ਵਾ ਜੀ ਤੇ ਸਿਫਲਿਟਿਕ ਉਹ ਹੋ ਜਾਂਦਾ ਕਿ ਉਹ ਕਚਰੇ ਕਰਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਉਹਦੇ ਵਿੱਚ ਕੈਂਸਰ ਏਡਜ਼ ਜੀ ਜਾਂ ਆਟੋਇਮਿਊਨ ਡਿਜ਼ੀਜ਼ ਜਿਹੜੀਆਂ ਸਾਰੀਆਂ ਉਹ ਪੈਦਾ ਹੋ ਜਾਂਦੀਆਂ ਵਾ ਜੀ ਤੇ ਉਹ ਸਿਫਲਿਟਿਕ ਮਿਆਜ਼ਮ ਜਿਹੜਾ ਉਹ ਹੋਰ ਵੀ ਘਾਤਕ ਆ ਉਹ ਬੰਦੇ ਜਿਹੜੇ ਮਰਡਰਰ ਹੁੰਦੇ ਆ ਆਪਣਾ
ਜਾਂ ਜਿਹੜੇ ਆਪਣਾ ਸੁਸਾਈਡ ਕਰ ਲੈਂਦੇ ਜਾਂ ਕਿਸੇ ਦਾ ਕਤਲ ਕਰ ਦਿੱਤਾ, ਜੀ ਉਹ ਬੰਦੇ ਸਿਫਲਿਟਿਕ ਹੁੰਦੇ ਆ। ਉਹ ਅਸੁਰਕ ਬੰਦਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਰੌਲਾ ਹੀ ਪਾ ਸਕਦਾ। ਜੀ ਬਿਲਕੁਲ ਜੀ, ਗੱਲ ਤੁਹਾਡੀ ਹਾਂਜੀ ਬਿਲਕੁਲ ਠੀਕ ਹੈ ਜੀ। ਹਾਂਜੀ ਤੇ ਡਾਕਟਰ ਸਾਹਿਬ, ਸਾਡੇ ਇੱਕ ਦਰਸ਼ਕ ਪੁੱਛ ਰਹੇ ਨੇ ਕਿ ਜਿਹੜੀ ਹੋਮੋਪੈਥਿਕ ਮੈਡੀਸਨ ਹੈ ਹਾਂਜੀ। ਇਹ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ ਕਿਸੇ ਬਿਮਾਰੀ ਦੇ ਇਲਾਜ ਵਾਸਤੇ? ਅਸੀਂ ਇਹਦੇ ਤੇ ਕਿੰਨਾ ਕੁ ਯਕੀਨ ਕਰ ਸਕਦੇ ਹਾਂ? ਨਹੀਂ, ਯਕੀਨ ਏਦਾਂ ਨਾ, ਇਹਦੇ ਚ ਬੜੇ ਫੈਕਟਰ ਆ ਨਾ ਜੀ, ਜੀ ਕਿ ਤੁਹਾਡੀ ਬਿਮਾਰੀ ਜਿਹੜੀ ਆ ਉਹ ਜੇ ਤਾਂ ਕਿਉਰੇਬਲ ਆ ਜੀ ਤੇ ਫਿਰ ਹੋਮਿਓਪੈਥੀ ਵੀ ਕੰਮ ਕਰੂਗੀ। ਜੀ ਹੋਮਿਓਪੈਥਿਕ ਜੇ ਕੋਈ ਡਾਕਟਰ ਹੋਮਿਓਪੈਥੀ ਦਾ ਕਹਿੰਦਾ ਕਿ ਮੈਂ ਇਨਕਿਉਰੇਬਲ ਨੂੰ ਵੀ ਠੀਕ ਕਰ ਸਕਦਾ, ਉਹ ਗਲਤ ਬੋਲਦਾ, ਗਲਤ ਕਲੇਮ ਕਰ ਰਿਹਾ ਵਾ। ਠੀਕ ਹੈ ਜੀ। ਇਨਕਿਉਰੇਬਲ ਮੀਨਸ ਲਾ ਇਲਾਜ। ਜੀ ਜੇ ਕੋਈ ਬਿਮਾਰੀ ਲਾ ਇਲਾਜ ਆ ਤੇ ਸਾਰੇ ਸਿਸਟਮ ਦੇ ਵਿੱਚ ਹੀ ਲਾ ਇਲਾਜ ਆ, ਐਲੋਪੈਥੀ ਦੇ ਵਿੱਚ ਵੀ, ਆਯੁਰਵੇਦਾ ਵਿੱਚ ਵੀ, ਸਰਜਰੀ ਵਿੱਚ ਵੀ, ਹੋਮਿਓਪੈਥੀ ਦੇ ਵਿੱਚ ਵੀ। ਜੀ ਹੁਣ ਸਾਡੇ ਕੋਲ 3rd ਜਾਂ 4th ਸਟੇਜ ਤੇ ਕੈਂਸਰ ਦਾ ਮਰੀਜ਼ ਆ ਜਾਂਦਾ ਤੇ ਲਾ ਇਲਾਜ ਹੀ ਆ, ਉਹ ਅਸੀਂ ਕੁਝ ਨਹੀਂ ਕਰ ਸਕਦੇ। ਜੀ ਤੇ ਹੋਮਿਓਪੈਥੀ ਹੈਗੀ ਆ ਕਿ ਜੇ ਕੋਈ ਕਿਉਰੇਬਲ ਡਿਜ਼ੀਜ਼ ਹੈ ਜੀ ਅਪ ਟੂ ਸਮ ਐਕਸਟੈਂਟ ਜਿਹੜਾ ਨਾ, ਉਹ ਅਸੀਂ ਹੋਮਿਓਪੈਥਿਕ ਦਵਾਈ ਨਾਲ ਇਲਾਜ ਕਰ ਸਕਦੇ ਹਾਂ। ਤੇ ਉਹਦੇ ਵਿੱਚ ਐਲੋਪੈਥੀ ਵੀ ਕਰ ਸਕਦੀ ਆ, ਆਯੁਰਵੇਦਾ ਵੀ ਕਰ ਸਕਦੀ ਆ। ਇਹ ਮਰੀਜ਼ ਨੇ ਦੇਖਣਾ ਵਾ ਕਿ ਮੈਨੂੰ ਕਿੱਥੋਂ ਜਿਹੜਾ ਰੈਡੀਕਲ ਟ੍ਰੀਟਮੈਂਟ ਆ, ਵਧੀਆ ਟ੍ਰੀਟਮੈਂਟ ਮਿਲਦਾ ਵਾ। ਜੀ ਐਲੋਪੈਥੀ ਨੂੰ ਆਪਾਂ ਕੰਡੈਮ ਨਹੀਂ ਕਰ ਸਕਦੇ, ਕਿਸੇ ਨੂੰ ਨਹੀਂ ਕਰ ਸਕਦੇ, ਹਰ ਇੱਕ ਦੇ ਆਪੋ ਆਪਣੇ ਫਾਇਦੇ ਆ। ਜੀ ਇਹ ਡਿਪੈਂਡ ਕਰਦਾ ਕਿ ਕਿਹੜੀ ਸਟੇਜ 'ਚ ਮਰੀਜ਼ ਕਿਹੜੇ ਡਾਕਟਰ ਕੋਲ ਆਉਂਦਾ, ਔਰ ਕਿੰਨਾ ਸਿਆਣਾ ਡਾਕਟਰ ਆ, ਜੀ ਔਰ ਕਿੰਨਾ ਉਹਨੂੰ ਫਾਲੋ ਕਰਦਾ। ਜੀ। ਤੇ ਦੋਸਤੋ, ਜਿਵੇਂ ਕਿ ਤੁਸੀਂ ਡਾਕਟਰ ਸਾਹਿਬ ਦੀ ਗੱਲ ਤੋਂ ਅੰਦਾਜ਼ਾ ਲਾ ਹੀ ਲਿਆ, ਤੁਹਾਨੂੰ ਪ੍ਰੋਗਰਾਮ ਦੇ ਦੌਰਾਨ ਹੀ ਇਸ ਗੱਲ ਦਾ ਪਤਾ ਲੱਗ ਗਿਆ ਹੋਣਾ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਕਈ ਵਾਰੀ ਕਿਸੇ ਮੁਸ਼ਕਲ ਨੂੰ ਹੱਲ ਕਰਨ ਲਈ ਕਿਸੇ ਵੀ ਇਲਾਜ ਦੀ, ਕਿਸੇ ਵੀ ਦਵਾਈ ਦੀ, ਕਿਸੇ ਵੀ ਸਰਜਰੀ ਦੀ ਲੋੜ ਨਹੀਂ ਪੈਂਦੀ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜੇ ਟੈਨਸ਼ਨ ਦੀ ਗੱਲ ਕਰੀਏ ਆਪਾਂ, ਤੇ ਕਿਸੇ ਨਾਲ ਗੱਲ ਕਰਕੇ ਜਾਂ ਰੋ ਕੇ ਜਾਂ ਹੱਸ ਕੇ ਕਿਸੇ ਨਾਲ ਆਪਣੀ ਦਿਲ ਦੀ ਗੱਲ ਖੋਲ ਕੇ ਵੀ ਅਸੀਂ ਆਪਣੀ ਟੈਨਸ਼ਨ ਨੂੰ ਖਤਮ ਕਰ ਸਕਦੇ ਹਾਂ। ਕਿੰਨੀ ਗੰਭੀਰ ਬਿਮਾਰੀ ਹੈ ਇਹ, ਕਿੰਨੀ ਵੱਡੀ ਮੁਸ਼ਕਲ ਹੈ ਅੱਜ ਸਾਡੇ ਵਾਸਤੇ ਟੈਨਸ਼ਨ, ਡਿਪਰੈਸ਼ਨ। ਤੇ ਉਹਨੂੰ ਅਸੀਂ ਇੱਕ ਕਿੰਨੇ ਸੋਹਣੇ ਨੁਸਖੇ ਦੇ ਨਾਲ, ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਚੋਂ ਘਟਾ ਸਕਦੇ ਹਾਂ, ਖਤਮ ਤੱਕ ਗੁੰਮਸੁੰਮ ਜਿਹੜਾ ਹੁੰਦਾ। ਗੁੰਮਸੁੰਮ ਹੋ ਜਾਣਾ ਨਾ ਜੀ, ਉਹੀ ਨੁਕਸਾਨ ਕਰੀ ਜਾਂਦਾ ਨਾ ਅੰਦਰ ਅੰਦਰ। ਫਿਰ ਉਹ ਅੰਦਰ ਅੰਦਰ ਉਹ ਬੰਦੇ ਦਾ ਕਹਿ ਲਓ ਕਿ ਉਹ ਅੰਦਰ ਅੰਦਰ ਨੁਕਸਾਨ ਹੋਈ ਜਾਂਦਾ। ਜੇ ਤੁਸੀਂ ਖੁੱਲ ਜਾਂਦੇ ਹੋ ਜੀ ਹੈ ਨਾ, ਤੇ ਉਹਦਾ ਬੜਾ ਕੁਝ ਜਿਹੜਾ ਨਾ ਉਹ ਆਪਣੇ ਆਪ ਨਿਕਲ ਜਾਂਦਾ, ਆਪਣੇ ਆਪ ਹੀ ਬਹਿ ਜਾਂਦਾ ਨਾ, ਨੈਗੇਟਿਵਿਟੀ ਨਿਕਲ ਜਾਂਦੀ ਹੈ ਤੁਹਾਡੀ। ਜੀ। ਇੱਥੇ ਡਾਕਟਰ ਸਾਹਿਬ ਮੈਨੂੰ ਇੱਕ ਸ਼ੇਰ ਯਾਦ ਆ ਰਿਹਾ ਕਿ ਜੇ ਦਿਲ ਖੋਲਿਆ ਹੁੰਦਾ ਆਪਣੇ ਯਾਰਾਂ ਦੇ ਹਾਂ, ਨਾਲ, ਬਿਲਕੁਲ ਤੇ ਅੱਜ ਬਿਲਕੁਲ। ਖੋਲਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ। ਔਜ਼ਾਰਾਂ ਨਾਲ। ਤੇ ਸਹੀ ਗੱਲ ਹੈ। ਬਿਲਕੁਲ, ਜੇ ਦੋਸਤਾਂ ਦੇ ਨਾਲ ਗੱਲ ਕਰ ਲਈ ਜਾਵੇ ਤੇ ਚੰਗੀ ਗੱਲ ਹੈ। ਇੱਕ ਨਾ ਇੱਕ ਦੋਸਤ ਤਾਂ ਡਾਕਟਰ ਸਾਹਿਬ ਹਰ ਇਨਸਾਨ ਦੀ ਜ਼ਿੰਦਗੀ 'ਚ ਹੁੰਦਾ ਹੀ ਹੈ, ਹਾਂਜੀ ਹਾਂਜੀ ਜਿਹਦੇ ਨਾਲ ਉਹ ਆਪਣੇ ਦਿਲ ਦੀ ਗੱਲ ਕਰ ਸਕਦਾ, ਪਰਿਵਾਰਕ ਗੱਲ ਕੀਤੀ ਜਾ ਸਕਦੀ ਆ, ਆਪਣੇ ਦਿਲ ਦੀ ਕੋਈ ਡੂੰਘੀ ਗੱਲ ਉਹਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਕਰ ਲੈਣੀ ਚਾਹੀਦੀ ਆ, ਦਿਲ ਦਾ ਗੁਬਾਰ ਕੱਢ ਲੈਣਾ ਚਾਹੀਦਾ। ਬਿਲਕੁਲ। ਮੈਨੂੰ ਇਹ ਤੋਂ ਗੱਲ ਯਾਦ ਆ ਗਈ ਇੱਕ ਆਪਣਾ ਸ਼ਹਿਬਾਜ਼ ਜੀ, ਜੀ ਕਿ ਜਿਹੜੇ ਦੋਸਤ ਆ ਨਾ ਉਹ ਕਿਸੇ ਵੇਲੇ ਵੀ ਦੁਸ਼ਮਣ ਬਣ ਬਣ ਸਕਦੇ, ਸਕਦੇ। ਪੋਸੀਬਿਲਿਟੀ ਹੈਗੀ ਆ। ਜੀ ਪਰ ਇੱਕ ਉਹ ਬੰਦਾ ਹੁੰਦਾ ਵਾ, ਇੱਕ ਆਮ ਲੋਕਾਂ ਵਾਸਤੇ ਇੱਕ ਨਵੀਂ ਟਰਮ ਮੈਂ ਉਹ ਯੂਜ਼ ਕਰ ਰਿਹਾ ਵਾਂ ਕਿ ਬਹੁਤ ਘੱਟ ਉਹ ਵਰਤੀ ਗਈ ਹੈ। ਉਹਨੂੰ ਉਹ ਕਹਿੰਦੇ ਕਲਿਆਣ ਮਿੱਤਰ। ਕਲਿਆਣ ਮਿੱਤਰ। ਕਲਿਆਣ ਮਿੱਤਰ ਉਹ ਹੁੰਦਾ ਕਿ ਤੁਹਾਡਾ ਹਮੇਸ਼ਾ ਕਲਿਆਣ ਹੀ ਚਾਹੁੰਦਾ ਵਾ, ਚਾਹੇ ਤੁਹਾਡੇ ਨਾਲ ਬੋਲੇ ਘੱਟ, ਚਾਹੇ ਦੂਰ ਬੈਠਾ ਹੋਇਆ, ਉਹ ਤੁਹਾਡਾ ਭਲਾ ਹੀ ਚਾਹੂਗਾ। ਜੀ ਤੇ ਔਰ ਕਲਿਆਣ ਮਿੱਤਰ ਕਦੇ ਦੁਸ਼ਮਣ ਨਹੀਂ ਬਣੂਗਾ ਨਾ। ਜੀ ਤੇ ਕਲਿਆਣ ਮਿੱਤਰ ਤੁਹਾਡਾ ਰਿਸ਼ਤਾ ਵੀ ਕੋਈ ਹੋ ਸਕਦਾ, ਰਿਸ਼ਤੇ ਦੇ ਵਿੱਚ ਵੀ ਕੋਈ ਡਾਕਟਰ ਵੀ ਹੋ ਸਕਦਾ ਵਾ, ਔਰ ਕੋਈ ਵੀ ਉਹ ਤੁਹਾਡਾ ਵੱਡਾ ਵੀ ਹੋ ਸਕਦਾ। ਕਲਿਆਣ ਮਿੱਤਰ ਜਿਹੜਾ ਵਾ ਨਾ, ਉਹ ਤੁਹਾਡਾ ਹਮੇਸ਼ਾ ਭਲਾ ਹੀ ਚਾਹੂਗਾ। ਜੀ। ਤੇ ਸਾਡੇ ਜੀਵਨ 'ਚ ਇੱਕ ਅੱਧਾ ਕਲਿਆਣ ਮਿੱਤਰ ਤਾਂ ਹੁੰਦਾ ਹੀ ਹੁੰਦਾ। ਉਹ ਹੋਣਾ ਜ਼ਰੂਰੀ ਆ ਜੀ, ਉਹ ਹੋਣਾ ਜ਼ਰੂਰੀ ਹੈ, ਔਰ ਹੁੰਦਾ ਵੀ ਹੈ ਡਾਕਟਰ ਸਾਹਿਬ, ਮਿਲ ਵੀ ਜਾਂਦਾ ਹੈ। ਤੇ ਬਹੁਤ ਸੋਹਣੀ ਤੁਸੀਂ ਗੱਲ ਇਹ ਸਾਨੂੰ ਦੱਸੀ ਹੈ, ਬੜੀ ਪਿਆਰੀ ਗੱਲ ਹੈ ਕਿ ਆਪਣੇ ਇੱਕ ਕਲਿਆਣ ਮਿੱਤਰ ਦੇ ਨਾਲ ਦਿਲ ਦੀ ਗੱਲ ਸਾਂਝੀ। ਤੁਹਾਡਾ ਕਲਿਆਣ ਹੋ ਸਕੇ, ਜਿਹਦੇ ਨਾਲ ਤੁਸੀਂ ਅੱਗੇ ਚੱਲ ਸਕੋ ਔਰ ਰੁਕਾਵਟਾਂ ਜਿਹੜੀਆਂ ਉਹ ਦੂਰ ਹੋ ਜਾਣ। ਜੀ ਬਿਲਕੁਲ ਜੀ। ਕਮੈਂਟਸ ਵੱਲ ਆਈਏ, ਇਹ ਬਹੁਤ ਸਾਰੇ ਕਮੈਂਟਸ ਆਏ ਨੇ। ਅਮਨ ਜੋਤੀ ਜੀ ਕਹਿੰਦੇ ਨੇ ਜੀ ਵੈਰੀ ਨਾਈਸ ਟੌਪਿਕ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇਹ ਨਰਿੰਦਰ ਬਾਠ ਜੀ ਨੇ ਇਹ ਕਮੈਂਟ ਕੀਤਾ ਹੈ ਜੀ ਕਿ ਸਿਆਣੇ ਕਹਿੰਦੇ ਨੇ ਖਾ ਕੇ ਪਛਤਾਇਆ ਨਾ ਕਿ ਨਹੀਂ। ਇਹ ਕੋਈ ਇਹਨਾਂ ਨੇ ਗੱਲ ਸਾਂਝੀ ਕੀਤੀ, ਸ਼ਾਇਦ ਸਹੀ ਤਰ੍ਹਾਂ ਲਿਖ ਨਹੀਂ ਹੋਈ। ਇਹ ਅਮਨ ਜੋਤੀ ਕਹਿੰਦੇ ਨੇ ਨਾਈਸ ਥਾਟ ਆਫ ਦਿਸ ਐਪੀਸੋਡ, ਸ਼ੁਕਰੀਆ ਜੀ ਅਮਨ ਜੋਤੀ ਜੀ, ਬਹੁਤ ਮਿਹਰਬਾਨੀ। ਇਹ ਹਰਮੀਤ ਸਿੰਘ ਸਰਾਂ ਕਹਿੰਦੇ ਨੇ ਜੀ ਟੈਨਸ਼ਨ ਮੁੱਕਦੀ ਨਹੀਂ, ਮੁਕਾਉਂਦੀ ਹੈ। ਬਿਲਕੁਲ ਗੱਲ ਸਹੀ ਹੈ ਹੈ ਜੀ। ਟੈਨਸ਼ਨ ਜਿਹੜੀ ਆ ਉਹ ਇੱਕ ਪਾਰਟ ਆਫ ਲਾਈਫ ਆ, ਉਹ ਖਤਮ ਕਰਨੀ ਤੇ ਤੁਹਾਨੂੰ, ਜੇ ਤੁਸੀਂ ਉਹ ਤੋਂ ਮੁਕਤ ਨਹੀਂ ਹੁੰਦੇ, ਮੁਕਤ ਤਾਂ ਹੋਇਆ ਨਹੀਂ ਜਾ ਸਕਦਾ ਟੈਨਸ਼ਨ ਦੇ। ਜੇ ਟੈਨਸ਼ਨ ਨਹੀਂ ਹੈਗੀ ਕਿ ਉਹ ਉਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈਗਾ। ਜੀ। ਮੈਨੂੰ ਫਿਰ ਇੱਕ ਗੱਲ ਯਾਦ ਆ ਗਈ, ਇੱਕ ਕਹਾਣੀ ਯਾਦ ਆ ਗਈ ਕਿ ਉਹ ਕਿਸੇ ਗੁਰੂ ਕੋਲ ਕੋਈ ਸ਼ਿਸ਼ਯ ਗਿਆ ਤੇ ਉਹ ਕਹਿੰਦਾ ਕਿ ਮੇਰੀ ਜਿਹੜੀ ਆ ਉਹ ਗਿਟਾਰ ਆ ਜਾਂ ਜਿਹੜਾ ਉਹ ਰਬਾਬ ਆ ਉਹ ਵੱਜਦੀ ਨਹੀਂ ਹੈਗੀ ਸਹੀ। ਜੀ ਤੇ ਉਹ ਗੁਰੂ ਨੇ ਉਹਨੂੰ ਕਿਹਾ ਕਿ ਇਹ ਤਾਂ ਵੱਜੂਗੀ ਕਿ ਇਹਨੂੰ ਤੂੰ ਇਹਦੀਆਂ ਤਾਰਾਂ ਢਿੱਲੀਆਂ ਕਰੇਗਾ। ਤਾਂ ਉਹਨੇ ਉਹਦੀਆਂ ਤਾਰਾਂ ਬੜੀਆਂ ਟਾਈਟ ਕੀਤੀਆਂ ਹੋਈਆਂ ਸੀ ਜੀ ਕਿ ਜਿਹੜਾ ਕੋਈ ਮਿਊਜ਼ੀਕਲ ਇੰਸਟਰੂਮੈਂਟ ਆ, ਜੇ ਤੁਸੀਂ ਉਹਨੂੰ ਬਿਲਕੁਲ ਉਹਦੀਆਂ ਤਾਰਾਂ ਟਾਈਟ ਕਰਦੇ ਹੋ ਤਾਂ ਵੀ ਨਹੀਂ ਵੱਜਣਾ,
ਤੇ ਜੇ ਉਹਦੀਆਂ ਢਿੱਲੀਆਂ ਵਾ ਤੇ ਉਹ ਬਿਲਕੁਲ ਨਹੀਂ ਵੱਜਣਾ। ਉਹ ਤਣਾਅ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਜ਼ਰੂਰੀ ਆ, ਜੀ, ਔਰ ਇੱਕ ਲੈਵਲ ਤੱਕ, ਇੱਕ ਹੈ ਲੈਵਲ ਨਾ। ਤੱਕ, ਹਾਂ, ਬਿਲਕੁਲ ਜੀ। ਤੇ ਜੇ ਤਣਾਅ ਨਹੀਂ ਹੈਗਾ, ਤੁਸੀਂ ਅੱਗੇ ਤੁਰੋਗੇ ਨਹੀਂ ਕਿ ਮੈਂ ਜੇ ਫ੍ਰੀ ਹੋ ਕੇ ਬਹਿਣਾ ਕਿ ਮੈਨੂੰ ਤਾਂ ਲੋੜ ਹੀ ਨਹੀਂ ਹੈਗੀ, ਰੋਟੀ ਕਿਹਨੇ ਦੇਣੀ ਹੈ। ਰੋਟੀ ਕਮਾਉਣ ਵਾਸਤੇ ਤਣਾਅ ਚਾਹੀਦਾ, ਜੀ, ਔਰ ਰੋਟੀ ਜ਼ਿੰਦਗੀ ਚੱਲਣ ਵਾਸਤੇ ਐਂਬੀਸ਼ਨ ਚਾਹੀਦਾ, ਜੀ, ਈਗੋ ਵੀ ਚਾਹੀਦੀ, ਹੰਕਾਰ ਵੀ ਚਾਹੀਦਾ। ਜੀ, ਜੇ ਬੱਚੇ ਦੇ ਵਿੱਚ ਇਹ ਤਿੰਨੇ ਚੀਜ਼ਾਂ ਨਹੀਂ ਹੈਗੀਆਂ, ਐਂਬੀਸ਼ਨ ਨਹੀਂ ਹੈਗਾ ਤੇ ਉਹ ਕੁਝ ਨਹੀਂ ਬਣ ਸਕਦਾ। ਜੀ, ਜੇ ਉਹ ਬੱਚਾ ਈਗੋਇਸਟਿਕ ਨਹੀਂ ਹੈਗਾ, ਹੰਕਾਰੀ ਨਹੀਂ ਹੈਗਾ, ਤੇ ਉਹ ਬੱਚਾ ਬਿਲਕੁਲ ਸਾਰੇ ਉਹਨੂੰ ਢਾਲਣਗੇ ਤੇ ਸਮਾਜ ਦੇ ਵਿੱਚ ਨਹੀਂ ਚੱਲ ਸਕਦਾ। ਜੀ, ਤੇ ਜੇ ਉਹਨੂੰ ਟੈਨਸ਼ਨ ਨਹੀਂ ਹੈਗੀ ਤੇ ਉਹ ਪੜ੍ਹ ਨਹੀਂ ਸਕਦਾ। ਪੜ੍ਹ ਨਹੀਂ ਸਕਦਾ। ਤੇ ਉਹ ਇਹਦਾ ਇੱਕ ਲੈਵਲ ਜਿਹੜਾ ਇੱਕ ਬੈਲੈਂਸ ਬਣਾਉਣਾ ਪੈਂਦਾ। ਜੀ, ਡਾਕਟਰ ਸਾਹਿਬ ਸਾਡੇ ਇੱਕ ਟੀਚਰ ਨੇ ਸਾਨੂੰ ਗੱਲ ਸੁਣਾਉਂਦੇ ਹੁੰਦੇ ਸੀ ਕਿ ਕੋਈ ਅਧਿਆਪਕ ਸੀ, ਬੱਚੇ ਨੂੰ ਪੜ੍ਹਾਉਂਦਾ ਹੁੰਦਾ ਸੀ, ਹਮ, ਤੇ ਉਹ ਬੱਚਾ ਨਾ ਅਕਸਰ ਲੇਟ ਆਉਂਦਾ ਹੁੰਦਾ ਸੀ ਕਲਾਸ ਦੇ ਵਿੱਚ, ਤੇ ਉਹ ਅੱਜ ਵੀ ਲੇਟ ਆਉਣਾ, ਕੱਲ ਵੀ ਲੇਟ ਆਉਣਾ, ਤੇ ਅਧਿਆਪਕ ਨੇ ਨੋਟ ਕੀਤਾ, ਟੀਚਰ ਨੇ ਨੋਟ ਕੀਤਾ ਵੀ ਇਹ ਬੱਚਾ ਰੋਜ਼ ਲੇਟ ਆਉਂਦਾ, ਕੋਈ ਗੱਲ ਹੈ। ਹਾਂਜੀ, ਤੇ ਉਹਨੂੰ ਪੁੱਛਦੇ ਆ ਵੀ ਬੇਟੇ ਤੂੰ ਲੇਟ ਕਿਉਂ ਆਉਣਾ ਕਲਾਸ ਦੇ ਵਿੱਚ, ਸਕੂਲ ਕਿਉਂ ਲੇਟ ਆਉਣਾ ਹੈ, ਕੋਈ ਘਰ ਦੇ ਵਿੱਚ ਦਿੱਕਤ ਆ? ਉਹ ਕਹਿੰਦਾ ਨਹੀਂ ਜੀ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਹੈ ਦੱਸ, ਤੈਨੂੰ ਸਕੂਲ ਨਹੀਂ ਚੰਗਾ ਲੱਗਦਾ, ਕਲਾਸ ਨਹੀਂ ਚੰਗੀ ਲੱਗਦੀ? ਕਹਿੰਦਾ ਨਹੀਂ ਮੈਨੂੰ ਸਭ ਚੰਗਾ ਲੱਗਦਾ ਜੀ। ਕਹਿੰਦੇ ਫਿਰ ਤੂੰ ਕਿਉਂ ਘਰ ਕੰਮ ਕਰਕੇ ਆਉਣਾ ਕੋਈ, ਜਾਂ ਤੇਰੇ ਘਰ 'ਚ ਕੋਈ ਕੰਮ ਕਰਨ ਵਾਲਾ ਨਹੀਂ ਹਾਂਜੀ, ਹੈ? ਹਾਂਜੀ, ਕਹਿੰਦਾ ਨਹੀਂ ਮੈਂ ਕੋਈ ਕੰਮ ਨਹੀਂ ਕਰਦਾ, ਮੇਰੇ ਮੰਮੀ ਡੈਡੀ ਕੰਮ ਕਰਦੇ, ਮੈਨੂੰ ਤਿਆਰ ਕਰਕੇ ਭੇਜਦੇ ਆ। ਹਾਂਜੀ, ਹਾਂਜੀ। ਉਹ ਕਹਿੰਦੇ ਤੂੰ ਕਾਹਤੇ ਆਉਣਾ? ਉਹ ਕਹਿੰਦਾ ਮੈਂ ਸਾਈਕਲ ਤੇ ਆਉਣਾ ਹੈ। ਹਮ, ਉਹ ਕਹਿੰਦੇ ਤੂੰ ਸਾਈਕਲ ਤੇ ਆ ਕੇ ਵੀ ਤੂੰ ਲੇਟ ਆਉਣਾ ਸਕੂਲ, ਤੂੰ ਮੈਨੂੰ ਆਪਣਾ ਸਾਈਕਲ ਦਿਖਾ। ਉਹ ਅਧਿਆਪਕ ਨੂੰ ਆਪਣਾ ਸਾਈਕਲ ਦਿਖਾਉਂਦਾ, ਉਹ ਚੈੱਕ ਕਰਦੇ ਉਹਦੇ ਟਾਇਰਾਂ 'ਚ ਹਵਾ ਜ਼ਿਆਦਾ ਭਰੀ ਹੋਈ ਸੀ, ਹਾਂ, ਉਹ ਹਵਾ ਜ਼ਿਆਦਾ ਭਰ ਕੇ ਰੱਖਦਾ ਸੀ। ਹਮ, ਉਹ ਜਦੋਂ ਆਉਂਦਾ ਸੀ ਨਾ ਸਕੂਲ ਤੋਂ, ਸਾਈਕਲ ਜਦੋਂ ਜ਼ਿਆਦਾ ਹਵਾ ਭਰੀ ਹੋਵੇ ਨਾ ਉਹ ਜ਼ਿਆਦਾ ਭੁੜਕਦੀ ਹੁੰਦੀ ਹੈ, ਹਾਂ, ਬਿਲਕੁਲ। ਉਹ ਸਹੀ ਸਟੀਕ ਰਸਤੇ ਤੇ ਨਹੀਂ ਤੁਰਦੀ, ਉਹਨੇ ਉਬੜ ਖਾਬੜ ਇੱਧਰ ਉੱਧਰ ਜਾਈ ਜਾਣਾ, ਹਾਂ, ਬਿਲਕੁਲ। ਜਿਸ ਕਰਕੇ ਉਹ ਡੋਲਦਾ ਡੋਲਦਾ ਸਕੂਲ ਆਉਂਦਾ ਸੀ, ਥੋੜਾ ਲੇਟ ਹੋ ਜਾਂਦਾ ਸੀ। ਤੇ ਉਹਦੇ ਟੀਚਰ ਨੇ ਉਹਦੇ ਟਾਇਰਾਂ 'ਚੋਂ ਥੋੜੀ ਹਵਾ ਕੱਢੀ ਬਿਲਕੁਲ। ਕਿ ਇਹਦੇ ਵਿੱਚ ਇੰਨਾ ਕੁ ਹਵਾ ਦਾ ਜਿਹੜਾ ਤਣਾਵ ਹੋਣਾ, ਪ੍ਰੈਸ਼ਰ ਇੰਨਾ ਕੁ ਹੋਣਾ ਚਾਹੀਦਾ, ਉਹ ਤਣਾਅ ਤੁਹਾਨੂੰ ਜਿਹੜਾ ਉਹ ਤੁਹਾਨੂੰ ਜਿੰਦਾ ਵੀ ਰੱਖਦਾ। ਜਿੰਦਾ ਵੀ ਤਣਾਅ ਹੋਣਾ ਰੱਖਦਾ ਜੀ, ਜ਼ਰੂਰੀ ਹੈ। ਜ਼ਰੂਰੀ ਹੈ। ਹਾਂ, ਟਾਇਰ 'ਚ ਹਵਾ ਆਪਾਂ ਹੋਣੀ ਤਣਾਅ ਜ਼ਰੂਰੀ ਹੈ। ਮੁਕਤ ਜਿਹੜਾ ਨਾ ਉਹ ਗੱਲ ਕਰ ਰਹੇ ਆ, ਪਰ ਤਣਾਅ ਹੋਣਾ ਜ਼ਰੂਰੀ ਹੈ। ਤਣਾਅ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਵੀ ਨਹੀਂ ਚੱਲਦੀ। ਜੀ ਬਿਲਕੁਲ ਜੀ, ਇਹ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਸਾਈਕਲ ਦੇ ਟਾਇਰ ਨੇ ਨਾ, ਹਵਾ ਦੀ ਇੱਕ ਮਿਕਦਾਰ ਜ਼ਰੂਰੀ ਹੈ, ਨਾ ਤਾਂ ਉਹਨੂੰ ਆਪਾਂ ਖਾਲੀ ਰੱਖ ਸਕਦੇ, ਨਾ ਉਹਨੂੰ ਪੂਰਾ ਫੁਲਾ ਸਕਦੇ ਹਾਂ। ਹਾਂ, ਗਿਟਾਰ ਵਾਲੀ ਗੱਲ ਵੀ ਆ ਗਈ। ਗਿਟਾਰ ਵਾਲੀ ਗੱਲ ਵੀ ਆ ਗਈ। ਟਿਊਨਿੰਗ ਹੋਣੀ ਵੀ ਜ਼ਰੂਰੀ ਆ ਉਹਦੀ ਨਾ, ਉਹਦੇ ਵਿੱਚ ਟਿਊਨਿੰਗ ਹੋਣੀ ਚਾਹੀਦੀ ਆ। ਜੀ ਬਿਲਕੁਲ ਜੀ। ਮੈਂ ਉਹ ਫਿਰ ਇੱਕ ਗੱਲ ਯਾਦ ਆ ਜਾਂਦੀ, ਤੁਹਾਡੇ ਸਾਹਮਣੇ ਬੈਠਾ ਹੋਇਆ ਕਿ ਮੈਂ 8ਵੀਂ 9ਵੀਂ ਚ ਪੜ੍ਹਦਾ ਸੀ, ਤੇ ਇੱਕ ਤੂੰਬੀ ਖਰੀਦ ਲਈ ਕਿਤੇ, ਜੀ, ਤੇ ਉਹ ਇੱਕ ਤੂੰਬੀ ਦਾ ਬੰਦਾ ਜਿਹੜਾ ਵਜਾਉਣੀ ਜਾਣਦਾ ਸੀ, ਤੇ ਉਹ ਆਇਆ, ਤੇ ਉਹ 2 ਮਿੰਟ ਚ ਉਹਨੇ ਦੇਖ ਕੇ ਨਾ, ਤੇ ਉਹ ਏਦਾਂ ਖੜਕਾਇਆ ਮਾੜਾ ਜਿਹਾ, ਕਹਿੰਦਾ ਗੂੰਗੀ ਆਏ। ਜੀ, ਅੱਛਾ ਜੀ। ਗੂੰਗੀ ਆ ਮਤਲਬ ਵੀ ਉਹਦੀ ਟਿਊਨਿੰਗ ਹੋ ਹੀ ਨਹੀਂ ਸਕਦੀ, ਉਹਦਾ ਜਿਹੜਾ ਨਾ ਉਹਦੀ ਹੋ ਹੀ ਨਹੀਂ ਸਕਦੀ। ਕਹਿੰਦਾ ਇਹ ਨਹੀਂ, ਮੈਂ ਵਜਾਉਣੀ ਨਹੀਂ, ਕਹਿੰਦਾ। ਅੱਛਾ ਤੇ ਜੀ, ਉਹ ਜਿਹੜਾ ਬੰਦਾ ਜਿਹੜੇ ਅੰਦਰ ਟਿਊਨਿੰਗ ਹੀ ਨਹੀਂ ਹੈਗੀ, ਉਹ ਗੂੰਗਾ ਵਾ, ਤੇ ਉਹਦੀ ਕਿੱਦਾਂ ਉਹਦਾ ਤੇ ਉਹ ਬੈਲੈਂਸ ਨਹੀਂ ਬਣਨਾ ਨਾ। ਬੈਲੈਂਸ ਨਹੀਂ ਬਣਨਾ, ਬਿਲਕੁਲ। ਹਾਂ, ਤੇ ਉਹ ਇਸ ਕਰਕੇ ਟਿਊਨਿੰਗ ਹੋਣੀ ਜ਼ਰੂਰੀ ਆ, ਤਣਾਅ ਹੋਣਾ ਜ਼ਰੂਰੀ ਆ। ਬਹੁਤ ਜ਼ਰੂਰੀ ਹੈ ਜੀ, ਬਿਲਕੁਲ ਜੀ, ਬਹੁਤ ਪਿਆਰੀ ਗੱਲ ਹੈ ਤੁਹਾਡੀ। ਨਰਿੰਦਰ ਬਾਠ ਕਹਿੰਦੇ ਨੇ ਜੀ ਨੱਚਣ ਕੁੱਦਣ ਮਨ ਕਾ ਚਾਓ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਬਿਲਕੁਲ ਜੀ। ਇਹ ਨਿਰਮਲ ਕੌਰ ਕੋਟਲਾ ਕਹਿੰਦੇ ਨੇ ਜੀ ਬਹੁਤ ਖੂਬ ਪ੍ਰੋਗਰਾਮ ਸ਼ਹਿਬਾਜ਼, ਤੇ ਬਹੁਤ ਸੋਹਣੀ ਗੱਲਬਾਤ। ਸ਼ੁਕਰੀਆ ਜੀ ਨਿਰਮਲ ਕੋਟਲਾ ਜੀ, ਜੀ ਆਇਆਂ ਨੂੰ ਜੀ ਸਾਡੇ ਪ੍ਰੋਗਰਾਮ 'ਚ ਆਉਣ ਲਈ, ਧੰਨਵਾਦ। ਇਹ ਨਿਰਮ ਜੋਸਨ ਕਹਿੰਦੇ ਨੇ ਜੀ ਬਹੁਤ ਵਧੀਆ ਸੌਂਗ ਜੀ, ਸ਼ੁਕਰੀਆ ਜੀ, ਨਾਈਸ। ਅਜਮਲ ਸ਼ਰੀਫ ਜੀ ਨੇ ਕਿਹਾ ਹੈ। ਇਹ ਸਿਮਰਜੀਤ ਗਰੇਵਾਲ ਜੀ ਲਿਖ ਰਹੇ ਨੇ ਕਿ ਹੱਥੀਂ ਕੰਮ ਕਰਨਾ ਛੱਡ ਕੇ ਵਿਰਸੇ ਅਤੇ ਵਿਰਾਸਤੀ ਖੇਡਾਂ ਵਿਸਾਰ ਕੇ ਅਸੀਂ ਰੋਗਾਂ ਨੂੰ ਦਾਵਤ ਦੇ ਰਹੇ ਹਾਂ। ਬਿਲਕੁਲ ਇੱਕ ਫੈਕਟਰ ਵੀ ਹੈਗਾ ਜੀ, ਡਾਕਟਰ ਸਾਹਿਬ ਨੇ ਪਹਿਲਾਂ ਹੀ ਗੱਲ ਕੀਤੀ ਹੈ ਕਿ ਅਸੀਂ ਪੁਰਾਤਨ ਖੇਡਾਂ ਨਾਲੋਂ ਟੁੱਟ ਗਏ ਹਾਂ। ਘਰ ਦੇ ਵਿੱਚ ਜਿਹੜੀਆਂ ਨਿੱਕੀਆਂ ਮੋਟੀਆਂ ਖੇਡਾਂ ਹੁੰਦੀਆਂ ਸੀ, ਬੱਚੇ ਪਹਿਲਾਂ ਕਨੇਡੀ ਚੱਕ ਵੀ ਖੇਡਦੇ ਹੁੰਦੇ ਸੀ, ਇੱਕ ਦੂਜੇ ਨੂੰ ਚੁੱਕ ਕੇ। ਤੇ ਅੱਜ ਕੱਲ ਜੇ ਆਪਾਂ ਬੱਚਿਆਂ ਨੂੰ ਕਹੀਏ ਆ ਆਲੂਆਂ ਦਾ ਲਿਫਾਫਾ 2 ਕਿਲੋ ਦਾ ਚੁੱਕ ਲਾ, ਤੇ ਉਹ ਨਹੀਂ ਚੱਕਦਾ, ਕਿਉਂਕਿ ਉਹਦੀ ਮਾਨਸਿਕਤਾ ਉਹ ਨਹੀਂ ਰਹਿ ਗਈ। ਜੀ ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਕਿ ਕੀ ਇਲਾਜ ਤੋਂ ਇਲਾਵਾ ਹੋਰ ਵੀ ਕੋਈ ਕਾਰਗਰ ਉਪਾਅ ਹੈ ਇਹ ਤੋਂ ਮੁਕਤੀ ਪਾਉਣ ਵਾਸਤੇ, ਟੈਨਸ਼ਨ ਤੋਂ ਮੁਕਤੀ ਪਾਉਣ ਵਾਸਤੇ? ਨਹੀਂ, ਉਹ ਆਪਾਂ ਨਾਲ ਦੀ ਨਾਲ ਹੀ ਡਿਸਕਸ ਹੋ ਹੀ ਗਏ ਜੀ। ਉਹ ਇਹ ਆ ਕਿ ਉਹਦੇ ਵਿੱਚ ਸਰੀਰ ਨੂੰ ਯੂਜ਼ ਕਰਨਾ ਹੋਇਆ, ਮੈਡੀਟੇਸ਼ਨ ਹੋ ਗਈ, ਉਹ ਜਿੱਦਾਂ ਜਿਬਰਿਸ਼ ਵਰਗੀਆਂ ਹੋਰ ਟੈਕਨੀਕਸ ਹੋਈਆਂ, ਜੀ, ਤੇ ਕੁਦਰਤ ਨਾਲ ਜੁੜਨਾ, ਉਹ ਸਾਰਾ ਕੁਝ ਆਪਾਂ ਨਾਲ ਦੀ ਨਾਲ ਹੋ ਹੀ ਚੁੱਕਾ ਲਗਭਗ, ਤਾਂ ਮੇਰੇ ਖਿਆਲ ਤਾਂ। ਜੇ ਕੋਈ ਹੋਰ ਹੈਗਾ ਤਾਂ ਦੱਸੋ ਕੁਝ ਜੀ। ਇਹਦੇ ਬਾਰੇ। ਇਹ ਡਾਕਟਰ ਸਾਹਿਬ ਇੱਕ ਸਵਾਲ ਹੋ ਰਿਹਾ ਕਿ ਘਰਾਂ ਵਿੱਚ ਬਿਮਾਰ ਕੋਈ ਬੰਦਾ ਹੁੰਦਾ ਹੈ, ਹਾਂਜੀ, ਹਾਂਜੀ। ਪਰ ਉਹਨੂੰ ਦੇਖ ਕੇ ਜਿਹੜਾ ਇੱਕ ਅੰਤਰਮੁਖੀ ਇਨਸਾਨ ਆ, ਸੈਂਸਿਟਿਵ ਇਨਸਾਨ ਆ ਨਾ, ਜਿਹੜਾ ਉਹਦੇ ਨਾਲ ਜੁੜਿਆ ਹੈ, ਉਹ ਜ਼ਿਆਦਾ ਬਿਮਾਰ ਹੋ ਜਾਂਦਾ। ਉਹ ਦੇਖੋ, ਉਹ ਜਦੋਂ ਤੁਸੀਂ ਜਿਹੜਾ ਪੇਸ਼ੈਂਟ ਆ ਨਾ, ਜਦੋਂ ਇੱਕ ਡਾਕਟਰ ਜਿਹੜਾ ਵਾ, ਕੋਈ ਵਧੀਆ ਡਾਕਟਰ ਜਿਹੜਾ ਜੀ, ਉਹਨੂੰ ਐਗਜ਼ਾਮਿਨ ਕਰਦਾ ਜਾਂ ਉਹਦੀ ਗੱਲ ਸੁਣਦਾ ਵਾ ਨਾ, ਜੀ, ਤੇ ਸਾਰਾ ਟੱਬਰ ਜਿਹਨੂੰ ਕਹਿੰਦਾ ਹੁੰਦਾ ਕਿ ਇਹ ਬਿਮਾਰ ਆ, ਇਹਨੂੰ ਡਿਪਰੈਸ਼ਨ ਆ, ਇਹ ਕੰਮ ਨਹੀਂ ਕਰਦੀ, ਉੱਠਦੀ ਨਹੀਂ, ਇਹਦਾ ਇੰਟਰਸਟ ਕੋਈ ਨਹੀਂਗਾ, ਜਾਂ ਇਹ ਹੈ ਨਾ ਵੇਲੇ ਸਿਰ ਕੰਮ ਨਹੀਂ ਕਰਦੀ, ਬੱਚਿਆਂ ਨੂੰ ਭੇਜਦੀ ਨਹੀਂ, ਜਾਂ ਮੁੰਡੇ ਬਾਰੇ ਕਿ ਕੋਈ ਕੰਮ ਨਹੀਂ ਕਰਦਾ, ਜੀ, ਤੇ ਉਹ ਜਦੋਂ ਉਹਨੂੰ ਦੇਖਿਆ ਜਾਂਦਾ, ਉਹਨੂੰ ਖੋਲ੍ਹਿਆ ਜਾਂਦਾ ਕਿ ਉਹਦੀ ਬਿਮਾਰੀ ਦਾ ਕਾਰਨ ਉਸੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਜ਼ਰੂਰ ਹੁੰਦਾ ਜੀ, ਕਿ ਜਿਹੜਾ ਉਹਨੂੰ ਟਾਰਚਰ ਕਰ ਰਿਹਾ ਹੁੰਦਾ, ਤੰਗ ਕਰ ਰਿਹਾ ਹੁੰਦਾ, ਤੇ ਅਨਨੈਸੈਸਰੀ ਉਹਨੂੰ ਟੈਨਸ਼ਨ ਦੇ ਰਿਹਾ ਹੁੰਦਾ। ਉਹ ਵਿਚਾਰਾ ਅੰਤਰਮੁਖੀ ਬੰਦਾ ਹੋਣ ਕਰਕੇ ਸਾਰਾ ਕੁਝ ਉਹਦਾ ਲੈ ਰਿਹਾ ਹੁੰਦਾ, ਬੋਲ ਨਹੀਂ ਪਾਉਂਦਾ, ਜੀ, ਨੂੰਹ ਸਹੁਰੇ ਦੇ ਅੱਗੇ ਬੋਲ ਨਹੀਂ ਪਾਉਂਦੀ, ਮੁੰਡਾ ਪਿਓ ਦੇ ਅੱਗੇ ਬੋਲ ਨਹੀਂ ਪਾਉਂਦਾ, ਵੱਡੇ ਭਰਾ ਦੇ ਅੱਗੇ,
ਹੈ ਨਾ, ਕੋਈ ਸ਼ਰਾਬੀ ਹੋ ਕੇ ਕਿਸੇ ਨੂੰ ਗਾਲਾਂ ਕੱਢ ਰਿਹਾ ਹੁੰਦਾ ਵਾ, ਜੀ। ਤੇ ਉਹ ਵਿਚਾਰੇ ਦਾ ਵੱਸ ਤਾਂ ਕੋਈ ਜਾਂਦਾ ਨੀਗਾ, ਤੇ ਉਹ ਅੰਦਰ 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 ਉਹ ਫਿਰ ਸੜਦਾ ਰਹਿੰਦਾ, ਕੁੜਦਾ ਰਹਿੰਦਾ। ਜੀ। ਉਹਦੇ ਵਿੱਚ ਤੁਸੀਂ ਆਮ ਪਹਿਲਾਂ ਆਉਂਦਾ ਹੁੰਦਾ ਸੀ, ਕਿ ਹੁਣ ਵੀ ਸ਼ਾਇਦ ਕਦੀ ਕਦੀ ਖਬਰ ਆ ਜਾਂਦੀ ਆ ਕਿ ਕਿਸੇ ਘਰ ਦੇ ਵਿੱਚ ਅੱਗਾਂ ਲੱਗਦੀਆਂ ਵਾ, ਕਿਸੇ ਘਰ ਦੇ ਵਿੱਚ ਇੱਟਾਂ ਵੱਜਦੀਆਂ, ਰੋੜਾਂ। ਉਹ ਬੰਦਾ ਜਿਹੜਾ ਉਹ ਓਪਨਲੀ ਤੇ ਕਰ ਨਹੀਂ ਸਕਦਾ ਕੁਛ ਵੀ, ਜੀ। ਫਿਰ ਉਹ ਡਰਾਮੇ ਕਰਨੇ ਸ਼ੁਰੂ ਕਰ ਦਿੰਦਾ ਨਾ। ਜੀ। ਤੇ ਉਹ ਡਰਾਮੇ ਦਾ ਕਾਰਨ ਇਹ ਹੁੰਦਾ ਕਿ ਉਹਦੀਆਂ ਇੱਛਾਵਾਂ ਮਰ ਜਾਂਦੀਆਂ ਵਾ, ਤੇ ਉਹ ਦਬੀਆਂ ਹੋਈਆਂ ਇੱਛਾਵਾਂ ਨਾਲ ਕੁਛ ਨਾ ਕੁਛ ਉਹ ਪਖੰਡੀ ਹੋ ਜਾਂਦਾ, ਕੁਛ ਬਾਬੇ ਬਣ ਜਾਂਦੇ ਆ, ਕੁਛ ਖੇਡਣ ਲੱਗ ਜਾਂਦੇ ਆ, ਜੀ। ਕੋਈ ਸਿਰ ਮਾਰਨ ਲੱਗ ਜਾਂਦੇ ਆ। ਏਦਾਂ ਦੇ ਜਿਹੜੇ ਰੋਗੀ ਆ ਨਾ, ਜੀ। ਉਹ ਐਕਚੁਅਲ ਬਿਮਾਰ ਨਹੀਂ ਹੁੰਦੇ, ਉਹ ਕਿਸੇ ਦਾ ਉਹਨਾਂ ਦਾ ਕੋਈ ਕਾਰਨ ਹੁੰਦਾ ਜਿਹਦਾ ਕਰਕੇ ਉਹ ਬਿਮਾਰ ਹੋਏ। ਜੀ, ਹਾਂਜੀ। ਠੀਕ ਹੈ ਜੀ। ਇਹਦਾ ਮਤਲਬ ਜਿਹੜਾ ਇਹ ਬਿਮਾਰ ਹੋਣਾ, ਉਹ ਆਪਣੇ ਆਪ ਨੂੰ ਬਿਮਾਰ ਕਰ ਲੈਣ ਵਾਂਗੂ ਹੁੰਦਾ ਹੈ ਨਹੀਂ, ਇਹੋ ਜਿਹੀ ਉਹ ਸਥਿਤੀ ਬੰਦਾ ਵਿੱਚ। ਸੈਂਸਿਟਿਵ ਹੀ ਇੰਨਾ, ਸੰਵੇਦਨਸ਼ੀਲ ਹੀ ਇੰਨਾ ਵਾ ਕਿ ਉਹ ਇੰਟਰੋਵਰਟ ਹੀ ਇੰਨਾ ਵਾ ਕਿ ਉਹ ਵਿਚਾਰਾ ਕੁਛ ਕਰ ਨਹੀਂ ਸਕਦਾ, ਔਰ ਜੀ। ਕੁਛ ਕਰ ਨਹੀਂ ਸਕਦਾ। ਇੱਛਾਵਾਂ ਜਿਹੜੀਆਂ ਉਹਦੀਆਂ ਰਹਿ ਜਾਂਦੀਆਂ ਵਾ, ਜੀ। ਉਹ ਕਿਸੇ ਹੋਰ ਤਰੀਕੇ ਨਾਲ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ। ਜੀ, ਠੀਕ ਹੈ ਜੀ, ਬਹੁਤ ਅੱਛੀ ਗੱਲ ਹੈ ਕਿਸੇ ਹੋਰ ਤੁਹਾਡੀ। ਤਰੀਕੇ ਨਾਲ। ਜੀ, ਬਿਲਕੁਲ ਜੀ। ਇਹ ਡਾਕਟਰ ਸਾਹਿਬ, ਆਪਾਂ ਇੱਕ ਬ੍ਰੇਕ ਲਈਏ। ਨਰਿੰਦਰ ਬਾਠ ਜੀ ਸਾਡੇ ਬਹੁਤ ਪਿਆਰੇ ਸਰੋਤੇ ਨੇ, ਉਹਨਾਂ ਨੇ ਇੱਕ ਹਾਂਜੀ। ਗੀਤ ਦੀ ਫਰਮਾਇਸ਼ ਕੀਤੀ ਸੀ। ਹਾਂਜੀ ਹਾਂਜੀ, ਉਹ ਗੀਤ ਆਪਾਂ ਸੁਣੀਏ ਥੋੜਾ ਜਿਹਾ, ਤੇ ਬਿਲਕੁਲ ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੋਵਾਂਗੇ। ਨਰਿੰਦਰ ਬਾਠ ਜੀ, ਤੁਹਾਡੀ ਫਰਮਾਇਸ਼ ਦੇ ਉੱਤੇ ਹੇਮੰਤ ਕੁਮਾਰ ਜੀ ਦਾ ਇਹ ਗੀਤ ਹਾਜ਼ਰ ਹੈ। ਉਮੀਦ ਹੈ ਤੁਸੀਂ ਇਸ ਗੀਤ ਨੂੰ ਜ਼ਰੂਰ ਇੰਜੋਏ ਕਰੋਗੇ, ਤੇ ਅਸੀਂ ਹੁਣੇ ਵਾਪਸ ਆਉਣੇ ਹਾਂ। तुम्हारा इंतजार है, ख्वाब चुन रही है रात, बेकरार है तुम्हारा इंतजार है। होठ पे लिए हुए दिल की बात हम जागते रहेंगे और कितनी रात हम। होठ पे लिए हुए दिल की बात हम जागते रहेंगे और कितनी रात हम। मुख्तसर सी बात है, तुमसे प्यार है तुम्हारा इंतजार है। ਜੀ ਦੋਸਤੋ, ਆ ਗਏ ਹਾਂ ਜੀ ਹੇਮੰਤ ਕੁਮਾਰ ਜੀ ਦੇ ਇਸ ਖੂਬਸੂਰਤ ਗੀਤ ਤੋਂ ਬਾਅਦ ਤੁਮ ਪੁਕਾਰ ਲੋ। ਤੇ ਸਾਨੂੰ ਉਮੀਦ ਹੈ ਕਿ ਨਰਿੰਦਰ ਬਾਠ ਹੋਣਾ ਨੇ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ, ਤੇ ਉਹਨਾਂ ਨੇ ਇਸ ਗੀਤ ਨੂੰ ਇੰਜੋਏ ਵੀ ਕੀਤਾ ਹੋਣਾ। ਕਮੈਂਟਸ ਵੱਲ ਡਾਕਟਰ ਸਾਹਿਬ ਆਈਏ, ਆਪਣੇ ਕਾਫੀ ਕਮੈਂਟਸ ਆਏ ਹੋਏ ਨੇ। ਨਿਰਮਲ ਕੌਰ ਕੋਟਲਾ ਆਪਣੀ ਇੱਕ ਰਚਨਾ ਸਾਨੂੰ ਭੇਜ ਰਹੇ ਨੇ, ਕਹਿੰਦੇ ਨੇ ਆ ਲੈ ਐਸਾ ਨੇ ਰੱਖ ਲਿਆ ਰੋਜ਼ੇ, ਵੱਟ ਲਈਆਂ ਨੇ ਚੁੱਪਾਂ, ਠੰਡੀਆਂ ਛਾਵਾਂ ਬਦਲੇ ਸਾਡੇ ਹਿੱਸੇ ਆਈਆਂ ਧੁੱਪਾਂ, ਬੀਜ ਅਸਾਂ ਨੇ ਬੀਜੇ ਅਥਰੇ, ਦੇਸ਼ ਕਿਉਂ ਦਈਏ ਰੁੱਖਾਂ, ਦੋਸ਼ ਕਿਉਂ ਦਈਏ ਰੁੱਖਾਂ, ਧੀ ਜੇ ਇੱਕ ਪਾਲੀ ਹੁੰਦੀ ਕਿਉਂ ਠੇਡੇ ਖਾਂਦੇ ਪੁੱਤਾਂ, ਜੇਠ ਹਾੜ ਸਾਡੇ ਠਰਦੇ ਮੱਥੇ, ਮਾਣੀਆਂ ਐਸੀਆਂ ਰੁੱਤਾਂ, ਸੱਧਰਾਂ ਦੇ ਵੇ ਬਾਲ ਕੇ ਧੂਆਂ, ਸੇਕਿਆ ਤੇਰੇ ਮਨੁੱਖਾਂ, ਨਿਰਮਲ ਕੋਈ ਨਾ ਬਣਦੀ ਦਰਦੀ, ਨਿਰਮਲ ਕੋਈ ਨਾ ਬਣਦਾ ਦਰਦੀ, ਨਿਕਲੇ ਤੀਰ ਧਨੁੱਖਾਂ। ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਤੋਂ ਨੇ ਜੀ ਇਹ। ਬਹੁਤ ਖੂਬਸੂਰਤ ਲਿਖਿਆ ਜੀ, ਸ਼ੁਕਰੀਆ ਤੁਹਾਡੀ, ਬਹੁਤ ਬਹੁਤ ਮਿਹਰਬਾਨੀ। ਇੱਕ ਮੇਰੀ ਵੀ ਦੋ ਕੁ ਲਾਈਨਾਂ ਸੁਣ ਲਓ ਜੀ, ਮੈਨੂੰ ਵੀ ਯਾਦ ਆ ਗਈ, ਮੈਂ ਅੱਜ ਹੀ ਲਿਖੀ ਸੀ। ਜ਼ਰੂਰ ਜੀ ਜ਼ਰੂਰ। ਲੋੜ ਤਾਂ ਥੋੜੀ ਸੀ, ਬੇਲੋੜੀ ਹੀ ਦੌਲਤ ਜੋੜੀ ਸੀ ਜੀ।
ਭੁੱਖ ਤੇ ਮਿਟ ਹੀ ਜਾਣੀ ਸੀ, ਲਾਲਚ ਨੇ ਚਾਬੀ ਮਰੋੜੀ ਸੀ। ਕੀ ਬਾਤ ਹੈ ਉੱਡਿਆ ਵੀ ਪਰ ਉੱਡਿਆ ਉੱਪਰ ਆਪਣੀ ਮਚਾਨ, ਜੀ ਉੱਡਿਆ ਵੀ ਪਰ ਉੱਡ ਨਾ ਸਕਿਆ ਵਿੱਚ ਖੁੱਲੇ ਅਸਮਾਨ। ਜੀ ਲੋੜ ਤਾਂ ਥੋੜੀ ਸੀ, ਲਾਲਚ ਨੇ ਐਵੇਂ ਚਾਬੀ ਮਰੋੜੀ ਸੀ। ਐਵੇਂ ਚਾਬੀ ਮਰੋੜੀ ਸੀ ਬਿਲਕੁਲ ਜੀ ਓਨੀਆਂ ਲੋੜਾਂ ਨਹੀਂ ਹੁੰਦੀਆਂ ਜਿੰਨਾ ਅਸੀਂ ਬਿਲਕੁਲ, ਉਹਨਾਂ ਦਾ ਹਾਂ, ਪ੍ਰਬੰਧ ਉਹ ਕਰਨ 'ਚ ਤਾਂ- ਲੱਗ ਜਾਂਦੇ ਆ ਹਾਂ ਵਧਾ ਲੈਣੇ ਨਾ ਜੀ ਲਾਲਸਾ। ਜੀ ਬਿਲਕੁਲ ਦੇਖੋ ਜਿਵੇਂ ਵਿਆਹ ਹੁੰਦੇ ਸੀ ਡਾਕਟਰ ਸਾਹਿਬ ਪਹਿਲਾਂ ਘਰਾਂ ਦੇ ਹਾਂ, ਵਿੱਚ ਹੀ ਹੋ ਜਾਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਇਹ ਬਿਲਕੁਲ। ਘਰ ਦੇ ਵਿਹੜੇ ਵਿੱਚ ਹੀ ਬਰਾਤ ਰੋਟੀ ਖਾ ਲਈ ਦੀ ਹੁੰਦੀ ਸੀ ਸਾਰਾ ਉੱਥੇ ਕੁਛ ਬਿਸਤਰੇ ਉਹ ਮੰਜੇ ਉੱਥੇ ਡਰਾਇੰਗ ਸਭ ਪ੍ਰਬੰਧ ਹੋ ਜਾਂਦਾ ਦੇਖਿਆ ਸੀ ਹੋਇਆ ਸਾਰਾ ਜੀ। ਤੇ ਅੱਜ ਕੱਲ ਵੱਡੇ ਵੱਡੇ ਮੈਰਿਜ ਪੈਲੇਸਿਸ ਦੇ ਵਿੱਚ ਵੀ ਸਾਡੀ ਜਿਹੜੀ ਜ਼ਰੂਰਤ ਪੂਰੀ ਨਹੀਂ ਹੁੰਦੀ ਕਿਉਂਕਿ ਲੋੜਾਂ ਤੇ ਹੀ ਸਭ ਕੁਝ ਡਿਪੈਂਡ ਹੈ ਬਹੁਤ ਪਿਆਰੀ ਗੱਲ ਕੀਤੀ ਤੁਸੀਂ ਇਹ ਰੂਪ ਸੰਧੂ ਕਹਿੰਦੇ ਨੇ ਪਹਿਲਾਂ ਘਰ ਭਾਵੇਂ ਛੋਟੇ ਸੀ ਪਰ ਪਰਿਵਾਰ ਵੱਡੇ ਸੀ ਰੌਣਕਾਂ ਲੱਗਦੀਆਂ ਸੀ ਹੁਣ ਘਰ ਵੱਡੇ ਹੋ ਗਏ ਨੇ ਪਰਿਵਾਰ ਛੋਟੇ ਹੋ ਗਏ ਨੇ ਤੇ ਸਾਰੇ ਆਪੇ ਆਪਣੇ ਕਮਰੇ ਵਿੱਚ ਬੈਠੇ ਫੋਨਾਂ ਉੱਤੇ ਲੱਗੇ ਰਹਿੰਦੇ ਹਨ ਬਸ ਸਾਰੇ ਜੀ, ਇਸ ਨਾਲ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਲੱਗ ਜਾਂਦੀਆਂ ਹਨ ਬਿਲਕੁਲ ਜੀ ਬਿਲਕੁਲ ਜੀ ਬਹੁਤ ਮਿਹਰਬਾਨੀ ਬਹੁਤ ਪਿਆਰਾ ਕਮੈਂਟ ਹੈ ਤੁਹਾਡਾ ਨਿਰਮਲ ਕੌਰ ਕੋਟਲਾ ਕਹਿੰਦੇ ਜੀ ਸਭ ਤੋਂ ਵੱਡੀ ਦੋਸਤ ਕਲਮ ਹੈ ਬਿਲਕੁਲ ਜੀ ਇਹ ਹਾਂਜੀ ਬਿਲਕੁਲ। ਹਲਕਾ ਹੋ ਜਾਂਦਾ ਬੰਦਾ ਹਲਕਾ ਜੀ, ਹੋ ਜਾਂਦਾ ਹੈ ਆਪਣਾ ਬੰਦਾ ਲਿਖ ਲੈਂਦਾ जो कुछ है ना, जी जो दो भी लफ्ज है। लिख लेता हूँ कागज पे चीख भी लेता हूँ और आवाज़ भी नहीं होती ਇਹ ਵੀ ਇੱਕ ਵਧੀਆ ਤਰੀਕਾ ਹੈ ਨਿਰਮਲ ਜੀ ਬਿਲਕੁਲ, ਜਿਹੜਾ ਬਹੁਤ ਤੁਸੀਂ ਇੱਕ, ਸਾਂਝਾ ਹਾਂ, ਕੀਤਾ ਇੱਕ, ਹੈ ਹਾਂਜੀ। ਇਹ ਪੇਂਟਿੰਗ ਦੇ ਨਾਲ ਵੀ ਅਸੀਂ ਆਪਣੇ Painting ਸਟ੍ਰੈਸ ਨੂੰ ਦੀ, ਘੱਟ ਕਰ ਹਾਂਜੀ। ਸਕਦੇ ਕੋਈ ਹਾਂ ਵੀ ਕਲਾ ਜੀ ਉਹਦੇ ਵਿੱਚ ਤੁਹਾਨੂੰ ਉਹ ਕਰਦੀ ਹੈ। ਜੀ ਬਿਲਕੁਲ ਜੀ ਕੈਲੀਗ੍ਰਾਫੀ ਵੀ ਕਰਦੀ ਹੈ, ਜਿਹੜੇ ਤੁਸੀਂ ਮਨਜ਼ਾ ਜੀ ਕਰਦੇ ਆ ਜੀ, ਕੈਲੀਗ੍ਰਾਫੀ ਨਾਲ ਵੀ ਤੁਸੀਂ ਆਪਣਾ ਸਾਰਾ ਜਿਹੜਾ ਨਾ ਉਹ ਜ਼ਾਹਰ ਵੀ ਕਰ ਦਿੰਦੇ ਹੋ ਤੇ ਤੁਹਾਡਾ ਨਿਕਲ ਵੀ ਜਾਂਦਾ ਜੀ ਔਰ ਸੁੰਦਰਤਾ ਜ਼ਾਹਰ ਕਰਦੇ ਹੋ। ਨਰਿੰਦਰ ਬਾਟ ਕਹਿੰਦੇ ਨੇ ਜੀ ਹੌਸਲਾ ਸਭ ਤੋਂ ਵੱਡੀ ਦਵਾਈ ਜੀ ਬਿਲਕੁਲ ਜੀ ਤੇ ਸ਼ੁਕਰੀਆ ਵੀ ਕਿਹਾ ਉਹਨਾਂ ਨੇ ਕਿ ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਖਿਆਲ ਗੀਤ ਉਹਨਾਂ ਦਾ ਇਹੀ ਫਰਮਾਇਸ਼ ਸੀ ਸ਼ੁਕਰੀਆ ਮੇਰੇ ਵੀਰ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਪੂਰੀ ਕਰਨ ਲਈ ਕਿਹਾ ਮਨਪ੍ਰੀਤ ਕਹਿੰਦੇ ਨੇ ਜੀ ਬਹੁਤ ਵਧੀਆ ਜੀ ਸ਼ੁਕਰੀਆ ਜੀ। ਤੇ ਨਰਿੰਦਰ ਬਾਟ ਕਹਿੰਦੇ ਨੇ ਜੀ ਮੇਰੀ ਪਸੰਦ ਦਾ ਗੀਤ ਬਹੁਤ ਸੁੰਦਰ ਗੀਤ ਸਿਮਰਜੀਤ ਗਰੇਵਾਲ ਕਹਿ ਰਹੇ ਨੇ ਡਾਕਟਰ ਸਾਹਿਬ ਮੇਰੇ ਤੁਹਾਨੂੰ ਇੱਕ ਆਖਰੀ ਸਵਾਲ ਹੋ ਰਿਹਾ ਕਿਉਂਕਿ ਸਮਾਂ ਹੋ ਰਿਹਾ ਹੁਣ ਪ੍ਰੋਗਰਾਮ ਦਾ ਜਲਦੀ ਹਾਂਜੀ, ਜਲਦੀ ਤੁਹਾਨੂੰ ਸਵਾਲ ਪੁੱਛ ਬਿਲਕੁਲ ਲਿਆ ਜੀ, ਜਾਵੇ ਬਿਲਕੁਲ। ਕਿ ਕੀ ਇਹ ਪੂਰੀ ਕੁਦਰਤ ਕੀ ਇਹ ਜਿਹੜੀ ਕਾਇਨਾਤ ਆ ਇਹ ਸਾਡੇ ਲਈ ਇੱਕ ਸਭ ਤੋਂ ਵੱਡੀ ਡਾਕਟਰ ਸਾਬਤ ਹੋ ਸਕਦੀ ਹੈ ਕਿਸ ਤਰ੍ਹਾਂ ਹੋ ਸਕਦੀ ਹੈ ਬਿਲਕੁਲ ਜੀ, ਇਹਦੇ ਵਿੱਚ ਜਿਹੜੀ ਆਪਾਂ ਕੁਦਰਤ ਦਾ ਹੀ ਇੱਕ ਪਾਰਟ ਆ, ਐਗਜ਼ਿਸਟੈਂਸ ਦਾ ਪਾਰਟ ਆ ਕਿ ਉਹ ਇੱਕ ਗੁਰਬਾਣੀ ਦੇ ਵਿੱਚ ਜਾਂ ਗ੍ਰੰਥਾਂ ਦੇ ਵਿੱਚ ਇੱਕ ਆਉਂਦਾ ਲਿਖਿਆ ਹੋਇਆ ਜੀ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਕਿ ਜੋ ਵੀ ਕਿਤੇ ਵਾਪਰ ਰਿਹਾ ਉਹ ਸਾਡੇ ਸਰੀਰ ਦੇ ਵਿੱਚ ਹੀ ਵਾਪਰ ਰਿਹਾ ਕਿਉਂਕਿ ਅਸੀਂ ਸਾਰੀ ਕੁਦਰਤ ਦਾ ਹੀ ਹਿੱਸਾ ਵਾਂ। ਜੀ ਜਿਹੜਾ ਸਟੱਫ ਗ੍ਰਹਿਆਂ ਤੇ ਆ, ਸੂਰਜ ਤੇ ਆ, ਚੰਦਰਮਾ ਤੇ ਆ, ਬਾਕੀ ਗ੍ਰਹਿਆਂ ਤੇ ਆ, ਤਾਰਿਆਂ ਤੇ ਆ, ਜੀ ਅਸੀਂ ਉਸੇ ਸਟੱਫ ਦੇ ਬਣੇ ਹੋਏ ਆ ਜੀ ਤੇ ਉਹ ਜੇ ਉਹਦੇ ਨਾਲ ਤਾਲਮੇਲ ਹੈਗਾ ਵਾ ਜੀ ਤੇ ਫਿਰ ਅਸੀਂ ਵੀ ਸਾਡੀ ਵੀ ਗਰੋਥ ਹੋ ਰਹੀ ਆ ਕਿ ਉਹ ਕਹਿੰਦੇ ਆ ਨਾ ਕਿ ਜਿਹੜਾ ਕਾਸਮੋਸ ਆ ਜਾਂ ਜਿਹੜਾ ਬ੍ਰਹਮੰਡ ਆ ਉਹ ਐਵਰ ਸਪੈਂਡਿੰਗ ਆ ਜੀ ਉਹ ਜਿਹੜਾ ਨਾ ਐਵਰ ਸਪਰੈਡਿੰਗ ਆ ਕਿ ਉਹ ਸਪਰੈਡ ਕਰ ਰਿਹਾ ਵਾ ਉਹਦੀ ਐਕਸਟੈਂਸ਼ਨ ਹੋ ਰਹੀ ਹੈ। ਜੀ ਜੇ ਆਪਣੀ ਵੀ ਚੇਤਨਾ ਦਾ ਵਿਕਾਸ ਹੋ ਰਿਹਾ ਵਾ ਤੇ ਆਪਣਾ ਵੀ ਵਿਕਾਸ ਹੋ ਰਿਹਾ ਵਾ ਤੇ ਅਸੀਂ ਉਹ ਬ੍ਰਹਿਮੰਡ ਨਾਲ ਜੁੜ ਜਾਂਦੇ ਆ ਜੀ ਤੇ ਜਦੋਂ ਅਸੀਂ ਜੁੜ ਜਾਂਦੇ ਆ ਤੇ ਫਿਰ ਉਹ ਸਾਡੀ ਚੇਤਨਾ ਜਿਹੜੀ ਆ ਬ੍ਰਹਿਮੰਡ ਦੀ ਚੇਤਨਾ ਨਾਲ ਜਦੋਂ ਜੁੜਦੀ ਆ ਜੀ ਤੇ ਉਹਦੇ ਵਿੱਚ ਫਿਰ ਸਾਡਾ ਬਹੁਤ ਕੁਝ ਜਿਹੜਾ ਉਹ ਆਪਣੇ ਆਪ ਹੀ ਗਿਰ ਜਾਂਦਾ ਵਾ ਜੀ ਤੇ ਉਹਦੇ ਵਿੱਚ ਸਾਨੂੰ ਕੁਝ ਕਰਨ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਜਿਹੜਾ ਮੈਡੀਟੇਸ਼ਨ ਆ ਜਾਂ ਧਿਆਨ ਆ ਉਹਦਾ ਸੈਂਟਰਲ ਆਈਡੀਆ ਕਹਿ ਲਓ ਕਿ ਉਹਦਾ ਸਾਰ ਇਹੋ ਹੀ ਆ ਕਿ ਜਦੋਂ ਤੁਹਾਡੀ ਚੇਤਨਾ ਜਿਹੜੀ ਆ ਬ੍ਰਹਿਮੰਡ ਦੀ ਚੇਤਨਾ ਨਾਲ ਜੁੜ ਜਾਂਦੀ ਆ ਤੇ ਜੀ ਤੁਹਾਡਾ ਜਿਹੜਾ ਨਾ ਵਿਸਥਾਰ ਹੋਣਾ ਸ਼ੁਰੂ ਹੋ ਜਾਂਦਾ। ਜੀ ਬਿਲਕੁਲ ਜੀ ਬਹੁਤ ਖੂਬਸੂਰਤ ਗੱਲ ਹੈ ਤੁਹਾਡੀ ਸੋ ਦੋਸਤੋ ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਕੁਦਰਤ ਦੇ ਨਾਲ ਜੁੜ ਕੇ ਵੀ ਬਿਲਕੁਲ ਅਸੀਂ ਜੀ, ਬਿਲਕੁਲ। ਆਪਣੇ ਆਪ ਨੂੰ ਬਿਮਾਰੀਆਂ ਤੋਂ ਤਣਾਅ ਤੋਂ ਮੁਕਤ ਰੱਖ ਸਕਦੇ ਹਾਂ ਆਪਣੀਆਂ ਅੱਧੀਆਂ ਮੁਸ਼ਕਲਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਦੂਰ ਕਰਦੇ ਹਾਂ ਜਿਵੇਂ ਸਵੇਰੇ ਸਵੇਰੇ ਆਪਾਂ ਡਾਕਟਰ ਸਾਹਿਬ ਉੱਠਦੇ ਹਾਂ ਕਹਿੰਦੇ ਨਾ ਨੰਗੇ ਪੈਰ ਘਾਹ ਦੇ ਉੱਤੇ ਤੁਰਨ ਨਾਲ ਹਾਂ, ਅੱਖਾਂ ਦੀ ਬਿਲਕੁਲ ਰੋਸ਼ਨੀ ਹਾਂ, ਤੇਜ਼ ਬਿਲਕੁਲ, ਹੁੰਦੀ ਹੈ ਬਿਲਕੁਲ, ਬਿਲਕੁਲ ਜੀ। ਸੋਹਣੇ ਸੋਹਣੇ ਫੁੱਲਾਂ ਨੂੰ ਦੇਖਣ ਦੇ ਨਾਲ ਸਾਡੇ ਜਿਹੜਾ ਸਾਡਾ ਮਨ ਹੈ ਉਹ ਪ੍ਰਸੰਨ ਹੋ ਜਾਂਦਾ ਬਿਲਕੁਲ ਜੀ। ਤੇ ਸ਼ਾਇਦ ਸੂਰਯ ਪ੍ਰਣਾਮ ਸੂਰਯ ਉਦੇ ਜਦੋਂ ਹੁੰਦਾ ਆ ਉਹਨੂੰ ਪ੍ਰਣਾਮ ਕਰਨ ਦਾ ਵੀ ਸ਼ਾਇਦ ਇਹੀ ਇੱਕ ਤਰੀਕਾ ਕਿ ਜਦੋਂ ਉਹਦੇ ਵਿੱਚ ਹਾਂਜੀ ਉਹਦੀਆਂ ਵਿਧੀਆਂ ਹੈਗੀਆਂ ਕਿ ਕੁਝ ਉਹ ਤਰਾਟਕ ਵੀ ਕਰਦੇ ਆ ਸੂਰਜ ਨੂੰ ਦੇਖਦੇ ਚਲੋ ਮੈਡੀਕਲੀ ਤੇ ਅਸੀਂ ਨਹੀਂ ਕਹਾਂਗੇ ਜੀ ਕਿਉਂਕਿ ਉਹ ਕੁਝ ਗ੍ਰੰਥਾਂ ਦੇ ਵਿੱਚ ਲਿਖਿਆ ਕਿ ਸੂਰਜ ਨੂੰ ਨਮਸਕਾਰ ਨਾ ਕਰਨਾ ਤਾਂ ਠੀਕ ਆ ਜੀ ਉਹ ਤਰਾਟਕ ਦੇਖਦੇ ਆ ਕਿ ਸੂਰਜ ਨੂੰ ਦੇਖਦੇ ਰਹਿੰਦੇ ਲਗਾਤਾਰ ਜੀ ਤੇ ਉਹ ਤੇ ਮੈਂ ਇਦਾਂ ਕਮੈਂਟ ਨਹੀਂ ਕਰ ਸਕਦਾ ਪਰ ਠੀਕ ਹੈ ਉਹ ਸੂਰਜ ਨਮਸਕਾਰ ਕੀਤੀ ਜਦੋਂ ਤੁਸੀਂ ਜਦ ਸੂਰਜ ਨੂੰ ਜਲ ਚੜਾਉਂਦੇ ਆ ਤੇ ਉਹਦਾ ਵੀ ਮਤਲਬ ਇਹ ਹੁੰਦਾ ਕਿ ਉਹਦੀਆਂ ਕਿਰਨਾਂ ਜਿਹੜੀਆਂ ਹਾਨੀਕਾਰਕ ਆ ਉਹ ਰੁਕ ਜਾਂਦੀਆਂ ਵਾ ਤੇ ਜੀ ਤੁਹਾਨੂੰ ਦਰਸ਼ਨ ਹੋ ਜਾਂਦੇ ਉਹਦੀਆਂ ਜਿਹੜੀਆਂ ਕਿਰਨਾਂ ਜਿਹੜੀਆਂ ਲਾਹੇਵੰਦ ਆ ਉਹਨਾਂ ਦਾ ਫਾਇਦਾ ਹੋ ਜਾਂਦਾ। ਜੀ ਬਿਲਕੁਲ ਬੜਾ ਕੁਛ ਇਦਾਂ ਦਾ ਗ੍ਰੰਥਾਂ 'ਚ ਲਿਖਿਆ ਹੋਇਆ ਆਪਣੇ ਜੀ ਤੇ ਉਹ ਚਲੋ ਇੱਕ ਅਲੱਗ ਵਿਸ਼ਾ ਹੈਗਾ। ਜੀ ਤੇ ਦੋਸਤੋ ਜਿਵੇਂ ਕਿ ਦੇਸੀ ਤਰੀਕਿਆਂ ਦੇ ਨਾਲ ਦੇਸੀ ਵਿਧੀਆਂ ਦੇ ਨਾਲ ਵੀ ਅਸੀਂ ਆਪਣੀਆਂ ਅੱਧੀਆਂ ਬਿਮਾਰੀਆਂ ਨੂੰ ਇਸੇ ਤਰ੍ਹਾਂ ਹੀ ਠੀਕ ਕਰ ਸਕਦੇ ਹਾਂ ਬਿਲਕੁਲ ਕਰ ਲੈਣਾ ਚਾਹੀਦਾ ਜੀ ਪਹਿਲਾਂ ਤਾਂ ਸ਼ੁਰੂਆਤੀ ਤੇ ਤੁਸੀਂ ਕਰੋ ਪਰ ਜਦੋਂ ਲੱਗੇ ਕਿ ਮੈਡੀਕਲ ਜਿਹੜਾ ਫੀਲਡ ਆ ਉਹਦੀ ਲੋੜ ਆ ਡਾਕਟਰਾਂ ਦੀ ਲੋੜ ਆ ਤੇ ਉੱਥੇ ਜਾਣ ਤੋਂ ਵੀ ਕਤਾਈ ਨਹੀਂ ਕਰਨੀ ਚਾਹੀਦੀ। ਜੀ ਜਾਣਾ ਹੀ ਚਾਹੀਦਾ ਵਾ ਡਾਕਟਰਾਂ ਕੋਲ ਸਲਾਹ ਲੈਣੀ ਚਾਹੀਦੀ ਆ ਇਲਾਜ ਕਰਾਉਣਾ ਚਾਹੀਦਾ ਫੋਲੋ ਕਰਨਾ ਚਾਹੀਦਾ ਜੀ ਤੇ ਨਾਲ ਦੀ ਨਾਲ ਤੁਸੀਂ ਆਪਣਾ ਖੁਰਾਕ ਵੱਲ ਧਿਆਨ ਰੱਖੋ ਆਪਣਾ ਜਿਹੜਾ ਉਹ ਹੈਲਦੀ ਡਾਈਟ ਲਓ ਵਧੀਆ। ਜੀ ਬਿਲਕੁਲ
ਇਹ ਅਜਮਲ ਸ਼ਰੀਫ ਜੀ ਕਹਿੰਦੇ ਨੇ ਜੀ ਮੇਰੀ ਪਸੰਦ ਦਾ ਗੀਤ ਨਹੀਂ ਚਲਾਇਆ ਜੀ। ਚਲਾਵਾਂਗੇ ਜੀ, ਜ਼ਰੂਰ ਚਲਾਵਾਂਗੇ, ਸਾਡੇ ਧਿਆਨ ਦੇ ਵਿੱਚ ਹੈ। ਇਹ ਇਦਾਂ ਤੁਹਾਨੂੰ ਜਾਣ ਨਹੀਂ ਦਿੰਦੇ, ਤੁਹਾਨੂੰ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਸੁਣਾ ਕੇ ਫਿਰ ਜਾਵਾਂਗੇ ਅਸੀਂ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ। ਪ੍ਰੋਮਲ ਅਰੋੜਾ ਕਹਿੰਦੇ ਨੇ ਜੀ ਮੈਂ ਅੱਜ ਮਿਸ ਕਰ ਗਈ, ਥੋੜਾ ਜ਼ਰੂਰੀ ਸਮੱਸਿਆ ਆ ਗਈ ਸੀ। ਕੋਈ ਗੱਲ ਨਹੀਂ ਜੀ, ਇਹ ਤੁਸੀਂ ਸਾਡੀ ਮੈਂ ਰਿਕਾਰਡਿੰਗ ਤੁਹਾਡੇ ਸੁਣ ਕੋਲ ਹੀ ਲੈਣਾ ਹਾਂ ਜੀ, ਜੀ। ਤੁਹਾਡੇ ਕੋਲ ਹੀ ਹਾਂ। ਤੇ ਕਹਿੰਦੇ ਨੇ ਜੀ ਰਿਕਾਰਡਿੰਗ ਸੁਣ ਲਵਾਂਗੀ ਡਾਕਟਰ ਸਾਹਿਬ ਦੀਆਂ ਹਦਾਇਤਾਂ। ਬਿਲਕੁਲ ਜੀ, ਜ਼ਰੂਰ ਮੈਡਮ ਪ੍ਰੋਮਲਾ ਅਰੋੜਾ ਜੀ ਤੇ ਬਾਕੀ ਦੋਸਤਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਲੇਟ ਆਏ ਨੇ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਲੇਟ ਜੁੜੇ ਨੇ, ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਪੂਰੀ ਰਿਕਾਰਡਿੰਗ ਨੂੰ ਸੁਣਨ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਵੀ ਸਾਂਝੀ ਕਰਨ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ। ਬਹੁਤ ਖੂਬਸੂਰਤ ਤਰੀਕਿਆਂ ਦੇ ਨਾਲ ਡਾਕਟਰ ਸਾਹਿਬ ਨੇ ਨਿੱਕੀਆਂ ਨਿੱਕੀਆਂ ਬਿਮਾਰੀਆਂ ਨੂੰ, ਨਿੱਕੀਆਂ ਨਿੱਕੀਆਂ ਪਰੇਸ਼ਾਨੀਆਂ ਨੂੰ, ਤਣਾਅ ਵਗੈਰਾ ਨੂੰ ਠੀਕ ਕਰਨ ਦਾ ਤਰੀਕਾ ਦੱਸਿਆ ਹੈ। ਬਹੁਤ ਸੁੰਦਰ, ਸਸਤੇ ਤੇ ਟਿਕਾਊ ਤਰੀਕੇ ਦੱਸੇ ਹੋਏ ਨੇ ਤੇ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਤਰੀਕਿਆਂ ਦੇ ਨਾਲ, ਡਾਕਟਰ ਸਾਹਿਬ ਦੀਆਂ ਇਹਨਾਂ ਸਲਾਹਾਂ ਦੇ ਨਾਲ, ਹਦਾਇਤਾਂ ਦੇ ਨਾਲ ਆਪਣੇ ਜੀਵਨ ਨੂੰ ਖੂਬਸੂਰਤ ਵੀ ਬਣਾਓਗੇ, ਇਹਨਾਂ ਨੂੰ ਅਮਲ ਵਿੱਚ ਵੀ ਲਿਆਓਗੇ। ਰੱਬ ਨਾ ਕਰੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਵੇ, ਪਰੇਸ਼ਾਨੀ ਹੋਵੇ, ਪਰ ਫਿਰ ਵੀ ਜੇ ਕੋਈ ਨਿੱਕੀ ਮੋਟੀ ਮੁਸ਼ਕਲ ਆਉਂਦੀ ਹੈ ਤੇ ਤੁਸੀਂ ਇਹਨਾਂ ਇਹ ਵਿਧੀਆਂ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ, ਖੁਸ਼ ਰੱਖ ਸਕਦੇ ਹੋ, ਸਿਹਤਮੰਦ ਰੱਖ ਸਕਦੇ ਹੋ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਾਰਿਆਂ ਸ਼ੁਕਰੀਆ ਦਾ ਸ਼ੁਕਰੀਆ ਜੀ, ਤੁਹਾਡਾ ਜੀ, ਵੀ ਸਾਰਿਆਂ ਦਾ ਤੁਸੀਂ ਸ਼ੁਕਰੀਆ ਸਾਡੇ ਇਸ ਸਾਰਿਆਂ ਦਾ। ਪ੍ਰੋਗਰਾਮ ਦੇ ਵਿੱਚ ਆਏ। ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਰ ਇੱਕ ਹੋਰ ਨਿਵੇਕਲੇ ਵਿਸ਼ੇ ਦੇ ਨਾਲ ਤੁਹਾਨੂੰ ਜਦੋਂ ਮਰਜ਼ੀ ਜੀ, ਇਸ ਜਦੋਂ ਮਰਜ਼ੀ ਹਾਜ਼ਰ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਤੇ ਦੋਸਤੋ ਅਸੀਂ ਇਹ ਸੋਮਵਾਰ ਮੈਂ ਤੇ ਮਨਜ਼ਾ ਸਤਰੰਗੇ ਪਲ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਤੁਸੀਂ ਸਭ ਆਪਣਾ ਧਿਆਨ ਰੱਖੋ, ਆਪਣੇ ਆਪ ਨੂੰ ਮਹਿਫੂਜ਼ ਰੱਖੋ, ਖੁਸ਼ ਰਹੋ, ਆਬਾਦ ਰਹੋ, ਸਿਹਤਯਾਬ ਰਹੋ।